ਇੱਕ ਵਾਰੀ ਅਗੇਨ ਪੁੱਛ ਰਿਹਾ 2 ਮਹੀਨੇ ਦਾ ਬੱਚਾ ਹੋਵੇ ਕਮਿਊਨਿਟੀ 'ਚ ਐਡਾ ਡਿਸਪਿਊਟ ਪਿਆ ਹੋਵੇ ਘਰ ਵਾਲੀ ਤੇਰੀ ਸੜਕ ਤੇ ਆਈ ਫਿਰਦੀ ਆ ਰਾਤ ਨੂੰ 2:30 ਵਜੇ ਗੇਮ ਸੁੱਝ ਰਹੀ ਆ ਬੰਦਿਆਂ ਦੀਆਂ ਨੀਂਦਾਂ ਉੱਡ ਜਾਂਦੀਆਂ ਮੇਰੇ ਵੀਰ ਆਪਾਂ ਕਿਹੜੀ ਗੱਲ ਕਰ ਰਹੇ ਕਿਹੜੀ ਤੁਸੀਂ ਪਬਜੀ ਜ਼ਰੂਰੀ ਜਾਂ ਕੀ ਜ਼ਰੂਰੀ ਹੋ ਗਿਆ ਨਹੀਂ ਦੇਖੋ ਜੇ ਮੈਂ ਪੀਆਰ ਲੈਣੀ ਹੁੰਦੀ ਤੇ ਮੈਂ ਸਟੱਡੀ ਵੀਜ਼ਾ ਨਹੀਂ ਜੇ ਤੂੰ ਭੱਜਦਾ ਨਹੀਂ ਸੀਗਾ ਛੋਟਾ ਜਿਹਾ ਬੱਚਾ 2 ਮਹੀਨੇ ਦਾ ਛੱਡ ਕੇ ਜੱਚਾਂ ਤੀਵੀਂ ਨੂੰ ਤੂੰ ਕਿਵੇਂ ਚਲੇ ਜਾਂਦਾ ਤੈਂ ਨਹੀਂ ਰਹਿਣਾ ਤੈਂ ਚਲਾਕੀ ਨਾਲ ਆਇਆ ਵਾਂ ਚੁਸਤੀ ਨਾਲ ਵੀ ਮੇਰੀ ਹੁਣ ਕੈਨੇਡਾ ਹੱਥੋਂ ਜਾਂਦੀ ਆ ਨਹੀਂ ਜੇ ਮੈਂ ਪੀਆਰ ਲੈਣੀ ਸੀ ਤੇ ਮੈਂ ਲਈ ਕਿਉਂ ਨਹੀਂ ਹਲੇ ਤੱਕ ਜੀ ਮੈਂ ਬਾਦਸ਼ਾਹ ਸਾਹਿਬ ਨੂੰ ਕਹਿੰਦੀ ਆ ਜੇ ਮੈਂ ਪੀਆਰ ਲੈਣੀ ਸੀ ਜੀ ਮੈਂ ਪੀਆਰ ਲਈ ਕਿਉਂ ਨਹੀਂ ਹਲੇ ਤੱਕ ਇਹ ਕੁੜੀ ਦੇ ਸਰਟੀਫਿਕੇਟ ਵੀ ਮਾਰ ਸਕਦਾ ਬੱਚੇ ਦੇ ਵੀ ਮਾਰ ਸਕਦਾ ਇਹਦੀ ਤੇ ਮੈਂ ਜਿਹੜਾ ਕੁਐਸਚਨ ਤੁਹਾਨੂੰ ਪੁੱਛਿਆ ਜੀ ਜੇ ਮੈਂ ਪੀਆਰ ਲੈਣੀ ਸੀ ਤੇ ਮੈਂ ਲਈ ਕਿਉਂ ਨਹੀਂ ਤੂੰ ਕਿਉਂ ਛੱਡ ਕੇ ਗਿਆ ਕੁੜੀ ਨੂੰ ਇੰਨੀ ਸੋਹਣੀ ਕੁੜੀ ਤੂੰ ਤਾਂ ਕੁੜੀ ਦੇ ਪੈਰ ਵਰਗਾ ਵੀ ਨਹੀਂ ਪਲਾਨ ਹੈ ਕਿ ਹੁਣ ਅਸੀਂ ਕੀ ਕਰਨਾ ਕਿੱਥੇ ਰਹਿਣਾ ਜਾਂ ਜਿਸ ਤਰ੍ਹਾਂ ਜਦੋਂ ਬੱਚਾ ਹੋਇਆ ਇਹ ਉਦੋਂ ਵੀ ਕੋਲੇ ਨਹੀਂ ਸੀ ਬੱਚਾ ਹੋਣ ਤੋਂ ਹਫਤਾ 10 ਦਿਨ ਮਹੀਨਾ 2 ਮਹੀਨੇ ਪਹਿਲਾਂ ਪਤਾ ਸੀ ਬੱਚਾ ਹੋਣਾ ਬਾਅਦ ਚੋਂ ਹਫਤਾ 10 ਦਿਨ 2 ਮਹੀਨੇ ਪਤਾ ਲੱਗਿਆ ਕਿ ਬੱਚਾ ਹੋ ਗਿਆ ਉਹ ਗੈਪ ਦੇ ਵਿੱਚ ਤੁਹਾਡਾ ਕੀ ਪਲਾਨ ਸੀ ਹੁਣ ਤੁਹਾਡਾ ਕੀ ਪਲਾਨ ਹੈ ਇਕੱਠੇ ਹੋ ਗਏ ਕਮਿਊਨਿਟੀ ਚਿੰਤਾ ਤੁਹਾਡੇ ਲਈ ਤੁਸੀਂ ਵੀ ਦੱਸੋ ਨਾ ਤੁਹਾਡੇ ਮਨ 'ਚ ਕੀ ਤੁਹਾਡੇ ਪੇਰੈਂਟਸ ਐਗਰੀ ਸੀਗੇ ਹਾਈ ਪੇਰੈਂਟਸ ਸੀਗੇ ਉਹਨਾਂ ਨੂੰ ਸਾਰਾ ਪਤਾ ਕਿ ਕੀ ਚੱਲ ਰਿਹਾ ਉਹਨਾਂ ਨਾਲ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਨੂੰ ਮੈਂ ਦੱਸਤਾ ਸੀ ਬਾਅਦ ਚ ਦੱਸਿਆ ਉਹਨਾਂ ਨੂੰ ਜਾਨੀ ਕਿ ਵਿਆਹ ਤੋਂ ਬਾਅਦ ਚੋਂ ਦੱਸਿਆ ਹਾਂਜੀ ਬੱਚਾ ਤੁਹਾਡਾ ਪਹਿਲਾਂ ਹੋ ਗਿਆ ਵਿਆਹ ਤੁਹਾਡਾ ਬਾਅਦ ਚੋਂ ਹੋਇਆ ਪੇਰੈਂਟਸ ਨੂੰ ਤੁਸੀਂ ਵਿਆਹ ਤੋਂ ਬਾਅਦ ਚੋਂ ਦੱਸਿਆ ਇਹ ਇੰਨਾ ਤੁਸੀਂ ਡਿਲੇ ਚ ਵੀਰ ਜੀ ਕਾਹਤੋਂ ਚੱਲ ਰਹੇ ਹੋ ਲਾਈਫ 'ਚ ਬਹੁਤ ਸਮੱਸਿਆ ਆ ਜਾਣੀਆਂ ਪਹਿਲੀ ਗੱਲ ਤਾਂ ਇਹ ਮੁੰਡੇ ਨੂੰ ਬਿਲਕੁਲ ਵੀ ਬੋਲਣ ਦੀ ਅਕਲ ਨਹੀਂ ਹੈਗੀ ਕਿਸੇ ਵੀ ਕਾਲਰ ਦੇ ਨਾਲ ਇਹਨੇ ਤਮੀਜ਼ ਨਾਲ ਗੱਲ ਨਹੀਂ ਕੀਤੀ ਇੱਕੋ ਗੱਲ ਕਹੀ ਜਾਂਦਾ ਵੀ ਤੁਹਾਨੂੰ ਕੀ ਪਤਾ ਯਾਰ ਅਸੀਂ ਪਾਗਲਾਂ ਸਾਰੇ ਜਣੇ ਨਹੀਂ ਤੁਸੀਂ ਭਾਜੀ ਕੀ ਜੱਜ ਕਰ ਸਕਦੇ ਤੁਸੀਂ ਨਹੀਂ ਬਈ ਪਹਿਲੀ ਗੱਲ ਤੇਰੀ 20 ਸਾਲ ਦੀ ਉਮਰ ਹੈ ਨਾ ਜਵਾਕ ਤੂੰ ਜੰਮਦਾ ਤੂੰ ਬਣਦਾ ਕਹਿੰਦਾ ਮੈਂ ਗੇਮ ਖੇਡ ਰਿਹਾ ਸੀ ਕਦੀ ਕੀ ਖੇਡ ਰਿਹਾ ਸੀ ਹਨਾ ਤੂੰ ਆਪ ਸੋਚ ਕੇ ਦੇਖ ਤੇਰੀ ਮਾਂ ਨੇ ਜਦੋਂ ਪੀੜਾਂ ਸਹੀਆਂ ਹੋਣੀਆਂ ਨਾ ਉਹ ਕੁੜੀ ਨੂੰ ਪੁੱਛ ਕੇ ਦੇਖ ਜਦੋਂ ਉਹਨੇ ਸਹੀਆਂ ਹੋਣੀਆਂ ਜੀ ਭਾਜੀ ਪੀੜਾ ਨਹੀਂ ਨਾ ਗੱਲ ਹੁੰਦੀ ਤੁਸੀਂ ਮੈਂ ਜੱਜ ਕਹਿੰਦਾ ਰੱਬ ਕਰਕੇ ਤੂੰ ਪ੍ਰੈਗਨੈਂਟ ਹੋਵੇ ਜਵਾਕ ਜੰਮੇ ਨਾਲੇ ਮੈਂ ਸਹੀ ਗੱਲ ਕੱਲ ਕਿਸੇ ਨੇ ਕਹੀ ਸੀ ਪੱਗਾਂ ਵਾਲੇ ਜ਼ਿਆਦਾ ਕੰਮ ਕਰਨ ਲੱਗ ਗਏ ਇਦਾਂ ਮੈਂ ਪੱਗ ਦੇਖੋ ਜੀ ਪੈਰ ਵਗ ਗਿਆ ਨਹੀਂ ਜਾਂ ਹੱਥ ਵਗ ਗਿਆ ਨਹੀਂ ਰੋਂਦੀ ਦੇ ਹੱਥ ਧੋਤੇ ਜਾਣ ਤੁਸੀਂ ਸੋਹਣਾਪਨ ਨਹੀਂ ਨਾ ਦੇਖ ਸਕਦੇ ਤੁਸੀਂ ਤੂੰ ਬੱਚੀ ਨੂੰ ਕਿਉਂ ਛੱਡ ਕੇ ਗਿਆ ਤੁਸੀਂ ਸੋਹਣਾਪਨ ਨਹੀਂ ਨਾ ਜੀ ਦੇਖ ਸਕਦੇ ਤੁਹਾਨੂੰ ਅੰਦਰੋਂ ਵੀ ਪਤਾ ਹੋਣਾ ਚਾਹੀਦਾ ਬੰਦਾ ਕਿਸ ਤਰ੍ਹਾਂ ਬਾਹਰੋਂ ਸੋਹਣਾ ਕੀ ਸੁਨੱਖਾ ਪਤਾ ਤੂੰ ਉਹਨੂੰ ਛੱਡ ਕੇ ਚਲੇ ਗਿਆ ਧੋਖਾ ਦੇ ਗਿਆ 2 ਮਹੀਨੇ ਦਾ ਬੱਚਾ ਵਿਚਾਰੀ ਦਾ ਹੈ ਨਹੀਂ ਤੁਸੀਂ ਬੱਚਾ ਤੁਸੀਂ ਨਾ ਇਹ ਚੀਜ਼ਾਂ ਜੱਜ ਨਹੀਂ ਕਰ ਸਕਦੇ ਹੁਣ ਵੀ ਉਹ ਕਾਲਰ ਤੇ ਹੁਣ ਤੂੰ ਸਿਰਫ ਕੈਨੇਡਾ ਮਾਰਾ ਬੱਚਾ ਵਾਪਸ ਆਇਆ ਪੀਆਰ ਮਾਰਾ ਵਾਪਸ ਆਇਆ ਮੇਰੇ ਤੋਂ ਲਿਖਾ ਲਾ BBC ਟੋਰਾਂਟੋ ਦੀ ਮਹਿਫਲ ਦੇ ਵਿੱਚ ਅਸੀਂ ਤੁਹਾਡੇ ਸੇਵਾ ਵਿੱਚ ਹਾਜ਼ਰ ਹੋ ਚੁੱਕੇ ਹਾਂ ਸਟੂਡੀਓ ਵਿੱਚ ਨੌਜਵਾਨ ਸਿੱਖ ਗੱਭਰੂ ਪੰਜਾਬ ਤੋਂ ਆਇਆ ਹੋਇਆ ਹਰਜਿੰਦਰ ਸਾਡੇ ਸਟੂਡੀਓ ਵਿੱਚ ਮਹਿਮਾਨ ਦੇ ਤੌਰ ਤੇ ਹੈ ਅਸੀਂ ਹਮੇਸ਼ਾ ਹੀ ਜਦੋਂ ਵੀ ਕਿਸੇ ਸਟੋਰੀ ਨੂੰ ਕਵਰ ਕਰਦੇ ਹਾਂ ਤਾਂ ਤੁਹਾਨੂੰ ਯਾਦ ਹੋਵੇਗਾ ਅਸੀਂ ਇਹ ਕਹਿੰਦੇ ਨਾਲ ਕਿ ਵਨ ਸਾਈਡਡ ਸਟੋਰੀ ਹੈ ਵਨ ਸਾਈਡਡ ਸਟੋਰੀ ਦਾ ਮਤਲਬ ਇਹ ਹੁੰਦਾ ਕਿ ਉਹ ਵਿਅਕਤੀ ਫਰੀडम ਸਪੀਚ ਦੇ ਵਿੱਚ ਆਪਣੀ ਪੂਰੀ ਆਜ਼ਾਦੀ ਨਾਲ ਗੱਲ ਰੱਖਦਾ ਆ ਪਰ ਸਾਡਾ 1610 BBC ਟੋਰਾਂਟੋ ਸਾਡੀ ਐਪ ਜਿਹਨੇ ਇਲੈਕਟ੍ਰੋਨਿਕ ਡਿਵਾਈਸ ਤੇ ਆ ਔਰ ਸਾਡਾ ਲੀਗਲ ਪੈਨਲ ਦਾ ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ ਪਰ ਅਸੀਂ ਚਾਹੁੰਦੇ ਹੁੰਦੇ ਕਿ ਦੂਜੀ ਸਾਈਡ ਦੀ ਸਟੋਰੀ ਵੀ ਸੁਣੀ ਜਾਵੇ ਪਰ ਦੂਜੀ ਸਾਈਡ ਦੀ ਸਟੋਰੀ ਤੁਸੀਂ ਕਹਿੰਦੇ ਜੀ ਤੁਸੀਂ ਲੈ ਕੇ ਕਿਉਂ ਨਹੀਂ ਆਏ ਕਿਉਂਕਿ ਸਾਡੇ ਵਾਸਤੇ ਲਿਆਉਣਾ ਇੰਨਾ ਈਜ਼ੀ ਨਹੀਂ ਹੈ ਕਿਉਂਕਿ ਜੇ ਇੱਕ ਵਿਅਕਤੀ ਸਾਨੂੰ ਮਿਲ ਨਹੀਂ ਰਿਹਾ ਤਾਂ ਸਾਨੂੰ ਬੜਾ ਮੁਸ਼ਕਲ ਹੈ ਉਹਨੂੰ ਲੱਭਣਾ ਕਿਉਂਕਿ ਅਸੀਂ ਕੋਈ ਐਨਫੋਰਸਮੈਂਟ ਡਿਪਾਰਟਮੈਂਟ 'ਚ ਨਹੀਂ ਕੰਮ ਕਰਦੇ ਪੁਲਿਸ ਦੀ ਜੌਬ ਹੈ ਇਨਵੈਸਟੀਗੇਟਰ ਅਸੀਂ ਸਟੋਰੀ ਨੂੰ ਕਰ ਸਕਦੇ ਹਾਂ ਨਾ ਕਿ ਲੋਕਾਂ ਦੇ ਘਰਾਂ ਵਿੱਚ ਆ ਕੇ ਬੰਦੇ ਫੜ ਕੇ ਲਿਆ ਕੇ ਹਾਂਜੀ ਉਹਨਾਂ ਨਾਲ ਗੱਲਬਾਤ ਕਰ ਵੀ ਕਾਂਟ ਡੂ ਦਿਸ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈ ਨਾ ਬਟ ਸਾਡੀ ਜ਼ਿੰਮੇਵਾਰੀ ਅਸੀਂ ਨਿਭਾਉਂਦੇ ਹਾਂ ਔਰ ਅਸੀਂ ਜਦੋਂ ਮੈਂ ਗੱਲਬਾਤ ਕੀਤੀ ਕਿ ਸਾਨੂੰ ਕਾਲ ਕੀਤਾ ਤਾਂ ਇਹਨਾਂ ਨੇ ਕਿਹਾ ਸਾਨੂੰ ਅੱਜ ਰਜਿੰਦਰ ਜੀ ਨੇ ਕਿ ਇਹਨਾਂ ਨੇ ਸਾਨੂੰ ਕਾਲ ਵਾਪਸ ਕੀਤਾ ਹੋਊਗਾ ਸ਼ੋਰ ਬਟ ਵੀ ਹੈਵ ਸੋ ਮੈਨੀ ਕਾਲਸ ਸੋ ਮੈਨੀ ਨੰਬਰਸ ਕਿ ਵਾਰੀ ਸਾਡੇ ਕੋਲ ਟ੍ਰੇਸ ਵੀ ਨਹੀਂ ਹੁੰਦੇ ਇਹ ਵੀ ਸੱਚ ਹੈ ਜੋ ਕਾਲ ਦੱਸ ਰਹੀ ਯਾ ਸੋ ਉਸ ਲੜਕੀ ਨੇ ਵੀ ਕਿਹਾ ਸੀ ਕਿ ਮੈਂ ਬਹੁਤ ਪਿਆਰ ਕਰਦੀ ਹਾਂ ਮੈਂ ਚਾਹੁੰਦੀ ਹਾਂ ਕਿ ਦੁਬਾਰਾ ਹਰਜਿੰਦਰ ਮੇਰੇ ਨਾਲ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਫਿਰ ਦੁਬਾਰਾ ਕਰੇ ਮੈਂ ਇਹਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਆਪਣੇ ਬੱਚੇ ਨੂੰ ਸਿੱਖੀ ਦੇ ਵੱਲ ਲਿਜਾਣਾ ਚਾਹੁੰਦੀ ਹਾਂ ਮੈਂ ਇਸ ਤੇ ਕਕਾਰ ਪਾਉਣਾ ਚਾਹੁੰਦੀ ਹਾਂ ਦਸਤਾਰ ਸਿਉਣਾ ਚਾਹੁੰਦੀ ਹਾਂ ਕੜਾ ਪਾਉਣਾ ਚਾਹੁੰਦੀ ਹਾਂ ਔਰ ਮੈਂ ਪੂਰੇ ਸਿੱਖੀ ਰਹਿਤ ਵਿੱਚ ਰਹਿਣਾ ਚਾਹੁੰਦੀ ਕਿ ਗੁਰੂ ਘਰ ਵਿੱਚ ਸੇਵਾ ਕਰਦੀ ਇਹ ਉਸ ਕੁੜੀ ਨੇ ਕਿਹਾ ਸੀਗਾ ਤੁਹਾਨੂੰ ਯਾਦ ਹੋਵੇਗਾ ਉਸ ਦਿਨ ਦੀ ਗੱਲ ਅਸੀਂ ਜੇ ਦੁਬਾਰਾ ਫੇਰ ਤੁਹਾਨੂੰ ਦੱਸੀਏ ਤਾਂ ਉਹ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਭਾਵੇਂ ਕਿ ਇਹਨਾਂ ਦਾ ਕੁਝ ਸਮੇਂ ਦਾ ਆਪਸ ਵਿੱਚ ਕੜਤਨ ਦੇ ਕਰਕੇ ਦੂਰ ਹੋ ਗਏ ਪਰ ਉਸਨੇ ਇਹ ਲਫ਼ਜ਼ ਕਿਹਾ ਸੀ ਤਾਂ ਅਸੀਂ ਨੰਬਰਸ ਆਫ ਲੋਕਾਂ ਦੇ ਟੈਲੀਫੋਨ ਕਾਲਸ ਈਮੇਲ ਸਾਨੂੰ ਬੜਾ ਪ੍ਰੈਸ਼ਰ ਹੁੰਦਾ ਸਟੋਰੀ ਦਾ ਕਿ ਅਸੀਂ ਕਵਰ ਕੀਤੀ ਹੈ ਦੂਜੇ ਪਾਸੇ ਦੀ ਸਟੋਰੀ ਜਿਹੜੀ ਅਸੀਂ ਲੈਣਾ ਚਾਹੁੰਦੇ ਹਾਂ ਆਈ ਟਰਾਈ ਮਾਈ ਬੈਸਟ ਟੂ ਰੀਚ ਹਿਸ ਪੇਰੈਂਟਸ ਬਟ ਵੀ ਸਕਸੈਸ ਨਹੀਂ ਹੋਏ ਫਿਰ ਅਸੀਂ ਈਮੇਲ ਵੀ ਕੀਤੀ ਪੁਲਿਸ ਨੂੰ ਸੋ ਕਿ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਅਸੀਂ ਕਿਸੇ ਦੇ ਵੀ ਕਿਸੇ ਵਿਅਕਤੀ ਦੇ ਕਿਸੇ ਸੰਸਥਾ ਦੇ ਅਗੇਂਸਟ ਵਿੱਚ ਨਹੀਂ ਹੈ
ਅਸੀਂ ਤਾਂ ਇੱਕ ਸੂਈ ਦਾ ਕੰਮ ਜਾਣਦੇ ਹਾਂ, ਸਾਡੇ ਕੋਲ ਬਹੁਤ ਲੰਬਾ ਧਾਗਾ ਆ ਤੇ ਸਾਡੀ ਸੂਈ ਜਿਹੜੀ ਉਹ ਸੀਣ ਵਾਲੀ ਹੈ। ਟੁੱਟੇ ਹੋਏ ਰਿਸ਼ਤੇ, ਟੁੱਟੇ ਹੋਏ ਦਿਲ, ਹਾਂਜੀ, ਦਫਾੜ ਹੋਏ ਚੀਜ਼ਾਂ ਦਾ ਅਸੀਂ ਇੱਕ ਟੂਲ ਦਾ ਕੰਮ ਕਰਦੇ ਹਾਂ। ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਚਾਹੁੰਦੇ ਕਿ ਅਸੀਂ ਕਮਿਊਨਿਟੀ ਨੂੰ ਵੰਡ ਕਰੀਏ। ਧਰਮ ਜਿਹੜੇ ਸਾਡੇ ਸਾਰੇ ਸਤਿਕਾਰਯੋਗ ਨੇ, ਹਰ ਧਰਮ ਦਾ ਸਤਿਕਾਰ ਕਿ ਤੁਹਾਨੂੰ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਹੈ। ਅਸੀਂ ਬਹੁਤ ਵੱਡੀ ਗਿਣਤੀ ਵਿੱਚ ਦੁੱਖ ਜਿਹੜਾ ਆਪਣੇ ਪਿੰਡੇ ਤੇ ਹਟਾਉਂਦੇ ਆ ਔਰ ਸਾਡਾ ਫਰਜ਼ ਵੀ ਬਣਦਾ, ਚਾਹੇ ਉਹ ਬੱਚੇ ਇੱਥੇ ਪੜ੍ਹਨ ਆਏ ਨੇ, ਚਾਹੇ ਵਰਕ ਪਰਮਿਟ ਤੇ ਨੇ, ਚਾਹੇ ਸਿਟੀਜ਼ਨ ਹੋ, ਚਾਹੇ ਤੁਸੀਂ ਵਿਜ਼ਟਰ ਆਏ ਹੋ। ਸਾਡਾ ਫਰਜ਼ ਬਣਦਾ ਤੁਹਾਡਾ ਵੈਲਕਮ ਕਰਨਾ, ਤੁਹਾਡਾ ਸਤਿਕਾਰ ਕਰਨਾ, ਜੋ ਕਿ ਅਸੀਂ ਕਰਦੇ ਹਾਂ ਤੇ ਕਰਦੇ ਵੀ ਰਹਾਂਗੇ ਤੇ ਕੀਤਾ ਵੀ ਆ। ਠੀਕ ਹੈ ਕਿ ਜਦੋਂ ਕੋਈ ਸਾਨੂੰ ਸਮਾਜ ਦੇ ਵਿੱਚ ਜਾਂ ਫਿਰ ਸਾਨੂੰ ਕੁਝ ਦੇਖਣ ਨੂੰ ਮਿਲਦਾ ਤਾਂ ਅਸੀਂ ਫਿਰ ਉਹਨੂੰ ਲੋਕਾਂ ਤੱਕ ਵੀ ਪਹੁੰਚਾਉਂਦੇ ਕਿ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਹੋ ਸਕਦਾ ਅਗਰ ਜੇ ਤੁਸੀਂ ਇਸ ਚੀਜ਼ ਨੂੰ ਪੋਲੀਟੀਸ਼ੀਅਨ ਨੇ, ਸਰਕਾਰ ਨੇ ਠੱਲ ਨਾ ਪਾਈ। ਹਰ ਸਮਾਜ ਦੇ ਵਿੱਚ, ਹਰ ਧਰਮ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਸਟਰੀਟ ਤੇ ਬੈਡ ਐਪਲਸ ਹੁੰਦੇ ਨੇ ਅਤੇ ਹਰ ਸਟਰੀਟ ਦੇ ਵਿੱਚ, ਹਰ ਜਗ੍ਹਾ, ਹਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕ ਜਿਹੜੇ ਨੇ ਉਹ ਗਲਤੀ ਦੇ ਪੁਤਲਾ ਹੁੰਦੇ ਨੇ। ਕਿਹੜਾ ਇਨਸਾਨ ਹੈ ਜਿਹੜਾ ਕਿ ਕਹੇ ਕਿ ਮੈਂ ਕਦੇ ਗਲਤੀ ਨਹੀਂ ਕੀਤੀ? ਕੋਈ ਹੈ? ਮੇਰੇ ਖਿਆਲ ਕਿ ਕੋਈ ਨਹੀਂ ਹੋਵੇਗਾ। ਸ਼ਾਇਦ ਕੋਈ ਕਲੇਮ ਕਰਦਾ, ਇਹ ਉਹਦੀ ਆਪਣੀ ਸੋਚਣੀ ਹੋਵੇਗੀ। ਹਰ ਇੱਕ ਇਨਸਾਨ ਗਲਤੀ ਕਰਦਾ, ਛੋਟੀ ਮੋਟੀ ਕੜਤਨ ਤੋਂ ਕਈ ਵਾਰੀ ਪੈਚਅਪ ਹੋ ਜਾਂਦੇ ਨੇ, ਕਈ ਵਾਰੀ ਇਸ ਤੋਂ ਦੂਰ ਚਲ ਜਾਂਦੇ ਨੇ। ਸੋ ਅੱਜ ਸਟੂਡੀਓ ਦੇ ਵਿੱਚ ਹਰਜਿੰਦਰ ਜੀ ਆਏ ਨੇ ਔਰ ਮੈਂ ਅਵਤਾਰ ਜੀ ਦਾ ਸਭ ਤੋਂ ਪਹਿਲਾਂ ਕਮਿਊਨਿਟੀ ਧੰਨਵਾਦ ਕਰਦਾ, ਉਹ ਤੋਂ ਅਵਤਾਰ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਨੰਬਰਸ ਆਫ ਹੋਰ ਲੋਕਾਂ ਨੂੰ ਕਾਲ ਕਿ ਇਸ ਕੁੜੀ ਨੂੰ ਸ਼ੈਲਟਰ ਦੇ ਇਮਤਿਹਾਨ ਹੈ ਕਿ ਉਹਦੇ ਕੋਲ 2 ਮਹੀਨੇ ਦਾ ਬੱਚਾ ਆ ਔਰ ਇਸ ਦੀ ਇਹਨਾਂ ਦੀ ਵਾਈਫ ਨੇ ਕਿਹਾ ਸੀਗਾ ਮਸ਼ਾਲ ਹੈ ਨਾ, ਹਾਂਜੀ, ਮਸ਼ਾਲ ਨੇ ਕਿ ਇਹ ਫੇਸ ਬਿਲਕੁਲ ਹਰਜਿੰਦਰ ਵਰਗਾ ਜਿਹੜਾ ਕਿ ਮੈਂ ਵੇਖਿਆ ਵੀ ਸੀ ਬੱਚੇ ਨੂੰ, ਬੱਚਾ ਰੋ ਵੀ ਰਿਹਾ ਸੀਗਾ। ਖੈਰ ਇਹਨਾਂ ਦਾ ਆਪਸ ਵਿੱਚ ਕੀ ਹੋਇਆ, ਕਿਵੇਂ ਹੋਇਆ, ਕੀ ਨਹੀਂ ਹੋਇਆ, ਇਹ ਅਸੀਂ ਇੱਕ ਛੋਟੀ ਜਿਹੀ ਇੰਟਰਵਿਊ ਕਰਾਂਗੇ ਕਿਉਂਕਿ ਹੀ ਇਜ਼ ਆਲਸੋ ਥੋੜਾ ਡਿਸਟਰਬਡ ਹੈ। ਕੁਦਰਤੀ ਗੱਲ, ਹਰ ਵਿਅਕਤੀ ਡਿਸਟਰਬ ਹੁੰਦਾ। ਪਹਿਲੀ ਗੱਲ ਤਾਂ ਮੈਂ ਥੈਂਕਸ ਕਰਦਾ ਆਪਣੀ ਪੂਰੀ ਟੀਮ ਦੇ ਵੱਲੋਂ, ਪੈਨਲ ਵੱਲੋਂ ਕਿ ਸਟੂਡੀਓ ਵਿੱਚ ਆਏ ਨੇ। ਹਰਜਿੰਦਰ, ਫਸਟ ਆਫ ਆਲ ਸਮੁੱਚੀ ਕਮਿਊਨਿਟੀ ਵੱਲੋਂ ਡੋਂਟ ਬੀ ਸ਼ਾਈ, ਜੋ ਰਿਸਪੈਕਟਡ। ਜ਼ਿੰਦਗੀ ਵਿੱਚ ਹਰ ਘਰ ਦੇ ਵਿੱਚ ਕੋਈ ਵੀ ਐਸਾ ਦੁਨੀਆ ਵਿੱਚ ਕਪਲ ਨਹੀਂ ਹੈ ਜਿਹਨੇ ਕਦੇ ਵੀ ਆਪਸ ਵਿੱਚ ਹੀ ਗੁੱਸੇ ਨਾ ਹੋਏ ਹੋਣ ਜਾਂ ਗੁੱਸੇ ਹੋ ਕੇ ਕੋਈ ਪੇਕੇ ਨਾ ਗਿਆ ਹੋਵੇ ਜਾਂ ਫਿਰ ਸਹੁਰੇ ਨਾ ਗਿਆ ਹੋਵੇ। ਇਹ ਟਰੂ ਐਂਡ ਸੱਚ ਹੈ, ਜ਼ਿੰਦਗੀ ਦੀ ਹਕੀਕਤ ਹੈ ਬੇਟਾ। ਔਰ ਅਸੀਂ ਤੁਹਾਨੂੰ ਵੈਲਕਮ ਕਰਦੇ, ਸਾਡਾ ਮੈਂ ਸਤਿਕਾਰ ਕਰਦਾ ਕਿ ਤੁਸੀਂ ਸਟੂਡੀਓ ਵਿੱਚ ਸਾਡੀ ਬੇਨਤੀ ਨੂੰ ਕਬੂਲ ਕਰਕੇ ਆਏ ਹੋ। ਤੁਹਾਡਾ ਨਾਮ ਪੂਰਾ ਹਰਜਿੰਦਰ ਹੈ ਜੀ? ਹਾਂਜੀ, ਤੁਹਾਡਾ ਪਿੰਡ ਨਾਭਾ ਪ੍ਰੋਪਰ ਸ਼ਹਿਰ? ਹਾਂਜੀ। ਅੱਛਾ, ਕਿੰਨੇ ਸਾਲ ਹੋ ਗਏ ਇੱਥੇ ਆਏ ਨੂੰ ਹਰਜਿੰਦਰ ਤੁਹਾਨੂੰ? 2 ਸਾਲ ਹੋ ਗਏ। 2 ਸਾਲ ਹੋ ਗਏ। ਸਟੱਡੀ ਪੂਰੀ ਹੋ ਗਈ ਤੁਹਾਡੀ? ਹਾਂਜੀ, ਸਟੱਡੀ ਚੱਲ ਰਹੀ ਹੈ ਹਾਲੇ। ਹਾਲੇ ਚੱਲ ਰਹੀ ਹੈ। ਤੁਸੀਂ ਕਿੰਨੇ ਸਾਲ ਦੀ ਤੁਹਾਡੀ ਸਟੱਡੀ ਸੀ? ਤੇ ਸਤੰਬਰ ਵਿੱਚ ਡਨ ਹੋ ਜਾਣੀ ਹੈ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਇਸ਼ੂ ਹੋਣਾ? ਹਾਂਜੀ, ਹਾਂਜੀ। ਤੁਸੀਂ ਵੀ ਮਿਸਾਲ ਨੂੰ ਮਿਲੇ ਹੋ ਆਪਣੀ ਵਾਈਫ ਨੂੰ ਸਾਲ ਪਹਿਲਾਂ? ਹਾਂਜੀ। ਉਸ ਤੋਂ ਬਾਅਦ ਤੁਸੀਂ ਫਿਰ ਰਿਲੇਸ਼ਨ ਬਣਾਏ, ਫਿਰ ਤੁਸੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਜੀ? ਹਾਂਜੀ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਫਿਰ ਤੁਹਾਡੇ ਆਪਸ ਵਿੱਚ ਕੋਈ ਛੋਟੀ ਮੋਟੀ ਤੂੰ ਮੈਂ ਹੋਈ ਜਿਹੜੀ ਕਿ ਹਰ ਘਰ ਵਿੱਚ ਹੋ ਜਾਂਦੀ ਨਾ, ਕਿ ਤੁਹਾਡੇ ਹੋਰ ਚ ਵੀ ਹੋ ਜਾਂਦੀ, ਸਾਰੇ ਦੇ ਘਰਾਂ ਵਿੱਚ ਹੁੰਦੀਆਂ ਇਹ। ਹਾਂਜੀ। ਸੋ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਜਦੋਂ ਡਿਲੀਵਰੀ ਹੋਈ ਹੈ ਹਸਪੀਟਲ, ਉਦੋਂ ਸੀਗੇ ਉੱਥੇ? ਨਹੀਂ, ਮੈਂ ਨਹੀਂ ਸੀ ਗਈ। ਤੁਹਾਨੂੰ ਪਤਾ ਸੀ ਕਿ ਬੇਬੀ ਬॉय ਹੋਇਆ? ਨਹੀਂ, ਮੈਨੂੰ ਪਤਾ ਨਹੀਂ ਸੀ। ਪਤਾ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਫਿਰ ਬੇਬੀ ਵੇਖਿਆ ਵੀ ਆ? ਹਾਂਜੀ, ਬਾਅਦ ਚ ਦੇਖਿਆ ਮੈਂ। ਕਿੰਨੇ ਚਿਰਾਂ ਬਾਅਦ? ਤੇ ਮੇਰੇ ਤੁਹਾਨੂੰ ਐਸਟੀਮੇਟ ਨਹੀਂ ਗਈ ਤੇ ਤੁਸੀਂ ਬੱਚਾ ਵੇਖਿਆ ਹੈ? ਹਾਂਜੀ, ਮਤ 2 ਹਫ਼ਤੇ ਬਾਅਦ। 2 ਹਫ਼ਤੇ ਬਾਅਦ ਤੁਹਾਨੂੰ? ਹਰਜਿੰਦਰ ਜੀ ਮਾਈਕ ਦੇ ਨੇੜੇ ਹੋ ਕੇ ਬੋਲੋ ਪਲੀਜ਼। ਹਾਂਜੀ, ਥੋੜੀ ਜਿਹੀ ਆਵਾਜ਼ ਨਾ ਆਉਣ ਦਾ ਕਾਰਨ ਤੁਹਾਨੂੰ ਅਸੀਂ ਕਹਿ ਰਹੇ ਹਾਂ, ਥੋੜੀ ਲਾਗੇ ਹੋ ਜਾ ਪਲੀਜ਼ ਕਾਈਂਡਲੀ। ਆਈ ਸੀ। ਸੋ ਇਹ ਜਿਹੜਾ ਬੇਬੀ ਆ ਇਹਦਾ ਨਾਮ ਤੁਸੀਂ ਜਾਣਦੇ ਹੋ ਕੀ ਰੱਖਿਆ ਹੋਇਆ? ਤੇ ਨਾਮ ਹਰਸ਼ਦੀਪ ਹੈ ਜੀ। ਹਰਸ਼ਦੀਪ ਹੈ, ਹਾਂਜੀ। ਔਰ ਉਹ ਨਾਮ ਵੀ ਉਹਨੇ ਪੰਜਾਬੀ ਰੱਖਿਆ ਜੀ। ਔਰ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਵਾਈਫ ਗੁਰੂ ਘਰ ਜਾ ਕੇ ਸੇਵਾ ਬਹੁਤ ਕਰਦੀ ਹੈ ਜੀ। ਹਾਂਜੀ। ਔਰ ਅਰਦਾਸ ਵੀ ਮਾਲਟਨ ਗੁਰੂ ਸਾਹਿਬ ਕੀਤੀ ਜਦੋਂ ਬੱਚਾ ਹੋਇਆ। ਤੁਸੀਂ ਨਾਲ ਗਏ ਸੀ ਅਰਦਾਸ ਵੇਲੇ? ਤੇ ਮੈਂ ਨਹੀਂ ਸੀ ਗਈ। ਤੁਸੀਂ ਨਹੀਂ ਸੀ, ਤੁਸੀਂ ਕੰਮ ਤੇ ਹੋਵੋਗੇ? ਹਾਂਜੀ। ਉਸ ਨਾਲ ਰਹਿੰਦੇ ਸੀ ਉਸ ਵੇਲੇ? ਨਹੀਂ, ਮੈਂ ਨਾਲ ਨਹੀਂ ਸੀ ਗਈ। ਆਈ ਸੀ। ਸੋ ਤੁਸੀਂ ਬੱਚਾ ਫਿਰ ਕਿਵੇਂ ਵੇਖਿਆ? ਤੇ ਬੱਚਾ ਹੀ ਤੇ ਉਹਨਾਂ ਨੇ ਫੋਟੋ ਵਗੈਰਾ ਮੈਨੂੰ ਸੈਂਡ ਕਰਤੀ ਸੀ। ਫੋਟੋ ਦੇਖੀ ਤੁਸੀਂ, ਪਰਸਨਲੀ ਨਹੀਂ ਦੇਖਿਆ? ਨਹੀਂ, ਪਰਸਨਲੀ ਨਹੀਂ ਮੈਂ ਦੇਖਿਆ। ਅੱਛਾ, 2 ਮਹੀਨੇ ਬੱਚਾ ਹੋ ਗਿਆ, ਤੁਸੀਂ ਪਰਸਨਲੀ ਨਹੀਂ ਦੇਖਿਆ ਨਾ? ਤੁਸੀਂ ਉਹਨੂੰ ਬੱਚੇ ਨੂੰ ਹਸਪੀਟਲ, ਤੁਹਾਨੂੰ ਪਤਾ ਸੀ ਕਿ ਡਿਲੀਵਰੀ ਹੋਣ ਵਾਲੀ ਆ? ਤੇ ਮੈਨੂੰ ਐਸਟੀਮੇਟ ਜਿਹਾ ਹੈਗਾ ਸੀ, ਬਾਕੀ ਪੱਕਾ ਨਹੀਂ ਪਤਾ ਸੀਗਾ। ਅੱਛਾ, ਉਹਨੂੰ ਦੱਸਿਆ ਨਹੀਂ ਕਿ ਮੈਂ ਹਸਪੀਟਲ ਡਿਲੀਵਰੀ ਬੱਚੇ ਨਹੀਂ, ਉਹਨੇ ਕੁਝ ਨਹੀਂ ਦੱਸਿਆ। ਦੱਸਿਆ ਕਿਉਂਕਿ ਤੁਹਾਡੀ ਆਪਸ ਵਿੱਚ ਥੋੜੀ ਬਹੁਤੀ ਹਾਂਜੀ ਕੜਤਨ ਸੀ। ਹਾਂਜੀ। ਹਾਂਜੀ। ਅੱਛਾ ਹਰਜਿੰਦਰ, ਫਿਰ ਤੁਹਾਡੀ ਕੜਤਨ ਜਿਹੜੀ ਆ ਕਿਵੇਂ ਪੈਦਾ ਹੋਈ? ਜਸਟ ਲਾਈਕ ਕਿਉਂਕਿ ਮੈਂ ਲੋਕਾਂ ਨੂੰ ਜਵਾਬ ਦੇ ਹਾਂਜੀ, ਜਿਸ ਕਰਕੇ ਡੋਂਟ ਟੇਕ ਪਰਸਨਲ ਕਿ ਤੁਹਾਡੇ ਸਾਰਿਆਂ ਨੂੰ ਹੁੰਦੀ ਹੈ ਹਾਂਜੀ। ਔਰ ਤੁਸੀਂ ਤੁਹਾਡਾ ਪੱਖ ਅਸੀਂ ਲੈਣਾ ਚਾਹਾਂਗੇ ਕਿ ਜਦ ਤੁਹਾਡਾ ਪੱਖ ਸੁਣਨਗੇ ਲੋਕ ਤਾਂ ਲੋਕ ਸੋਚਣਗੇ ਕਿ ਭਾਈ ਇਹ ਇੱਕ ਸਿੱਖੀ ਰੂਪ ਦੇ ਵਿੱਚ ਦਸਤਾਰ ਸਜਾ ਕੇ ਇਹ ਕਹਿ ਰਿਹਾ ਤਾਂ ਮਸ਼ਾਲ ਆ ਕੇ ਨਹੀਂ ਸੀ। ਮੈਂ ਥੋੜੇ ਸਿਰਫ ਇੰਨਾ ਜਾਣਨਾ ਚਾਹੁੰਦਾ। ਤੇ ਇਹ ਹੋਈ ਹੈ ਲਾਈਕ ਟਰਸਟ ਇਸ਼ੂ ਤੋਂ ਹੋਈ ਹੈ ਤੇ ਜਿਵੇਂ ਟਰਸਟਿੰਗ ਹੁੰਦਾ ਸੀਗਾ ਉਹਦੇ ਲਈ। ਹਾਂ। ਤੁਹਾਨੂੰ ਪਹਿਲਾਂ ਟਰਸਟ ਸੀ ਉਹਦੇ ਤੇ, ਫਿਰ ਬਾਅਦ ਵਿੱਚ ਟਰਸਟ ਤੁਹਾਡਾ? ਨਹੀਂ, ਉਹਦਾ ਟਰਸਟ ਇਸ਼ੂ ਥੋੜੇ ਜਿਹੇ ਹੋ ਸੀਗੇ, ਟਰਸਟ ਨਹੀਂ ਹੁੰਦਾ ਸੀ ਉਹਨੂੰ ਛੇਤੀ।
ਮਤਲਬ ਉਹਨੂੰ ਇੰਟਰਸਟ ਨਹੀਂ ਸੀ, ਨਹੀਂ ਟਰਸਟ ਇਸ਼ੂ। ਟਰਸਟ ਇਸ਼ੂ, ਹਾਂਜੀ। ਆਈ ਸੀ। ਉਹਨੂੰ ਨਹੀਂ ਸੀ ਜਾਂ ਤੁਹਾਨੂੰ? ਉਹਨੂੰ I see. ਥੋੜੀ ਜਿਹੀ ਪ੍ਰੋਬਲਮ ਸੀ ਇਹਦੇ ਵਿੱਚ। ਬਟ ਯੂ ਗਾਟ ਮੈਰਿਡ, ਤੁਸੀਂ ਗੁਰਦੁਆਰਾ ਸਾਹਿਬ ਲਾਵਾ ਲੈਂਗੇ ਜਾਂ ਫਿਰ ਰਜਿਸਟਰ? ਨਹੀਂ ਗੁਰਦੁਆਰਾ ਸਾਹਿਬ ਨਹੀਂ ਲਈ। ਤੁਸੀਂ ਉਧਰ ਕੈਨੇਡੀਅਨ ਰਜਿਸਟਰ ਕੀਤੀ ਮੈਰਿਜ? ਹਾਂਜੀ। ਹਾਂਜੀ। ਉਸ ਤੋਂ ਬਾਅਦ ਤੁਹਾਨੂੰ ਨੇ ਅਪਲਾਈ ਵੀ ਕੀਤਾ ਇਮੀਗ੍ਰੇਸ਼ਨ ਲਈ? ਨਹੀਂ ਉਹ ਅਪਲਾਈ ਨਹੀਂ ਕੀਤਾ ਜੀ, ਅਪਲਾਈ ਨਹੀਂ ਕੀਤਾ? ਨਹੀਂ ਕੁਝ ਵੀ ਨਹੀਂ ਕੀਤਾ। ਅੱਛਾ, ਪਰ ਸ਼ੀ ਕਲੇਮ ਦੈਟ ਕਿ ਤੁਹਾਡੀ ਔਨ ਇਮੀਗ੍ਰੇਸ਼ਨ ਜਿਹੜੀ ਆ ਉਹਨੇ ਸਟਾਪ ਕੀਤੀ ਹੈ ਪੀਅਰ ਲਈ, ਇਸ ਟਰੂ? ਨਹੀਂ ਟਰੂ ਨਹੀਂ ਹੈਗੀ ਉਹ, ਤੇ ਸਟਾਰਟ ਕਰੀ ਸੀ ਤੇ ਨਹੀਂ ਕਰੀ ਨਹੀਂ ਹੈਗੀ, ਉਹ ਡਨ ਨਹੀਂ ਕਰੀ ਹੈਗੀ। ਹਾਂ, ਸਟਾਰਟ ਦਸ ਮਿੰਟ ਸ਼ੀ ਸੇਡ ਮੈਂ ਸਟਾਰਟ ਕੀਤੀ, ਉਸ ਤੋਂ ਬਾਅਦ immigration 'ਚ ਨਹੀਂ ਲਗਾਈ ਹੈਗੀ ਉਹਨੇ ਫਿਰ ਵਿਡਰਾ ਕਰ ਗਈ। ਹਾਂਜੀ। ਆਈ ਸੀ। ਸੋ ਮਤਲਬ ਸ਼ੀ ਇਜ਼ ਟਰੂ, ਸ਼ੀ ਸੈਡ ਦੈਟ ਐਂਡ ਕਮ ਬੈਕ। ਅੱਛਾ, ਉਸ ਤੋਂ ਬਾਅਦ ਤੁਸੀਂ ਬੱਚਾ ਜਿਹੜਾ ਆ ਫੋਟੋ ਤੇ ਹੀ ਦੇਖਿਆ? ਫੋਟੋ ਤੁਹਾਨੂੰ ਫਿਰ ਬੱਚਾ ਕਿੰਨੇ ਦਿਨਾਂ ਦਾ ਸੀ ਜਦੋਂ ਫੋਟੋ ਭੇਜੀ ਉਹਨੇ? ਦੇਖੋ ਜੀ ਮੈਨੂੰ ਇਹਦੇ ਬਾਰੇ ਕੋਈ ਇੰਨਾ ਪੱਕਾ ਨਹੀਂ ਪਤਾ ਹੈਗਾ ਕਿੰਨੇ ਤੁਹਾਨੂੰ ਪਤਾ ਕਿ ਬੱਚਾ ਕਿੰਨੇ ਮਹੀਨੇ ਦਾ ਹੈ? ਤੇ ਅਸੀਂ 2 ਮਹੀਨੇ ਦਾ ਹੈਗਾ ਹੁਣ। ਹਾਂ, ਤੇ ਤੁਸੀਂ ਫਿਰ ਉਹ ਬੱਚਾ ਜਿਹੜਾ ਆ ਤੁਹਾਡਾ ਦਿਲ ਨਹੀਂ ਸੀ ਕਿਤੇ ਦੇਖਣ ਨੂੰ ਕਿ ਮੈਂ ਬੱਚਾ ਪਰਸਨਲੀ ਜਾ ਕੇ ਦੇਖਿਆ ਮੈਂ? ਦੇਖੋ ਜਦੋਂ ਪ੍ਰੋਬਲਮ ਸੀਗੀ ਤੇ ਉਹ ਥੋੜਾ ਜਿਹਾ ਕਰਦੇ ਸੀ ਤੇ ਉਹਦੇ ਕਰਕੇ ਜਾਇ ਨਹੀਂ ਗਏ ਹੈਗਾ ਉੱਥੇ। ਆਈ ਸੀ। ਤੁਸੀਂ ਫਿਰ ਠੀਕ ਹੈ, ਮੈਂ ਸਮਝ ਗਿਆ ਤੁਹਾਡੀ ਗੱਲ। ਪ੍ਰੋਬਲਮ ਹੋਣ ਕਰਕੇ ਤੁਸੀਂ ਬੱਚੇ ਨੂੰ ਫੋਟੋ ਰਾਹੀਂ ਦੇਖਿਆ, ਤਾਂ ਜਦ ਤੁਸੀਂ ਫੋਟੋ ਨੇ ਦੇਖਿਆ ਤੁਹਾਡਾ ਦਿਲ ਤੱਕ ਉਹਦੇ ਤੇ ਕਰਦਾ ਹੋਵੇ ਕਿ ਯੂ ਆਰ ਦੀ ਡੈਡ ਆਫ ਦੀ ਮਤਲਬ ਹਾਂਜੀ ਆਪਣੇ ਤੁਸੀਂ ਪਿਤਾ ਹੋ ਉਸ ਬੱਚੇ ਦੇ, ਤੇ ਤੁਸੀਂ ਹੁਣ ਬੱਚੇ ਨੂੰ ਦੇਖ ਚੁੱਕੇ ਹੋ? ਹਾਂਜੀ। ਆਈ ਸੀ। ਅੱਛਾ, ਐਨੀ ਵਿੱਚ ਤੁਸੀਂ ਹੁਣ ਕਮਿਊਨਿਟੀ ਨੂੰ ਕਹਿਣਾ ਕੀ ਚਾਹੁੰਦੇ ਹੋ ਅੱਜ? ਤੇ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ ਜੀ, ਤੇ ਹਰ ਘਰ ਵਿੱਚ ਲੜਾਈ ਹੁੰਦੀ ਆ, ਤੇ ਜਿਹੜੀ ਪ੍ਰੋਬਲਮ ਸੀ ਉਹ ਰਿਜ਼ੋਲਵ ਹੋ ਗਈ, ਤੇ ਹੁਣ ਅਸੀਂ ਇਕੱਠੇ ਰਹਿ ਲਾਂਗੇ। ਤੇ ਆਈ ਸੀ। ਪਰ ਇੱਕ ਗੱਲ ਜਿਹੜੀ ਕਿ ਮੈਂ ਕਮਿਊਨਿਟੀ ਦੱਸਣਾ ਚਾਹੁੰਦਾ, ਆਈ ਨੈਵਰ ਹਾਈਡ ਕਮਿਊਨਿਟੀ ਤੋਂ, ਔਰ ਕਮਿਊਨਿਟੀ ਨੇ ਸ਼ੈਲਟਰ ਨੂੰ ਦਿੱਤਾ ਕਿਉਂਕਿ ਉਸ ਪਰਿਵਾਰ ਨੂੰ ਹੋਰ ਬਹੁਤ ਸਾਰੇ ਲੋਕਾਂ ਨੂੰ ਫੋਨ ਆਏ ਸੀ ਕਿ ਅਸੀਂ ਸ਼ੈਲਟਰ ਦਿੰਦੇ ਆ, ਤੇ ਲੋਕਾਂ ਨੇ ਹਾਂਜੀ ਤੁਹਾਡੇ ਪ੍ਰਤੀ ਗੁੱਸਾ ਵੀ ਜ਼ਾਹਰ ਕੀਤਾ। ਇਹ ਤੁਸੀਂ ਮੰਨਦੇ ਹੋ ਨਾ ਕਿ ਲੋਕ ਤੁਹਾਡੇ ਨਾਲ ਗੁੱਸੇ ਸੀਗੇ? ਹਾਂਜੀ। ਤੇ ਤੁਸੀਂ ਕੋਸ਼ਿਸ਼ ਤੁਹਾਨੂੰ ਕਰਨੀ ਚਾਹੀਦੀ ਸਾਡੇ ਨਾਲ ਦੱਸਣ ਦੀ। ਚਲੋ ਠੀਕ ਹੈ, ਤੁਸੀਂ ਘਬਰਾਏ ਹੋਏ ਸੀ, ਕੁਝ ਕਾਰਨ ਕਰਕੇ ਨਹੀਂ ਆ ਸਕੇ, ਪਰ ਇਹ ਤੁਸੀਂ ਮੰਨਦੇ ਹੋ ਕਿ ਸਾਰੀ ਜਿਹੜੀ ਕਮਿਊਨਿਟੀ ਹੈ, ਡਜ਼ਨਟ ਮੈਟਰ ਹਿੰਦੂ ਮੁਸਲਿਮ ਸਿੱਖ ਈਸਾਈ, ਸਾਰੇ ਮਤਾਵਾਂ ਸਭ ਡਿਸਟਰਬ ਸੀ ਕਿ ਤੁਸੀਂ ਬੱਚੇ ਦੇ ਪੇ ਹੋਣ ਦੇ ਨਾਤੇ 2 ਮਹੀਨੇ ਬੱਚਾ ਹੋ ਗਿਆ, ਤੁਸੀਂ ਉਹਨੂੰ ਮਿਲੇ ਨਹੀਂ ਹੋ, ਔਰ ਨਾ ਮਿਲਣ ਦਾ ਕਾਰਨ ਵੀ ਤੁਸੀਂ ਦੱਸਿਆ ਆ, ਕਾਫੀ ਡਿਸਟਰਬ ਸੀਗੇ। ਸੋ ਹੁਣ ਤੁਸੀਂ ਇਕੱਠੇ ਹੋ ਗਏ ਹੋ, ਇਸ ਚੀਜ਼ ਦੀ ਸਾਰਿਆਂ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ, ਤਾਂ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਐਟਲੀਸਟ ਸਾਨੂੰ ਇੱਕ ਮੌਕਾ ਮਿਲਿਆ ਟੈਲੀਵਿਜ਼ਨ ਦੇ ਆਣ ਕੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਦੁਬਾਰਾ ਫਿਰ ਇਕੱਠੇ ਹੋ ਗਏ। ਅੱਛਾ, ਤੁਸੀਂ ਲੋਕਾਂ ਨੇ ਸ਼ੈਲਟਰ ਦਿੱਤੇ, ਬਹੁਤ ਫੋਨ ਆਏ ਉਹਨਾਂ ਨੂੰ, ਯੂ ਸ਼ੁੱਡ ਪ੍ਰਾਊਡ ਕਮਿਊਨਿਟੀ ਤੇ ਹੈ ਜੀ? ਹਾਂਜੀ ਪ੍ਰਾਊਡ ਹੈ। ਹਾਂ, ਅਵਤਾਰ ਜੀ ਤੇ ਜਿਨ੍ਹਾਂ ਨੇ ਮੈਨੂੰ ਕਾਲ ਆਇਆ, ਨਾਗਰਾ ਫਾਲ ਤੋਂ ਆ ਕੇ ਨੇ ਹੋਰ ਫੋਨ ਆਇਆ ਕਿ ਲੇਡੀਜ਼ ਤੋਂ ਫੋਨ ਆਏ, ਅਸੀਂ ਉਹਨਾਂ ਨੂੰ ਹੈਲਪ ਕਰਦੇ ਪੈਸੇ ਦੀ, ਔਰ ਅਸੀਂ ਆਪਣੇ ਘਰ ਰੱਖਣ ਨੂੰ ਤਿਆਰ ਹਾਂ। ਉਹਨਾਂ ਅਵਤਾਰ ਜੀ ਨੇ ਫ੍ਰੀ ਰੱਖਿਆ ਆਪਣੇ ਘਰ ਦੇ ਵਿੱਚ, ਉਹਨਾਂ ਨੂੰ ਸ਼ੈਲਟਰ ਦੇ ਦਿੱਤਾ। ਪਰ ਇਹ ਸ਼ੈਲਟਰ ਜਿਹੜਾ ਹੈ ਉਹਨਾਂ ਨੇ ਤਾਂ ਦਿੱਤਾ ਕਿ ਬੱਚਾ ਛੋਟਾ ਆ ਤੇ ਮਾਂ ਆ। ਸੋ ਤੁਸੀਂ ਫਿਰ ਇਹਨੂੰ ਹੁਣ ਮਿਸਾਲ ਨੂੰ ਕਦੋਂ ਮਿਲੇ ਹੋ? ਤੇ ਮੈਂ ਮਿਲਿਆ ਸੀ ਅੱਜ ਹੀ ਮਿਲਿਆ। ਟੈਲ ਮੀ ਟਰੂ, ਕਿਉਂਕਿ ਝੂਠ ਨਹੀਂ ਬੋਲਣਾ। ਤੁਸੀਂ ਕਿੰਨੇ ਵਜੇ ਮਿਲੇ ਹੋ? ਤੇ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਨਹੀਂ ਗਈ ਤੇ ਕਿੰਨੇ ਕੁ ਵਜੇ ਸੀ, ਤੇ ਟਾਈਮ ਨਹੀਂ ਚੈੱਕ ਕੀਤਾ। ਆਈ ਸੀ। ਬਟ ਜੋ ਉਸ ਘਰ ਦੇ ਨੇ ਦੱਸਿਆ ਆ, ਆਪਣੇ ਸਿੱਧੂ ਸਾਹਿਬ ਪਲੀਜ਼ ਕਮ ਟੂ ਦੀ ਮਾਈਕ, ਆਈ ਡੋਂਟ ਨੋ ਕਿੱਥੇ ਗਏ ਨੇ ਇੱਕ ਸੈਕਿੰਡ ਲਈ, ਕਿਉਂਕਿ ਉਹ ਤੋਂ ਬਾਅਦ ਅਸੀਂ ਬੀਜੀ ਸਾਡੇ ਪਾਸ ਕੁਝ ਹਿਸਟੋਰੀਅਨ ਨੇ, ਕਿਉਂਕਿ ਕਮਿਊਨਿਟੀ ਜਿਹੜੀ ਆ ਉਹ ਕੁਸਰ ਮੁਸਰ ਕਰਦੀ ਆ, ਕਈ ਗੱਲਾਂ ਸਾਡੀਆਂ ਹੁੰਦੀਆਂ ਨੇ ਉਹ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ। ਇਕੱਠੇ ਹੋਣਾ ਬਹੁਤ ਚੰਗੀ ਗੱਲ ਆ, ਪਰ ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਔਰ ਉਸ ਘਰ ਨੇ ਵੈਲਕਮ ਕੀਤਾ ਆ, ਬੱਚੇ ਨੂੰ ਸ਼ੈਲਟਰ ਦਿੱਤਾ ਆ, ਔਰ ਰੋਟੀ ਦਿੱਤੀ ਆ, ਔਰ ਮਕਾਨ ਦਿੱਤਾ ਆ। ਸਿੱਧੂ ਸਾਹਿਬ ਤੁਹਾਨੂੰ ਕਿਵੇਂ ਫੋਨ ਆਇਆ ਸੀ? ਵੀ ਹੈਵ ਟੂ ਸ਼ੇਅਰ ਟੂ ਟੈਲ ਟੂ ਕਮਿਊਨਿਟੀ, ਪਲੀਜ਼ ਪ੍ਰੋਸੀਡ ਕਰੋ। ਜੀ ਬਿਲਕੁਲ, ਬਸ ਮੈਨੂੰ ਅਵਤਾਰ ਜੀ ਦੀ ਲੜਕੀ ਨੇ, ਬੇਟੀ ਨੇ, ਉਹਨਾਂ ਦੀ ਨੇ ਸੰਪਰਕ ਕੀਤਾ ਅਰਲੀ ਮਾਰਨਿੰਗ ਕਿ ਕੱਲ ਹਰਜਿੰਦਰ ਜੀ ਅੱਜ ਹੀ ਰਾਤ ਨੂੰ 2:30 ਵਜੇ ਲਾਈਕ ਇਹਨਾਂ ਦੇ ਘਰੇ ਐਂਟਰ ਹੋਇਆ, ਤੇ ਉਹ ਸਾਰੇ ਸੁੱਤੇ ਸੀਗੇ। ਬਟ ਮਿਸ਼ਾਲ ਨੇ ਥੱਲੇ ਜਾ ਕੇ ਜਦੋਂ ਡੋਰ ਖੋਲਿਆ ਤੇ ਅੰਦਰ ਆਏ, ਤੇ ਆਪਸ 'ਚ ਘੁਸਣ ਮੁਸਰ ਹੋ ਰਹੀ ਸੀਗੀ ਕਾਫੀ ਜ਼ਿਆਦਾ। ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਆਹ ਚੱਲ ਰਿਹਾ, ਕਿਉਂਕਿ ਮੈਂ ਵੀ ਹੈਰਾਨ ਸੀ ਕਿ ਸਾਨੂੰ ਹਰਜਿੰਦਰ ਜੀ ਨੂੰ ਚਾਹੀਦਾ ਕਿ ਸਾਨੂੰ ਇੱਕ ਵਾਰੀ ਸੰਪਰਕ ਕਰਦੇ, ਜੇ ਉਹਨਾਂ ਨੂੰ ਲੱਭ ਗਏ ਸੀ ਅਸੀਂ ਖੁਸ਼ ਹਾਂ ਕਿ ਇਕੱਠੇ ਹੋ ਗਏ। ਪਰ 2:30 ਵਜੇ ਰਾਤ ਨੂੰ, ਪਰ ਰਾਤ ਨੂੰ 2:30 ਵਜੇ ਕਿਸੇ ਦੇ ਘਰੇ ਜਾਣਾ ਵਾਜਬ ਨਹੀਂ ਗੱਲ ਸੀ, ਕਿਉਂਕਿ ਸ਼ੈਲਟਰ ਉਹਨਾਂ ਨੇ ਉਹਨੂੰ ਦਿੱਤਾ ਆ, ਨਾ ਕਿ ਤੁਹਾਨੂੰ ਦਿੱਤਾ ਆ, ਔਰ ਅੱਜ ਉਹਨੂੰ ਦੇਖਭਾਲ ਕੀਤਾ ਆ, ਤੁਸੀਂ ਹੁਣ ਇਕੱਠੇ ਹੋ ਗਏ ਹੋ। ਉਹ ਫਿਰ ਘਰ ਦੇ 2:30 ਵਜੇ ਰਾਤ ਨੂੰ ਜਾਣਾ ਇਜ਼ ਨਾਟ ਐਕਸੈਪਟੇਬਲ। ਕੀ ਖਿਆਲ ਤੁਹਾਡਾ? ਨਹੀਂ ਉਹ ਟੈਲ ਮੀ ਟਰੂ। ਨਹੀਂ ਉਹ ਗੱਲ ਇਸ ਤਰ੍ਹਾਂ ਨਹੀਂ ਹੈਗੀ ਜੀ ਵੀ ਮੈਂ 2:30 ਵਜੇ ਗਿਆ ਤੇ ਉਹ ਐਸੀ ਪ੍ਰੋਬਲਮ ਸੀਗੀ, ਤੇ ਪ੍ਰੋਬਲਮ ਕਹਿੰਦੇ ਉਹਨਾਂ ਨੇ ਫੋਨ ਕੀਤਾ ਤੇ ਕਹਿੰਦੇ ਸੋਲਵ ਕਰਨੀ ਆ, ਤੇ ਉਹਨਾਂ ਨੇ ਫੋਨ ਇਹਨਾਂ ਨੂੰ ਵੀ ਮੈਂ ਕੀਤਾ, ਤੇ ਮੈਂ ਕਿਹਾ ਵੀ ਮੈਂ ਨਹੀਂ ਆ ਸਕਦਾ ਇਸ ਤਰ੍ਹਾਂ। ਤੇ ਉਹਨਾਂ ਨੇ ਪਹਿਲਾਂ ਗੱਲ ਕੀਤੀ ਓਨਰ ਨਾਲ ਜਿਹੜਾ ਹੈਗਾ ਸੀ, ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਆ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਜੀ ਤੇ ਜੇ ਤੁਹਾਨੂੰ ਲੇਟ ਲੱਗਦਾ ਮੈਂ ਸਵੇਰੇ ਵੀ ਆ ਸਕਦਾ ਜਾਂ ਸ਼ਾਮ ਨੂੰ ਵੀ। ਤੇ ਉਹਨਾਂ ਨੇ ਕਹਿੰਦੇ ਨਹੀਂ ਤੁਸੀਂ ਆ ਸਕਦੇ ਹੋ। ਤੇ ਮੈਂ ਉੱਥੇ ਗਿਆ ਤੇ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਬਸ ਤੁਹਾਨੂੰ ਕੀ ਦੱਸਿਆ ਕੀ ਨਾ। ਤੇ
ਤੁਹਾਡੀ ਜਿਹੜੀ ਪ੍ਰੋਬਲਮ ਸੀਗੀ ਤੇ ਉਹ ਅਸੀਂ ਸੋਲਵ ਕਰਨੀ ਚਾਹੁੰਦਾ ਸੀ। ਨਹੀਂ ਪਰ ਤੁਸੀਂ ਓਨਰ ਤੋਂ ਪੁੱਛਿਆ ਕਿ ਮੈਂ ਤੁਹਾਡੇ ਘਰ ਆ ਰਿਹਾ? ਹਾਂਜੀ, ਮੈਂ ਓਨਰ ਦੇ ਉਹਨਾਂ ਦੇ ਮੈਨੂੰ ਤਾਂ ਹੁਣ ਪਤਾ ਨਹੀਂ ਨਾਮ ਕੀ ਨੇ, ਤੇ ਮੈਂ ਮੇਲ ਜਾਂ ਫੀਮੇਲ? ਦੋਨਾਂ ਨੂੰ, ਮੇਲ ਤੇ ਫੀਮੇਲ ਨੂੰ ਉਹਨਾਂ ਨੇ ਫੋਨ ਫੜਾਇਆ ਤੇ ਰਾਤ ਨੂੰ ਤੁਹਾਡੀ ਗੱਲ ਹੋਈ ਹੈ? ਹਾਂ, ਮੇਰੀ ਗੱਲ ਹੋਈ ਤੇ ਉਹ ਪਹਿਲਾਂ ਕਹਿੰਦੇ ਵੀ ਤੁਸੀਂ ਨਹੀਂ ਆ ਸਕਦੇ। ਸਿੱਧੂ ਸਾਹਿਬ ਜਿਹੜਾ ਅਟੈਂਸ਼ਨ ਪਲੀਜ਼ ਦਿਓ, ਇਹ ਕਹਿੰਦੇ ਨੇ ਕਿ ਇਹਨਾਂ ਨੇ ਆਲਰੇਡੀ ਓਨਰ ਦੇ ਨਾਲ ਗੱਲ ਕਰਕੇ ਫਿਰ 2:30 ਵਜੇ ਗਏ ਆ। ਨਹੀਂ, ਅਵਤਾਰ ਸਿੰਘ ਵੱਲੋਂ ਜਾਂ ਉਹਨਾਂ ਦੀ ਬੇਟੀ ਨੇ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਕਿ ਇਹਨਾਂ ਦੀ ਤੁਹਾਡੀ ਗੱਲ ਮਰਦ ਨਾਲ ਹੋਈ ਸੀ ਜਾਂ ਔਰਤ ਨਾਲ ਹੋਈ ਸੀ? ਦੇਖੋ ਜੀ, ਤੁਸੀਂ ਮੇਰੀ ਦੋਹਾਂ ਨਾਲ ਗੱਲ ਹੋਈ ਆ, ਤੁਸੀਂ ਮਿਸ਼ੈਲ ਤੋਂ ਵੀ ਪੁੱਛ ਸਕਦੇ ਹੋ ਤੇ ਜੀ ਜੀ ਇਸ ਕਿਉਂਕਿ ਅਸੀਂ ਇਹਦੇ ਵਿੱਚ ਕਮਿਊਨਿਟੀ ਨੂੰ ਦੱਸਣ ਜੋਗਾ ਤੁਹਾਡੇ ਮੁਤਾਬਕ ਤੁਸੀਂ ਠੀਕ ਹੋ? ਤੁਹਾਡੇ ਕਹਿਣ ਦਾ ਮਤਲਬ ਕਿ 2:30 ਵਜੇ ਕਿਸੇ ਘਰ ਤੁਸੀਂ ਜੇ ਗਏ ਆ ਤੇ ਤੁਸੀਂ ਘਰ ਦੇ ਨੂੰ ਪੁੱਛ ਕੇ ਗਏ? ਹਾਂ, ਪੁੱਛ ਕੇ ਗਏ ਜੀ। ਹਾਂ, ਆਪਾਂ ਪੁੱਛਿਆ ਤੇ ਤਾਂ ਗਏ ਆ। ਤਰ ਗਏ? ਆਈ ਸੀ, ਮਿਹਰਬਾਨੀ। ਔਰ ਹੁਣ ਤੁਸੀਂ ਕਿਉਂ ਘਰ ਵਾਲਿਆਂ ਨੇ ਸ਼ੈਲਟਰ ਜਿਹੜਾ ਆ ਬੱਚੇ ਨੂੰ ਤਮਾਨ ਦਿੱਤਾ ਸੀਗਾ, ਤਾਂ ਹੁਣ ਉਹ ਘਰ ਵਾਲਿਆਂ ਦਾ ਡਿਸੀਜਨ ਜਿਹੜਾ ਆ ਕੋਈ ਹੋਰ ਵੀ ਹੋ ਸਕਦਾ, ਆਈ ਡੋਂਟ ਨੋ, ਕਿ ਹੁਣ ਤੁਸੀਂ ਉਸ ਘਰ ਵਿੱਚ ਰਹਿਣ ਦੇ ਵਾਸਤੇ ਤੁਹਾਡੇ ਨਾਲ ਐਗਰੀ ਆ ਉਹ ਅਵਤਾਰ ਜੀ? ਤੇ ਦੇਖੋ ਜੀ, ਮੈਂ ਤਾਂ ਉੱਥੇ ਸ਼ੈਲਟਰ ਲਈ ਨਹੀਂ ਸੀਗਾ। ਫਸਟ ਆਫ ਆਲ ਮੈਂ ਗਿਆ ਸੀ ਉੱਥੇ ਪ੍ਰੋਬਲਮ ਸੋਲਵ ਕਰਨ ਲਈ, ਤੇ ਸੈਕਿੰਡ ਗੱਲ ਤੇ ਮੈਨੂੰ ਉਹਨਾਂ ਦਾ ਹੁਣ ਮੈਨੂੰ ਕੀ ਪਤਾ ਤੇ ਉਹਨਾਂ ਨੇ ਕੀ ਡਿਸੀਜਨ ਲੈਣਾ, ਤੇ ਉਹ ਤਾਂ ਉਹਨੂੰ ਵੀ ਕਹਿੰਦੇ ਸੀ ਮਿਸ਼ੈਲ ਨੂੰ ਤੁਸੀਂ ਅੱਜ ਜਾ ਸਕਦੇ ਹੋ। ਉਹ ਡਿਸੀਜਨ ਮਿੰਟ ਦੇ ਵਿੱਚ ਚੇਂਜ ਕਰ ਰਹੇ ਸੀਗੇ। ਉਹ ਕਹਿੰਦੇ ਸੀ ਤੁਸੀਂ 10 ਵਜੇ ਜਾਇਓ, ਤੇ ਪਹਿਲਾਂ ਕਹਿੰਦੇ ਸੀ ਸਾਲ ਰਹੋ, ਤੇ ਉਹ ਹੁਣ ਮੈਨੂੰ ਤਾਂ ਨਹੀਂ ਪਤਾ ਹੈਗਾ ਕੀ ਕਰ ਰਹੇ ਨੇ ਕੀ ਨਾ, ਤੇ ਉਹ ਸ਼ੈਲਟਰ ਦੇ ਰਹੇ ਨੇ ਜਾਂ ਉਹ ਕਤਲ ਕਰ ਰਹੇ ਨੇ ਲੋਕਾਂ ਨੂੰ। ਹਾਂਜੀ, ਤੇ ਮੈਂ ਕਿਹਾ ਸ਼ੈਲਟਰ ਦੇ ਰਹੇ ਨੇ ਜਾਂ ਪਤਾ ਨਹੀਂ ਕੀ ਕਰ ਰਹੇ ਨੇ, ਤੇ ਉਹ ਕਹਿੰਦੇ 10 ਵਜੇ ਚਲੇ ਜਾਣਾ ਉਹਨੂੰ, ਤੇ ਮੈਨੂੰ ਕੋਈ ਸਮਝ ਨਹੀਂ ਉਹਨਾਂ ਦੀ ਕੀ ਕਰ ਰਹੇ ਨੇ। 10 ਵਜੇ ਤੁਹਾਨੂੰ ਉਹ ਘਰ ਵਾਲੇ ਕਹਿ ਰਹੇ ਨੇ ਤੁਸੀਂ ਚਲ ਜਾਓ? ਹਾਂਜੀ, ਤੇ ਉਹਨੂੰ ਕਹਿੰਦੇ ਮਿਸ਼ੈਲ ਨੂੰ ਨਾਲ ਲੈ ਕੇ ਜਾਓ। ਮਿਸ਼ਾਲ ਨਾਲ? ਹੁਣ ਤੁਸੀਂ ਮਿਸ਼ਾਲ ਨੂੰ ਮਤਲਬ ਹੁਣ ਮਿਸ਼ਾਲ ਨੂੰ ਨਾਲ ਰੱਖੋਗੇ? ਤੇ ਹਾਂਜੀ, ਮੈਂ ਨਾ ਰੱਖੂੰਗਾ, ਪਰ ਮੈਂ ਉਹਨਾਂ ਨੂੰ ਕਿਹਾ ਸੀ ਤੇ ਪਹਿਲਾਂ ਫਸਟ ਆਫ ਆਲ ਸਾਨੂੰ ਦੇਖਣਾ ਪਊ ਕੋਈ ਬੇਸਮੈਂਟ ਵਗੈਰਾ, ਤੇ ਅਸੀਂ ਫਿਰ ਚੱਲੇ ਜਾਵਾਂਗੇ। ਨਹੀਂ, ਮੇਰੇ ਖਿਆਲ ਕਿ ਇੰਨਾ ਧੱਕਾ ਨਹੀਂ ਕਰਨਗੇ ਔਰ ਤੁਹਾਨੂੰ ਟਾਈਮ ਦੇਣਗੇ 1-2 ਦਿਨ ਦਾ, ਔਰ ਤਾਂ ਕਿ ਤੁਸੀਂ। ਹਾਂਜੀ ਜੀ, ਅਵਤਾਰ ਜੀ ਦੇ ਬੇਟੀ ਲਾਈਨ ਤੇ ਨੇ ਜੀ, ਉਹ ਗੱਲ ਕਰ ਰਹੇ। ਹਾਂਜੀ, ਕੀ ਨਾਮ ਬੇਟੀ ਤੁਹਾਡਾ? ਸਤਿ ਸ਼੍ਰੀ ਅਕਾਲ। ਹਾਈ, ਮੇਰਾ ਨਾਮ ਹੈ ਹਰਜੋਤ ਕੌਰ। ਹਰਜੋਤ, ਇਹ ਆਪਣੇ ਫਸਟ ਆਫ ਆਲ ਕਮਿਊਨਿਟੀ ਵੱਲੋਂ ਅਤੇ ਹਰਜਿੰਦਰ ਜੀ ਵੱਲੋਂ ਤੁਹਾਡਾ ਧੰਨਵਾਦ, ਤੁਸੀਂ ਮਿਸ਼ਾਲ ਅਤੇ ਛੋਟੀ ਬੇਬੀ ਨੂੰ ਆਪਣੇ ਘਰ ਰੱਖਿਆ, ਔਰ ਇਹ 2:30 ਵਜੇ ਤੁਹਾਡੇ ਘਰ ਵਿੱਚ ਪ੍ਰਵੇਸ਼ ਹੋਏ। ਤੁਹਾਡੇ ਮੰਮੀ ਡੈਡੀ ਨਾਲ ਇਹਨਾਂ ਨੇ ਗੱਲ ਕੀਤੀ ਹੋਣ ਤੋਂ ਪਹਿਲਾਂ? ਹਾਂਜੀ, ਇਹ ਸ਼ੁਰੂ ਹੋਇਆ ਸੀ 2:30। ਇਹਨਾਂ ਨੇ ਮਿਸ਼ੈਲ ਦਾ ਫੋਨ ਸੀ ਤਾਂ ਫੋਨ ਉੱਤੇ ਗੱਲ ਕਰਦੇ ਸੀ। ਮੈਂ ਦਿਖਾਇਆ, I don't know ਮੈਂ ਕਿਹਨਾਂ ਨਾਲ ਗੱਲ ਕਰਦੀ ਸੀ, ਪਰ ਉਹਨਾਂ ਨੇ ਦਿਖਾਇਆ ਕਿ ਉਹ ਗੱਲ ਕਰਦੇ ਸੀ। ਤਾਂ 4 o'clock 4:30 ਉਠਾਇਆ, ਦੱਸਿਆ ਕਿ ਉਹ ਆਉਣਾ ਚਾਹੁੰਦਾ ਆ, ਉਹ ਆ ਸਕਦਾ ਆ। ਮੇਰੇ ਮੰਮੀ ਪਾਪਾ ਕਹਿੰਦੇ ਚੱਲ ਜੇ ਤੂੰ ਆਪਣਾ ਫਿਕਸ ਕਰਨੀ ਹੈ ਸਿਚੁਏਸ਼ਨ, ਉਹ ਆ ਸਕਦੇ ਆ ਸਿਚੁਏਸ਼ਨ ਫਿਕਸ ਕਰਨ ਨੂੰ। ਆਈ ਸੀ 4:30 ਵਜੇ ਪਰਮਿਸ਼ਨ ਲੈ ਕੇ ਫਿਰ ਹਰਜਿੰਦਰ ਜੀ? ਹਾਂਜੀ, ਪਰਮਿਸ਼ਨ ਲੈ ਕੇ ਆਇਆ। ਇਹ ਨਹੀਂ ਕਿ ਉਹ ਨਹੀਂ ਆਇਆ, ਪਰ ਇਹ ਸੀ ਕਿ 2:30 ਉਹ ਕਹਿੰਦੀ ਸੀ ਕਿ ਉਹ ਆ ਜਾ, ਸਾਰੇ ਸੁੱਤੇ ਆ। ਪਹਿਲਾਂ 2:30 ਉਹਨੇ ਕਿਹਾ ਕਿ ਆ ਜਾ, ਬਟ ਇਹਨਾਂ ਹਰਜਿੰਦਰ ਨੇ ਕਿਹਾ ਮੈਂ ਪੁੱਛ ਕੇ ਘਰ ਵਾਲੇ ਨੂੰ। ਤੇ ਉਹ ਕਹਿੰਦੇ ਸੀ ਇਹਨਾਂ ਨੇ ਗੱਲ ਕੀਤੀ ਤਾਂ ਫਿਰ ਤੇ ਉਹ ਕਹਿੰਦੇ ਸੀ ਆ ਜਾ। ਮੈਂ ਕਿਹਾ ਨਹੀਂ, ਇਸ ਤਰ੍ਹਾਂ ਨਹੀਂ ਆ ਸਕਦੇ, ਤੇ ਮੈਂ ਕਿਹਾ ਜਾਂ ਮੈਂ ਕੱਲ ਨੂੰ ਆਉਂਗਾ ਜਾਂ ਨਹੀਂ ਮੈਂ ਇਵਨਿੰਗ ਆਉਂਗਾ, ਜਾਂ ਤੁਸੀਂ ਉਹਨਾਂ ਨੂੰ ਪੁੱਛੋ ਤੇ ਜਿਹੜਾ ਓਨਰ ਉੱਥੇ। ਹਾਂ, ਵੈਰੀ ਗੁੱਡ। ਹਾਂਜੀ, ਵੈਰੀ ਗੁੱਡ। ਸੋ ਥੈਂਕ ਯੂ ਸੋ ਮਚ। ਔਰ ਇਹ ਮਤਲਬ ਕਿ ਪੀਨਟਸ ਦੇ ਨਾਲ ਗੱਲ ਕਰਕੇ ਇਹ ਐਂਟਰ ਵਿੱਚ ਹੋਏ ਆ, ਨਾ ਕਿ ਚੋਰੀ ਘਰ ਦੇ ਵਿੱਚ ਆਏ ਆ। ਆਈ ਸਲੂਟ ਯੂ ਸਪੀਕ ਵੈਰੀ ਟਰੂਥ। ਔਰ ਮੇਰੇ ਖਿਆਲ ਕਿ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਗੱਲਾਂ ਹੋਣਗੀਆਂ ਜਿਹੜੀਆਂ ਕਿ ਇੱਕ ਸੱਚ ਸਾਹਮਣੇ ਆ ਸਕਦਾ। ਹਰਜਿੰਦਰ, ਜੋ ਮੇਰੇ ਮਨ ਵਿੱਚ ਸੀਗਾ ਉਹ ਤੂੰ ਡਿਲੀਵਰ ਕੀਤਾ, ਔਰ ਤੁਸੀਂ ਸੱਚ ਬੋਲੇ ਹੋ, ਤੁਹਾਡਾ ਬਹੁਤ ਸ਼ੁਕਰੀਆ। ਔਰ ਤੁਸੀਂ ਤੁਹਾਡੀ ਉਮਰ ਵੀ ਮੇਰੇ ਖਿਆਲ ਹਲੇ ਵੀ 21 ਸਾਲ। ਕਿੰਨੀ ਉਮਰ ਤੁਹਾਡੀ? ਇੰਨੀ ਹੋਈ 21 ਸਾਲ ਦੇ? ਹਾਂਜੀ, 21 ਕਿ 22 ਸਾਲ ਦੇ ਹੋ? 21 ਦੇ ਹੋ। ਆਈ ਸੀ। ਸੋ ਤੁਸੀਂ ਆਪਣੇ ਤੁਹਾਡਾ ਨਾਮ ਕੀ ਹੈ ਬੇਟਾ? ਮੈਂ ਅਵਤਾਰ ਜੀ, ਤੁਹਾਡੇ ਡੈਡੀ ਕੋਲ ਨੇ ਤੁਹਾਡੇ? ਤੁਸੀਂ ਹੁਣ ਕੀ ਫੈਸਲਾ ਲਿਆ ਇਸ ਪਰਿਵਾਰ ਨੂੰ ਰੱਖਣ ਲਈ? ਆਪਣੇ ਨਾਲ ਕੁਝ ਸਮਾਂ ਰੱਖੋਗੇ? ਇਹ ਪ੍ਰੋਬਲਮ ਹੈਗੀ ਹੈ ਕਿ ਜਿੱਦਾਂ ਉਹ ਐਕਟ ਕਰਦੀ ਹੈ, ਜਿੱਦਾਂ ਉਹਦਾ ਬਿਹੇਵੀਅਰ ਸਾਡੇ ਵੱਲ ਜਿਹੜਾ ਠੀਕ ਨਹੀਂ। ਆਈ ਸੀ। ਤੁਸੀਂ ਐਂਡ ਜਿੱਦਾਂ ਦੀ ਉਹ ਗੱਲਾਂ ਮੈਨੂੰ ਦੱਸਦੀ ਹੈ ਉਹ ਵੀ ਨਹੀਂ ਠੀਕ। ਮੈਂ 20 years old ਆ, ਜਿਹੜੀ ਗੱਲਾਂ ਮੈਂ ਤੁਹਾਡੀ ਆਵਾਜ਼ ਨਹੀਂ ਆ ਰਹੀ, ਸਿਗਨਲ ਮੈਨੂੰ ਦਿਓ ਪ੍ਰੋਪਰ ਪਲੀਜ਼ ਪੂਰਾ। ਹੈਲੋ, ਹਾਂਜੀ, ਮੈਨੂੰ ਸਿਗਨਲ ਦਿਓ, ਪੂਰਾ ਸਿਗਨਲ ਦਿਓ ਮੈਨੂੰ ਪਲੀਜ਼। ਹਾਂਜੀ ਬੇਟਾ, ਸਿਗਨਲ ਦਿਓ। ਕਾਹਦਾ? ਆਵਾਜ਼ ਤੁਹਾਡੀ ਨਹੀਂ ਆ ਰਹੀ। ਸਿੱਧੂ ਸਾਹਿਬ ਪਲੀਜ਼ ਇਹਨਾਂ ਨੂੰ ਆਵਾਜ਼ ਸੁਣ ਨਹੀਂ ਰਹੀ ਜੀ ਸਾਫ। ਸਿੱਧੂ ਸਾਹਿਬ ਪਲੀਜ਼, ਹਾਂਜੀ ਹੋਲਡ ਰੱਖੋ। ਔਰ ਹਰਜਿੰਦਰ ਯੂ ਸਪੀਕ ਟਰੂਥ ਐਂਡ ਆਈ ਐਪਰੀਸ਼ੀਏਟ ਕਿ ਤੁਸੀਂ ਘਰ ਦੇ ਵਿੱਚ ਪਰਮਿਸ਼ਨ ਲੈ ਕੇ ਹੀ ਆਏ ਹੋ, ਔਰ ਜੋ ਤੁਸੀਂ ਕੀਤਾ ਔਰ ਵਧੀਆ ਕੀਤਾ। ਇਹਦੇ ਨਾਲ ਘਰ ਨੂੰ ਪਤਾ ਕਿ ਤੁਸੀਂ ਆ ਰਹੇ ਹੋ। ਤੇ ਨਾਲੇ ਉਹ ਮੈਂ ਫੀਮੇਲ ਕਹਿੰਦੇ ਸੀ ਮੈਂ ਗੇਟ ਖੋਲਾਂਗੀ ਤੁਹਾਡੇ ਲਈ, ਤੇ ਉਹਨਾਂ ਨੇ ਇਸ ਤਰ੍ਹਾਂ ਵੀ ਕਿਹਾ। ਆਈ ਸੀ। ਤਾਂ ਉਹਨਾਂ ਨੇ ਗੇਟ ਖੋਲ੍ਹਿਆ? ਯੈਸ, ਆਈ ਵਿਲ ਓਪਨ ਦ ਗੇਟ। ਆਈ ਨੋ। ਤੁਸੀਂ ਫਿਰ 4:30 ਵਜੇ ਰਾਤ ਨੂੰ ਗਏ?
ਤੇ ਮੇਰੇ 4:30 ਜਾਂ 5 ਵਜੇ ਹੋਏ ਸੀ ਤੇ ਮੈਂ ਧਿਆਨ ਨਹੀਂ ਦਿੱਤਾ ਤੇ ਉਹਨਾਂ ਨੇ ਫੋਨ ਕੀਤਾ ਤੇ ਮੈਂ ਕਿਹਾ ਪ੍ਰੋਬਲਮ ਸੋਲਵ ਕਰ ਲਾਂਗੇ, ਕੋਈ ਚੱਕਰ ਨਹੀਂ, ਤੇ ਮੈਂ ਚਲਾ ਗਿਆ। ਆਈ ਸੀ, ਸੋ ਵੈਰੀ ਗੁੱਡ ਆਈਡੀਆ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਹਾਡੀ ਮਦਰ ਮੇਰੇ ਨਾਲ ਗੱਲ ਕਰ ਸਕਦੇ ਨੇ? ਹਾਂਜੀ ਓਕੇ, ਲੈਟ ਮੀ ਸਪੀਕ ਟੂ। ਹੈਲੋ ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੇ ਨਾਲ ਇਹ ਗੱਲਬਾਤ ਕਰਕੇ ਹੀ ਤੁਹਾਡੇ ਘਰ ਵਿੱਚ 4:30 5 ਉੱਠੀ ਹੋਈ ਸੀ ਇਹ 250 ਦੀ 30 ਦੀ ਉੱਠੀ ਹੋਈ ਸੀ। ਮੇਰਾ ਬੇਟੇ ਨੇ ਸੁਣਿਆ ਗੱਲਾਂ, ਇਹਨੇ ਕਿਹਾ ਸੁੱਤੇ ਪਏ ਆ ਜਾ ਤੂੰ। ਹਾਂ ਮੈਂ ਕੱਲੀ ਆ ਲਾਉਣ। ਫਿਰ ਇਹ 4 ਵਜੇ ਮੇਰੇ ਹਸਬੰਡ ਨੂੰ ਆਈ ਕਹਿਣ ਵੀ ਮੈਂ ਮੁੰਡੇ ਨੂੰ ਸੱਦਣਾ ਚਾਹੁੰਦੀ ਹਾਂ। 4 ਵਜੇ ਰਾਤ ਨੂੰ? ਹਾਂਜੀ, ਰਾਤ ਨੂੰ 4 ਵਜੇ ਹਾਂ। ਮੇਰੇ ਹਸਬੰਡ ਸਾਡੇ ਰੂਮ ਚ ਆਈ, ਕਹਿੰਦੀ ਉਹਨੂੰ ਸਟਰੀਟ ਤੇ ਮਾਰਦੇ ਪਏ ਆ, ਉਹ ਘਰੋਂ ਕੱਢ ਦਿੱਤਾ ਉਹਨੂੰ, ਉਹ ਸੀਟ ਤੇ ਉੱਤੇ ਆ ਤੇ ਉਹ ਹਨਾ ਉਹਨੂੰ ਮਾਰਦੇ ਪਏ ਲੋਕ। ਤੇ ਮਾਰਦੇ ਪਏ ਸੀ ਲੋਕ? ਨਹੀਂ ਉਹ ਮਿਸ ਅੰਡਰਸਟੈਂਡ ਇਹਨੇ ਇਦਾਂ ਮੈਨੂੰ ਕਿਹਾ, ਆਈ ਸੀ, ਮੇਰੇ ਹਸਬੰਡ ਨੂੰ। ਫਿਰ ਕੀ ਹੋਇਆ, ਮੇਰੇ ਹਸਬੰਡ ਨੇ ਕਿਹਾ ਵੀ ਮੈਂ ਹਜੇ ਬੱਚੇ ਸੁੱਤੇ ਪਏ ਆ, ਉਹ ਉੱਠ ਜਾਣਗੇ, ਤੂੰ 10 ਵਜੇ ਆ ਜਾਏ। ਵੀ ਉਹਨੂੰ ਤੇ ਇਹ ਕਹਿੰਦਾ ਮੈਂ ਜੌਬ ਤੇ ਜਾਣਾ, ਮੈਂ 10 ਵਜੇ ਨਹੀਂ ਆ ਸਕਦਾ, ਮੈਂ ਜਾਣਾ ਹੈ ਜੌਬ ਤੇ। ਅੱਛਾ, ਇਹਨਾਂ ਕਿ 10 ਵਜੇ ਜੌਬ ਤੇ ਜਾਣਾ ਹੋਊਗਾ ਤੇ ਜੌਬ ਤਾਂ ਕੈਨਸਲ ਹੋ ਗਈ ਨਾ ਜੀ। ਅੱਛਾ, ਫਿਰ ਨਹੀਂ ਗਿਆ। ਫਿਰ ਤੁਸੀਂ ਫਿਰ ਮੈਂ ਆਪਣੇ ਹਸਬੰਡ ਨਾਲ ਗੱਲ ਕੀਤੀ, ਚੱਲ ਇਹਨੂੰ ਬੁਲਾ ਲੈਂਦੇ ਆ, ਇਹਨਾਂ ਦਾ ਸੋਲਵ ਕਰ ਦਿੰਦੇ ਆ ਤੇ ਬਾਕੀ ਜੀ ਸਾਹਿਬ ਨਾਲ ਗੱਲ ਕਰ ਲਾਂਗੇ, ਅਸੀਂ ਬਾਅਦ ਚ ਕਰਦੇ ਆ ਜਦੋਂ 10 ਵਜੇ। ਫਿਰ ਤੁਹਾਡਾ ਸਾਡੇ ਆਫਿਸ ਕਾਲ ਆਇਆ? ਹਾਂਜੀ। ਫਿਰ ਕੀ ਹੋਇਆ, ਇਹ ਆ ਗਿਆ 4 ਵਜੇ, 4:30 ਵਜੇ ਆ ਗਿਆ। ਇਹਨਾਂ ਨੇ ਇਹ ਬੈਠਾ, ਅਸੀਂ ਪੁੱਛਿਆ ਕੀ ਗੱਲ ਸੀ, ਕਹਿੰਦਾ ਏਦਾਂ ਸਾਡੀ ਛੋਟੀ ਮੋਟੀ ਲੜਾਈ ਹੋਈ ਸੀ। ਤੇ ਫਿਰ ਇਹ ਮੇਰੀਆਂ ਭੈਣਾਂ ਭੂਣਾਂ ਨਾਲ ਸ਼ੱਕ ਕਰਦੀ ਸੀ, ਮੈਂ ਆਪਣੀਆਂ ਭੈਣਾਂ ਨਾਲ ਫੋਨ ਕਰਦਾ ਗੱਲ ਵੀ ਕਿਸੇ ਕਜ਼ਨ ਸਿਸਟਰ ਨਾਲ, ਇਹ ਮੇਰੇ ਤੇ ਸ਼ੱਕ ਬਹੁਤ ਕਰਦੀ ਆ। ਆਈ ਸੀ, ਜੋ ਇਹਨੇ ਹਾਂਜੀ ਪਹਿਲਾਂ ਵੀ ਦੱਸਿਆ ਬੱਚੇ ਨੇ। ਕਹਿੰਦਾ ਮੈਂ ਇਹਨੂੰ ਸਮਝਾਉਂਦਾ ਆ ਪਰ ਇਹ ਸਮਝਦੀ ਨਹੀਂ ਹੈਗੀ। ਆਈ ਵੀ ਸੀ, ਸਾਡੇ ਇੰਡੀਅਨ ਸਿਸਟਰ, ਉਹ ਇੰਡੀਅਨ ਸਿਸਟਰਸ ਹੁੰਦੀਆਂ ਜਿਹੜੀਆਂ ਸਾਡੀਆਂ ਕਜ਼ਨ, ਅਸੀਂ ਉਹਨਾਂ ਨਾਲ ਮਿਲਦੇ ਆ, ਵਰਤਦੇ ਆ, ਪਰ ਇਹ ਨਹੀਂ ਲਿਸਨ ਕਰਦੀ ਸੀ। ਕਹਿੰਦਾ ਆਈ ਸੀ, ਤੁਹਾਡੀ ਕਜ਼ਨ ਸਿਸਟਰ ਇੱਥੇ ਰਹਿੰਦੀਆਂ? ਨਹੀਂ ਸਿਸਟਰ ਕੋਈ ਨਹੀਂ ਰਹਿੰਦੀ, ਮਤਲਬ ਕੋਈ ਸਿਸਟਰ ਨਹੀਂ ਹੈਗੀ। ਜੋ ਮੇਰਾ ਮਤਲਬ ਮੇਰਾ ਬ੍ਰਦਰ ਹੈ ਇੱਕ, ਉਹ ਇੰਡੀਆ ਹੀ ਹੈ। ਇੰਡੀਆ ਨਹੀਂ, ਜੇ ਤੁਸੀਂ ਯੂ ਸੈਡ ਟੂ ਯਰ ਵਾਈਫ ਕਿ ਯੂ ਟਾਕਿੰਗ ਟੂ ਦੀ ਕਜ਼ਨ ਸਿਸਟਰ, ਤੇ ਉਹ ਐ ਉਹ ਜਿਵੇਂ ਕਈ ਵਾਰ ਆਪਾਂ ਭੈਣ ਨਾਲ, ਕਿਸੇ ਹੋਰ ਭੂਆ ਦੀ ਕੁੜੀ ਨਾਲ, ਕਿਸੇ ਨਾਲ ਵੀ ਹਾਂ, ਗੱਲ cousin sister ਹੋ ਕਰਦੇ ਗਿਆ, ਤੇ ਹਾਂ। ਉਹਦੇ ਨਾਲ ਹੋ ਤਾਂ ਜਾਂਦੀ ਇਹ ਫਿਰ ਡਾਊਟ ਕਰ ਰਹੀ ਸੀ ਕਿ ਤੂੰ ਕਿਸੇ ਕੁੜੀ ਨਾਲ ਗੱਲ, ਜਿਸ ਕਰਕੇ ਤੁਹਾਡੀ ਲੜਾਈ ਵੀ ਇਹੀ ਕਾਰਨ ਸੀਗਾ। ਉਹ ਵਿੱਚ ਇਹਨਾਂ ਦੀ ਕਾਰਨ ਹੋਈ ਲੜਾਈ। ਟਰੈਵਲ ਇਸ਼ੂ ਆਈ ਸੀ। ਸੋ ਭੈਣ ਜੀ, ਤੁਸੀਂ ਨੋਟਿਸ ਕੀਤਾ ਫਿਰ 4:30 ਵਜੇ ਆਪਣੇ ਹਰਜਿੰਦਰ ਤੁਹਾਡੇ ਘਰ ਆ, ਫਿਰ ਆਇਆ, ਤੁਸੀਂ ਡੋਰ ਖੋਲੀ? ਹਾਂਜੀ, ਇੰਡੋਰ ਇਹਨੇ ਮਿਸਟਰੀ ਖੋਲੀ ਆ। ਹਾਂਜੀ, ਡੋਰ ਇੱਕ ਕੁੜੀ ਨੇ ਖੋਲੀ ਆ। ਅੱਛਾ, ਡੋਰ ਕੁੜੀ ਨੇ ਖੋਲੀ ਆ। ਫਿਰ 4:30 ਵਜੇ ਆਇਆ, ਮਾਰਨਿੰਗ 4:30 ਵਜੇ। ਇਹ ਫਿਰ ਇਹ ਪਤਾ ਮੈਨੂੰ ਕੁੜੀ ਕੀ ਕਹਿੰਦੀ ਮੈਨੂੰ ਇਹਨੂੰ ਰਾਤ ਰਹਿਣ ਵਾਸਤੇ ਦੇ ਦੇ ਜਗ੍ਹਾ, ਇੱਥੇ ਰੂਮ 'ਚ ਅਸੀਂ ਇਕੱਠੇ ਲਿਵ ਕਰਨਾ। ਮੈਂ ਕਿਹਾ ਨੋ, ਮੈਂ ਇਦਾਂ ਨਹੀਂ ਤੈਨੂੰ ਲਿਵ ਕਰਨ ਦੇਣਾ ਇਹਦੇ ਨਾਲ ਜੀ। ਮੈਂ ਕਿਹਾ ਮੇਰੀ ਡਾਟਰ ਤਾਂ ਕੱਲ ਦੀ ਬਹੁਤ ਪਰੇਸ਼ਾਨ ਹੈ, ਇਹ ਪਤਾ ਕਿ ਗਲਤ ਗੱਲਾਂ ਇਹਨੂੰ ਮੇਰੀ ਡਾਟਰ ਨਾਲ ਕਰਦੀ ਆ। ਮਿਸਾਲ ਜਿਹੜੀ ਆ, ਹਾਂਜੀ, ਇਹ ਕਹਿੰਦੀ ਆ, ਇਹ ਕਹਿੰਦੀ ਮੇਰੀ ਡਾਟਰ ਨੂੰ ਵੀ ਅਸੀਂ ਇਹ ਦੋਨੇ ਜਣੇ ਮਿਲੇ, ਆਪਣੀਆਂ ਦੂਸਰੀਆਂ ਗੱਲਾਂ ਕਰਦੀ ਜਾਏ ਨਾ, ਤੇ ਮੇਰੀ ਡਾਟਰ ਨਹੀਂ ਲਾਈਕ ਕਰਦੀ, ਉਹ ਕੰਫਰਟੇਬਲ ਨਹੀਂ ਸੀ, ਉਹ ਬਹੁਤ ਅਪਸੈਟ ਹੋਈ ਆ 2 ਦਿਨ ਤੋਂ। ਤੁਸੀਂ ਫਿਰ ਹੁਣ ਕੀ ਡਿਸੀਜਨ ਲਿਆ, ਕਿਉਂਕਿ ਤੁਸੀਂ ਸ਼ੈਲਟਰ ਦਾ ਕਮਿਊਨਿਟੀ ਦੇ ਕਰਕੇ, ਰੇਡੀਓ ਦੇ ਕਰਕੇ ਦਿੱਤਾ ਸੀ, ਬੱਚੇ ਤੇ ਮਾਂ ਕਰਕੇ ਇਸ ਕਰਕੇ ਦਿੱਤਾ ਸੀ। ਫਿਰ ਮੈਂ ਹੁਣ ਇਹਨੂੰ ਕਿਹਾ ਤੂੰ ਮੁੰਡੇ ਨੂੰ ਵੀ ਤੂੰ ਇਹਨੂੰ ਲੈ ਜਾ ਆਪਣੇ ਨਾਲ। ਆਈ ਸੀ, ਮੈਂ ਨਹੀਂ ਰੱਖਣਾ ਚਾਹੁੰਦੀ ਕਿਉਂਕਿ ਮੇਰੀ ਕੁੜੀ ਹੈਗੀ ਇੰਡੀਅਨ ਖਿਆਲ ਦੀ ਔਰ ਇਦਾਂ ਦੇ ਨਹੀਂ ਸੋਚਣ ਦੀ ਗਲਤ ਗੱਲਾਂ। ਫਿਰ ਅਸੀਂ ਸਾਰੇ ਰਾਤ ਦੇ ਕੱਲ ਦੇ ਸਟ੍ਰੈਸ ਹੋਏ ਆ ਬਹੁਤ। ਆਈ ਸੀ। ਤੁਸੀਂ ਭੈਣ ਜੀ ਇੱਕ ਮਿੰਟ ਹੋਲਡ ਰੱਖੋ, ਔਰ ਸਾਡੀ ਕੁਝ ਕਮਿਊਨਿਟੀ ਦੇ ਲੋਕ ਤੁਹਾਡਾ ਧੰਨਵਾਦ ਕਰਨਗੇ ਔਰ ਤੁਸੀਂ ਥੋੜਾ ਸ਼ਾਇਦ ਐਡਵਾਈਸ ਕਰਨਗੇ ਤੁਹਾਨੂੰ। ਔਰ ਹਾਂਜੀ, ਹੋਲਡ ਰੱਖੋ ਭੈਣ ਜੀ ਇੱਕ ਸੈਕਿੰਡ। ਹਾਂਜੀ, ਔਰ ਚਾਹਾਂਗੇ ਕਮਿਊਨਿਟੀ ਜਿਹੜੀ ਆ ਹੁਣ ਮੇਰੇ ਖਿਆਲ ਕਿ ਇਹ ਘਰ ਵਾਲੇ ਕਹਿੰਦੇ ਆ ਕਿ ਮਿਸਾਲ ਜਿਹੜੀ ਆ ਉਹ ਆਪਣੇ ਬੱਚੇ ਲੈ ਕੇ ਹੁਣ ਮੂਵ ਹੋ ਜਾਵੇ, ਕਿਉਂਕਿ ਇਹਨਾਂ ਨੂੰ ਹਸਬੰਡ ਮਿਲ ਗਿਆ ਆ। ਹਾਂਜੀ, ਇਹਨੂੰ ਹਸਬੰਡ ਮਿਲ ਗਿਆ, ਮੂਵ ਹੋ ਜਾਏ। ਮੇਰੀ ਡਾਟਰ ਨਹੀਂ ਲਾਈਕ ਕਰਦੀ, ਕਹਿੰਦੀ ਇਹਦੀ ਬਿਹੇਵੀਅਰ ਨਹੀਂ ਗੁੱਡ ਹੈਗਾ। ਆਈ ਸੀ, ਪਲੀਜ਼ ਹੋਲਡ ਔਨ 1 ਸੈਕਿੰਡ ਔਰ ਤੁਸੀਂ ਹੋਲਡ ਰੱਖੋ ਔਰ ਅਸੀਂ ਕੁਝ ਲੋਕਾਂ ਦੇ ਵਿਚਾਰ ਲੈ ਰਹੇ, ਤੁਸੀਂ ਗੱਲ ਕਰੋਗੇ ਉਹਨਾਂ ਨਾਲ? ਹਾਂਜੀ, ਇਹ ਗੱਲ ਕਰਾਂਗੇ, ਤੁਸੀਂ ਸਟੈਂਡ ਬਾਈ ਪਲੀਜ਼। ਹਾਂਜੀ, ਲੋਕਾਂ ਨਾਲ ਗੱਲਾਂ ਕਰਨੀ। ਸੁਗਾਤਾ ਪੰਜਾਬ 'ਚ ਇਹ 1 ਸਾਈਡਡ ਸਟੋਰੀ। ਆਓ ਸਪੀਕ ਯੂਰ ਮਾਈਂਡ, ਮੇਰੇ ਪਾਸ ਸਿਰਫ 2-3 ਮਿੰਟ ਦਾ ਸਮਾਂ ਹੈ, ਜਲਦੀ ਵਿੱਚ ਕਾਲ ਕਰ ਲਓ। ਜਿਸ ਘਰ ਦੇ ਵਿੱਚ ਮਸ਼ਾਲ ਬੀਵੀ ਅਤੇ ਜਿਸ ਘਰ ਵਿੱਚ 4:30 ਵਜੇ ਇਹ ਲੜਕਾ ਗਿਆ, ਉਸ ਘਰ ਦੇ
ਅਵਤਾਰ ਜੀ ਦੇ ਸਾਡੇ ਸਤਿਕਾਰਯੋਗ ਭੈਣ ਜੀ ਲਾਈਨ 'ਚ ਨੇ ਔਰ ਇਹਨਾਂ ਨੇ ਹੁਣ ਇਹ ਆਪਣਾ ਫੈਸਲਾ ਲਿਆ ਕਿ ਅਸੀਂ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਨਹੀਂ ਰੱਖ ਸਕਦੇ ਕਿਉਂਕਿ ਇਹ ਆਲਰੇਡੀ ਹੁਣ ਫੈਮਿਲੀ ਜੁਆਇੰਟ ਹੋ ਗਈ ਹੈ ਸੋ ਇਹ ਆਪਣਾ ਹੁਣ ਘਰ ਵੇਖਣ ਹਾਂਜੀ ਇਹ ਕਹਿੰਦੇ ਕਿ ਸਾਡੇ ਪਾਸ ਜਗ੍ਹਾ ਨਹੀਂ ਹੈ ਹਾਂਜੀ 10 ਮਿੰਟ ਜੋ ਸੇ ਦੈਟ ਰੱਖ ਤੁਸੀਂ ਕਿਸੇ ਪਾਸੇ ਤੁਹਾਡੇ ਤੁਸੀਂ ਕਿੱਥੇ ਰਹਿ ਰਹੇ ਹੋ ਹਾਂਜੀ ਤੁਸੀਂ ਉੱਥੇ ਜਾ ਸਕਦੇ ਹੋ ਮਿਸਾਲ ਨੂੰ ਤੇ ਮੈਂ ਰਹਿ ਰਿਹਾ ਜੀ ਮੁੰਡੇ ਨੇ ਉੱਥੇ ਮੇਰੇ 4-5 ਨਾਲ ਤੇ ਉੱਥੇ ਜਗ੍ਹਾ ਨਹੀਂ ਹੈ ਤੇ I see. ਇਹਨਾਂ ਨੂੰ ਮੈਂ ਕਿਹਾ ਸੀਗਾ ਤੇ ਮੈਂ ਕਿਹਾ ਮੈਂ ਬੇਸਮੈਂਟ ਲੱਭ ਲੂੰਗਾ ਤੇ ਉਹਨਾਂ 'ਚ ਤੁਸੀਂ ਹੈਲਪ ਕਰ ਆਈ ਸਕਦੇ ਸੀ ਵੀ ਟੇਕਿੰਗ ਕਾਲ ਸਿੱਧੂ ਸਾਹਿਬ ਪਲੀਜ਼ ਸੈਕਸ਼ਨ ਲਾਓ ਫਾਸਟ ਕਾਲ ਦਿਓ ਮੈਨੂੰ ਪਲੀਜ਼ ਹਾਂਜੀ ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ ਕਾਲਰ ਬੋਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਕੀ ਕਹਿਣਾ ਚਾਹੁੰਦੇ ਗੁਰਿੰਦਰ ਜੀ ਆਪਣੇ ਬੋਲੋ ਜੀ ਮੈਂ ਸਰੀ ਤੋਂ ਬੋਲਦਾ ਜੀ 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 ਬੋਲੋ ਜੀ ਮੈਂ ਤਾਂ ਪਹਿਲੀ ਗੱਲ ਇਹ ਚਾਹੁੰਦਾ ਵੀ ਜੇ ਬੱਚਾ ਹੋਇਆ ਹੋਵੇ ਤੇ ਆਪਾਂ 2-2 ਮਹੀਨੇ ਪਾਰਟੀਆਂ ਕਰਦੇ ਰਹਿੰਦੇ ਆ ਹੂੰ ਤੇ ਇਹ ਬੰਦੇ ਨੂੰ ਇੱਕ ਦਿਨ ਦੀ ਛੁੱਟੀ ਨਹੀਂ ਕਰ ਸਕਦਾ ਵੀ 2:30 ਵਜੇ ਅਗਲੇ ਨੂੰ ਫੋਨ ਕਰਨ ਡਿਆ ਘਰ ਕਿਸੇ ਦੇ ਘਰ ਕਿਸੇ ਨੇ ਰੱਖੀ ਆ ਉਹਨਾਂ ਦੀ ਵੀ ਇੱਜ਼ਤ ਆ ਜਿਨ੍ਹਾਂ ਨੇ ਰੱਖੀ ਆ ਕੁੜੀ ਸੈਣੀ ਸਾਹਿਬ ਦੀ ਕਿੰਨੀ ਵੱਡੀ ਬਦੌਲਤ ਕਰਕੇ ਉਹਨਾਂ ਨੇ ਬੱਚਾ ਤੇ ਬੇਬੀ ਘਰ ਰੱਖਿਆ ਤੇ ਇਹ 2:30 ਵਜੇ ਬੰਦਾ ਫੋਨ ਕਰਨ ਡਿਆ ਇਹਦੀ ਕਿੰਨੀ ਕੁ ਸੋਚ ਆ ਇੱਕ ਕਹਿਣ ਡਿਆ ਮੈਨੂੰ ਟਾਈਮ ਦਾ ਨਹੀਂ ਪਤਾ ਕਿਉਂ ਨਹੀਂ ਅੱਜ ਕੱਲ ਦੇ ਜਿੰਨੇ ਨਿਆਣੇ ਕੈਨੇਡਾ ਆਏ ਆ ਇਹ ਬੈਂਡ ਲੈ ਕੇ ਆਇਆ ਇਹ ਕਹਿਣ ਡਿਆ ਮੈਨੂੰ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਇਹ ਕਰਨ ਡਿਆ ਬੇਫੁਕਰੀਆਂ ਗੱਲਾਂ ਤੇ ਇਹ ਸੱਚਾ ਹੋਣ ਦਾ ਮਾਰਾ ਅੱਜ ਸਟੂਡੀਓ ਚ ਆਇਆ ਨੈਕਸਟ ਕਾਲ ਪਲੀਜ਼ ਹਾਂਜੀ ਅਗਲੀ ਕਾਲ ਸਤਿ ਸ਼੍ਰੀ ਅਕਾਲ ਜੀ ਅਗਲੀ ਕਾਲਰ ਪਲੀਜ਼ ਕਾਲ ਬੋਲੋ ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ ਇਹ ਗੱਲ ਕਰੋ ਭੈਣ ਜੀ ਨਾਲ ਜਿਹੜੇ ਓਨਰ ਨੇ ਉਹ ਲਾਈਨ ਤੇ ਨੇ ਹਾਂਜੀ ਹਾਂਜੀ ਭੈਣ ਜੀ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ ਪਹਿਲਾਂ ਜਗ੍ਹਾ ਦਿੱਤੀ ਹੈ ਤਾਂ ਮੁੰਡੇ ਨੂੰ ਭਾਵੇਂ ਨਾ ਰੱਖੋ ਕੁੜੀ ਨੂੰ ਜਦ ਤੱਕ ਬੇਸਮੈਂਟ ਨਹੀਂ ਲੱਭਦੀ ਤੇ ਚਲੋ ਜੇ ਹੁਣ ਅਹਿਸਾਨ ਕੀਤਾ ਹੀ ਇਹਦਾ ਪੂਰਾ ਕਰ ਦੋ ਹਨਾ ਤੇ ਬਾਕੀ ਗੱਲ ਰਹੀ ਤੁਹਾਡੀ ਡਾਕਟਰ ਨਾਲ ਗੱਲਾਂ ਕਰਦੀ ਹੈ ਤੁਹਾਨੂੰ ਚਾਹੀਦਾ ਨਹੀਂ ਸੀ ਆਪਣੀ ਕੁੜੀ ਨੂੰ ਇਹਨਾਂ ਨਾਲ ਬਿਠਾਉਣਾ ਜਾਂ ਗੱਲਾਂ ਕਰਾਉਣੀਆਂ ਪਰਸਨਲ ਹਨਾ ਤੇ ਉਹ ਮੇਰੇ ਖਿਆਲ ਜ਼ਿਆਦਾ ਹੋ ਗਿਆ ਹੁਣ ਬਟ ਇਹਨਾਂ ਦੀ ਫਿਰ ਵੀ ਹੈਲਪ ਕਰੋ ਤੁਸੀਂ ਹਨਾ ਜਦ ਤੱਕ ਇਹਨਾਂ ਨੂੰ ਬੇਸਮੈਂਟ ਨਹੀਂ ਮਿਲਦੀ ਹੈ ਤਾਂ ਉਹ ਗੱਲ ਹੋ ਗਈ ਉਧਰੋਂ ਕੱਢੇ ਇਧਰੋਂ ਧੱਕਤੇ ਨੇ ਆਈ ਸੀ ਖੈਰ ਭੈਣ ਜੀ ਪਿੱਛੋਂ ਆਵਾਜ਼ ਆ ਰਹੀ ਹੈ ਥੋੜੀ ਜਿਹੀ ਟੀਵੀ ਦੀ ਬੰਦ ਕਰ ਦੋਗੇ ਹਾਂਜੀ ਟੀਵੀ ਨਹੀਂ ਮਿਸ਼ਨ ਹੀ ਬੋਲੀ ਰਹੀ ਅੱਛਾ ਪਿੱਛੇ ਹਾਂਜੀ ਪਲੀਜ਼ ਹਾਂਜੀ ਅਗਲੀ ਕਾਲ ਪਲੀਜ਼ ਬਾਕੀ ਹੈਲੋ ਬਾਕੀ ਜੀ ਜੀ ਹਾਂਜੀ ਹਾਂਜੀ ਬਾਕੀ ਇਹ ਮੁੰਡਾ ਮੈਚੁਰ ਨਹੀਂ ਹੈਗਾ ਜੀ ਇਹਨੇ ਉਂਝ ਵੀ ਨਹੀਂ ਰੱਖਣੀ ਇਹ ਡਰਦਾ ਮਾਰਾ ਹੋਇਆ ਜੀ ਰੇਡੀਓ ਤੇ ਆਈ ਸੀ ਤੁਸੀਂ ਸਰ ਦੱਸੋ ਕਿ ਰੱਖਣ ਨੂੰ ਤਿਆਰ ਹੋ ਬਾ ਮਿਸਾਲ ਨੂੰ ਜਾਂ ਨਹੀਂ ਟੈਲ ਟੂ ਰਿਪਬਲਿਕ ਦੇਖੋ ਜੀ ਮੈਂ ਹੁਣ ਕਹਿ ਰਿਹਾ ਦੇਖੋ ਲੋਕਾਂ ਨੂੰ ਡਿਸੀਜਨ ਲੈਣ ਦਾ ਲੋਕਾਂ ਨੂੰ ਕੀ ਪਤਾ ਤੇ ਲੋਕ ਆਪਦੀਆਂ ਗੱਲਾਂ ਕਰੀ ਜਾਂਦੇ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਤਾਂ ਕਰਦੇ ਨਾ ਤੂੰ ਏਡੀ ਵੱਡੀ ਕਰਤੂਤ ਕਰਤੀ ਤਾਂ ਕਰਕੇ ਆਪਾਂ ਨਹੀਂ ਭਾਈ ਤੁਹਾਨੂੰ ਕੋਈ ਗੱਲ ਦਾ ਨਹੀਂ ਪਤਾ ਹੁੰਦਾ ਕੁੜੀ ਰੋ ਰਹੀ ਸੀ ਹਨਾ ਨਹੀਂ ਰੋਣ ਦਾ ਨਹੀਂ ਹੁੰਦਾ ਭਾਈ ਕਿੱਥੇ ਸੀ ਨਹੀਂ ਰੋਣ ਦਾ ਨਹੀਂ ਹੁੰਦਾ ਭਾਈ ਜਦ ਤੁਹਾਨੂੰ ਕੋਈ ਗੱਲ ਦਾ ਨਹੀਂ ਪਤਾ ਤੁਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ ਗੱਲ ਦਾ ਬ్రో ਸਾਰੀ ਕਮਿਊਨਿਟੀ ਨੂੰ ਪਤਾ ਲੱਗ ਗਿਆ ਹਨਾ ਤੁਹਾਡੀ ਤੇਰੀ ਵਾਈਫ ਹਨਾ ਤੇਰੀ ਵਾਈਫ ਲੱਗਦੀ ਆ ਉਹ ਕਿਸੇ ਦੇ ਘਰੇ ਰਹਿ ਰਹੀ ਹੈ ਤੇ ਤੂੰ ਕਹਿੰਦਾ ਗੱਲ ਦਾ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਨਹੀਂ ਭਾਈ ਤੁਹਾਨੂੰ ਕਾਹਦਾ ਗੱਲ ਦਾ ਪਤਾ ਤੁਹਾਨੂੰ ਤੇ ਨੈਕਸਟ ਕਾਲ ਪਲੀਜ਼ ਹਾਂਜੀ ਹਾਂਜੀ ਅਗਲੀ ਕਾਲ ਹਾਂਜੀ ਬੋਲੋ ਜੀ ਕਾਲਰ ਗੋ ਹੈਡ ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਾਈ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਬਾਸੀ ਸਾਹਿਬ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਬਾਈ ਗੱਲ ਹੈਗੀ ਏਦਾਂ ਦੇਖ ਹੁਣ ਤੂੰ ਜੋ ਕੀਤਾ ਜੋ ਹੋਇਆ ਨਾ ਹਰੇਕ ਦੇ ਲਾਈਫ ਦੇ ਵਿੱਚ ਹੋ ਜਾਂਦਾ ਤੂੰ ਭੱਜ ਨਾ ਏਦਾਂ ਛੱਡ ਕੇ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਹੌਲੀ ਹੌਲੀ ਸਮਝਾ ਉਹਨੂੰ ਜੇ ਤੈਨੂੰ ਚੰਗਾ ਲੱਗਦਾ ਨਾਲ ਰਹਿ ਰਾਈਟ ਏਦਾਂ ਛੱਡ ਕੇ ਨਾ ਭੱਜ ਉਹਨੂੰ ਤੇ ਸੈਕੰਡ ਥਿੰਗ ਜੀ ਮੈਂ ਘਰਦਿਆਂ ਨੂੰ ਕਹਿਣਾ ਚਾਹੁੰਦਾ ਕਿ ਇੰਨੀ ਛੇਤੀ ਕਾਹਲੀ ਡੋਲ ਗਏ ਜੀ ਆਈ ਸੀ ਹੈ ਭਾਜੀ ਉਹ ਕਹਿੰਦੇ ਕਿ ਅਸੀਂ ਅਨਕੰਫ ਮਾੜੀ ਮੋਟੀ ਜੇ ਤੁਸੀਂ ਕਿਸੇ ਨੂੰ ਜਗ੍ਹਾ ਦਿੱਤੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖੋ ਦੇਣ ਤੋਂ ਪਹਿਲਾਂ ਤੁਸੀਂ ਤੁਹਾਨੂੰ ਪਤਾ ਨਹੀਂ ਸਾਡੀ ਕੁੜੀ ਆ ਘਰ ਕੇ ਅਸੀਂ ਨਹੀਂ ਦੇਣੀ ਹੈਗੀ ਠੀਕ ਹੈ ਨਾ ਭਾਜੀ ਮੈਂ ਬਹੁਤ ਹੈਰਾਨ ਆ ਜੀ ਘਰਦਿਆਂ ਤੋਂ ਨਹੀਂ ਕਰਦੇ ਕਹਿੰਦੇ ਕਿ ਅਸੀਂ ਸ਼ੈਲਟਰ ਬੱਚੇ ਤੇ ਮਾਨ ਦਿੱਤਾ ਸੀਗਾ ਕਿ ਇਹਦੇ ਨਾਲ ਉਹ ਕੰਫਰਟੇਬਲ ਨਹੀਂ ਹੈ ਤੁਸੀਂ ਸਮਝਿਆ ਕਰੋ ਮੁਸ਼ਕਲਾਂ ਆਉਂਦੀਆਂ ਕੁੜੀ ਨੇ ਉਦੋਂ ਕੁੜੀ ਨੇ ਉਦੋਂ ਰੇਡੀਓ ਦੇ ਉੱਪਰ ਬਹਿ ਕੇ ਕਿਹਾ ਕਿ ਮੈਂ ਮੁੰਡੇ ਨੂੰ ਬਹੁਤ ਪਿਆਰ ਕਰਦੀ ਆ ਦੇਖੋ ਜੀ ਮੈਂ ਤਾਂ ਅੱਜ ਵੀ ਆਣਾ ਚਾਹੇ ਮੈਂ ਉਹਨੂੰ ਮਿਲੂੰਗੀ ਠੀਕ ਹੈ ਨਾ ਇਹ ਘਰਦਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਇਹ ਚੀਜ਼ ਲਈ ਪ੍ਰਿਪੇਅਰ ਰਹਿਣਾ ਚਾਹੀਦਾ ਸੀ ਦੇਖੋ ਜੀ ਮੈਂ ਤਾਂ ਨਾਲ ਨਹੀਂ ਰਹਿਣਾ ਸੀ ਮੈਂ ਤਾਂ ਉਹਨੂੰ ਸਿਰਫ ਉੱਥੇ ਮਿਲਣ ਤੇ ਉਹਦੇ ਪ੍ਰੋਬਲਮ ਸੋਲਵ ਕਰਨ ਜਾ ਰਿਹਾ ਮੈਂ ਤਾਂ ਉੱਥੇ ਕਿਸੇ ਨੂੰ ਕਿਹਾ ਨਹੀਂ ਸ਼ੈਲਟਰ ਦਿਓ ਮੈਨੂੰ ਮੈਂ ਸਿਰਫ ਉੱਥੇ ਪ੍ਰੋਬਲਮ ਸੋਲਵ ਕਰ ਰਿਹਾ ਜੀ ਔਰ ਪੁੱਛ ਕੇ ਬੇਸਮੈਂਟ ਲੱਭ ਹਾਂਜੀ ਕੁੜੀ ਤੈਨੂੰ ਕਰਦੀ ਆ ਬਹੁਤ ਪਿਆਰ ਹਾਂਜੀ ਠੀਕ ਹੈ ਨਾ ਤੂੰ ਉਹਦੇ ਨਾਲ ਰਹਿ ਗਾਂ ਹੋਰ ਤਰੀਕੇ ਬਹੁਤ ਹੁੰਦੇ ਆ ਠੀਕ ਹੈ ਨਾ ਪਿਆਰ ਦੇ ਨਾਲ ਦਰ ਧੱਕੇ ਖਾ ਰਹੀ ਆ ਉਹ ਵੀ ਚੰਗਾ ਨਹੀਂ ਲੱਗਦਾ ਨਾ ਹਾਂਜੀ ਹਾਂਜੀ ਓਕੇ ਨੈਕਸਟ ਕਾਲ ਪਲੀਜ਼ ਹਾਂਜੀ ਪ੍ਰੋਸੀਡ ਕਰੋ ਅਗਲੀ ਕਾਲ ਸਤਿ ਸ਼੍ਰੀ ਅਕਾਲ ਜੀ ਕਾਲ ਤੁਸੀਂ ਲਾਈਨ ਤੇ ਹੋ ਜੀ ਹਾਂਜੀ ਬੋਲੋ ਜੀ ਬੋਲੋ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵੀ ਜੇ ਆਪਾਂ ਇਹ ਗੱਲ ਕਸੂਰ ਤੇ ਹੁਣ ਹੈਗਾ ਹੀ ਹੈ ਹਨਾ ਜੇ ਇੰਨਾ ਇਮੈਚੁਰ ਤੇ ਹੈ ਨਹੀਂ ਜਿਹੜਾ ਬੇਬੀ ਕਰਕੇ ਬੈਠ ਗਿਆ ਹੈ ਪੂਰਾ ਪਲਾਨ ਸੀ ਪੀਆਰ ਲੈਣ ਦਾ ਹਨਾ ਜਦੋਂ ਦਾ ਪੂਰਾ ਪਲਾਨ ਸੀ ਹੁਣ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੀ ਮੇਰੀ ਵਾਈਫ ਹੈ ਮੇਰਾ ਬੱਚਾ ਉਹਨੂੰ ਮੈਂ ਰੱਖਣਾ ਹੈ ਇਹਨੂੰ ਇਹ ਪੁੱਛਿਆ ਜਾਵੇ ਕਿ ਇਹਨੂੰ ਗੋਰੀ ਰੱਖਦੇ ਸ਼ਰਮ ਆਉਂਦੀ ਇਹਨੂੰ ਦੱਸੋ ਕਿ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈ
ਬਹੁਤ ਸਾਰੇ ਲੋਕੀ ਪਹਿਲਾਂ ਫੋਰਨ ਕੰਟਰੀਆਂ 'ਚ ਇਵੇਂ ਹੀ ਪੱਕੇ ਹੁੰਦੇ ਸੀਗੇ, ਇਵੇਂ ਹੀ ਉਹਨਾਂ ਦੀ ਪਰਮਾਨੈਂਟ ਵਾਈਫ ਨੇ, ਉਹ ਗੋਰੀਆਂ ਨਾਲ ਲੋਕਾਂ ਨੇ ਵਿਆਹ ਕਰਾਇਆ। ਕੋਈ ਵੱਡੀ ਗੱਲ ਨਹੀਂ, ਤੂੰ ਰੱਖ ਇਹ ਤੇ ਪੈਰੈਂਟਸ ਦਾ ਰਿਕਾਰਡ ਰੱਖੋ ਕਿ ਵੀ ਉਹ ਕਿੱਥੇ ਵੀ ਕੱਲ ਨੂੰ ਜੇ ਕੋਈ ਕੁੜੀ ਨੂੰ ਹਾਰਮ ਹੁੰਦਾ, ਕੋਈ ਨੁਕਸਾਨ ਪਹੁੰਚਾਉਂਦਾ, ਇਹ ਜ਼ਿੰਮੇਵਾਰ ਹੋਏਗਾ, ਪੀਆਰ ਲੈ ਕੇ ਦੌੜੇਗਾ ਜਾਂ ਕੱਲ ਨੂੰ ਉਹਨੂੰ ਛੱਡਦਾ। ਹੋਲ ਲਾਈਫ ਇਹਦਾ ਇੱਕ ਇਹਨੂੰ ਪ੍ਰੋਮਿਸ ਕਰਨਾ ਪਏਗਾ ਦੁਨੀਆ ਨੂੰ ਕਿ ਵੀ ਹਾਂ ਮੈਂ ਇਹਨੂੰ ਰੱਖਾਂਗਾ। ਇਹ ਦੁਨੀਆ ਦੀ ਨਜ਼ਰਾਂ 'ਚ ਆ ਚੁੱਕਿਆ, ਘਰ ਦਾ ਐਡਰੈਸ ਪਿੰਡ ਸ਼ਹਿਰ ਹਰ ਕੰਟਰੀ ਸਿਟੀ ਵਿੱਚ ਵਸ ਚੁੱਕਿਆ ਹੈ ਤੇ ਇਹਨੂੰ ਹੁਣ ਦੌੜਨਾ ਨਹੀਂ ਚਾਹੀਦਾ। ਤੇ ਇਹਨੇ ਬੇਸਮੈਂਟ ਕਹਿਣਾ ਮੈਨੂੰ ਲੱਭੀ ਨਹੀਂ। ਮੈਂ ਕਹਿੰਦੀ ਕਿ ਜਿਸ ਕਿਸੇ ਨੂੰ ਜਿੰਨੇ ਵੀ ਸੁਣਦੇ ਪਏ ਜੇ ਕਿਸੇ ਦੀ ਬੇਸਮੈਂਟ ਵਿਹਲੀ ਹੈ ਤੇ ਜ਼ਰੂਰ ਇਹਨੂੰ ਦੱਸੋ ਕਿ ਵੀ ਸਾਡੀ ਬੇਸਮੈਂਟ ਵਿਹਲੀ ਤੇ ਆਤ ਰਹਿਤ ਲਾਈਫ ਆਪਣੀ ਇੰਜੋਏ ਕਰ ਤੇ ਨਾਲੇ ਜੀ ਆਪਣੇ ਬੱਚੇ ਦੇ ਨਾਲ ਆਪਣੇ ਕੰਮ ਕਰ। ਕੋਈ ਨਾ ਕੋਈ ਬੇਸਮੈਂਟ ਵਾਲਾ ਸਾਨੂੰ ਕਾਲ ਕਰ ਲਵੇ ਕਿ ਬੇਸਮੈਂਟ ਦੇ ਦੇਵੇ ਤੁਹਾਨੂੰ, ਜਿੰਦੇ ਕੋਈ ਪਰਿਵਾਰ ਬੇਸਮੈਂਟ ਦੇ ਦੇਵੇ, ਤੁਸੀਂ ਇਕੱਠੇ ਰਹਿਣ ਨੂੰ ਤਿਆਰ ਹੋ ਜੀ। ਮੇਰੇ ਕੋਲ ਬੇਸਮੈਂਟ ਹੀ ਹੈ ਨਹੀਂ, ਮੇਰੇ ਕੋਲ ਤਾਂ ਬੇਸਮੈਂਟ ਹੀ ਹੈ ਨਹੀਂ, ਮੈਂ ਇਹਨੂੰ ਲੱਭਾ ਹੀ ਨਹੀਂ, ਮੈਨੂੰ ਕੰਮ ਨਹੀਂ ਲੱਭਾ। ਫਿਰ ਇੱਥੇ ਤੁਹਾਨੂੰ ਇਹਦੇ ਥੋੜਾ ਟਾਈਮ ਨਜ਼ਰ ਰੱਖਣੀ ਪੈਣੀ ਹੈ ਤੇ ਇਹਦਾ ਪੂਰਾ ਰਿਕਾਰਡ ਰੱਖਣਾ ਪੈਣਾ। ਇਹਦੇ ਪੇਪਰ ਵਰਕ ਬੇਸ਼ੱਕ ਆਪਣੇ ਕੋਲ ਜ਼ਬਤ ਕੀਤੇ ਜਾਣ ਜਦੋਂ ਤੱਕ ਇਹ ਸੈੱਟ ਨਹੀਂ ਹੁੰਦਾ ਕਿ ਜੀ। ਥੋੜੇ ਨਾ ਕੀਤੇ ਹੈ। ਬਸ ਜੀ ਇੱਕ ਸਵਾਲ ਸੀਗਾ, ਜਿਵੇਂ ਤੁਸੀਂ ਵੀ ਕਮਿਊਨਿਟੀ ਵੀ ਪੂਰੀ ਚਿੰਤਤ ਆ ਕਿ ਹੁਣ ਜਿੱਦਾਂ ਚਲੋ ਇਹ ਦੋਨੇ ਇਕੱਠੇ ਹੋ ਗਏ, ਹੁਣ ਇਹਨਾਂ ਨੇ ਰਹਿਣਾ ਹਨਾ, ਸਾਰੇ ਕਹਿ ਰਹੇ ਕਿ ਉਹੀ ਫੈਮਿਲੀ ਰੱਖੇ ਜਾਂ ਆਪਾਂ ਲੋਕਾਂ ਨੂੰ ਹੋਰ ਇੱਕ ਅਰਜ਼ ਕਰ ਰਹੇ ਹਾਂ ਕਿ ਇਹਨਾਂ ਨੂੰ ਰੱਖਣ ਵਾਸਤੇ ਕੁਝ ਕਰੋ। ਹਰਜਿੰਦਰ ਦੇ ਕੀ ਪਲਾਨ ਹੈ? ਹਰਜਿੰਦਰ ਦਾ ਕੀ ਪਲਾਨ ਹੈ ਕਿ ਹੁਣ ਅਸੀਂ ਕੀ ਕਰਨਾ, ਕਿੱਥੇ ਰਹਿਣਾ? ਜਾਂ ਜਿਸ ਤਰ੍ਹਾਂ ਜਦੋਂ ਬੱਚਾ ਹੋਇਆ ਇਹ ਉਦੋਂ ਵੀ ਕੋਲੇ ਨਹੀਂ ਸੀ, ਬੱਚਾ ਹੋਣ ਤੋਂ ਹਫ਼ਤਾ 10 ਦਿਨ ਮਹੀਨਾ 2 ਮਹੀਨੇ ਪਹਿਲਾਂ ਪਤਾ ਸੀ ਬੱਚਾ ਹੋਣਾ, ਬਾਅਦ ਚੋਂ ਹਫ਼ਤਾ 10 ਦਿਨ 2 ਮਹੀਨੇ ਪਤਾ ਲੱਗਿਆ ਕਿ ਬੱਚਾ ਹੋ ਗਿਆ। ਉਹ ਗੈਪ ਦੇ ਵਿੱਚ ਤੁਹਾਡਾ ਕੀ ਪਲਾਨ ਸੀ? ਹੁਣ ਤੁਹਾਡਾ ਕੀ ਪਲਾਨ ਹੈ? ਇਕੱਠੇ ਹੋ ਗਏ, ਕਮਿਊਨਿਟੀ ਚਿੰਤਤ ਆ ਤੁਹਾਡੇ ਲਈ, ਤੁਸੀਂ ਵੀ ਦੱਸੋ ਨਾ ਤੁਹਾਡੇ ਮਨ 'ਚ ਕੀ ਚੱਲ ਰਿਹਾ। ਅਸੀਂ ਪਰ ਐਸੇ ਕੁਝ ਕਾਲ ਹੀ ਪਲੀਜ਼ ਪ੍ਰੋਸੀਡ ਕਰੋ ਮੈਟਰ ਨੂੰ ਜਲਦੀ। ਹਾਂਜੀ ਕਾਲਰ ਗੋ ਹੈਡ ਪਲੀਜ਼। ਹੈਲੋ ਕਾਲਰ ਲਾਈਨ ਤੇ ਤੁਸੀਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਕੀ ਕਰ ਬੋਲੋ ਸਰ ਜਲਦੀ ਕਰੋ। ਹਾਂਜੀ ਵੀਰੇ ਹੁੰਦੀਆਂ ਰਹਿੰਦੀਆਂ ਮਿਸਅੰਡਰਸਟੈਂਡਿੰਗਾਂ ਲਾਈਫ 'ਚ। ਸਾਡੇ ਵੀ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਬਹੁਤ ਅਪ ਐਂਡ ਡਾਊਨ ਆਇਆ ਜ਼ਿੰਦਗੀ 'ਚ, ਬਹੁਤ ਚੰਗੇ ਮਾੜੇ ਦਿਨ ਦੇਦੇ ਆ। ਕੋਈ ਵੀ ਲੇਡੀ ਮਾੜੀ ਨਹੀਂ ਹੁੰਦੀ ਵੀਰੇ, ਚੰਗੀ ਵੀ ਨਹੀਂ ਹੁੰਦੀ, ਬਟ ਆਪਾਂ ਉਹਨੂੰ ਆਪਣੇ ਮੁਤਾਬਕ ਹੌਲੀ ਹੌਲੀ ਚੰਗੇ ਪਿਆਰ ਨਾਲ ਢਾਲ ਲੈਂਦੇ ਆ। ਸੋ ਤੇਰਾ ਰਿਲੇਸ਼ਨ ਵਧੀਆ ਰਵੇ ਵੀਰੇ, ਅਸੀਂ ਅਰਦਾਸ ਕਰਦੇ ਆ ਸਾਰੇ। ਤੂੰ ਆਪਣੇ ਵੱਲੋਂ ਹਿੰਮਤ ਮਾਰ ਤੇ ਹੌਸਲਾ ਵਧੀਆ ਤਰੀਕੇ ਨਾਲ ਕੁੜੀ ਨੂੰ ਰੱਖ। ਲੜਾਈ ਝਗੜੇ 'ਚ ਕੋਈ ਫਾਇਦਾ ਨਹੀਂ ਮੇਰਾ ਵੀਰ। ਹਾਂਜੀ ਧੰਨਵਾਦ ਭਾਜੀ, ਧੰਨਵਾਦ। ਓਕੇ ਨੈਕਸਟ ਕਾਲ ਜੀ। ਹਾਂਜੀ ਅਗਲੀ ਕਾਲ ਜੀ। ਅਮਰੀਕ ਸਿੰਘ ਜੀ ਬੋਲੋ ਜੀ, ਗੱਲ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਬੋਲੋ। ਹਾਂਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇਹਨਾਂ ਨੂੰ ਮੇਲ ਕਰਾ ਰਹੇ ਹੋ। ਦੂਸਰੀ ਗੱਲ ਇਹ ਸਿੰਘ ਨੂੰ ਇਹ ਗੱਲ ਕਹੋ ਵੀ ਮੈਂ ਜਰਮਨ ਤੋਂ ਆਇਆ ਆ ਜੀ। ਮੈਨੂੰ ਵੀ ਇੱਕ ਵਾਰੀ ਮੌਕਾ ਇਹੋ ਜਿਹਾ ਮਿਲਿਆ ਸੀ ਜਰਮਨ ਵਿੱਚ ਪੱਕਾ ਹੋਣ ਦਾ, ਲੇਕਿਨ ਮੈਂ ਉਹ ਹੱਥੋਂ ਖੁੰਝ ਗਿਆ। ਮੈਂ ਦੁਬਾਰਾ ਇੱਥੇ ਆਣ ਕੇ ਹੋਰ ਸ਼ਾਦੀ ਕਰਾ ਲਈ, ਪਰ ਉਹ ਗੱਲ ਨਹੀਂ ਬਣਦੀ। ਇਹ ਵੀਰ ਮੇਰੇ ਨੂੰ ਕਹਦੇ ਵੀ ਜੇ ਉਹ ਕੁੜੀ ਨੂੰ ਇੰਨਾ ਪਿਆਰ ਕਰਦੀ ਆ ਫਿਰ ਵੀ ਜੇ ਹੋਰ ਕੰਟਰੀ ਦੀ ਆ ਤੇ ਇਹ ਉਹਦੇ ਨਾਲ ਰਹਿ ਲਵੇ, ਇਹ ਸੁਖੀ ਰਹੂਗਾ ਬੰਦਾ। ਇਹ ਮੈਂ ਤੁਹਾਨੂੰ ਦੱਸ ਦਿੰਦਾ, ਜਿਹਦੇ ਮਨ ਵਿੱਚ ਹੋਰ ਧਾਰਾਵਾਂ ਆ, ਡਰਦਾ ਇੱਥੇ ਆਇਆ ਤਾਂ ਫਿਰ ਇਹਦੇ ਦਿਲ ਦਾ ਵਹਿਮ ਆ। ਇਹਨੂੰ ਇਹ ਦੱਸ ਦਿਓ ਵੀ ਗਾਹਾਂ ਜੇ ਕਦੇ ਨਵੀਂ ਜਾਏਗਾ ਖਬਰ ਤੈਨੂੰ ਮੋਹਰੋਂ ਕਿੱਦਾਂ ਲੱਭੇ, ਫਿਰ ਇਹਨੂੰ ਵੀ ਰੋਵੇਗਾ ਉਹਨੂੰ ਵੀ ਰੋਵੇਗਾ। ਨਹੀਂ ਭਾਈ ਇਹਨੂੰ ਸੁਝਾਇਆ ਵੀ ਇਕੱਠੇ ਹੋ ਜਾਣ ਤਾਂ ਮੇਰਾ ਵੀਰ ਚੰਗੀ ਤਰ੍ਹਾਂ ਰਵੇ, ਕੋਈ ਫਰਕ ਨਹੀਂ ਪੈਂਦਾ। ਫਿਰ ਵੀ ਅੱਜ ਦੂਜੀ ਕੰਟਰੀ ਦੀ ਆ ਤਾਂ ਨਹੀਂ ਭਾਜੀ ਜੇ ਡਰ ਹੁੰਦਾ ਫਿਰ ਮੈਂ ਉਰੇ ਥੋੜੀ ਆਉਂਦਾ ਜੀ। ਨਹੀਂ ਪਰ ਤੂੰ ਸ਼ੇਰਾ ਆਇਆ ਹੀ ਨਹੀਂ ਯਾਰ, ਨਿਆਣਿਆਂ ਨੂੰ ਇੰਨਾ ਚਿਰ ਹੋ ਗਿਆ। ਅੱਜ ਦਾ ਨਾ ਹੁਣ ਤੂੰ ਬਿਲਕੁਲ ਛੱਡੀ ਆ। ਇੰਨੇ ਨਿਆਣੇ ਅਸੀਂ ਵੀ ਹੈ ਨਹੀਂ, ਸਾਡੇ ਵੀ ਦਾੜੀਆਂ ਚਿੱਟੀਆਂ ਹੋਈਆਂ ਆ। ਗੱਲ ਕਰਿਓ ਪਲੀਜ਼ ਜਲਦੀ। ਹਾਂਜੀ ਬੋਲੋ ਜੀ ਬੋਲੋ। ਤੂਫਾਨ ਮਚਾਤਾ, ਸਾਡਾ ਸਮਾਨ ਤੋੜਨ ਲੱਗ ਪਈ ਹੈ। ਹਾਂਜੀ ਉਹ ਸਾਡੇ ਸਮਾਨ ਚੱਕ ਚੱਕ ਕੇ ਤੋੜਨ ਲੱਗ ਪਈ ਹੈ। ਤੁਹਾਡਾ ਸਮਾਨ ਚੁੱਕ ਤੋੜਨ ਲੱਗ ਪਈ ਹੈ? ਹਾਂਜੀ ਤੂੰ ਹਾਂਜੀ ਸਿਲ ਸਭ ਕੀ ਫਿਰ ਜੀ ਘਰ ਸਾਡੇ ਹਾਂਜੀ ਬੜੀ ਪ੍ਰੋਬਲਮ ਆ ਰਹੀ ਆ। ਕੀ ਭੈਣ ਜੀ ਕੀ ਹੋਇਆ ਤੁਹਾਡੇ ਘਰ ਦੇ ਵਿੱਚ? ਮਸ਼ਾਲ ਜਿਹੜੀ ਹੈ ਡਿਸਟਰਬ ਕਰ ਰਹੀ ਹੈ ਤੁਹਾਨੂੰ? ਕਹਿੰਦੇ ਤੂੰ ਕਿਉਂ ਨਹੀਂ ਆ ਸਾਡੇ? ਹਾਂਜੀ ਸਮਾਨ ਚੱਕ ਕੇ ਉਹ ਸਾਡੇ ਹਾਂਜੀ ਤੁਸੀਂ ਅਵਤਾਰ ਜੀ ਨੂੰ ਰਿੰਗ ਕਰੋ ਆਪਣੇ। ਸਿੱਧੂ ਸਾਹਿਬ ਨੂੰ ਦੂਜੀ ਕਾਲ ਦਿਓ ਪਲੀਜ਼। ਸਿੱਧੂ ਸਾਹਿਬ ਮੈਨੂੰ ਕਾਲ ਦਿਓ ਪਲੀਜ਼। ਹਾਂਜੀ ਹਾਂਜੀ ਅਗਲੀ ਕਾਲ। ਹਾਂਜੀ ਸੋ ਇਹ ਮੈਨੂੰ ਲੱਗਦਾ ਕਿ ਹੀ ਇਜ਼ ਰਾਈਟ। ਹਾਂਜੀ ਸਿੱਧੂ ਸਾਹਿਬ ਮੈਨੂੰ ਕਾਲ ਦਿਓਗੇ ਜਾਂ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਕਾਲਰ ਗੋ ਹੈਡ ਜੀ। ਹਾਂਜੀ ਭਾਜੀ ਮੈਂ ਇਹ ਕਹਿਣਾ ਸੀਗਾ ਕਿ ਕੈਨੇਡਾ ਹੈਗਾ, ਇੱਥੇ ਆਪਣੀ ਲਾਈਫ ਖਰਾਬ ਕਰਨੀ ਨਹੀਂ ਚਾਹੀਦੀ ਹੈਗੀ। ਜੇ ਤੁਸੀਂ ਲਾਈਨ ਤੁਸੀਂ ਕੱਟ ਦਿੱਤੀ ਜਾ ਰਹੀ। ਹਾਂਜੀ ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਨੀਲ ਬੋਲ ਰਿਹਾ, ਐਡਵੋਕੇਟ ਬੋਲ ਰਿਹਾ ਜੀ ਇੰਡੀਆ ਤੋਂ। ਹਾਂਜੀ ਇੱਥੇ ਸਮਾਨ ਤੋੜਦੀ ਪਈ ਆ ਸਾਡੀ ਚੀਜ਼ਾਂ। ਹੈਲੋ Right now she just tossed all her stuff down the stairs, like she's tossing everything. ਹੈਲੋ ਹਾਂਜੀ ਬੋਲੋ ਜੀ ਬੋਲੋ ਕਾਲਰ ਬੋਲੋ ਜੀ। ਸਰ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਲਾਈਨ ਨੂੰ ਹੋਲਡ ਰੱਖ ਲਓ ਪਲੀਜ਼। ਚਾਹੁੰਦਾ ਕਿ ਬੱਚਾ ਦਾ ਪੈਦਾ ਨਹੀਂ ਹੋ ਗਿਆ। ਹਾਂਜੀ ਅਗਲੀ ਕਾਲ ਪਲੀਜ਼ ਨੈਕਸਟ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਜੀ। ਕਾਲਰ ਲਾਈਨ ਤੇ ਤੁਸੀਂ ਬੋਲੋ। ਸਿੱਧੂ ਸਾਹਿਬ ਨੈਕਸਟ ਕਾਲ ਲਓ ਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਆਪਦੇ ਵਿਚਾਰੇ ਕਹਿਣਾ ਚਾਹੁੰਦਾ ਕਿ ਮੈਂ ਇਸ ਨੂੰ ਬੇਨਤੀ ਕਰਨਾ ਚਾਹੁੰਦਾ ਬਾਈ ਦੇਖ ਤਮਾਸ਼ਾ ਬਣ ਰਿਹਾ ਹਰ ਪਾਸੇ। ਤੇਰੀ ਵਾਈਫ ਆਓ ਤੇ ਤੈਨੂੰ ਉਹਨੂੰ ਸਾਹਮਣਾ ਚਾਹੀਦਾ, ਤੇ ਜੇ
ਕੁਝ ਗਲਤੀਆਂ ਹੋ ਜਾਂਦੀਆਂ, ਪਰ ਤੂੰ ਆਪਦਾ ਫਿਊਚਰ ਖਰਾਬ ਕਰ। ਇਹਦੇ ਨਾਲ ਮਤਲਬ ਜੇ ਤੂੰ ਧੋਖਾ ਹੈ ਨਾ, ਤੇਰਾ ਫਿਊਚਰ ਵੀ ਨਹੀਂ ਰਹਿਣਾ, ਤੈਨੂੰ ਡਿਪੋਰਟ ਕਰਨਗੇ। ਤੇ ਦੂਜੀ ਗੱਲ ਸਰ, ਮੈਂ ਉਹ ਘਰ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਜੇ ਚਲੋ ਤੁਸੀਂ ਹੁਣ ਡਿਸੀਜਨ ਲੈ ਰਿਹਾ ਸੀ ਰੱਖਣ ਦਾ, ਤੇ ਜਿੰਨਾ ਚਿਰ ਇਹਨਾਂ ਨੂੰ ਕੁਝ ਹੁੰਦਾ ਨਹੀਂ, ਤੁਸੀਂ ਮੁੰਡੇ ਨੂੰ ਨਾ ਰੱਖੋ, ਪਰ ਉਹਦੀ ਇਹ ਮੁੰਡੇ ਦੀ ਵਾਈਫ ਨੂੰ ਤੇ ਬੱਚੇ ਨੂੰ ਜਿੰਨਾ ਕੁਝ ਨਹੀਂ ਹੈ ਮੁੰਡਾ ਅਰੇਂਜ ਕਰਦਾ, ਤੇ ਉਹਨੂੰ ਸ਼ੈਲਟਰ ਦੇ ਦਿਓ। ਓਕੇ ਜੀ, ਮਿਹਰਬਾਨੀ ਜੀ। ਆਓ, ਸਾਡੀ ਕਮਿਊਨਿਟੀ ਕੀ ਪਰਿਵਾਰ ਨੂੰ ਸੈਸ਼ਨ ਦਿੰਦੀ ਹੈ, ਔਰ ਅਸੀਂ ਬਾਅਦ ਚ ਗੱਲ ਕਰਦੇ। ਨੰਬਰ 3 ਪਲੀਜ਼। ਹਾਂਜੀ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਔਰ ਤੁਸੀਂ ਅਵਤਾਰ ਜੀ ਨੂੰ ਕਾਲ ਕਰਨਾ। ਹਾਂਜੀ ਬੋਲੋ ਕਾਲਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਸੀ ਅੰਕਲ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ, ਕੀ ਕਹਿਣਾ ਚਾਹੁੰਦੇ, ਬੋਲੋ। ਹਾਂਜੀ ਅੰਕਲ, ਮੈਂ ਇਹੀ ਕਹਿਣਾ ਚਾਹੁੰਦੀ ਆ, ਥੋੜੀ ਦੇਰ ਪਹਿਲਾਂ ਸਿੱਧੂ ਵੀਰ ਜੀ ਨੇ ਇੱਕ ਕੁਐਸਚਨ ਪੁੱਟ ਕੀਤਾ ਸੀ ਇਹਨਾਂ ਵੀਰ ਜੀ ਨੂੰ। ਮੇਰਾ ਵੀ ਸੇਮ ਹੀ ਕੁਐਸਚਨ ਆ ਕਿ ਇਹਨਾਂ ਦੀ ਕੀ ਪਲੈਨਿੰਗ ਅੱਗੇ, ਔਰ ਉਸ ਟਾਈਮ ਪੀਰੀਅਡ ਵਿੱਚ ਇਹ ਕੀ ਸੋਚਦੇ ਸੀ। ਚਲੋ ਬੰਦੇ ਕੋਲ ਗਲਤੀ ਹੁੰਦੀ ਹੈ ਜਾਂ ਜੋ ਵੀ ਆ, ਤੇ ਜਿਹੜੇ ਆਂਟੀ ਜੀ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਉਹ ਵੀ ਆਪਣੀ ਥਾਂ ਕਿਸੇ ਨਾ ਕਿਤੇ ਠੀਕ ਨੇ, ਪਰ ਇਹਨਾਂ ਦੀ ਆਪਣੀ ਕੀ ਪਲੈਨਿੰਗ ਆ? ਤੁਹਾਡੀ ਕੀ ਪਲੈਨਿੰਗ ਹੈ? ਕਮਿਊਨਿਟੀ ਜਾਣਨਾ ਚਾਹੁੰਦੇ ਤੁਹਾਡੇ ਤੋਂ। ਪਲੈਨਿੰਗ ਹੈਗੀ ਤੇ ਨਾਲ ਰਵਾਂਗੇ ਤੇ ਕਰਾਂਗੇ ਤੇ ਸਾਰਾ ਕੁਝ ਨਾਲ ਰਵਾਂਗੇ ਉਹਦੇ ਤੇ। ਅੱਜ ਤੁਸੀਂ ਨਾਰਾਇਣ ਗੱਲ ਪਤਾ ਕੀ ਅੰਕਲ, ਜਿਸ ਹਿਸਾਬ ਨਾਲ ਰਿਪਲਾਈ ਕਰ ਰਹੇ ਆ ਨਾ, ਥੋੜਾ ਜਿਹਾ ਖੁਦ ਵੀ ਰਿਸਪੌਂਸਿਬਿਲਟੀ ਇਹਨਾਂ ਨੂੰ ਚੱਕਣੀ ਚਾਹੀਦੀ ਆ। ਕਮਿਊਨਿਟੀ ਨਾਲ ਆ, ਕਮਿਊਨਿਟੀ ਨੇ ਦੇਖੋ ਇੰਨਾ ਵੱਡਾ ਸਟੈਪ ਚੱਕਿਆ ਵਾ, ਉਹਨਾਂ ਨੂੰ ਸ਼ੈਲਟਰ ਵੀ ਦੇਤਾ, ਸਟਿਲ ਤੁਸੀਂ ਵੀ ਨਾਲ ਖੜੇ ਹੋ, ਹਲੇ ਵੀ ਇੰਨੇ ਕੁਐਸਚਨ ਇਹਨਾਂ ਨੂੰ ਹੋ ਰਹੇ ਨੇ। ਥੋੜੀ ਜਿਹੀ ਮੈਨੂੰ ਨਹੀਂ ਲੱਗਦਾ ਕਿ ਰਿਸਪੌਂਸਿਬਿਲਟੀ ਆਪ ਵੀ ਦੇਖਦੇ ਨੇ, ਖੁਦ ਵੀ ਅੱਗੇ ਵੱਧ ਕੇ ਕਹਿਣ ਕਿ ਹਾਂਜੀ ਮੇਰੀ ਆਹ ਰਿਸਪੌਂਸਿਬਿਲਟੀਜ਼ ਆ, ਮੈਂ ਉਸ ਚੀਜ਼। ਕਿਉਂਕਿ ਉਸ ਘਰ ਦੇ ਵਿੱਚ 4:30 ਵਜੇ ਸਵੇਰ ਨੂੰ ਇਹ ਜਾਂਦੇ, 2:30 ਵਜੇ ਰਿੰਗ ਜਾਂਦੀ ਆ ਕਿ ਮੇਰੇ ਹਸਬੰਡ ਨੇ ਆਉਣਾ ਮਿਸਾਲ ਦੀ, ਔਰ 4:30 ਵਜੇ ਇਹ ਗੱਲ ਮਿਸਾਲ ਦੀ ਵੀ ਅੰਕਲ ਗਲਤ ਹੈ ਜੀ। ਆਈ ਨੋ, ਬਟ ਦਿਸ ਇਜ਼ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਕਿ ਤੁਸੀਂ ਕਿਸੇ ਨੂੰ 4 ਵਜੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ, ਤੁਸੀਂ ਇੱਕ ਦਿਨ ਵੇਟ ਕਰ ਸਕਦੇ ਹੋ ਹੋਰ। ਪਰ ਤੂੰ ਤਾਂ ਕਹਿ ਸਕੇ ਕਿ ਮੈਂ ਤਾਂ ਦਿਨੇ ਆਉਂਗਾ, ਯੂ ਸੈਡ ਦੈਟ। ਹਾਂ, ਤੇ ਮੈਂ ਪੁੱਛਿਆ ਸੀ, ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਸਵੇਰੇ ਵੀ ਆ ਜਾਊਂਗਾ, ਸ਼ਾਮ ਨੂੰ ਆਜੂ, ਕੋਈ ਗੱਲ ਨਹੀਂ। ਮੈਂ ਕਿਹਾ ਦੱਸ ਦੋ। ਹਾਂ, ਤੇ ਮੈਨੂੰ ਲੱਗਦਾ ਮੈਂ 4 ਨਹੀਂ, ਮੈਨੂੰ ਲੱਗਦਾ 5:30 ਦੇ ਲਗਭਗ ਹੋਣਾ। ਤੇ ਪਰ ਇੱਕ ਮਿੰਟ ਹਰਜਿੰਦਰ, ਆਈ ਲਾਈਕ ਟੂ ਨੋ ਦੈਟ ਇੰਨੇ ਮਹੀਨੇ ਤੋਂ ਮਿਲਿਆ ਨਹੀਂ, ਬੱਚਾ ਤੂੰ ਦੇਖਿਆ ਨਹੀਂ ਗਿਆ, ਤੂੰ ਫਿਰ ਇੰਨੇ 5:30 ਵਜੇ ਇੰਨੀ ਜਲਦੀ ਕਿਉਂ ਕਰ ਲਈ? ਤੈਨੂੰ ਕਿਹਾ ਲਈ ਜਾਂ ਫਿਰ ਤੈਨੂੰ ਕੋਈ ਐਸੀ ਕਿਸਮ ਦਾ ਡਰ ਪੈ ਗਿਆ ਸੀ ਮਨ ਵਿੱਚ? ਟੈਲ ਮੀ ਟਰੂ। ਡਰ ਤਾਂ ਕਾਹਦਾ ਸੀ, ਤੇ ਉਹਦਾ ਕਾਲ ਤੇ ਮੈਂ ਕਿਹਾ ਜਿਹੜੀ ਪ੍ਰੋਬਲਮ ਸੋਲਵ ਕੀਤੀ ਜਾਵੇ। ਕਿਉਂ ਨਹੀਂ, ਅੱਗੇ ਵੀ ਤੁਹਾਨੂੰ ਕਾਲ ਜਾਂਦਾ ਸੀ, ਉਹ ਤੱਕ ਨਹੀਂ ਜਾਂਦਾ ਸੀ? ਨਹੀਂ, ਅੱਗੇ ਪਹਿਲਾਂ ਕਰਦੀ ਸੀ, ਤੇ ਉਸ ਤੋਂ ਬਾਅਦ ਜਿੱਥੋਂ ਇੰਟਰਵਿਊ ਹੋਈ ਹੈ ਤੇ ਉਸ ਤੋਂ ਬਾਅਦ ਨਹੀਂ ਕਾਲ ਕਰੀ ਕੋਈ ਵੀ ਉਹਨਾਂ ਨੇ। ਅੱਛਾ, ਇੰਟਰਵਿਊ ਤੋਂ ਬਾਅਦ ਰਾਤ ਨੂੰ 2:30 ਵਜੇ ਕਾਲ ਤੇਰੀ ਗਈ ਜਾਂ ਉਹਦਾ ਗਿਆ? ਟੈਲ ਮੀ ਟਰੂ। ਤੇ ਕਾਲ ਉਹਦਾ ਹੀ ਆਇਆ ਸੀ, ਕਿਉਂਕਿ ਮੈਂ ਆਲਰੇਡੀ ਅਸੀਂ ਦੇਖ ਚੁੱਕੇ ਹਾਂ। ਟੈਲ ਮੀ ਟਰੂ। ਤੇ ਉਹਦਾ ਹੀ ਆਇਆ ਸੀ ਕਾਲ। ਤੇ ਤੁਸੀਂ ਉਹਦਾ ਕਾਲ ਤੁਸੀਂ 2:30 ਵਜੇ ਤੁਸੀਂ ਕਿਵੇਂ ਜਾਗਦੇ ਸੀ 2:30 ਵਜੇ ਮਿਸਾਲ ਦਾ ਕਾਲ ਆਉਣਾ? ਤੇ ਮੈਂ ਤਾਂ ਹੀ ਉੱਥੇ ਗੇਮ ਖੇਡ ਰਿਹਾ ਸੀਗਾ, ਤੇ 2:30 ਵਜੇ ਰਾਤ ਤੁਸੀਂ ਗੇਮ ਖੇਡਦੇ ਸੀਗੇ? ਹਾਂਜੀ। ਕਿੱਥੇ ਖੇਡ ਰਹੇ ਸੀ? ਘਰ ਦੇ ਵਿੱਚ। ਫੈਮਿਲੀ ਦੀ ਵੀ ਰਿਸਪੈਕਟ ਆ ਥੋੜੀ, ਉਹਨਾਂ ਨੂੰ ਵੀ ਦੇਖੋ। ਮਿਸਾਲ ਨੂੰ ਚਾਹੀਦਾ ਵਾ ਤੇ ਫੈਮਿਲੀ ਨੂੰ ਤਾਂ ਪੁੱਛਿਆ ਜੀ ਉਹਨਾਂ ਨੇ, ਪੁੱਛ ਕੇ ਕਲਚਰ ਐਵਰੀਥਿੰਗ ਹੈ ਨਾ ਜੀ, ਤੇ ਥੋੜਾ ਟਾਈਮ ਰੁਕ ਕੇ ਵੀ ਉਸ ਚੀਜ਼ ਨੂੰ ਸੌਰਟ ਆਊਟ। ਜੀ ਬਿਲਕੁਲ ਬਸ ਸਾਹਿਬ, ਸੌਰੀ ਟੂ ਲਾਈਕ ਮੇਰੇ ਸਵਾਲ ਨੂੰ ਮੈਂ ਇੱਕ ਵਾਰੀ ਅਗੇਨ ਪੁੱਛ ਰਿਹਾ। 2 ਮਹੀਨੇ ਦਾ ਬੱਚਾ ਹੋਵੇ, ਕਮਿਊਨਿਟੀ 'ਚ ਐਡਾ ਡਿਸਪਿਊਟ ਪਿਆ ਹੋਵੇ, ਘਰ ਵਾਲੀ ਤੇਰੀ ਸੜਕ ਤੇ ਆਈ ਫਿਰਦੀ ਆ, ਰਾਤ ਨੂੰ 2:30 ਵਜੇ ਗੇਮ ਸੁੱਝ ਰਹੀ ਆ, ਬੰਦਿਆਂ ਦੀਆਂ ਨੀਂਦਾਂ ਉੱਡ ਜਾਂਦੀਆਂ ਮੇਰੇ ਵੀਰ। ਆਪਾਂ ਕਿਹੜੀ ਗੱਲ ਕਰ ਰਹੇ ਹਾਂ? ਕਿਹੜੀ ਤੁਸੀਂ ਪਬਜੀ ਜ਼ਰੂਰੀ ਜਾਂ ਕੀ ਜ਼ਰੂਰੀ ਹੋ ਗਿਆ? ਤੁਸੀਂ ਸਾਫ਼-ਸਾਫ਼ ਕਿਉਂ ਨਹੀਂ ਦੱਸਦੇ? ਤੁਸੀਂ ਕਹਿ ਰਹੇ ਹੋ ਮੈਂ ਰੱਖਣਾ, ਕਿੱਥੇ ਰੱਖਣਾ, ਕੀ ਪਲਾਨ? ਆਪਾਂ ਘਰ ਵਸਾਉਣੇ ਆ ਨਾ। ਮੇਰਾ ਭਾਵੇਂ ਹਜੇ ਵਿਆਹ ਨਹੀਂ ਹੋਇਆ, ਪਰ ਹਰ ਬੰਦਾ ਸੋਚਦਾ, ਸਪਸ਼ਟ ਗੱਲ ਕਰ, ਘੁਮਾ ਨਾ ਗੱਲ ਨੂੰ। ਨਹੀਂ ਕਮਾਈ ਲਿਆ ਜੀ। ਦੇਖੋ ਮੈਂ ਕਿਹਾ ਵੀ ਮੈਂ ਬੇਸਮੈਂਟ ਲੱਭ ਰਿਹਾ, ਰੱਖਾਂਗੇ ਤੇ ਕੋਈ ਗੱਲ ਨਹੀਂ, ਨਾ ਰਹਾਂਗੇ ਤੇ ਮੈਂ ਕੋਈ ਕਮਾਲ ਫਰੋਲ ਵਾਲੇ ਤੇ ਕੋਈ ਗੱਲ ਨਹੀਂ। ਫਿਰ ਤੁਹਾਡੇ ਬੱਚਾ ਹੋਇਆ, ਤੁਹਾਨੂੰ ਗੇਮਾਂ ਸੋਚਦੀਆਂ ਪਈਆਂ, ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਬੱਚਿਆਂ ਵਾਲੀਆਂ? ਸਿੱਧੂ ਸਾਹਿਬ ਕਹਿ 21 ਸਾਲ ਦੀ ਉਮਰ ਹੈ ਬੱਚੇ ਦੀ, ਔਰ ਇਹ 2.5 ਸਾਲ ਦਾ। ਹੀ ਨੈਵਰ ਐਕਸਪੈਕਟ ਕਿ ਵਾਈਫ ਦਾ ਕਾਲ ਆਊਟ। ਤੁਹਾਨੂੰ ਪਤਾ ਨਹੀਂ ਸੀ ਵਾਈਫ ਦਾ ਕਾਲ ਆਉਣਾ, ਪਹਿਲਾਂ ਆਇਆ ਨਹੀਂ ਸੀ ਨਾ ਕਾਲ। ਹਾਂਜੀ, ਅਗਲੀ ਕਾਲ ਪਲੀਜ਼। ਹਾਂਜੀ, ਅਗਲੀ ਕਾਲ ਜੀ ਸਾਡੇ ਮੈਨੇਜਰ ਸਾਹਿਬ ਦਾ ਸਵਾਲ ਸੀ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ। ਹਾਂਜੀ ਬਾਸੀ ਸਾਹਿਬ ਜੀ। ਹਰਜਿੰਦਰ ਸਿੰਘ, ਮੇਰੀ ਮਿੱਤਰਾ ਇੱਕ ਗੱਲ ਸੁਣ ਲੈ ਕੰਨ ਖੋਲ ਕੇ। ਮੈਨੂੰ ਲੱਗ ਰਿਹਾ ਵੀ ਤੂੰ ਨਾ ਪ੍ਰੈਸ਼ਰ 'ਚ ਆ ਕੇ ਸਭ ਕੁਝ ਕਰਦਾ ਪਿਆ, ਤੇ ਦਿਲੋਂ ਤਾਂ ਨਹੀਂ ਕਰਦਾ ਪਿਆ। ਜਿਹੜਾ ਮੀਡੀਆ ਦਾ ਪ੍ਰੈਸ਼ਰ ਜਾਂ ਹੋਰ ਖੱਬੇ ਸੱਜੋਂ ਪੈ ਗਿਆ। ਤੇ ਇੱਕ ਮੇਰੀ ਸਲਾਹ ਹੋਰ ਸੁਣ ਲੈ, ਜੇ ਦਿਲੋਂ ਤੂੰ ਹੱਲੇ ਵੀ ਨਹੀਂ ਚਾਹੁੰਦਾ ਤਾਂ ਦਲੇਰੀ ਨਾਲ ਨਾ ਕਰਦੇ। ਹਰੇਕ ਚੀਜ਼ ਦਾ ਮਸਲਾ ਹੈਗਾ ਆ, ਭਾਵੇਂ ਚਾਈਲਡ ਸਪੋਰਟ ਦੇ ਦੀ, ਜੋ ਮਰਜ਼ੀ ਕਰਦੀ। ਐਵੇਂ ਆ ਜਿਹੜੀ ਕਮਿਊਨਿਟੀ ਕਹਿ ਰਹੀ ਹੈ ਨਾ ਬੈਕਅਪ ਤੇ ਤੇਰੇ ਖੜੀ ਆ, ਕਿਸੇ ਨੇ ਪੰਜੀ ਨਹੀਂ ਦੇਣੀ। ਸ਼ੋਅ ਤੋਂ ਬਾਅਦ ਆਪਣੇ ਸਾਰਿਆਂ ਨੇ ਘਰ ਜਾਣਾ, ਮੇਰੇ ਵਰਗਿਆਂ ਨੇ। ਤੇ ਜੋ ਕਰਨਾ ਦਿਲੋਂ ਕਰੀ, ਪ੍ਰੈਸ਼ਰ ਥੱਲੇ ਆ ਕੇ ਨਾ ਕਰੀ। ਰੱਖਣੀਆਂ ਰੱਖ, ਨਹੀਂ ਰੱਖਣੀਆਂ ਨਾ ਰੱਖ, ਦਲੇਰੀ ਨਾਲ ਸੱਚ ਕਹਿ ਦੇ। ਹਾਂਜੀ ਭਾਜੀ, ਹਾਂਜੀ। ਤੇ ਕੋਈ ਗੱਲ ਨਹੀਂ ਭਾਜੀ, ਰੱਖਾਂਗੇ ਤੇ ਆਪਾਂ ਪ੍ਰੈਸ਼ਰ ਕੋਈ ਨਹੀਂ ਹੈਗਾ ਆਪਾਂ ਨੂੰ। ਤੇ
ਹਾਂ ਬਸ ਠੀਕ ਹੈ, ਜੇ ਰੱਖਣੀ ਹੈ ਫਿਰ ਦਿਲੋਂ ਰੱਖ, ਫਿਰ ਹਾਂਜੀ। ਤੁਹਾਡੇ ਤੇ ਕੋਈ pressure ਤਾਂ ਨਹੀਂ ਹੈ? ਲੋੜ ਨਹੀਂ। ਨਹੀਂ ਨਹੀਂ ਪ੍ਰੈਸ਼ਰ ਕੋਈ ਨਹੀਂ ਹੈਗਾ ਜੀ। ਅੱਛਾ, ਤੁਸੀਂ ਇਹ ਬਿਲਕੁਲ ਸਾਨੂੰ ਮਤਲਬ ਫ੍ਰੀ ਮਾਈਂਡ ਨਾਲ ਇਹ ਇੰਟਰਵਿਊ ਦੇ ਰਹੇ ਹੋ ਨਾ? ਹਾਂਜੀ। ਓਕੇ, ਥੈਂਕ ਯੂ ਸੋ ਮਚ। ਹੀ ਸੈਡ ਹੀ ਡੋਨਟ ਹੈਵ ਪ੍ਰੈਸ਼ਰ ਐਂਡ ਹੀ ਇਜ਼ ਏ ਫਰੀडम, ਆਪਣੇ ਬਿਲਕੁਲ ਤੁਸੀਂ ਆਜ਼ਾਦ ਹੋ ਕੇ ਆਪਣੇ ਵਿਚਾਰ ਰੱਖ ਰਹੇ ਹੋ, ਹਾਂਜੀ? ਹਾਂਜੀ। ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਨਾ? ਨਹੀਂ ਜੀ। ਓਕੇ, ਥੈਂਕ ਯੂ ਸੋ ਮਚ। ਇਜ਼ ਹੀ ਡੋਨਟ ਹੈਵ ਐਨੀ ਕਾਈਂਡ ਪ੍ਰੈਸ਼ਰ। ਅੱਛਾ ਜੀ, ਨੈਕਸਟ ਕਾਲ ਪਲੀਜ਼। ਗ੍ਰੇਟ। ਅੱਛਾ, ਅਗਲੀ ਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ ਜਲਦੀ ਕਰੋ ਜੀ, ਮੈਂ ਠੀਕ ਹੈ। ਹਾਂ, ਕੁਐਸਚਨ ਕੀ ਤੁਹਾਡਾ? ਬਸ ਜੀ, ਮੈਨੂੰ ਮੁੰਡੇ ਚ ਵੀ ਚਲੋ ਤਾੜੀ ਮੈਂ ਕਹਿੰਦਾ ਦੋਨਾਂ ਹੱਥਾਂ ਵੱਜਦੀ ਹੋਊਗੀ, ਜੇ 80% ਇਹਦਾ ਕਸੂਰ 20% ਉਹਦਾ ਵੀ ਹੋਊਗਾ। ਬਸ ਮੁੰਡੇ ਨੂੰ ਜਦੋਂ ਨਿਆਣਾ ਹੋ ਗਿਆ ਉਹਨੂੰ ਸਮਝਣ ਦੀ ਜ਼ਰੂਰਤ ਸੀਗੀ। ਇਹਨੂੰ ਛੱਡ ਕੇ ਨਹੀਂ ਛੱਡਾ ਜਾਣਾ ਚਾਹੀਦਾ। ਬਾਕੀ ਭਾਜੀ ਦੀ ਗੱਲ ਬਿਲਕੁਲ ਸਹੀ ਆ, ਜੇ ਉਹ ਵੀ ਕਰਨਾ ਦਲੇਰੀ ਨਾ ਕਰੇ, ਇਹ ਨਾ ਹੋਵੇ ਕਿ ਲੋਕਾਂ ਦੇ ਪ੍ਰੈਸ਼ਰ ਚ ਆ ਕੇ ਕਰੇ, ਬਾਅਦ ਚ ਫੇਰ ਅਗਲੇ ਦਿਨ ਇਹੀ ਕੰਮ ਰਿਹਾ ਹੋਵੇ। ਹਰਜਿੰਦਰ, ਲੋਕ ਇਹ ਕਹਿੰਦੇ ਨੇ ਕਿ ਜੇ ਤੂੰ ਨਾ ਕਰਨੀ ਹੈ ਕਿ ਮੈਂ ਨਹੀਂ ਰੱਖਣਾ, ਮੇਰੀ ਨਹੀਂ ਬਣਦੀ ਔਰ ਮੇਰੀ ਬਣ ਨਹੀਂ ਸਕਦੀ, ਯੂ ਟੈਲ ਟਰੂ ਟੂ ਦ ਕਮਿਊਨਿਟੀ। ਜੀ ਦੇਖੋ ਜੀ, ਬਣ ਨਹੀਂ ਸਕਦੀ ਇਹ ਤਾਂ ਆਪਾਂ ਕਹਿ ਨਹੀਂ ਸਕਦੇ, ਕਿਉਂ ਆਪਾਂ ਬਣਾਵਾਂਗੇ, ਜੇ ਬਣਾਵਾਂਗੇ ਤਾਂ ਬਣੂਗੀ ਜੀ, ਤੇ ਆਪਾਂ ਕੋਸ਼ਿਸ਼ ਕਰਨੀ ਹੈ ਪੂਰੀ ਤੇ ਬਣਾ ਕੇ ਰੱਖਣੀ ਹੈ। ਮਿਹਰਬਾਨੀ, ਵੈਰੀ ਗੁੱਡ। ਦਿਸ ਇਜ਼ ਹਿਜ਼। ਬਾਕੀ ਇਹ ਗੱਲ ਇਹਨੂੰ ਆਪਣੇ। ਹਾਂਜੀ, ਅਗਲੀ ਕਾਲ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਲਾਈਨ ਤੇ ਤੁਸੀਂ ਕਾਲਰ 647 ਸਿੱਧੂ ਸਾਹਿਬ ਦੱਸ ਕਰੋ ਅਗਲਾ ਕਾਲਰ ਨੈਕਸਟ ਲਾਈਨ ਤੇ ਪਲੀਜ਼। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ, ਹਾਂਜੀ ਵੀਰ ਜੀ, ਮੈਂ ਗੱਲ ਕਰਨ ਚਾਹੁੰਦੀ ਸੀ ਇਹ ਬੱਚੇ ਨੂੰ ਜੀ ਵੀ ਇਦਾਂ ਕਾਦੀ ਪ੍ਰੋਬਲਮ ਹੋਈ ਕਿ ਘਰ 'ਚ ਹਰ ਚ ਲੜਾਈ ਹੁੰਦੀ ਹੈ ਨਾ। ਜੀ ਜੀ। ਤੇ ਇਹ ਥੋੜੋ ਵੀ ਤੁਸੀਂ ਬੱਚਾ ਦੇਖਣ ਨਹੀਂ ਜਾਣਾ ਜਾਂ ਵਾਈਫ ਪ੍ਰੈਗਨੈਂਟ ਹੈਗੀ ਆ ਜੀ, ਮਿਹਰਬਾਨੀ ਤਾਂ ਜੀ। ਉਹਨੂੰ ਤੁਸੀਂ ਕੇਅਰ ਨਹੀਂ ਕਰ ਸਕਦੇ, ਡਾਕਟਰ ਦੇ ਨਹੀਂ ਲੈ ਸਕਦੇ, ਲੜਾਈ ਹਰ ਘਰ ਹੁੰਦੀ ਆ। ਅਸੀਂ ਵੀ 25 ਸਾਲ ਹੋ ਗਏ, ਸਾਡੇ ਘਰ 'ਚ ਵੀ ਹੁੰਦੀ ਆ ਨਾ। ਰਜਿੰਦਰ, ਹਰ ਘਰ ਦੇ ਵਿੱਚ ਲੜਾਈ ਹੁੰਦੀ ਹੈ। ਹਾਂਜੀ ਹਾਂਜੀ, ਸ਼ਾਮ ਨੂੰ ਸਾਰੇ ਇੱਕੋ ਜਿਹੇ ਹੋ ਜਾਂਦੇ ਆ। ਮਿਹਰਬਾਨੀ ਜੀ, ਅਗਲੀ ਕਾਲ ਪਲੀਜ਼। ਹਾਂਜੀ, ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਮੁੰਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਕਾਕਾ ਤੂੰ ਵਿਆਹ ਕਰਾਇਆ। ਹੈਲੋ, ਹਾਂਜੀ, ਬੋਲੋ ਜੀ, ਬੋਲੋ। ਮੈਂ ਕਿਹਾ ਵੀ ਵਿਆਹ ਕਰਾਇਆ ਇਹਨੇ ਮੁੰਡੇ ਨੇ, ਫਿਰ ਬੱਚਾ ਜੰਮਿਆ, ਇੰਨਾ ਚਿਰ ਤੂੰ ਬੱਚਾ ਨਹੀਂ ਦੇਖਿਆ। ਚਲੋ ਤੂੰ ਗਲਤੀ ਕਰ ਲਈ ਆ, ਹੁਣ ਵੀ ਮਾਫੀ ਮੰਗ ਲਈ ਆ ਬਾਸੀ ਸਾਹਿਬ ਉਹਨਾਂ ਦੇ ਸ਼ੋਅ ਤੇ ਆ ਕੇ। ਤੇ ਜਿਹੜੀ ਕੁੜੀ ਆ ਜਾਂ ਮੁੰਡਾ ਆ ਜਿਹੜਾ ਤੇਰੇ ਹੋਇਆ ਘਰੇ, ਉਹਨਾਂ ਦਾ ਤੂੰ ਹੁਣ ਉਹਨਾਂ ਜਿਹਨਾਂ ਦੇ ਘਰੇ ਰਹਿ ਰਹੀ ਆ ਉਹਨਾਂ ਨੂੰ ਅਪਰੀਸ਼ੀਏਟ ਕਰ, ਤੇ ਉਹਨਾਂ ਨੂੰ ਮੈਂ ਕਹੂੰਗਾ ਵੀ ਜੇ ਤੁਸੀਂ ਕਾਹਲੀ ਦੇ ਵਿੱਚ ਉਹਨਾਂ ਨੂੰ ਸ਼ੈਲਟਰ ਦੇ ਦਿੱਤਾ ਆ ਤੇ ਹੁਣ ਕਾਹਲੀ ਨਾ ਕਰੋ। ਆਈ ਸੀ, ਮਿਹਰਬਾਨੀ। ਤੁਸੀਂ ਚਾਹੁੰਦੇ ਹੋ ਕਿ ਮਤਲਬ ਇਹ ਹੱਲੇ ਕਿਉਂਕਿ ਜਗ੍ਹਾ ਲੱਭ ਲੈਣ, ਉਹਨੇ ਦਿਨ ਇਹਨਾਂ ਨੂੰ ਰੱਖ ਲੈਣ, ਤੁਹਾਡੇ ਕਹਿਣ ਦਾ ਭਾਵ ਇਹ ਹੈ। ਹਾਂਜੀ, ਅਵਤਾਰ ਸਿੰਘ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਚਿਰ ਲੱਭ ਲੈਣ, ਮੁੰਡੇ ਦੀ ਹੈਲਪ ਕਰਨ, ਇਹ ਰਿਪਲੇਸਮੈਂਟ ਲੈ ਲਵੇ ਤੇ ਪਰਿਵਾਰ ਨਾਲ ਆਪਣੇ ਰਵੇ, ਸਿੱਖੀ ਨੂੰ ਨਾ ਦਾਗ ਲਾਵੇ। ਇਹ ਤਾਂ ਮੁੰਡਾ ਕਹਿੰਦਾ ਕਿ ਮੈਂ ਨਾਲ ਨਹੀਂ ਰਹਿੰਦਾ, ਜਦੋਂ ਮੈਨੂੰ ਮਿਲ ਜੂਗਾ ਉਦੋਂ ਲੈ ਜੂਗਾ। ਦੱਸ ਬੜੀ ਸਹੀ ਹੈ। ਤੇ ਮੈਂ ਕਹਿੰਦਾ ਜੀ ਮੈਂ ਬੇਸਮੈਂਟ ਲੱਭੂਗਾ ਤੇ ਕੋਸ਼ਿਸ਼ ਕਰੂੰਗਾ ਜਿੰਨੀ ਜਲਦ ਮਿਲ ਸਕਦੀ ਹੈ, ਠੀਕ ਹੈ। ਹਾਂ ਹਾਂ, ਤੇ ਉਹਨੇ ਤਾਂ ਰੱਖ ਲੈਣ ਤੁਹਾਡੇ। ਹਾਂ, ਉਹਨੇ ਤਾਂ ਰੱਖ ਲੈਣਾ। ਤੂੰ ਉੱਥੇ ਨਹੀਂ ਜਾਂਦਾ, ਤੂੰ ਨਹੀਂ ਜਾਂਦਾ ਉੱਥੇ। ਤੇ ਉੱਥੇ ਮੈਂ ਨਹੀਂ ਜਾਊਂ, ਉੱਥੇ ਮੈਂ ਕੀ ਕਰਨ ਜਾਣਾ ਜੀ। ਠੀਕ ਹੈ, ਮਿਹਰਬਾਨੀ ਔਰ ਅੱਛੀ ਗੱਲ ਹੈ। ਅਗਲੀ ਕਾਲ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ? ਰੁਪਿੰਦਰ ਬੋਲੋ ਤੁਸੀਂ। ਹਾਂਜੀ ਭਾਜੀ, ਮੈਂ ਕਹਿ ਰਹੀ ਹਾਂ ਮੈਂ ਤੁਹਾਡੇ ਸਾਹਿਬ ਦੇ ਨਾਲ ਐਗਰੀ ਹਾਂ, ਪਰ ਇਹ ਵੀ ਦੇਖੋ ਕਿ ਚਲੋ ਮੈਂ ਨਹੀਂ ਕਹਿੰਦੀ ਕਿ ਇਹਨੇ ਗਲਤੀ ਨਹੀਂ ਕੀਤੀ ਸੀ, ਇਹਨੇ ਗਲਤੀ ਕੀਤੀ ਆ, ਪਰ ਇਹ ਦੇਖੋ ਕਿ ਇਹਦੀ ਉਮਰ ਸਾਰੀ 20-21 ਸਾਲ ਦੀ ਆ। 20-21 ਸਾਲ ਦੇ ਬੱਚੇ ਨੂੰ ਤਾਂ ਰਿਸਪੌਂਸਿਬਿਲਿਟੀਜ਼ ਦਾ ਹੀ ਨਹੀਂ ਪਤਾ ਹੈਗਾ, ਹਨਾ। ਹੁਣ ਇਹਨੇ ਕਰ ਲਿਆ, ਬੱਚਾ ਇਹਦੇ ਹੋ ਗਿਆ, ਪਰ ਹੁਣ ਇਹਦੇ ਸਿਰ ਦੇ ਉੱਪਰ ਭਾਰ ਆ ਗਿਆ, ਇਹ ਹੁਣ ਕਨਫਿਊਜ਼ ਆ। ਇਹ ਦੇਖੋ ਜੇ ਤੁਸੀਂ ਇਹ ਬੋਲ ਰਿਹਾ, ਇਹਦੀ ਆਵਾਜ਼ ਨਹੀਂ ਆ ਰਹੀ, ਇਹਦੇ ਮੂੰਹ ਚੋਂ ਵਿੱਚੋਂ ਆਵਾਜ਼ ਨਹੀਂ ਨਿਕਲਦੀ ਹੈ ਨਾ, ਇਹ ਨਰਵਸ ਹੋਇਆ ਹੋਇਆ। ਨਹੀਂ, ਨਰਵਸ ਜੋ ਨਾਰਮਲ ਹੈ ਨਾ। ਨਹੀਂ, ਨਾਰਮਲ ਹੈ, ਨਰਵਸ ਤਾਂ ਕਾਦੀ ਆਪਣੇ ਨਰਵਸ ਨਾਰਮਲ ਹੈ ਜੀ। ਲੋਕਾਂ ਨੂੰ ਚੱਲ ਰਿਹਾ ਇਹ, ਮੈਨੂੰ ਨਹੀਂ ਲੱਗਦਾ ਅੱਗੇ ਜਾ ਕੇ ਚਲੋ ਮੀਆਂ ਬੀਵੀ ਇਕੱਠੇ ਹੋਣਗੇ, ਕਿਤੇ ਵੀ ਵਟ ਐਵਰ ਰਹਿਣਗੇ, ਪਰ ਇਹ ਇੰਨੀ ਛੋਟੀ ਜਿਹੀ ਏਜ ਆ ਕਿ ਇਹ ਹੁਣੇ ਫੈਮਿਲੀ ਚ ਪੈ ਗਿਆ ਵਾ, ਤੇ ਇਹ ਅੱਗੇ ਜਾ ਕੇ ਇਹਦੀ ਰਿਸਪੌਂਸਿਬਿਲਿਟੀ ਇਹ ਪੂਰੀਆਂ ਕਰ ਪਾਊਗਾ। ਇੱਕ ਸਾਨੂੰ ਦੋ ਸਾਨੂੰ ਇਹਨੂੰ ਪ੍ਰੋਬਲਮ ਆਉਣਗੀਆਂ, ਇਹਨਾਂ ਦੇ ਵਿੱਚ ਫੇਰ ਦਫਾੜ ਪਾਊਗੀ ਜ਼ਰੂਰ। ਚਲੋ ਤੁਸੀਂ ਫਿਊਚਰ ਵਾਸਤੇ ਕਿਸੇ ਨੂੰ ਗੁੱਡ ਵਿਸ਼ੇਸ ਦੇਈਏ ਆਪਾਂ ਭੈਣ ਜੀ। ਹਾਂਜੀ, ਕਿਉਂਕਿ ਇਹ ਤੋਂ ਲੱਗ ਰਿਹਾ ਵਾ ਇਹ ਨਹੀਂ, ਇਹ ਸਿਰਫ ਦਬਾਅ ਦੇ ਨਾਲ ਔਰ ਡਰ ਦੇ ਨਾਲ ਹੁਣ ਉੱਥੇ ਵਾਪਸ ਜਾ ਰਿਹਾ, ਉਹਨੂੰ ਲੈ ਕੇ ਆ ਰਿਹਾ। ਜੋ ਵੀ ਹੈ ਅੱਗੇ ਜਾ ਕੇ ਇਹਨਾਂ ਨੂੰ ਹੋਊਗਾ, ਕਿਉਂਕਿ ਹੀ ਟੂ ਯੰਗ, ਇਹਨੂੰ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਇਹਨੇ ਕੀ ਡਿਸੀਜ਼ਨ ਲੈਣਾ। ਇਹ ਸਿਰਫ ਇੱਥੇ ਬੈਠਾ ਤੁਹਾਡੇ ਕੋਲੇ ਤੇ ਆਪਣਾ ਖੁੱਲ ਕੇ ਕਹਿਣਗੇ ਹਾਂਜੀ ਮੈਂ ਇਹ ਕਰੂੰਗਾ, ਹਾਂਜੀ ਮੈਂ ਇਹ ਕਰੂੰਗਾ, ਉਹ ਕਰੂੰਗਾ, ਪਰ ਇੰਨੀ ਪੀਅਰ ਦੇ ਲਈ ਇਹਨਾਂ ਨੂੰ ਇੰਨੀ, ਮੈਂ ਤੁਹਾਨੂੰ ਪੰਜਾਬੀ ਚ ਆਈ ਡੋਂਟ ਵਾਂਟ ਟੂ ਰੂਡ ਕਰਦੇ, ਚਲੋ ਪੀਆਰ ਦੇ ਲਈ ਸਾਰਾ ਕੁਝ ਤੇ ਲੋਕੀ ਕਰਦੇ ਆ। ਆਈ ਐਮ ਹੀਅਰ ਫਰਮ 32 years ਰਾਈਟ, ਪਰ ਇਹਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ, ਪਰ ਹੁਣ ਇਹ ਨਹੀਂ ਕੀਤਾ। ਪਰ ਇਹ ਮੈਨੂੰ ਤੱਕ ਲੱਗਦਾ ਇਹ ਆਪਣਾ ਕੋਈ ਫੈਸਲਾ ਨਹੀਂ ਕਰਨਾ, ਇਹਨੇ ਡਰਦਾ ਮਾਰਨ ਨੂੰ ਲਿਜਾ ਰਿਹਾ। ਅੱਗੇ ਜਾ ਕੇ ਫਿਰ ਇਹਨਾਂ ਨੂੰ ਪ੍ਰੋਬਲਮ ਹੋਣੀ ਆ, ਮੈਂ ਤੁਹਾਨੂੰ 100% ਕਹਿ ਰਹੀ ਹਾਂ। ਮਿਹਰਬਾਨੀ। ਹਾਂਜੀ, ਅਗਲੀ ਕਾਲ ਪਲੀਜ਼। ਹਾਂਜੀ, ਬੋਲੋ ਜੀ।
ਆਪਣਾ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਮੈਂ ਤੁਹਾਨੂੰ ਰੇਡੀਓ ਤੇ ਸੁਣ ਰਿਹਾ, ਟੀਵੀ ਤੋਂ ਮੇਰਾ ਕੰਮ ਨਹੀਂ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਦਾ ਸੁਣਨ ਵਾਲਿਆਂ, ਚਾਹੇ ਔਰਤ ਆ ਚਾਹੇ ਮਰਦ ਆ, ਸ਼ਾਦੀ ਕਰਨ ਤੋਂ ਬਾਅਦ ਧੋਖਾ ਨਹੀਂ ਕਰਨਾ ਚਾਹੀਦਾ। ਇਸ ਵਿਅਕਤੀ ਨੂੰ ਮੈਂ ਇੱਕ ਬੇਨਤੀ ਕਰਦਾ, ਇੱਕ ਕਾਲਰ ਪਹਿਲਾਂ ਵੀ ਕਹਿ ਗਿਆ ਕਮਿਊਨਿਟੀ 'ਚ ਬੜੀ ਤਾਕਤ ਹੈਗੀ। ਇੱਕ ਮੈਂ ਕਿੱਸਾ ਦੱਸਦਾ ਇੱਥੋਂ ਦਾ। ਅੰਗਹੀਨ ਔਰਤ ਲੜਕੀ ਨੇ ਇੱਕ ਨੇ ਸ਼ਾਦੀ ਕੀਤੀ ਸੀ, ਇੱਥੇ ਆਉਂਦਿਆਂ PR ਮਿਲ ਗਈ। ਸਾਡੀ ਸਾਰੀ ਕਮਿਊਨਿਟੀ ਉਹਦੇ ਪਿੱਛੇ ਪੈ ਗਈ ਹੱਥ ਧੋ ਕੇ, ਔਰ ਗੁਰਬਖਸ਼ ਸਿੰਘ ਮੱਲੀ ਨੇ ਉਹਦੇ 'ਚ ਬੜਾ ਕੰਮ ਕੀਤਾ ਸੀ, ਔਰ ਉਸ ਵਿਅਕਤੀ ਨੂੰ ਕੈਨੇਡਾ ਛੱਡਣਾ ਪੈ ਗਿਆ ਸੀ। ਇਹ ਵਿਅਕਤੀ ਇਹ ਨਾ ਸੋਚੇ ਕਿ ਕੱਲ ਨੂੰ ਮੈਂ ਉਸ ਲੜਕੀ ਨਾਲ ਧੋਖਾ ਕਰੂੰਗਾ। ਪਹਿਲਾਂ ਵੀ ਇੱਕ ਵਿਅਕਤੀ ਕਹਿ ਕੇ ਗਿਆ, ਕੈਨੇਡਾ ਦੀ ਕਮਿਊਨਿਟੀ ਵਿੱਚ ਬਹੁਤ ਵੱਡੀ ਤਾਕਤ ਹੈ। ਮੈਂ ਇਸ ਅੱਗੇ ਬੇਨਤੀ ਕਰਦਾ ਕਿ ਉਸ ਲੜਕੀ ਨਾਲ ਧੋਖਾ ਨਾ ਕਰੇ। ਜੇ ਰਹਿਣਾ ਤਾਂ ਠੀਕ ਦੇ, ਇਹ ਨਾ ਸੋਚੇ ਕਿ ਮੈਨੂੰ PR ਮਿਲ ਗਈ ਹੈ ਤੇ ਮੈਂ ਉਸ ਨੂੰ ਛੱਡ ਦੂੰਗਾ। ਸਤਿ ਸ਼੍ਰੀ ਅਕਾਲ। ਅਗਲੀ ਕਾਲ ਪਲੀਜ਼, ਨੈਕਸਟ ਕਾਲ ਜੀ। ਹਾਂਜੀ ਬੋਲੋ ਜੀ, ਜਸਪ੍ਰੀਤ ਬੋਲੋ। ਸਤਿ ਸ਼੍ਰੀ ਅਕਾਲ ਜੀ। ਜੇ ਭਾਈ ਕਾਕਾ ਉਹਦੇ ਨਾਲ ਰਹਿ ਖੁਸ਼ੀ ਨਹੀਂ ਤਾਂ ਧੁੱਪ ਧੂੜ ਧੱਕੇ ਸਾਰੀ ਜ਼ਿੰਦਗੀ ਖਾਏਗਾ। ਦੂਜੀ ਵੀ ਜਾਊ ਫਿਰ ਤੀਜੀ ਤੈਨੂੰ ਛੱਡੂ। ਇਸ ਕਰਕੇ ਮੀਆਂ ਬੀਬੀ ਰਾਜੀ, ਕਿਆ ਕਰੇਗਾ ਕਾਜੀ, ਖੁਸ਼ ਰਹਿ, ਕੁੜੀ ਨੂੰ ਰੱਖ ਲੈ, ਕੋਈ ਉਹਦੇ ਨਾਲ ਆਪਣੀ ਗਲਤ ਨਾ ਚੱਲੀ, ਤੂੰ ਲਾਈਫ ਲੌਂਗ ਬਹੁਤ ਵਧੀਆ ਰਹੇਗਾ। ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਜਾਏ, ਭੁੱਲਿਆ ਨਹੀਂ ਹੁੰਦਾ। ਹਾਂਜੀ, ਇਹ ਤਾਂ अर्ਲੀ ਮਾਰਨਿੰਗ ਹੀ ਚਲੇ ਗਏ ਸੀਗੇ। ਹਾਂਜੀ, ਸ਼ਾਮ ਦੀ ਬਜਾਏ ਸਵੇਰੇ ਚਲੇ ਗਏ अर्ਲੀ। ਹਾਂਜੀ, ਅੱਛਾ ਅਗਲੀ ਕਾਲ ਪਲੀਜ਼। ਅਗਲੀ ਬੋਲੋ ਜੀ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਜਗਜੀਤ ਸਿੰਘ ਗੱਲ ਬੋਲਦਾ ਸਿਆਟਲ ਤੋਂ। ਜੀ ਜੀ। ਇਹਨੂੰ ਜੀ ਚਲੋ ਹਾਂਜੀ ਹੁਣ ਚਲੋ ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਦੋਨਾਂ ਨੂੰ। ਜੋ ਵੀ ਕਿਸੇ ਤੋਂ ਗਲਤੀ ਹੋ ਗਈ ਆ ਤੇ ਉਹ ਘਰ ਵਾਲਿਆਂ ਨੂੰ ਵੀ ਥੋੜੇ ਦਿਨ ਇਹਨਾਂ ਨੂੰ ਸ਼ੈਲਟਰ ਦੇਣਾ ਚਾਹੀਦਾ, 2-4 ਦਿਨ, ਕਿਉਂਕਿ ਇਹ ਬੇਸਮੈਂਟ ਆਪਣੀ ਦੇਖ ਲੈਣ, ਕੋਈ ਅਰੇਂਜਮੈਂਟ ਕਰ ਲੈਣ। ਇਹਨਾਂ ਨੂੰ ਆਪਸ ਵਿੱਚ ਆਪਣਾ ਸੋਲਵ ਕਰਨਾ ਚਾਹੀਦਾ। ਹੁਣ ਪ੍ਰੋਬਲਮ ਕੋਈ ਵੀ ਗਲਤੀਆਂ ਹੋ ਜਾਂਦੀਆਂ ਬੜੀਆਂ ਬੜੀਆਂ, ਤੇ ਮੁੰਡੇ ਦੀ ਵੀ ਹਲੇ ਉਮਰ ਥੋੜੀ ਆ, ਚਲੋ ਇਹਨੂੰ ਵੀ ਹੁਣ ਸਮਝਣਾ ਚਾਹੀਦਾ ਵੀ ਮੈਂ ਗਲਤੀ ਕਰ ਲਈ ਆ। ਬੰਦਾ ਕਈ ਵਾਰੀ ਸੱਟ ਖਾ ਕੇ ਉਹ ਸੁਧਰ ਜਾਂਦਾ ਆ, ਤੇ ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਤੇ ਆਪਣੇ ਬੇਬੀ ਦੀ ਟੇਕ ਕੇਅਰ ਕਰਨੀ ਚਾਹੀਦੀ ਆ। ਇਹਨਾਂ ਦਾ ਦੋਨਾਂ ਦਾ ਅਲੱਗ ਹੋਣਾ ਬੇਬੀ ਲਈ ਬਹੁਤ ਔਖਾ ਹੋ ਜਾਊਗਾ। ਆਈ ਸੀ, ਮਿਹਰਬਾਨੀ। ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ। ਹਾਂਜੀ ਅਗਲੀ ਕਾਲ ਪਲੀਜ਼। ਹਾਂਜੀ ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਸੀ ਸਾਹਿਬ, ਉਹ ਤੁਸੀਂ ਗੱਲ ਉਹ ਲੇਡੀ ਦੀ ਸੁਣੀ ਨਹੀਂ, ਅਵਤਾਰ ਸਿੰਘ ਦੀ ਵਾਈਫ ਸੀ ਨਾ, ਉਹ ਕਹਿੰਦੀ ਸਾਡਾ ਹੋਇਆ ਨਾ ਜੀ। ਤੁਸੀਂ ਉਸ ਵੇਲੇ ਫੋਨ ਬੰਦ ਕਰ ਦਿੱਤਾ। ਉੱਥੇ ਬਹੁਤ ਵੱਡੀ ਟਵਰ ਲੱਗਦੀ ਹੈ, ਉਹਨਾਂ ਨੂੰ ਫੋਨ ਕਰਕੇ ਦੇਖੋ। ਅਸੀਂ ਜਲਦੀ ਜੁੜ ਰਹੇ ਲਾਈਨ ਤੇ, ਕਿਉਂਕਿ ਅਸੀਂ ਲਾਈਨ ਤੇ ਲਿਆ ਰਹੇ, ਫਿਕਰ ਨਾ ਕਰੋ। ਉਹ ਕਿਉਂਕਿ ਆਵਾਜ਼ ਨਹੀਂ ਸੀ ਆ ਰਹੀ, ਇਸ ਲਿਆ ਰਹੇ ਲਾਈਨ ਤੇ ਜੀ। ਮਿਹਰਬਾਨੀ। ਅਗਲੀ ਕਾਲ। ਅਸੀਂ ਲਾਈਨ ਨਹੀਂ ਕੱਟੀ ਔਰ ਸਟੈਟਿਕ ਆਵਾਜ਼ ਆ ਰਿਹਾ ਸੀਗਾ। ਹਾਂਜੀ ਅਗਲੀ ਕਾਲ। ਹੈਲੋ ਮਨਵੀਰ ਜੀ, ਬੋਲੋ ਮਨਵੀਰ। ਓਕੇ ਬੀ ਜਸਟ ਕੱਟ ਡਾਊਨ ਦਿਸ ਲਾਈਨ ਪਲੀਜ਼। ਹਾਂਜੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ। ਅਭਿਸ਼ੇਕ ਲਾਈਨ ਤੇ ਤੁਸੀਂ? ਅਭਿਸ਼ੇਕ ਜੀ ਲਾਈਨ ਤੇ ਹੋ? ਅਭਿਸ਼ੇਕ ਤੁਸੀਂ ਲਾਈਨ ਤੇ ਸੀ ਔਰ ਮੇਰੀ ਬੇਨਤੀ ਇਸ ਤੁਸੀਂ ਦੱਸ ਦਿਆ ਕਰੋ ਜਿਹੜੀ ਨੈਕਸਟ ਲਾਈਨ ਆਉਣੀ ਕਿ ਨੈਕਸਟ ਹੋ। ਹਾਂਜੀ ਕਿਉਂਕਿ ਸਿਸਟਮ। ਹਾਂਜੀ ਬੋਲੋ ਜੀ, ਕੀ ਕਹਿਣਾ ਚਾਹੁੰਦੇ ਸਰ? ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਸਰ। ਭਾਜੀ ਮੈਂ ਕਹਿਣਾ ਚਾਹੁੰਦਾ ਵੀ ਕਈ ਲੋਕੀ ਇਹਨਾਂ ਨੂੰ ਹੁਣ ਜੱਜ ਕਰ ਰਹੇ ਆ ਮੁੰਡੇ ਨੂੰ, ਵੀ ਇਹ ਨਹੀਂ ਰੱਖੂਗਾ ਜਾਂ ਰੱਖੂਗਾ, ਜਾਂ ਡਰਿਆ ਹੋਇਆ ਖੁੱਲ੍ਹ ਕੇ ਜਵਾਬ ਨਹੀਂ ਦੇ ਰਿਹਾ। ਭਾਜੀ ਇੱਕ ਵਾਰੀ ਇਹਦਾ ਵੀ ਸਮਝਣਾ ਚਾਹੀਦਾ, ਇਹਦੇ ਤੋਂ ਜੋ ਹੋਇਆ ਉਹ ਗਲਤੀ ਹੈ ਇਹਦੀ, ਰਾਈਟ ਹੈ, ਬਟ ਇਹਦੇ ਵਿੱਚ ਇਕੱਲਾ ਇਹ ਇਨਵੋਲਵ ਨਹੀਂ ਨਾ, ਇਹਦੀ ਫੈਮਿਲੀ ਵੀ ਇਨਵੋਲਵ ਹੈ ਸਾਰੀ, ਤੇ ਇਹਨੇ ਸਾਰਾ ਦੇਖਣਾ ਪੈਣਾ ਇਹਨੂੰ ਸਾਰਾ ਸਿਸਟਮ, ਕਿਉਂਕਿ ਕੁਝ ਐਕਸਪੈਕਟੇਸ਼ਨ ਹੁੰਦੀ ਆ ਭਾਜੀ ਜਦੋਂ ਮੁੰਡਾ ਇੱਥੇ ਇਕੱਲਾ ਹੁੰਦਾ, ਕੋਈ ਵੀ ਇੱਥੇ ਹੁੰਦਾ, ਪੇਰੈਂਟਸ ਦੀ ਐਕਸਪੈਕਟੇਸ਼ਨ ਹੁੰਦੀ ਹੈ ਜੀ, ਰਾਈਟ। ਮੇਬੀ ਇਹਨਾਂ ਨੂੰ ਥਾਟ ਹੈ ਭਾਜੀ, ਇਹਨਾਂ ਨੂੰ ਇੱਕ ਮੈਰਿਜ ਕਾਉਂਸਲਿੰਗ ਵਗੈਰਾ ਹੁੰਦੀਆਂ ਭਾਜੀ, ਜੇ ਬਹਿ ਕੇ ਗੱਲਬਾਤ ਕਰਨ, ਕੁਝ ਸਲਾਹ ਲੈਣ ਇੱਥੇ ਕਿਸੇ ਦੀ ਵੀ ਕੀ ਪ੍ਰੋਬਲਮਸ ਇਹਦੀਆਂ ਹੈਗੀਆਂ, ਕੀ ਉਹਦੀਆਂ ਹੈਗੀਆਂ, ਰਾਈਟ। ਮਿਹਰਬਾਨੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਹਾਂਜੀ ਅਗਲੀ ਕਾਲ ਨੂੰ ਨੈਕਸਟ ਨੂੰ ਚੈੱਕ ਕਰ ਲਓ, ਸਾਡੀ ਕਾਲ ਆ ਰਹੀ ਹੈ ਤਾਂ ਕਿ ਨੈਕਸਟ ਕਾਲ ਗੋ ਹੈਡ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਸਰ ਬੋਲੋ। ਹਾਂਜੀ ਬਾਸੀ ਸਾਹਿਬ, ਮੈਂ ਆਸਟ੍ਰੇਲੀਆ ਤੋਂ ਗੱਲ ਕਰਦਾ ਤੇ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ। ਹਾਂਜੀ ਨੈਕਸਟ ਕਾਲ ਪਲੀਜ਼। ਹਾਂਜੀ ਅਗਲੀ ਕਾਲ ਪਲੀਜ਼। ਕਾਲ ਗੋ ਹੈਡ। ਬਸ ਮੈਂ ਕਵੀ ਬੋਲ ਰਿਹਾ ਜੀ ਕੈਲੀਫੋਰਨੀਆ ਤੋਂ। ਹਾਂਜੀ ਮੇਰੀ ਇੱਕ ਬੇਨਤੀ ਹੈ ਜੀ ਤੁਹਾਡੇ ਥਰੂ ਕਿ ਸਾਰੀ ਸੁਸਾਇਟੀ ਨੂੰ ਕੋਈ ਇਹਨੂੰ ਪ੍ਰੈਸ਼ਰ ਨਾ ਕਰਨ, ਮੁੰਡੇ ਨੂੰ, ਇਹ ਬੱਚਾ ਹੈ 21 ਸਾਲ ਦਾ, ਇਹਦੀ ਹੈਲਪ ਕਰੋ ਕੋਈ ਕੰਮ ਦਿਵਾਉਣ 'ਚ ਜਾਂ ਇਹਨੂੰ ਕੋਈ ਬੇਸਮੈਂਟ ਦਿਵਾਉਣ 'ਚ, ਤਾਂ ਕਿ ਆਪਣੀ ਲਾਈਫ ਰਨ ਕਰ ਸਕੇ। ਇੱਥੇ ਅਸੀਂ ਇਹਨੂੰ ਸਿਰਫ ਭੰਡੀ ਜਾਵਾਂਗੇ ਤੇ ਮੈਨੂੰ ਨਹੀਂ ਲੱਗਦਾ ਸੋਲੂਸ਼ਨ ਨਿਕਲੇਗਾ। ਸਾਨੂੰ ਇਸ ਦੇ ਨਾਲ ਵੀ ਖੜਨਾ ਪਏਗਾ, ਉਹ ਕੁੜੀ ਦਾ ਵੀ ਸਮਝਣਾ ਪਏਗਾ, ਸਾਡੀ ਵੀ ਧੀਆਂ ਭੈਣਾਂ ਨੇ, ਬਟ ਸਾਨੂੰ ਇਸਦੀ ਹੈਲਪ ਰੀਅਲ ਮੈਟਰ ਕਰਨੀ ਪਏਗੀ ਵਿਦ ਜੌਬ, ਵਿਦ ਬੇਸਮੈਂਟ, ਤਾਂ ਕਿ ਮੁੰਡੇ ਨੂੰ ਹਿੰਮਤ ਮਿਲੇ ਤੇ ਆਪਣੀ ਲਾਈਫ ਰਨ ਕਰ ਸਕੇ ਬੱਚੇ ਨੂੰ। ਮਿਹਰਬਾਨੀ, ਹੋਣਾ ਸੀ ਉਹ ਹੋ ਗਿਆ, ਲੈਟਸ ਮੂਵ ਫਾਰਵਰਡ। ਓਕੇ ਥੈਂਕ ਯੂ ਸੋ ਮਚ, ਗੁੱਡ ਸੈਸ਼ਨ ਜੀ, ਬੜੀ ਚੰਗਾ ਸੈਸ਼ਨ ਇਹਨਾਂ ਦਾ। ਅਗਲੀ ਕਾਲ ਪਲੀਜ਼। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਬਾਸੀ ਜੀ। ਜੀ ਮੈਂ ਮੁੰਡੇ ਨੂੰ ਕੁਐਸਚਨ ਪੁੱਛਣਾ ਸੀਗਾ ਵੀ ਉਹਦੇ ਪੇਰੈਂਟਸ ਨਾਲ ਗੱਲ ਹੋਈ ਆ ਉਹ ਪ੍ਰੈਸ਼ਰ ਤਾਂ ਨਹੀਂ ਕਰਦੇ ਉਹਨੂੰ ਵੀ ਉਹ ਕੁੜੀ ਨਾਲ ਗੱਲ ਕਰਨ ਏਦਾਂ ਜਿੱਦਾਂ ਲੋਕ ਸੋਚਦੇ ਆ ਵੀ ਸੁਸਾਇਟੀ ਏਦਾਂ ਖਰਾਬ ਹੁੰਦੀ ਆ ਇਹ ਵੀ ਹਾਂਜੀ ਅੱਛਾ ਤੁਹਾਡੇ ਪੇਰੈਂਟਸ ਨਾਲ ਗੱਲਬਾਤ ਹੋਈ ਇਸ ਇੰਟਰਵਿਊ ਤੋਂ ਬਾਅਦ ਟੈਲ ਟਰੂ ਟੂ ਪਬਲਿਕ ਪਲੀਜ਼ ਤੇ ਹਾਂਜੀ ਹੋਈ ਹੈ ਪੇਰੈਂਟਸ ਨਾਲ ਹੋਈ ਹੈ ਗੱਲਬਾਤ ਪੇਰੈਂਟਸ ਕੀ ਕਹਿੰਦੇ ਤੇਰੇ 10 ਮਿੰਟ ਤੇ ਪਹਿਲਾਂ ਪੇਰੈਂਟਸ ਕਹਿੰਦੇ ਨਾਲ ਰਹਿ ਕਹਿੰਦੇ ਤੂੰ ਤੇ ਫਿਊਚਰ ਬਣੂ ਤੇਰਾ ਤੇ ਆਪਦਾ ਸਾਰਾ ਕੰਮ ਕਰ ਕਦੋਂ ਪੇਰੈਂਟਸ ਨੇ ਤੁਹਾਨੂੰ ਇਹ ਆਗਿਆ ਦਿੱਤੀ ਹੈ ਤੇ ਹੋ ਗਈ ਮੈਨੂੰ ਕੱਲ ਪਰਸੋਂ ਆਇਆ ਸੀ ਕੱਲ ਆਇਆ ਸੀ ਫੋਨ ਕੱਲ ਆਇਆ ਸੀ ਤੇ ਤੁਸੀਂ ਉਸ ਤੋਂ ਬਾਅਦ ਫਿਰ ਫੋਨ ਕੀਤਾ ਸੀ ਮਿਸਾਲ ਨੂੰ ਤੇ ਮੈਂ ਨਹੀਂ ਕੀਤਾ ਸੀ ਕਿਉਂ ਨਹੀਂ ਕੀਤਾ ਜੇ ਪੇਰੈਂਟਸ ਕਹਿ ਰਹੇ ਆ ਵਾਈ ਨੋਟ ਕਾਲ ਟੂ ਮਿਸਾਲ ਦੈਨ ਤੇ ਉਹਦੇ ਨਾਲ ਸ਼ਾਮ ਜੀ ਨੂੰ ਆਇਆ ਸੀਗਾ ਜੀ ਫੋਨ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਮੈਂ ਕਰੂੰਗਾ ਤੜਕੇ ਨਹੀਂ ਨਹੀਂ ਸ਼ਾਮ ਨੂੰ ਫੋਨ ਕਰਨੀ ਵੀ ਜਾਂ ਤੂੰ 2:30 ਵਜੇ ਰਾਤ ਨੂੰ ਖੇਡਾਂ ਖੇਡ ਰਹੇ ਆ 2:30 ਵਜੇ ਰਾਤ ਨੂੰ ਔਰ ਸ਼ਾਮ ਨੂੰ ਫੋਨ ਆਇਆ ਬੇਟਾ ਉਸ ਵੇਲੇ ਫੋਨ ਕਰਨਾ ਚਾਹੀਦਾ ਸੀ ਬਚਪਨ ਹੈ ਵੇ ਤੁਹਾਡੇ ਚ ਤੇ ਉਹ ਕਰਿਆ ਸੀ ਤੇ ਮੈਂ ਕਿਹਾ ਕਰਾਂਗੇ ਫਿਰ ਹਾਂਜੀ ਇੱਕ ਸੈਕਿੰਡ ਜੀ ਨਾ ਡੋਂਟ ਟੇਕ ਕਮਰਸ਼ੀਅਲ ਬ੍ਰੇਕ ਪਲੀਜ਼ ਪ੍ਰੋਸੀਡ ਕਰੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਜੀ ਨੈਕਸਟ ਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਕੀ ਕਹਿਣਾ ਚਾਹੁੰਦੇ ਭੈਣ ਮੈਂ ਸ਼ਿਕਾਗੋ ਤੋਂ ਬੋਲਦੀ ਆ ਮਨਪ੍ਰੀਤ ਚੱਠਾ ਜੀ ਤੇ ਇਹਨੂੰ ਬੇਟੇ ਨੂੰ ਏਦਾਂ ਨਹੀਂ ਪਤਾ ਹੈਗਾ ਵੀ ਜਿੱਦਾਂ ਵੀ ਮੈਂ ਉਹਦੇ ਨਾਲ ਰਹਿਣ ਲੱਗਿਆ ਆ ਇਹਨਾਂ ਦੀ ਪਰਸਨਲ ਲਾਈਫ ਹੋ ਰਹੀ ਆ ਵੀ ਮੈਂ ਉਹਨੂੰ ਅਫੋਰਡ ਕਰ ਸਕਦਾ ਨਹੀਂ ਕਰ ਸਕਦਾ ਫਿਰ ਇਹਨਾਂ ਨੂੰ ਨਹੀਂ ਰਿਲੀਜਨ ਬਣਾਉਣੇ ਚਾਹੀਦੇ ਆਪਸ ਵਿੱਚ ਵੀ ਇਹਦੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹਨੂੰ ਕੋ ਪਤਾ ਵੀ ਇਹਦੇ ਕੋਲ ਬੇਸਮੈਂਟ ਹੈ ਕਿ ਨਹੀਂ ਹੈਗੀ ਰਾਈਟ ਕਿਸੇ ਦੀ ਹੈਲਪ ਮੰਗ ਸਕਦਾ ਇਹ ਹਨਾ ਫਿਰ ਇਹਨੇ ਬੱਚੇ ਦਾ ਪਤਾ ਨਹੀਂ ਵੀ ਕਦੋਂ ਬੋਰਨ ਹੋਣਾ ਆ ਕਿੰਨੇ ਦਿਨਾਂ ਨੂੰ ਹੋਣਾ ਆ ਇਹ ਜਾ ਕੇ ਹਸਪੀਟਲ ਦੇਖ ਸਕਦਾ ਸਾਰਿਆਂ ਦੇ ਘਰ ਚ ਹੁੰਦੀ ਆ ਅਪਸੈਟ ਇੱਕ ਤਾਂ ਸੀ ਬੱਚਾ ਦੇਖਣ ਨਹੀਂ ਗਿਆ ਹਸਪੀਟਲ ਇਹਨੂੰ ਸੋਚਣਾ ਚਾਹੀਦਾ ਆ ਇਹ ਛੋਟੀ ਉਮਰ ਨਹੀਂ ਹੈਗੀ ਫਿਰ ਇਹਨੇ ਬੇਬੀ ਕੀਤਾ ਆ ਇਹਦੀ ਛੋਟੀ ਉਮਰ ਹੈਗੀ ਆ 21-22 ਸਾਲ ਦਾ ਹੈਗਾ ਆ ਇਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਆਪਣੇ ਪੇਰੈਂਟਸ ਨੂੰ ਦੱਸਾਂ ਵੀ ਮੈਂ ਕੁੜੀ ਨਾਲ ਪੱਕਾ ਹੋਣਾ ਆ ਜਾਂ ਕੁਛ ਵੀ ਆ ਮੈਨੂੰ PR ਮਿਲੇ ਸਾਡਾ ਅਮਰੀਕਾ ਦੇ ਵਿੱਚ ਕੋਈ ਵੀ ਹੋ ਸਕਦਾ ਸਾਡੇ ਤਾਂ ਅਮਰੀਕਾ ਦੇ ਸਾਰੇ ਲੋਕੀ ਰਹਿੰਦੇ ਕੋਈ ਤੁਹਾਡੇ ਪੇਰੈਂਟਸ ਨੂੰ ਪਤਾ ਕਿ ਤੁਹਾਡਾ ਤੁਸੀਂ ਡੈਡੀ ਹੋ ਤੇ ਉਹ ਬਾਬਾ ਦਾਦੀ ਬਣ ਚੁੱਕੇ ਨੇ ਹਾਂਜੀ ਪਤਾ ਹੀ ਉਹਨੂੰ ਪਤਾ ਸੀ ਹਾਂਜੀ ਤੁਸੀਂ ਆਪ ਦੱਸਿਆ ਹਾਂਜੀ ਕਦੋਂ ਤੇ ਮੈਨੂੰ ਹੋ ਗਈ ਤੇ ਮਹੀਨਾ ਹੋ ਗਿਆ 1 ਮਹੀਨੇ ਬਾਅਦ ਦੱਸਿਆ ਤੂੰ ਉਹਨਾਂ ਨੇ ਫਿਰ ਦੱਸਿਆ ਨਹੀਂ ਇਹਨੂੰ ਵੀ ਪੁੱਤ ਤੂੰ ਕੀ ਕਰਨਾ ਆ ਤੂੰ ਕਿੱਥੇ ਰਹਿਣਾ ਤੂੰ ਉਹਨਾਂ ਨੇ ਬੱਚੇ ਦੀ ਫੋਟੋ ਵਗੈਰਾ ਮੰਗੀ ਆ ਘਰੇ ਲੈ ਕੇ ਆ ਉਹਨਾਂ ਨੇ ਕਿਹਾ ਸੀਗਾ ਤੇ ਮੈਂ ਕੋਈ ਗੱਲ ਨਹੀਂ ਮੈਂ ਪੁੱਛ ਕੇ ਉਹਨਾਂ ਤੋਂ ਕਰਕੇ ਸੈਂਡ ਕਰ ਦਾਂਗਾ ਟ੍ਰਾਂਸਫਰ ਕਰ ਦਾਂਗਾ ਪੁੱਛ ਕੇ ਲਾਈਕ ਮੈਂ ਉਹਨਾਂ ਤੋਂ ਮੈਂ ਕਿਹਾ ਸੀਗਾ ਮੈਂ ਉਹਨਾਂ ਤੋਂ ਲੈ ਕੇ ਸੈਂਡ ਕਰ ਦੂੰਗਾ ਪਰ ਤੇਰੇ ਕੋਲ ਆਲਰੇਡੀ ਫੋਟੋ ਸੀ ਤੇ ਉਦੋਂ ਨਹੀਂ ਸੀਗੀ ਜਦੋਂ ਉਹਨਾਂ ਦਾ ਫੋਨ ਆਇਆ ਨਹੀਂ ਤੁਸੀਂ ਤਾਂ ਮੈਨੂੰ ਕਹਿ ਕੇ ਹਟੇ ਕਿ 10 ਦਿਨਾਂ ਬਾਅਦ ਫੋਟੋ ਮੈਨੂੰ ਭੇਜੀ ਸੀਗੀ ਯੂ ਟੋਲਡ ਮੀ ਨਾਓ ਨਹੀਂ ਉਦੋਂ ਨਹੀਂ ਸੀਗੀ ਮੇਰੇ ਕੋਲ ਬੀ ਟੂ ਬੀ ਹੈਵੀ ਵੀ ਕੈਨ ਰੀਪਲੇ ਦੈਟ ਤੁਸੀਂ ਮੈਨੂੰ ਕਿਹਾ ਬੇਟਾ ਕਿ 10 ਦਿਨਾਂ ਬਾਅਦ ਮੈਨੂੰ ਮੇਰੀ ਵਾਈਫ ਨੇ ਫੋਟੋ ਭੇਜੀ ਕਿ ਆ ਬੇਬੀ ਆ ਤਾਂ ਮੈਂ ਦੇਖਿਆ ਨਹੀਂ ਸੀਗਾ ਤਾਂ ਅੱਜ ਤੁਸੀਂ ਮੈਨੂੰ ਕਹਿੰਦੇ ਕਿ ਮਹੀਨੇ ਬਾਅਦ ਮੈਂ ਫੋਟੋ ਲੈ ਕੇ ਭੇਜੂਗਾ ਆਈ ਥਿੰਕ ਯੂ ਕਨਫਿਊਜ਼ਡ ਹਾਂਜੀ ਇਹ ਤਾਂ ਬੈਡ ਫੀਲ ਹੋ ਰਿਹਾ ਲੜਕੀ ਲਈ ਵੀ ਉਹਨੂੰ ਪਾਠ ਸਾਰਾ ਆਉਂਦਾ ਹੈ ਪੰਜਾਬੀ ਉਹ ਬੋਲਦੀ ਆ ਫਿਰ ਬੇਬੀ ਦੇ ਜੂੜਾ ਕਰਨਾ ਚਾਹੁੰਦੀ ਆ ਅਸੀਂ ਦੇਖਦੇ ਆ ਮੈਂ ਤੁਹਾਡਾ ਐਵਰੀ ਸਿੰਗਲ ਡੇ ਸ਼ੋ ਦੇਖਦੀ ਆ ਮਿਹਰਬਾਨੀ ਮਿਹਰਬਾਨੀ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਤੁਸੀਂ ਹਾਂਜੀ ਨਹੀਂ ਇਹਨੂੰ ਬੱਚੇ ਨੂੰ ਦੱਸਣਾ ਚਾਹੀਦਾ ਵੀ ਬੇਟਾ ਦੇਖ ਤੂੰ ਹਨਾ ਇਹਦੇ ਮਾਪਿਆਂ ਨੂੰ ਦੱਸਣਾ ਚਾਹੀਦਾ ਬੇਟਾ ਦੇਖ ਤੂੰ ਜੇ ਕੁੜੀ ਨਾਲ ਵਿਆਹ ਕਰਾ ਲਿਆ ਤੂੰ ਉਹਨੂੰ ਰੱਖ ਜੇ ਇੰਡੀਆ 'ਚ ਵੀ ਜੌਬ ਕਰਾਊਗਾ ਉਹਨੂੰ ਵੀ ਰੱਖੂਗੇ ਨਾ ਸਾਰੀ ਉਮਰ ਲਈ ਮਿਹਰਬਾਨੀ ਜੀ ਬੀ ਟੇਕ ਨੈਕਸਟ ਕਾਲ ਔਰ ਕਮਰਸ਼ੀਅਲ ਬ੍ਰੇਕ ਲੈਣਾ ਚਾਹੁੰਦੇ ਹੋ ਸਿੱਧੂ ਸਾਹਿਬ ਪਲੀਜ਼ ਡਾਇਰੈਕਸ਼ਨ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਬੋਲੋ ਜੀ ਕਾਲਰ ਤੋਂ ਲਾਈਨ ਤੇ ਹੋ ਨੈਕਸਟ ਕਾਲ ਪਲੀਜ਼ ਸਤਿ ਸ਼੍ਰੀ ਅਕਾਲ ਜੀ ਬੋਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਸਰ ਭਾਜੀ ਇਹ ਦੋ ਚੀਜ਼ਾਂ ਹੈਗੀਆਂ ਪਹਿਲੀ ਗੱਲ ਤਾਂ ਇਹ ਮੁੰਡਾ ਜਿਹੜਾ ਹੈਗਾ ਪ੍ਰੈਸ਼ਰ 'ਚ ਬੈਠਾ ਹੈ ਇਹਨੇ ਕੁਝ ਨਹੀਂ ਕਰਨਾ ਇਹ ਸਿਰਫ ਟਾਈਮ ਪਾਸ ਕਰਨਾ ਹੈ ਕਿਉਂਕਿ ਉਹ ਕੁੜੀ ਆਈ ਸੀ ਉੱਥੇ ਹਨਾ ਦੂਜੀ ਚੀਜ਼ ਭਾਜੀ ਜਿਹੜੀ ਉਹ ਆਪਣੇ ਉੱਥੇ ਕੁੜੀ ਰਹਿ ਰਹੀ ਜਿਹਨਾਂ ਨੂੰ ਸ਼ੈਲਟਰ ਦਿੱਤਾ ਹੈਗਾ ਭਾਜੀ ਇੱਕ ਚੀਜ਼ ਦੱਸਿਓ ਜੇ ਮੰਨ ਲਓ ਆਪਣੇ ਆਪ ਨੂੰ ਕੁਝ ਕਰਦੀ ਹੈ ਜਾਂ ਬੇਬੀ ਨੂੰ ਕੁਝ ਮਤਲਬ ਕੁਝ ਵੀ ਹੁੰਦਾ ਹੈਗਾ ਉਹਦਾ ਰਿਸਪੌਂਸਿਬਲ ਕੌਣ ਹੈ ਜੀ ਇਹ ਮੁੰਡਾ ਜਾਂ ਉਹ ਆ ਜਾਂ ਕੋਈ ਹੋਰ ਹੈ ਜੀ ਆਈ ਥਿੰਕ ਕਿ ਸਿਚੁਏਸ਼ਨ ਜਿਹੜੀ ਦੇਖ ਕੇ ਘਰ ਦੇ ਵਾਲਿਆਂ ਨੂੰ ਪੁਲਿਸ ਨੂੰ ਕਾਲ ਕਰਨਾ ਜਿਹਦਾ ਬਣ ਰਹੀ ਹੈ ਸਾਰਾ ਕੁਝ ਇਹ ਹੋ ਸਕਦਾ ਕੁਝ ਵੀ ਹੋ ਸਕਦਾ ਜੀ ਉੱਥੇ ਉਹਦਾ ਰਿਸਪੌਂਸਿਬਲ ਕੌਣ ਹੈ ਜੀ ਅਸੀਂ ਦੁਬਾਰਾ ਘਰ ਦੇ ਨਾਲ ਜੁੜ ਰਹੇ ਹਾਂ ਔਰ ਅਸੀਂ ਦੇਖਦੇ ਕਿ ਘਰ ਵਿੱਚ ਮਾਹੌਲ ਕੀ ਹੈ ਔਰ ਜੇ ਇਹੋ ਜਿਹੀ ਸਿਚੁਏਸ਼ਨ ਹੈ ਘਰ ਵਾਲੇ ਜੇ ਪ੍ਰੋਬਲਮਸ ਹੋ ਰਹੇ ਨੇ ਤੇ ਸ਼ੁੱਡ ਸਿਚੁਏਸ਼ਨ ਦੇਖ ਕੇ ਆਪਣੇ ਸਿੱਧੂ ਸਾਹਿਬ ਮਾਈਕ ਤੇ ਹੋ ਜਰਾ ਘਰ ਦੇ ਜੇ ਹਾਲਾਤ ਇਸ ਵੇਲੇ ਨਜ਼ਰ ਆ ਰਹੇ ਨੇ ਕੁਝ ਗੜਬੜ ਹੈ ਤੇ ਦੇ ਸ਼ੁੱਡ ਕਾਲ ਦੀ ਪੁਲਿਸ ਰਾਈਟ ਵੇ ਟੂ ਸਟਾਪ ਘਰ ਦੇ ਵਿੱਚ ਕੋਈ ਟੁੱਟ ਭੱਜ ਹੋ ਰਹੀ ਆ ਕੋਈ ਹੱਲਾ ਗੁੱਲਾ ਹੋਣ ਦੀ ਬਜਾਏ ਕੋਈ ਛੋਟਾ ਬੇਬੀ ਇਨਵੋਲਵ ਹੈ ਤੇ ਦੇ ਜਸਟ ਅਸੀਂ ਉਹਨਾਂ ਨੂੰ ਐਡਵਾਈਸ ਕਰਾਂਗੇ ਕਿ ਅਸੀਂ ਸਟੂਡੀਓ ਵਿੱਚ ਬੈਠੇ ਆ ਕਿ ਦੇ ਹੈਵ ਫੁੱਲੀ ਰਾਈਟਸ ਟੂ ਕਾਲ ਟੂ ਦ ਪੁਲਿਸ ਐਮਰਜੈਂਸੀ ਵਿੱਚ ਉਹ ਪੁਲਿਸ ਕਾਲ ਕਰਨ ਥੈਂਕ ਯੂ ਭਾਜੀ ਜੀ ਥੈਂਕ ਯੂ ਸੋ ਮਚ ਅਗਲੀ ਕਾਲ ਜੀ ਸੋ ਸਰ ਤੁਸੀਂ ਪਲੀਜ਼ ਪ੍ਰੋਸੀਡ ਕਰੋ ਹੈਲੋ ਜੀ ਬਿਲਕੁਲ ਜੀ ਮੈਂ ਉਹਨਾਂ ਨਾਲ ਟਰਾਈ ਕਰਦਾ ਸੰਪਰਕ ਕਰਦਾ ਜੀ ਹਾਂਜੀ ਬੋਲੋ ਕਾਲਰ ਜੀ ਬੋਲੋ ਜੀ ਹਾਂਜੀ ਬਾਕੀ ਸਾਹਿਬ ਸਤਿ ਸ਼੍ਰੀ ਅਕਾਲ ਜੀ
ਬਸ ਸਾਹਿਬ ਮੈਂ ਬੱਚੇ ਨੂੰ 2 ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਤਾਂ ਇਹ ਗੁਰਸਿੱਖ ਬੱਚਾ ਹੈਗਾ, ਇਹਦੇ ਪੇਰੈਂਟਸ ਵੀ ਗੁਰਸਿੱਖ ਹੋਣਗੇ। ਇਸ ਬੱਚੇ ਨੇ ਜੋ ਕੰਮ ਕੀਤਾ ਹੈਗਾ ਇਹ ਪੂਰੀ ਕੌਮ ਨੂੰ ਬਦਨਾਮ ਪੂਰੇ ਵਰਲਡ 'ਚ ਮਤਲਬ ਕਿ ਬਹੁਤ ਗਲਤ ਮੈਸੇਜ ਗਿਆ ਕਿ ਗੁਰਸਿੱਖ ਬੱਚਾ ਇਸ ਤਰ੍ਹਾਂ ਦਾ ਕੰਮ ਕੀਤਾ ਹੈਗਾ। ਦੂਜਾ, ਇਸ ਬੱਚੇ ਨੂੰ ਉਹਦੇ ਨਾਲ ਉਹ ਇਹ ਸੋਚਣਾ ਚਾਹੀਦਾ ਕਿ ਮੈਂ ਆਪਣੇ ਪੇਰੈਂਟਸ ਦਾ ਨਹੀਂ, ਆਪਣੀ ਪੂਰੀ ਕੌਮ ਦਾ ਨਾਮ ਬਦਨਾਮ ਕੀਤਾ। ਇਹਨੂੰ ਮਤਲਬ ਕਿ ਉਹਨੂੰ ਸਹੀ ਰਸਤੇ ਤੇ ਆਉਣਾ ਚਾਹੀਦਾ ਤੇ ਉਸ ਲੜਕੀ ਦੇ ਨਾਲ ਰਹਿ ਕੇ ਉਹਦੀ ਲਾਈਫ ਨੂੰ ਸਵਾਰਨਾ ਚਾਹੀਦਾ। ਇਹਦਾ ਬੇਬੀ ਵੀ ਹੋ ਗਿਆ। ਦੂਜਾ, ਬੱਚੇ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ, ਭਾਵੇਂ ਉਹ ਕਿਸ ਕਮਿਊਨਿਟੀ ਦੀ ਹੈ, ਕਿਸੇ ਦੀ ਵੀ ਹੈਗੀ ਹੈ। ਤੇ ਬੱਚੇ ਤੂੰ ਜਿਹੜਾ ਇਹ ਕੰਮ ਕੀਤਾ, ਤੂੰ ਇਹ ਸੋਚ ਜੇ ਤੇਰੀ ਭੈਣ ਨਾਲ ਕੋਈ ਹੋਰ ਬੱਚਾ ਇਸ ਤਰ੍ਹਾਂ ਦਾ ਕਰਦਾ ਤੇ ਫਿਰ ਤੁਹਾਡੇ ਜਾਂ ਤੁਹਾਡੇ ਪੇਰੈਂਟਸ ਨੂੰ ਇਹ ਚੀਜ਼ ਕਿੱਦਾਂ ਦੀ ਲੱਗਦੀ। ਤੇ ਇਸ ਬੱਚੇ ਨੂੰ 2 ਗੱਲਾਂ ਹੀ ਕਹਿਣਾ ਚਾਹੁੰਦਾ। ਉਸ ਬੱਚੀ ਨੂੰ ਆਪਣੇ ਕੋਲ ਰੱਖੋ, ਆਪਣੇ ਬੱਚੇ ਨੂੰ ਪਾਲੋ, ਆਪਣਾ ਜੀਵਨ ਸੁਧਾਰੋ, ਅੱਗੇ ਪੇਰੈਂਟਸ ਨੂੰ ਵੀ ਸਮਝਾਓ, ਆਪਣੇ ਘਰ ਨੂੰ ਬਚਾਓ ਤੇ ਕੌਮ ਦਾ ਨਾਮ ਉੱਚਾ ਕਰੋ। ਨਹੀਂ ਭਾਜੀ, ਤੁਸੀਂ ਪਤਾ ਕਿਸੇ ਨੂੰ ਜੱਜ ਨਹੀਂ ਕਰ ਸਕਦੇ, ਤੁਸੀਂ ਸਿੱਖ ਕੌਮ ਨੂੰ ਨਹੀਂ ਬਦਨਾਮ ਕਰ ਸਕਦੇ। ਤੁਸੀਂ ਜਾਂ ਤੁਹਾਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਵੀ ਤੁਹਾਨੂੰ ਮੇਰੇ ਬਾਰੇ ਕਿੰਨਾ ਕੁ ਪਤਾ ਜਾਂ ਮੇਰੀ ਵਾਈਫ ਬਾਰੇ ਕਿੰਨਾ ਕੁ ਪਤਾ। ਬੱਚੇ ਮੇਰੀ ਗੱਲ ਸੁਣ, ਤੁਸੀਂ ਨਾ ਸਿੱਖ ਕੌਮ ਨੂੰ ਇਹਦੇ ਵਿੱਚ ਨਹੀਂ ਲਿਆ ਸਕਦੇ ਹੈਗੇ। ਮੇਰੀ 1 ਮਿੰਟ ਗੱਲ ਸੁਣ। ਬੱਚੇ ਮੇਰੀ 68 ਈਅਰ ਏਜ ਹੋ ਗਈ ਹੈ। ਜ਼ਿੰਦਗੀ 'ਚ ਕੋਈ ਵੀ ਕੰਮ ਕਰਨ ਲੱਗਾ ਪਹਿਲਾਂ ਇਹ ਸੋਚੀਦਾ ਕਿ ਸਾਡੀ ਕੌਮ ਬਦਨਾਮ ਨਾ ਹੋਵੇ। ਕਦੀ ਵੀ ਇਸ ਸਾਜ ਨੂੰ ਮਤਲਬ ਕਿ ਲੈ ਕੇ ਚੱਲੋ। ਉਸ ਤੋਂ ਬਾਅਦ 'ਚ ਪੇਰੈਂਟਸ ਆਉਂਦੇ ਆ। ਤੂੰ ਬੱਚੇ ਜਿਹੜਾ ਕੰਮ ਕੀਤਾ ਹੈ, ਮੈਨੂੰ ਨਹੀਂ ਪਤਾ ਤੂੰ ਕਿਸ ਹਿਸਾਬ ਨਾਲ ਕੀਤਾ। ਜੇ ਤੂੰ ਨਹੀਂ ਸੀ ਕਰਨਾ, ਤੇਰਾ ਇੱਕ ਮਕਸਦ ਸੀ। ਬੱਚੇ ਮੇਰੀ ਗੱਲ ਸੁਣ, ਤੇਰਾ ਇੱਕ ਮਕਸਦ ਸੀ PR ਲੈਣ ਦਾ। ਤੂੰ PR ਲਾ ਕੇ ਹੁਣ ਉਸ ਬੱਚੀ ਨੂੰ ਧੋਖਾ ਦੇ ਰਿਹਾ। ਤੇਰੇ ਜਿਹੜੇ ਵਿਊਜ਼ ਨੇ ਬਿਲਕੁਲ ਗਲਤ ਨੇ। ਤੂੰ ਕਿਸ ਤਰ੍ਹਾਂ ਕਹਿੰਦਾ, ਪੂਰੀ ਕਮਿਊਨਿਟੀ ਕਹਿ ਰਹੀ ਹੈ, ਪੂਰੇ ਲੋਕ ਕਹਿ ਰਹੇ ਆ, ਪੂਰੇ ਸੈਂਸਿਬਲ ਲੋਕ ਜਿਹੜੇ ਹੈਗੇ ਨੇ ਇਸ ਕਮਿਊਨਿਟੀ ਦੇ, ਉਹ ਤੈਨੂੰ ਕਹਿ ਰਹੇ ਹੈਗੇ ਬੱਚੇ ਤੂੰ ਗਲਤ ਕੀਤਾ। ਮੈਂ ਵੀ ਤੈਨੂੰ ਐਜ਼ ਏ ਪੇਰੈਂਟ ਕਮਿਊਨਿਟੀ ਕਹਿ ਸਕਦੀ ਹੈ, ਕਮਿਊਨਿਟੀ ਨੂੰ ਕੀ ਪਤਾ ਹੈ ਤੇ ਤੁਸੀਂ ਕਿਸੇ ਨੂੰ ਵੀ ਜੱਜ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਤੁਹਾਨੂੰ ਮੇਰੇ ਬਾਰੇ ਕਿੰਨਾ ਪਤਾ ਹੈ? ਮੇਰੀ ਗੱਲ ਸੁਣ, ਤੂੰ ਮੇਰੇ ਬੱਚਿਆਂ ਨੂੰ ਬਹੁਤ ਛੋਟਾ ਬੱਚੇ, ਮੈਂ ਜੋ ਤੈਨੂੰ ਕਹਿ ਰਿਹਾ ਇਹਦਾ ਮਤਲਬ ਤੂੰ ਅਜੇ ਵੀ ਆਪਣੇ 'ਚ ਫੇਅਰ ਨਹੀਂ ਹੈ। ਤੂੰ ਉਸ ਚੀਜ਼ ਨੂੰ ਮਤਲਬ ਕਿ ਅਜੇ ਵੀ ਲੈ ਕੇ ਤੂੰ ਮਤਲਬ ਕਿ ਕਿਸੇ ਚੀਜ਼ 'ਚ ਸ਼ੋਰ ਨਹੀਂ। ਮਤਲਬ ਜੋ ਤੂੰ ਅੱਜ ਵੀ ਕਮਿਊਨਿਟੀ ਦੇ ਪ੍ਰੈਸ਼ਰ 'ਚ ਆ ਕੇ ਕੰਮ ਕਰਨਗਾ, ਇਹਦਾ ਮਤਲਬ ਤੂੰ ਫੇਰ ਉਹਨੂੰ ਧੋਖਾ ਦੇਵੇਂਗਾ। ਨਹੀਂ, ਪ੍ਰੈਸ਼ਰ ਤੂੰ ਆਪਣੇ ਮਾਈਂਡ ਨੂੰ ਬਣਾ। ਬੱਚੇ ਇੱਕ ਮਾਈਂਡ ਆਪਣੇ ਨੂੰ ਬਣਾਓ, ਸਹੀ ਰਸਤੇ ਤੇ ਚੱਲੋ। ਮੈਂ ਤੈਨੂੰ ਮੇਰਾ ਦਿਲ ਕੀਤਾ ਮੈਂ ਫੋਨ ਕਰਨ ਦਾ, ਮੈਂ ਕਈ ਵਾਰੀ ਕਰੀਦਾ ਕੋਈ ਚੰਗੀ ਕਿਸੇ ਨੂੰ ਸਿੱਖਿਆ ਦੇਣੀ। ਈਵਨ ਦੋ ਅੱਜ ਕੱਲ ਬੱਚੇ ਆਪਣੇ ਨਹੀਂ ਮੰਨਦੇ, ਤੂੰ ਵੀ ਨਹੀਂ ਮੰਨ ਰਿਹਾ, ਠੀਕ ਹੈ ਬੱਚੇ, ਲੇਕਿਨ ਫਿਰ ਵੀ ਇਹ ਚੰਗੀ ਐਡਵਾਈਸ ਹੈ। ਦੋਨੇ ਚੀਜ਼ਾਂ ਰਿਮੈਂਬਰ ਕਰ, ਘਰ ਬੈਠ ਕੇ ਕਰ ਤੇ ਉਸ ਬੱਚੀ ਦਾ ਨੁਕਸਾਨ ਨਾ ਕਰ, ਆਪਣੇ ਬੱਚੇ ਦਾ ਜਿਹੜਾ ਹੋਇਆ ਉਹਦਾ ਨੁਕਸਾਨ ਨਾ ਕਰ ਜ਼ਿੰਦਗੀ ਦਾ। ਮਿਹਰਬਾਨੀ ਕਰ, ਥੈਂਕ ਯੂ ਸੋ ਮਚ। ਹਾਂਜੀ, ਆਪਣੇ ਹਰਜਿੰਦਰ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਮਿਊਨਿਟੀ ਮੇਰੇ ਖਿਆਲ ਕਿ ਤੁਹਾਡੇ ਨਾਲ ਵੀ ਕਈ ਵਾਰੀ ਮਿਸਾਲ ਜਿਹੜੀ ਆ ਤੁਹਾਨੂੰ ਡਿਸਟਰਬ ਕਰਦੀ। ਜਸਟ ਸੇ ਦੈਟ ਵਾਟ ਯੂ ਵਾਂਟ ਟੂ ਸੇ। ਆਈ ਥਿੰਕ ਨਹੀਂ, ਦੇਖੋ ਜੀ ਮੈਂ ਫਿਲਹਾਲ ਕੋਈ ਵੀ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। ਥੈਂਕ ਯੂ ਸੋ ਮਚ। ਆਈ ਐਮ ਟੇਕਿੰਗ ਨੈਕਸਟ ਕਾਲ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਬੋਲੋ ਜੀ, ਬੋਲੋ, ਕੈਰੀ ਔਨ। ਹਾਂਜੀ ਕੈਰੀ ਔਨ ਜੀ, ਬੋਲੋ ਜੀ। ਸਤਨਾਮ ਹੰਸ ਲਾਈਨ ਤੇ ਤੁਸੀਂ? ਸਤਨਾਮ ਜੀ ਲਾਈਨ ਤੇ ਹੋ? ਹਾਂਜੀ, ਅਗਲੀ ਕਾਲ ਸਰ ਪੁੱਛ ਲਿਆ ਕਰੋ ਅਗਲੇ ਨੂੰ ਕਿ ਅਗਲੀ ਕਾਲ ਲਾਣੀ। ਹਾਂਜੀ ਪਲੀਜ਼ ਕਾਈਂਡਲੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਾਸੀ ਸਾਹਿਬ ਨੰਬਰ 1, ਇਹ ਬੱਚਾ ਕਿਹੜੇ ਪਾਸੋਂ ਇੱਕ ਕਾਲਰ ਕਹਿੰਦਾ ਬੱਚਾ ਜਿਹੜਾ ਭਾਰਤ ਤੋਂ ਚੱਲ ਕੇ ਇੱਥੇ ਆ ਗਿਆ, ਮੈਨੂੰ ਕੀ ਸਮਝਦਾ ਸੀ ਬੱਚਾ ਕਿਹੜਾ। ਨੰਬਰ 2, ਸ਼ਾਦੀ ਇਸ ਨੇ ਕੀਤੀ ਹੈ, ਇਹਦੇ ਇੰਡੀਆ ਬੈਠੇ ਪਰਿਵਾਰ ਨੇ ਨਹੀਂ ਕੀਤੀ। ਮੈਂ ਤਾਂ ਇਹਦੇ ਬੇਨਤੀ ਕਰਦਾ, ਬੜਾ ਸੋਹਣਾ ਗੁਰਸਿੱਖ ਹੈ, ਦਸਤਾਰ ਸਜਾਈ ਹੈ, ਰੱਬ ਨੇ ਬੜੀ ਸੋਹਣੀ ਦਾੜੀ ਦਿੱਤੀ ਹੋਇਆ, ਇਸ ਤਰ੍ਹਾਂ ਨਾ ਕਰੀਆ। ਜੇ ਤੂੰ ਇਹੋ ਜਿਹਾ ਕੋਈ ਫੈਸਲਾ ਕਰਾਂਗੇ, ਇਹ ਲੜਕੀਆਂ ਦੀ ਹਾਂ ਬਹੁਤ ਮਾਰਦੀ ਹੈ। ਕਿ ਕਿਤੇ ਬਾਸੀ ਸਾਹਿਬ ਨੂੰ ਮੈਂ ਕਿੱਸਾ ਸੁਣਾਵਾਂ ਨਾ ਹਾਂ ਮਾਰਨ ਦਾ ਲੜਕੀ ਦਾ, ਤੇ ਦੁਨੀਆ ਦੇ ਕੰਨ ਖੜੇ ਹੋ ਜਾਣਗੇ। ਇਹ ਕੰਮ ਨਾ ਕਰ ਬੇਟਾ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਹਾਂਜੀ ਅਗਲੀ ਕਾਲ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲ। ਹਲੋ, ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਇਹਨੂੰ ਮੁੰਡੇ ਨੂੰ ਵੀ ਤੂੰ ਏਦਾਂ ਗੱਲਾਂ ਨਾ ਰੇਡੀਓ ਤੇ ਬਹਿ ਕੇ ਨਾ ਬੇਟਾ ਕਰ, ਵੀ ਤੁਹਾਨੂੰ ਤੁਸੀਂ ਜੱਜ ਨਹੀਂ ਕਰ ਸਕਦੇ, ਬੰਦੇ ਜੱਜ ਕਰਦੇ ਆ ਔਰ ਤੈਨੂੰ ਕਰ ਰਹੇ ਆ ਜੀ। ਮਿਹਰਬਾਨੀ। ਨੈਕਸਟ ਕਾਲ ਪਲੀਜ਼। ਜ਼ਿੰਮੇਵਾਰੀ ਬਣਦੀ ਆ ਕਿ ਤੂੰ ਆਪਣੀ ਵਹੁਟੀ ਨੂੰ ਲੈ ਕੇ ਆ, ਬੱਚੇ ਨੂੰ ਸੰਭਾਲ, ਕਿਸੇ ਤਰੀਕੇ ਦੇ ਨਾਲ ਕਮਿਊਨਿਟੀ ਤੋਂ ਹੈਲਪ ਲੈ, ਬਾਸੀ ਸਾਹਿਬ ਦੀ ਹੈਲਪ ਲੈ, ਤਾਂ ਕਿ ਤੇਰਾ ਆਉਣ ਵਾਲਾ ਸਮਾਂ ਜਿਹੜਾ ਬਿਹਤਰ ਹੋ ਸਕੇ। ਠੀਕ ਆ, ਮੈਂ ਨੈਕਸਟ ਕਾਲ ਦਿਓ ਬਿਨ ਪਲੀਜ਼ ਜਲਦੀ ਚ। ਹੈਲੋ ਹੈਲੋ, ਹਾਂ ਵੀਰ ਜੀ, ਮੈਂ ਕਹਿੰਦੀ ਇਹ ਮੁੰਡੇ ਨੇ ਪੂਰੀ ਨਹੀਂ ਪਾਉਣੀ, ਇਹ ਸਿਰਫ PR ਲੈਣ ਦਾ ਮਾਰਾ ਆਇਆ ਵਾ। ਇਹਨੂੰ ਹੁਣ ਜਿਸ ਤਰ੍ਹਾਂ ਸੀ ਵੀ ਕੈਨੇਡਾ ਮੇਰੇ ਹੱਥੋਂ ਖੁੱਸਦੀ ਆ ਤਾਂ ਆਇਆ, ਇਹਨੇ ਕੁੜੀਆਂ ਨਹੀਂ ਨਿਭਾਉਣੀ। ਨਹੀਂ ਦੇਖੋ, ਜੇ ਮੈਂ PR ਲੈਣੀ ਹੁੰਦੀ ਤੇ ਮੈਂ ਸਟੱਡੀ ਵੀਜ਼ਾ ਨਹੀਂ, ਜੇ ਤੂੰ ਭੱਜਦਾ ਨਹੀਂ ਸੀਗਾ
ਛੋਟਾ ਜਿਹਾ ਬੱਚਾ 2 ਮਹੀਨੇ ਦਾ ਛੱਡ ਕੇ ਜੱਚਾਂ ਤੀਵੀਂ ਨੂੰ ਤੂੰ ਕਿਵੇਂ ਚਲੇ ਜਾਂਦਾ? ਤੈਂ ਨਹੀਂ ਰਹਿਣਾ, ਤੈਂ ਚਲਾਕੀ ਨਾਲ ਆਇਆ ਵਾ, ਚੁਸਤੀ ਨਾਲ ਵੀ ਮੇਰੀ ਹੁਣ ਕੈਨੇਡਾ ਹੱਥੋਂ ਜਾਂਦੀ ਆ। ਨਹੀਂ ਜੇ ਮੈਂ ਪੀਆਰ ਲੈਣੀ ਸੀ ਤੇ ਮੈਂ ਲਈ ਕਿਉਂ ਨਹੀਂ ਹਲੇ ਤੱਕ? ਜੀ ਮੈਂ ਬਾਸੀ ਸਾਹਿਬ ਨੂੰ ਕਹਿੰਨੀ ਆ, ਜੇ ਮੈਂ ਪੀਆਰ ਲੈਣੀ ਸੀ ਜੀ, ਮੈਂ ਪੀਆਰ ਲਈ ਕਿਉਂ ਨਹੀਂ ਹਲੇ ਤੱਕ? ਇਹ ਕੁੜੀ ਦੇ ਸਰਟੀਫਿਕੇਟ ਵੀ ਮਾਰ ਸਕਦਾ, ਬੱਚੇ ਦੇ ਵੀ ਮਾਰ ਸਕਦਾ। ਇਹਦੀ ਤੇ ਮੈਂ ਜਿਹੜਾ ਕੁਐਸਚਨ ਤੁਹਾਨੂੰ ਪੁੱਛਿਆ ਜੀ, ਜੇ ਮੈਂ ਪੀਆਰ ਲੈਣੀ ਸੀ ਤੇ ਮੈਂ ਲਈ ਕਿਉਂ ਨਹੀਂ? ਤੂੰ ਕਿਉਂ ਛੱਡ ਕੇ ਗਿਆ ਕੁੜੀ ਨੂੰ? ਇੰਨੀ ਸੋਹਣੀ ਕੁੜੀ, ਤੂੰ ਤਾਂ ਕੁੜੀ ਦੇ ਪੈਰ ਵਰਗਾ ਵੀ ਨਹੀਂ। ਦੇਖੋ ਜੀ, ਪੈਰ ਵਰਗਾ ਨਹੀਂ ਜਾਂ ਹੱਥ ਵਰਗਾ ਨਹੀਂ, ਰੋਂਦੀ ਦੇ ਹੱਥ ਧੋਤੇ ਜਾਣ। ਤੁਸੀਂ ਸੋਹਣਾ ਪਾਣੀ ਨਾ ਦੇਖ ਸਕਦੇ ਤੁਸੀਂ, ਤੂੰ ਬੱਚੀ ਨੂੰ ਕਿਉਂ ਛੱਡ ਕੇ ਗਿਆ? ਤੁਸੀਂ ਸੋਹਣਾ ਪਾਣੀ ਨਾ ਜੀ ਦੇਖ ਸਕਦੇ, ਤੁਹਾਨੂੰ ਅੰਦਰੋਂ ਵੀ ਪਤਾ ਹੋਣਾ ਚਾਹੀਦਾ ਬੰਦਾ ਕਿਸ ਤਰ੍ਹਾਂ, ਬਾਹਰੋਂ ਸੋਹਣਾ ਸੁਨੱਖਾ। ਪਤਾ ਤੂੰ ਉਹਨੂੰ ਛੱਡ ਕੇ ਚਲੇ ਗਿਆ, ਧੋਖਾ ਦੇ ਗਿਆ। 2 ਮਹੀਨੇ ਦਾ ਬੱਚਾ ਵਿਚਾਰੀ ਦਾ ਹੈ। ਨਹੀਂ ਤੁਸੀਂ ਬੱਚਾ, ਤੁਸੀਂ ਨਾ ਇਹ ਚੀਜ਼ਾਂ ਜੱਜ ਨਹੀਂ ਕਰ ਸਕਦੇ। ਹੁਣ ਵੀ ਉਹ ਕਾਲਰ ਤੇ ਹੁਣ ਤੂੰ ਸਿਰਫ ਕੈਨੇਡਾ ਮਾਰਾ ਬੱਚਾ ਵਾਪਸ ਆਇਆ, ਪੀਆਰ ਮਾਰਾ ਵਾਪਸ ਆਇਆ, ਮੇਰੇ ਤੋਂ ਲਿਖਾ ਲਾ। ਨਹੀਂ ਜੇ ਮੈਂ ਪੀਆਰ ਦਾ ਪੀਆਰ ਲਈ ਕਿਉਂ ਨਹੀਂ? ਕੱਲ ਨੂੰ ਜੇ ਕੁੜੀ ਦੇ ਸਰਟੀਫਿਕੇਟ ਵੱਜ ਗਈ ਜਾਂ ਬੱਚੇ ਦੇ ਵੱਜ ਗਈ, ਕੌਣ ਜ਼ਿੰਮੇਵਾਰ ਆ? ਬਾਸੀ ਸਾਹਿਬ ਇਹਦੀ ਗਾਰੰਟੀ ਲਿਓ। No, I want into that ਕਿਉਂਕਿ ਮੈਂ ਗਾਰੰਟੀ ਕਿਸੇ ਨਹੀਂ ਲੈ ਸਕਦਾ ਹਾਂ ਜੀ। ਸੋ ਗਾਰੰਟੀ ਜ਼ਿੰਮੇਵਾਰੀ ਉਹ ਬੱਚੀ ਦੇ ਕੱਲ ਨੂੰ ਸੱਟ ਮਾਰ ਜੇ, ਬੱਚੇ ਦੇ ਮਾਰ ਜੇ, ਕਿਉਂਕਿ ਮੇਰੇ ਕੋਲ ਕੋਈ ਰਾਈਟਸ ਨਹੀਂ ਇਹ ਕਹਿਣ ਦੀ ਗੱਲ। ਫੋਨ ਚੱਕ ਕੇ ਘਰੋਂ ਭੱਜ ਸਕਦਾ, ਬੱਚੀ ਨੂੰ ਕੁੱਟ ਸਕਦਾ ਹੈ। ਦੇਖੋ ਬੱਚੀ ਕਿੰਨੀ ਰੋਂਦੀ ਸੀ। ਤੁਸੀਂ ਕੁੱਟਿਆ ਨਿਸ਼ਾਨ? ਨਹੀਂ ਦੇਖੋ ਜੀ, ਉਹਨੇ ਨਹੀਂ ਕਿਹਾਗਾ ਅੱਜ ਤੱਕ ਮੈਂ ਕੁੱਟਿਆ। ਤੇ ਤੁਸੀਂ ਲੋਕਾਂ ਦੇ ਤੁਸੀਂ ਨਾ ਇਹ ਆਪ ਜਿਹੜਾ ਕਹਿੰਦੇ ਨੇ ਆਪਾਂ ਮਸਾਲਾ ਨਾਲ ਲੱਗ ਜਾਂਦਾ। ਮਸਾਲ ਨੇ ਕਿਹਾ ਸੀ ਕਿ ਮੈਨੂੰ ਕੁੱਟਮਾਰ ਨਹੀਂ ਕੀਤੀ ਉਹਨੇ ਕਿਹਾ। ਹਾਂਜੀ ਤੇ ਹੁਣ ਦੇਖੋ ਜੀ, ਲੋਕਾਂ ਦਾ ਮਸਾਲਾ ਤੁਹਾਨੂੰ ਪਤਾ ਹੈ ਲਾਉਣ ਨੂੰ ਇਹ ਨਹੀਂ ਹਟਦਾ। ਕਲੇਮ ਦੈਟ ਕਿ ਸ਼ੀ ਟੱਚ। ਆਇਆ ਕਾਕਾ, ਹੋਰ ਕੋਈ ਗੱਲ ਨਹੀਂ। ਓਕੇ ਨੈਕਸਟ ਕਾਲ ਸਿੱਧੂ ਸਾਹਿਬ ਅਗਲੀ ਕਾਲ। ਉਹਨੇ ਕਲੇਮ ਕੀਤਾ ਕਿ ਮੈਨੂੰ ਕਦੇ ਵੀ ਜਿਹੜਾ ਆ ਸ਼ੀ ਸੈਡ ਦੈਟ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬੋਲੋ ਭੈਣ ਜੀ। ਹਾਂਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਬਸ ਜੀ, ਵੀ ਸਾਰੇ ਜਾਣੇ ਆਪਾਂ ਮੁੰਡੇ ਨੂੰ ਹੀ ਦੋਸ਼ ਦੇਈ ਜਾਂਦੇ ਆ। ਜਿਹੜੀ ਕੁੜੀ ਹੁਣ ਉਹਨਾਂ ਦੇ ਘਰੇ ਗਈ ਹੋਈ ਆ, ਉਹਨਾਂ ਦੀਆਂ ਚੀਜ਼ਾਂ ਭੰਨਦੀ ਆ, ਤੇ ਇਹਦੇ ਨਾਲ ਕੀ ਕਰਦੀ ਹੋਊਗੀ? ਇਹ ਵੀ ਸੋਚੋ ਨਾ ਵੀ ਸਾਰਾ ਇੱਕ ਪਾਸੇ ਦਾ ਨਹੀਂ ਕਸੂਰ ਹੁੰਦਾ। ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਨਾਂ ਹੱਥਾਂ ਨਾਲ ਵੱਜਦੀ ਆ। ਕੁੜੀ ਵੀ ਕੋਈ ਨਾ ਕੋਈ ਕੁੜੀ ਵਿੱਚ ਵੀ ਕਸੂਰ ਹੋਊਗਾ, ਤਾਂ ਹੀ ਲੜਾਈ ਪੈਂਦੀ ਹੁੰਦੀ ਆਪਣੇ ਘਰੇ ਜੀ। ਅਸੀਂ ਉਹਨਾਂ ਨੂੰ ਦੂਜੇ ਜਣ ਚੁੱਪ ਕਰਕੇ ਲੜਾਈ ਨਹੀਂ ਪੈਂਦੀ ਹੈਗੀ। ਸਿੱਧੂ ਸਾਹਿਬ ਕੀ ਪ੍ਰੋਸੀਡ ਕਰੋਗੇ, ਬੋਲੋ ਜੀ। ਬਿਲਕੁਲ ਜੀ, ਮੈਂ ਵੀ ਇਸ ਗੱਲ ਨਾਲ ਐਗਰੀ ਹਾਂ ਕਿ ਜੇ ਉੱਥੇ ਉਹ ਕੁੜੀ ਇੰਨੀ ਪ੍ਰੋਬਲਮ ਦੇ ਰਹੀ ਤਾਂ ਇਹਦੇ ਨਾਲ ਕੀ ਬਿਹੇਵ ਹੁੰਦਾ। ਪਰ ਇੱਥੇ ਮੈਂ ਹਰਜਿੰਦਰ ਨੂੰ ਫਿਰ ਇੱਕ ਸਵਾਲ ਹੋਰ ਕਰਦਾ ਕਿ ਠੀਕ ਹੈ ਛੋਟੀ ਉਮਰ ਮੰਨਦੇ, ਪਰ ਵਿਆਹ ਦਾ ਫੈਸਲਾ ਕੋਈ ਛੋਟਾ ਨਹੀਂ ਹੁੰਦਾ। ਤੁਸੀਂ ਪਹਿਲਾਂ ਉਹਨੂੰ ਉਹਦੇ ਕੁੜੀ ਦੇ ਮੁਤਾਬਕ ਸਾਲ ਇਕੱਠੇ ਰਹੇ ਆ, ਸਾਲ 'ਚ ਇੰਨਾ ਕੁ ਬੰਦੇ ਨੂੰ ਪਤਾ ਲੱਗ ਜਾਂਦਾ ਜਿਹਦੇ ਨਾਲ ਮੈਂ ਸਾਰੀ ਲਾਈਫ ਦਾ ਫੈਸਲਾ ਲੈਣ ਲੱਗਿਆ। ਦੂਜਾ ਸਵਾਲ ਬਾਸੀ ਸਾਹਿਬ ਇਹ ਹੈ ਜੀ, ਤੁਹਾਡੇ ਪੇਰੈਂਟਸ ਐਗਰੀ ਸੀਗੇ? ਹਾਂਜੀ ਪੇਰੈਂਟਸ ਸੀਗੇ। ਉਹਨਾਂ ਨੂੰ ਸਾਰਾ ਪਤਾ ਕਿ ਕੀ ਚੱਲ ਰਿਹਾ ਉਹਨਾਂ ਨਾਲ ਜੇ ਅਸੀਂ ਗੱਲ ਕਰੀਏ? ਤੇ ਉਹਨਾਂ ਨੂੰ ਮੈਂ ਦੱਸਤਾ ਸੀ, ਬਾਅਦ 'ਚ ਦੱਸਿਆ ਉਹਨਾਂ ਨੂੰ ਜਾਣੀ ਕਿ ਵਿਆਹ ਤੋਂ ਬਾਅਦ ਚੋਂ ਦੱਸਿਆ। ਬੱਚਾ ਤੁਹਾਡਾ ਪਹਿਲਾਂ ਹੋ ਗਿਆ, ਵਿਆਹ ਤੁਹਾਡਾ ਬਾਅਦ ਚੋਂ ਹੋਇਆ, ਪੇਰੈਂਟਸ ਨੂੰ ਤੁਸੀਂ ਵਿਆਹ ਤੋਂ ਬਾਅਦ ਚੋਂ ਦੱਸਿਆ। ਇਹ ਇੰਨਾ ਤੁਸੀਂ ਡਿਲੇ ਚ ਵੀਰ ਜੀ ਕਾਹਤੋਂ ਚੱਲ ਰਹੇ ਹੋ? ਲਾਈਫ 'ਚ ਬਹੁਤ ਸਮੱਸਿਆ ਆ ਜਾਣੀਆਂ। ਨਾਰਮਲ ਬੰਦੇ ਦੀ ਉਮਰ 60 ਤੋਂ 80 ਸਾਲ ਹੁੰਦੀ ਆ, ਤੁਸੀਂ 20 ਸਾਲਾਂ ਦੇ ਹੋ, 60 ਸਾਲ ਪਏ। ਜੇ ਤੁਸੀਂ ਚਾਹੁੰਦੇ ਹੋ ਅਗਲੀ ਲਾਈਫ 'ਚ ਪ੍ਰੋਬਲਮ ਨਾ ਆਉਣ, ਹੁਣ ਸਹੀ ਫੈਸਲਾ ਲਓ, ਨਾ ਕਿਸੇ ਦੇ ਪ੍ਰੈਸ਼ਰ ਥੱਲੇ ਆਓ। ਨਹੀਂ ਪ੍ਰੈਸ਼ਰ ਥੱਲੇ ਆਪਾਂ ਕਿਸੇ ਦੇ ਨਹੀਂ ਗਏ। ਬੜਾ ਮੌਕਾ ਸਾਂਭਣ ਵਾਲੀ ਵੀਰ ਗੱਲ ਆ ਛੋਟੇ ਵੀਰ, ਆਏ ਨਹੀਂ ਹੁੰਦੇ ਫੈਸਲੇ। ਮੈਂ ਟਰਾਈ ਕਰਦਾ ਤੁਹਾਡੇ ਪੇਰੈਂਟਸ ਨਾਲ ਗੱਲ ਕਰਨ ਦੀ, ਕਿਉਂਕਿ ਦੇਖੋ ਜੀ ਬੱਚਾ ਵਿਆਹ ਤੋਂ ਪਹਿਲਾਂ ਹੋ ਗਿਆ, ਫਿਰ ਵਿਆਹ ਹੋ ਗਿਆ, ਘਰਦਿਆਂ ਨੂੰ ਵਿਆਹ ਕਰਾ ਕੇ ਦੱਸਿਆ। ਸੋ ਇਹ ਕਿਵੇਂ ਚੱਲੀ ਜਾਂਦਾ? ਇੰਨੇ ਗਲਤ ਫੈਸਲੇ ਹੋ ਜਾਣ ਬੰਦੇ ਤੋਂ। ਆਈ ਸੀ। ਅਗਲੀ ਕਾਲ ਪਲੀਜ਼। ਹਾਂਜੀ ਨੈਕਸਟ ਕਾਲ ਪਲੀਜ਼। ਨੈਕਸਟ ਢਿੱਲੋਂ ਲਾਈਨ ਤੇ ਤੁਸੀਂ। ਹਾਂਜੀ ਬਾਤੀ ਸਾਹਿਬ, ਆਪਾਂ ਮੇਰੇ ਜਿਹੜੇ ਕੁਐਸਚਨ ਕਰਨਾ ਸੀ ਉਹ ਸਿੱਧੂ ਸਾਹਿਬ ਨੇ ਕਰੇ ਦਿੱਤਾ। ਤੇ ਇੱਥੇ ਗੱਲ ਦੋਨੇ ਪਾਸੇ ਆ ਜਾਂਦੀ ਹੈ। ਇੱਕ ਬੰਦੇ ਨੂੰ ਵੀ ਸਾਰੇ ਆਪਾਂ ਕਹੀ ਜਾਂਦੇ ਕਿ ਉਹ ਕੁੜੀ ਰੋਂਦੀ ਸੀਗੀ, ਤੇ ਚਲੋ ਠੀਕ ਹੈ ਇਮੋਸ਼ਨਲ ਸੀਗੀ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਰਾਈਟ ਹੋਊਗੀ। ਤੇ ਸੈਕੰਡਲੀ ਉਹ ਜੋ ਹੁਣ ਮੇ ਵੀ ਥੋੜੇ ਜਿਹੇ ਵਿਚਾਰ ਥੋੜੇ ਜਿਹੇ ਬਦਲੇ ਆ ਕਿ ਜਦੋਂ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਉਹ ਮਿਸਬਿਹੇਵ ਕਰ ਰਹੀ ਆ, ਜਿਨ੍ਹਾਂ ਨੇ ਉਹਨੂੰ ਸ਼ੈਲਟਰ ਦਿੱਤਾ, ਤੇ ਉਹ ਜੇ ਉਸ ਬੇਸ ਤੇ ਸੋਚਿਆ ਜਾਵੇ ਤੇ ਇਹ ਦੋਨੇ ਪਾਸੇ ਗੱਲ ਥੋੜੀ ਜਿਹੀ ਖਰਾਬ ਆ। ਅਸੀਂ ਉਹਨਾਂ ਨਾਲ ਘਰ ਵਾਲਿਆਂ ਬਹੁਤ ਜਲਦੀ ਜੁੜ ਰਹੇ। ਅਗਲੀ ਕਾਲ ਅਸੀਂ ਸਰ ਥੋੜੇ ਕਾਲ ਲਾਵਾਂਗੇ। ਹਾਂਜੀ ਇਹ ਪ੍ਰੋਗਰਾਮ ਤੁਹਾਡੇ ਵਿੱਚ ਜੀ। ਬੋਲੋ ਜੀ, ਬੋਲੋ ਸਰ। ਹਾਂਜੀ ਬਾਸੀ ਸਾਹਿਬ, ਮੈਂ ਡਾਊਨਟਾਊਨ ਰਹਿਣਾ ਹੈਗਾ ਜੀ। ਤੋਂ ਕੋਈ 50-60 ਸਾਲ ਹੋ ਗਿਆ ਮੈਨੂੰ ਰਹਿੰਦੇ ਨੂੰ ਇੱਥੇ ਡਾਊਨਟਾਊਨ ਦੇ ਵਿੱਚ। ਇੱਥੇ ਗਵਰਨਮੈਂਟ ਦੇ ਸ਼ੈਲਟਰ ਹੈਗੇ ਆ ਜੀ। ਇਹ ਮੁੰਡੇ ਤੇ ਉਹ ਬਲੇਮ ਲਾਉਂਦੀ ਆ, ਇਹ ਹੈਗੀ ਦੂਜੇ 2 ਨੰਬਰ ਦੀ ਕੁੜੀ ਆ, ਤੁਹਾਨੂੰ ਲਿਖ ਕੇ ਦੇਣਾ ਮੈਂ ਤੁਹਾਨੂੰ ਸਾਰਾ ਕੁਝ। ਤਾਂ ਇਹਨੂੰ ਪੁੱਛੋ ਮੁੰਡੇ ਨੂੰ ਵੀ ਇਹਦਾ ਬੱਚਾ ਆ। ਹਾਂਜੀ ਬੱਚਾ ਤੁਹਾਡਾ ਬੀਬੀ ਹੈ? ਹਾਂਜੀ ਹਾਂਜੀ ਹੀ ਇਜ਼ ਫਾਦਰ। ਅੱਛਾ ਇਹਦਾ ਫਾਦਰ ਆ। ਫਿਰ ਚਲੋ ਇੱਥੇ ਗਵਰਨਮੈਂਟ ਦੇ ਸ਼ੈਲਟਰ ਆ, ਉਹਨਾਂ 'ਚ ਜਾ ਠੀਕ ਹੈ ਜੀ, ਮਿਹਰਬਾਨੀ ਜੀ। ਨੈਕਸਟ ਕਾਲ ਪਲੀਜ਼। ਹਾਂਜੀ ਹਾਂਜੀ ਅਗਲੀ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਬੋਲੋ ਜੀ ਭੈਣ ਜੀ। ਹਾਂਜੀ ਵੀਰ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ
ਵੀ 21 ਸਾਲ ਦੀ ਇਸ ਬੱਚੇ ਦੀ ਉਮਰ ਸੀ। ਪਹਿਲਾਂ ਇਹ ਪੜ੍ਹਾਈ ਕਰਨ ਆਇਆ ਸੀ, ਆਪਦੀ ਪੜ੍ਹਾਈ ਪੂਰੀ ਕਰਦਾ, ਨਾ ਇਹ ਪੁੱਠੇ ਕੰਮਾਂ 'ਚ ਪੈਂਦਾ। ਪੰਜਾਬੀਆਂ ਦਾ ਅੱਗੇ ਨਾ ਬਦਨਾਮ, ਜਦੋਂ ਖਬਰਾਂ ਦੇਖੋ ਪੰਜਾਬੀਆਂ ਦੀਆਂ, ਜਦੋਂ ਦੇਖੋ ਉਹ ਕੁੜੀ ਵੀ ਠੀਕ ਨਹੀਂ ਗਈ, ਇਹ ਵੀ ਥੋੜਾ ਗਲਤ ਹੈ। ਮਿਹਰਬਾਨੀ। ਅਗਲੀ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ ਨੈਕਸਟ ਕਾਲ ਪਲੀਜ਼। ਹਾਂਜੀ ਬੋਲੋ ਜੀ। ਹੈਲੋ ਬਾਸੀਆ ਸਤਿ ਸ਼੍ਰੀ ਅਕਾਲ ਜੀ। ਬੋਲੋ ਸਰ। ਬਾਸੀਆ ਪਲੀਜ਼ ਕਾਲ ਨਾ ਕੱਟਿਓ ਭਾਈ। ਪਹਿਲੀ ਗੱਲ ਤਾਂ ਇਹ ਮੁੰਡੇ ਨੂੰ ਬਿਲਕੁਲ ਵੀ ਬੋਲਣ ਦੀ ਅਕਲ ਨਹੀਂ ਹੈਗੀ। ਕਿਸੇ ਵੀ ਕਾਲਰ ਦੇ ਨਾਲ ਇਹਨੇ ਤਮੀਜ਼ ਨਾਲ ਗੱਲ ਨਹੀਂ ਕੀਤੀ। ਇੱਕੋ ਗੱਲ ਕਹੀ ਜਾਂਦਾ ਵੀ ਤੁਹਾਨੂੰ ਕੀ ਪਤਾ, ਤੁਹਾਨੂੰ ਕੀ ਪਤਾ। ਯਾਰ ਅਸੀਂ ਪਾਗਲ ਹਾਂ ਸਾਰੇ ਜਣੇ। ਨਹੀਂ ਤੁਸੀਂ ਭਾਜੀ ਕੀ ਜੱਜ ਕਰ ਸਕਦੇ ਤੁਸੀਂ? ਨਹੀਂ ਬਾਈ, ਪਹਿਲੀ ਗੱਲ ਤੇਰੀ 20 ਸਾਲ ਦੀ ਉਮਰ ਹੈ ਨਾ, ਜਵਾਕ ਤੂੰ ਜੰਮਦਾ, ਤੂੰ ਬਣਦਾ ਕਹਿੰਦਾ ਮੈਂ ਗੇਮ ਖੇਡ ਰਿਹਾ ਸੀ, ਕਦੀ ਕੀ ਖੇਡ ਰਿਹਾ ਸੀ, ਹਨਾ। ਤੂੰ ਆਪ ਸੋਚ ਕੇ ਦੇਖ, ਤੇਰੀ ਮਾਂ ਨੇ ਜਦੋਂ ਪੀੜਾਂ ਸਹੀਆਂ ਹੋਣੀਆਂ ਨਾ, ਉਹ ਕੁੜੀ ਨੂੰ ਪੁੱਛ ਕੇ ਦੇਖ ਜਦੋਂ ਉਹਨੇ ਸਹੀਆਂ ਹੋਣੀਆਂ। ਜੀ ਭਾਜੀ ਪੀੜਾਂ ਨਹੀਂ ਨਾ ਗੱਲ ਹੁੰਦੀ, ਤੁਸੀਂ ਮੈਂ ਕਹਿੰਦਾ ਰੱਬ ਕਰਕੇ ਤੂੰ ਪ੍ਰੈਗਨੈਂਟ ਹੋਵੇ, ਜਵਾਕ ਜੰਮੇ। ਨਾਲੇ ਮੈਂ ਸਹੀ ਗੱਲ ਕੱਲ ਕਿਸੇ ਨੇ ਕਹੀ ਦੀ, ਪੱਗਾਂ ਵਾਲੇ ਜ਼ਿਆਦਾ ਕੰਮ ਕਰਨ ਲੱਗ ਗਏ। ਇਦਾਂ ਮੈਂ ਪੱਗ ਨੂੰ ਨਹੀਂ ਕਹਿ ਰਿਹਾ, ਜਿਹੜੇ ਤੁਹਾਡੇ ਵਰਗੇ ਨੇ। ਨਹੀਂ ਬਾਈ, ਤੁਹਾਡੇ ਤੇ ਗੱਲ ਇਸ ਤਰ੍ਹਾਂ ਵੀ ਤੁਸੀਂ ਜੱਜ ਨਹੀਂ ਨਾ ਕਰ ਸਕਦੇ, ਤੁਸੀਂ ਸਿੱਧਾ ਹੀ ਤੁਸੀਂ ਕਹਿ ਜੱਜ ਫਿਰ ਨਹੀਂ, ਫਿਰ ਤੂੰ ਇੱਥੇ ਕਰਨ ਕੀ ਆਇਆ? ਜੇ ਜੱਜ ਫਿਰ ਇੱਥੇ ਕੀ ਕਰਨ, ਦੱਸਣ ਕੀ ਆਇਆ ਸਾਨੂੰ? ਤੇ ਮੈਂ ਇੱਥੇ ਆਪਣੀ ਇੰਟਰਵਿਊ ਦੇਣਾ ਹੈ ਤੇ ਦੱਸਿਆ ਵੀ ਇੰਟਰਵਿਊ ਨੂੰ ਬੜਾ ਯਾਰ ਤੂੰ ਜੋਨੀ ਬਰਾਏ ਮੈਂ ਇੰਟਰਵਿਊ ਦੇਣਾ ਹੈ ਯਾਰ, ਹੱਦ ਹੋ ਗਈ ਤੇਰੀ, ਹੈਨਾ। ਜੋ ਤੇਰਾ ਜਲੂਸ ਨਿਕਲਿਆ ਤੂੰ ਕਹਿੰਦਾ ਇੰਟਰਵਿਊ ਦੇਣਾ ਹੈ। ਇੰਟਰਵਿਊ ਹੁੰਦੀ ਹੈ? ਤੂੰ ਸਿੱਧਾ ਗੱਲ ਕਰ ਯਾਰ, ਤੂੰ ਨੋਰਮਲ ਬੰਦਿਆਂ ਵਾਂਗੂ ਜਵਾਬ ਦੇ ਨਾ। ਕਿੱਡੇ ਕਿੱਡੇ ਬੰਦੇ ਤੈਨੂੰ ਫੋਨ ਕਰਦੇ। ਤੁਹਾਡੇ ਪੇਰੈਂਟਸ ਨੂੰ ਪਤਾ ਕਿ ਅੱਜ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਕੀ ਹੋ ਰਿਹਾ? ਤੁਹਾਡੇ ਪੇਰੈਂਟਸ ਨਾਲ ਲਾਸਟ ਕਦੋਂ ਗੱਲ ਹੋਈ ਹੈ? ਤੇ ਮੇਰੀ ਹੋਈ ਹੈ ਪਰਸੋਂ ਕੋ ਹੋਈ ਹੈ ਗੱਲ। ਤੂੰ ਦੱਸਿਆ ਸੀ ਪੇਰੈਂਟਸ ਨੂੰ ਕਿ 5 ਵਜੇ ਮੈਂ ਜਾਣਾ ਹੈ ਮਿਸਾਲ ਨੂੰ? ਨਹੀਂ ਮੈਂ ਨਹੀਂ ਦੱਸਿਆ। ਨਹੀਂ ਸਿੱਧੂ ਭਾਜੀ ਘਰੇ ਲਾਓ ਫੋਨ, ਇਹਨਾਂ ਦੇ ਘਰੇ ਫੋਨ ਲਾਓ, ਪੇਰੈਂਟਸ ਨਾਲ ਗੱਲ ਕਰੋ। ਇਹਨੂੰ ਕੁਝ ਨਹੀਂ ਪਤਾ, ਜਵਾਕ ਹੈ ਇਹ। ਅਗਲੀ ਕਾਲ ਪਲੀਜ਼ ਪ੍ਰੋਸੀਡ ਕਰੋ ਨੈਕਸਟ ਕਾਲ ਪਲੀਜ਼। ਹਾਂਜੀ ਮਿਹਰਬਾਨੀ ਸਰ, ਅੱਗੇ ਲੈ ਰਹੇ ਹਾਂ। ਹਾਂਜੀ ਕੁਮਾਰ ਜੀ ਬੋਲੋ ਤੁਸੀਂ। ਹਾਂਜੀ ਬਸ ਮੈਂ ਇਹ ਕਹਿਣਾ ਚਾਹੁੰਦੀ ਸੀ, ਐਕਚੁਅਲੀ ਦੇ ਵਿੱਚ ਗਲਤੀ ਮੈਨੂੰ ਤਾਂ ਜੋ ਮੈਂ ਦੇਖ ਰਹੀ ਹਾਂ, ਸੁਣ ਰਹੀ ਹਾਂ, ਦੋਹਾਂ ਦੇ ਵਿੱਚ ਹੀ ਲੱਗ ਰਹੀ ਆ। ਮੁੰਡੇ ਦੇ ਵਿੱਚ ਵੀ ਗਲਤੀ ਹੈਗੀ ਆ ਜੀ ਜੀ, ਪਰ ਜਿਸ ਤਰ੍ਹਾਂ ਹੁਣ ਕੁੜੀ ਦੇ ਵਿੱਚ ਵੀ, ਜਿੱਦਾਂ ਹੁਣ ਉਹਨਾਂ ਜਿਹਨਾਂ ਦੇ ਘਰ 'ਚ ਰੱਖੀ ਹੋਈ ਆ, ਜਿੱਦਾਂ ਉਹ ਕਹਿ ਰਹੇ ਚੀਜ਼ਾਂ ਚੱਕ ਕੇ ਸਿੱਟ ਰਹੀ ਆ, ਕੁਛ ਨਾ ਕੁਛ ਲੱਗਦਾ, ਕੁਛ ਨਾ ਕੁਛ ਖਰਾਬੀ ਉੱਥੇ ਵੀ ਹੈਗੀ ਆ। ਕਿਉਂਕਿ ਹੁਣ ਉਹਨਾਂ ਨਾਲ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਦੇਖੋ, ਜਦ ਜਿਸ ਲੜਕੀ ਨੂੰ ਥੋੜਾ ਜਿਹਾ ਇਹਨਾਂ ਤਾਂ ਪਤਾ ਹੋਣਾ ਚਾਹੀਦਾ ਨਾ, ਜਿਨ੍ਹਾਂ ਨੇ ਉਹਨੂੰ ਸ਼ੈਲਟਰ ਦਿੱਤਾ ਹੈਗਾ, ਤਾਂ ਉੱਥੇ ਕੀ ਹੁਣ ਹੰਗਾਮਾ ਹੋ ਰਿਹਾ ਹੈ, ਵੀ ਡੋਂਟ ਨੋ। ਮਿਹਰਬਾਨੀ। ਅਸੀਂ ਬਹੁਤ ਜਲਦੀ ਜੁੜ ਰਹੇ ਹਾਂ, ਪ੍ਰੋਗਰਾਮ ਨਾਲ ਜੁੜ ਰਹੇ ਹਾਂ। ਔਰ ਤੁਹਾਡੇ ਵਿੱਚ ਬਾਕੀ ਮੈਨੂੰ ਤਾਂ ਮੁੰਡੇ ਨੂੰ ਇਹੀ ਕਹਿਣਾ ਹੈਗਾ, ਬੱਚੇ ਨੂੰ, ਇਸ ਨੂੰ, ਕਿ ਕੋਈ ਵੀ ਜਿਹੜਾ ਫੈਸਲਾ ਹੈਗਾ ਨਾ, ਕਿਸੇ ਦਬਾਅ ਥੱਲੇ ਆ ਕੇ, ਕਿਸੇ ਪ੍ਰੈਸ਼ਰ ਥੱਲੇ ਆ ਕੇ ਨਾ ਲਵੇ। ਜੋ ਉਹਦਾ ਆਪਣਾ ਅੰਦਰੋਂ ਮਨ ਕਰਦਾ ਨਾ, ਉਹ ਖਾਵੇ, ਕਿਸੇ ਦਬਾਅ ਥੱਲੇ ਆ ਕੇ ਨਾ। ਜੇ ਕੋਈ ਦਬਾਅ ਥੱਲੇ ਆ ਕੇ ਲਿਆ ਹੋਇਆ ਫੈਸਲਾ, ਉਹ ਫਿਊਚਰ 'ਚ ਇਹਨਾਂ ਨੂੰ ਫਿਰ ਮੁੜ ਕੇ ਇਸੇ ਸਿਚੁਏਸ਼ਨ 'ਚ ਲੈ ਆਏਗਾ। ਲੋਕ ਕਹਿੰਦੇ ਕਿ ਪ੍ਰੈਸ਼ਰ ਥੱਲੇ ਫੈਸਲਾ ਤੁਸੀਂ ਲੈਣਾ, ਮਤਲਬ ਆਪਣੇ ਸੋਚਣ ਪ੍ਰੈਸ਼ਰ ਆਪਣਾ ਹੈ ਨਹੀਂ, ਕੋਈ ਹੈ ਨਹੀਂ ਪ੍ਰੈਸ਼ਰ। ਮਿਹਰਬਾਨੀ। ਨੈਕਸਟ ਕਾਲ ਪਲੀਜ਼। ਓਕੇ ਜੀ। ਸਾਡੇ ਪਲੈਟੀਨਮ ਸਪਾਂਸਰ ਦਾ ਜ਼ਿਕਰ ਕਰ ਦਿਓ ਇੱਕ ਸੈਕਿੰਡ। ਜੀ ਬਿਲਕੁਲ ਜੀ, ਸਾਡੇ ਪਲੈਟੀਨਮ ਸਪਾਂਸਰ ਇੱਕੋ ਇੱਕ ਮਿਸਟਰ ਬਾਜਵਾ ਐਕਸਲੈਂਟ ਸਪਿੰਡਰ ਪੇਅਰ ਤੋਂ ਟਰੱਕਾਂ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ, ਲਾਈਕ ਜਿਹਦੇ ਟਰੱਕ ਟ੍ਰੇਲਰ 'ਚ ਪ੍ਰੋਬਲਮ ਹੈ, ਕਿਉਂਕਿ ਤੁਸੀਂ ਪੈਸੇ ਵੀ ਬਚਾ ਸਕਦੇ ਹੋ, ਸਮਾਂ ਵੀ ਬਚਾ ਸਕਦੇ ਹੋ। 5261 ਬ੍ਰੈਡਕੋ ਬੁਲੇਵਰਡ ਤੇ ਐਕਸਲ ਸਪਿੰਡਰ ਪੇਅਰ ਤੋਂ ਮਿਸਟਰ ਬਾਜਵਾ 905 616 8082 ਤੇ ਤੁਸੀਂ ਘੰਟੀ ਕਰੋ ਤੇ ਆਪਣੇ ਟਰੱਕ ਟ੍ਰੇਲਰ ਦੀ ਰਿਪੇਅਰ ਕਰਾਓ। ਫਰੈਂਡਸ ਫਰਨੀਚਰ ਦੇ ਵੱਲੋਂ ਵੀ ਪ੍ਰੋ ਸਪਾਂਸਰ। ਫਰੈਂਡਸ ਫਰਨੀਚਰ ਬਹੁਤ ਵੱਡੀ ਸੇਲ ਲੱਗੀ, ਵੀਰ ਵਾਲਾ ਕਿਸੇ ਬਾਰ ਜਲਦੀ ਆ ਰਹੇ। ਫਰੈਂਡਸ ਫਰਨੀਚਰ ਦੁਨੀਆ ਨੰਬਰ 1 ਨਾਮ ਹੈ ਤੇ ਸਵੀਟ ਮੈਲ ਦੇ ਰੈਸਟੋਰੈਂਟ ਬਾਰੇ ਵਿੱਚ ਤੁਸੀਂ ਸਭ ਜਾਣਦੇ ਹੋ ਅਤੇ ਫਰੀडम ਮੋਬਾਈਲ ਨੂੰ ਜਾਣਦੇ ਹੋ। ਤੇ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਅਸੀਂ ਸਪਾਂਸਰ ਕੀਤੇ ਜਾ ਰਿਹਾ, ਤੁਹਾਡੀ ਸੇਵਾ ਸਪਾਂਸਰ ਕਰੇ ਏਸ਼ੀਅਨ ਫੂਡ ਸੈਂਟਰ। ਯਾਦ ਰੱਖੋ ਕਿ ਸਵੀਟ ਮੈਲ ਰੈਸਟੋਰੈਂਟ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਜੀ ਹਾਂ, ਅਤੇ ਊਰਾ ਡੈਪਟ ਸੋਲੂਸ਼ਨ ਅਤੇ ਕੰਮ ਕਰੇ ਅੱਧਾ ਨਾ ਅਧੂਰਾ ਪੂਰਾ। ਸੋ ਤੁਸੀਂ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ 888 888 99 ਚਾਹੁੰਦਾ ਅਤੇ ਸੋਨੇ ਦੀ ਸ਼ਾਪਿੰਗ ਵਾਲੀ ਮਹਿੰਦਰਾ ਜੁਲਰ ਦਾ ਨਾਮ ਚੇਤ ਰੱਖੋ, ਜੋ ਕਿ ਤੁਹਾਡੀ ਸਿਰਫ ਸਾਰੀ ਵਿੱਚ ਅਤੇ ਦੁਨੀਆ ਵਿੱਚ ਲਿਸ਼ਕਾਰਾ ਪੈ ਰਿਹਾ ਉਹਨਾਂ ਗਿਆਨਾਂ ਦਾ ਮਹਿੰਦਰਾ ਜੁਲਰ। ਜੀ ਹਾਂ, ਅਤੇ ਇਸ ਤੋਂ ਇਲਾਵਾ ਨਿਊ ਸਿਟੀ ਜਨਰਲ ਕੰਟਰੈਕਟ ਵੱਲੋਂ ਵੀ ਪ੍ਰੋਮ ਪੇਸ਼ ਹੈ। ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੈ, ਰੈਨੋਵੇਸ਼ਨ ਦਾ ਕਰਾਉਣਾ ਹੈ, ਜਾਂ ਫਿਰ ਲੀਗਲ ਬੇਸਮੈਂਟ ਬਣਾਉਣੀ ਹੈ, ਜਾਂ ਫਿਰ ਤੁਸੀਂ ਬਿਊਟੀ ਸਲੂਨ ਜਾਂ ਆਫਿਸ ਤਿਆਰ ਕਰਨਾ ਹੈ, ਤਾਂ ਨਿਊ ਸਿਟੀ ਜਨਰਲ ਕੰਟਰੈਕਟਰ। ਜੀ ਹਾਂ, 647 641 3300 ਤੇ ਫੋਨ ਕਰ ਸਕਦੇ ਹੋ। ਜਸ ਲਾ ਆਫਿਸ ਬਹੁਤ ਵੱਡੀ ਲਾ ਫਰਮ ਹੈ। ਜੇ ਕੋਈ ਡਰਿੰਕ ਡਰਾਈਵ ਦੇ ਵਿੱਚ ਜਾਂ ਇਮੀਗ੍ਰੇਸ਼ਨ ਦੇ ਵਿੱਚ ਜਾਂ ਫਿਰ ਡਿਵੋਰਸ ਦੇ ਵਿੱਚ ਜਾਂ ਫਿਰ ਕਿਸੇ ਨੂੰ ਹੋਰ ਵਕੀਲ ਦੀ ਸੇਵਾਵਾਂ ਚਾਹੀਦੀਆਂ ਨੇ, ਤਾਂ ਜਸ ਲਾ ਆਫਿਸ 416 909 7500 ਹੈ। ਜੀ ਹਾਂ, ਕਾਲਸ ਗੋ ਹੈਡ ਪਲੀਜ਼ ਪ੍ਰੋਸੀਡ ਕਰੋ। ਹਾਂਜੀ, ਅਸੀਂ ਦੱਸਣਾ ਸੀਗਾ, ਮੈਨੂੰ ਤਾਂ ਲੱਗਦਾ ਵੀ ਗਲਤੀ ਤਾਂ ਦੋਨਾਂ ਬੱਚਿਆਂ ਦੇ ਵਿੱਚ ਹੀ ਆ, ਪਰ ਸਾਡੇ ਨਾਲ ਵੀ ਇਦਾਂ ਦਾ ਸੇਮ ਹੀ ਕੇਸ ਹੋ ਚੁੱਕਿਆ ਸਾਡੀ ਫੈਮਿਲੀ 'ਚ। ਉਹ ਵੀ ਕੁੜੀ ਪੁਰਤਗਾਲੀ ਜੀ ਸੀਗੀ। ਇਹ ਪਹਿਲਾਂ ਤਾਂ ਸਾਡੇ ਮੁੰਡੇ ਨੇ ਬਸ ਮੈਂ ਗੋਰੀ ਨਾਲ ਫਿਰਦਾ ਕਰਕੇ ਜੀ ਥੋੜਾ ਜਿਹਾ ਵੀ ਚੌੜ ਦੇ ਵਿੱਚ ਫਿਰਦਾ ਰਿਹਾ, ਉਹਦੇ ਨਾਲ ਡੇਟਾ ਡੂਟਾ ਕਰਦਾ ਰਿਹਾ। ਉਹ ਹੋ ਗਈ ਸੀਰੀਅਸ, ਉਹ ਫਿਰ ਕਹੇ ਵੀ ਮੇਰੇ ਨਾਲ ਤੂੰ ਮੈਰਿਜ ਕਰਾ। ਫਿਰ ਮੁੰਡਾ ਸਾਡਾ ਕਹਿਣ ਲੱਗਾ ਜੀ ਸਾਡਾ ਤਾਂ ਕਲਚਰ ਨਹੀਂ ਮਿਲਦਾ, ਮੇਰੇ ਮਾਂ-ਬਾਪ ਨਹੀਂ ਮੰਨਦੇ, ਨਹੀਂ। ਜਾਂ ਮੁੰਡਾ ਭੱਜਣ ਲੱਗ ਗਿਆ ਉਹਦੇ ਤੋਂ। ਪਰ ਉਹ ਗੋਰੀ ਹੋਈ ਸੀਗੀ, ਉਹ ਇੰਨਾ ਪਿੱਛੇ ਪਈ, ਉਹਦਾ ਸਾਡੀ ਫੈਮਿਲੀ ਤੱਕ ਸਾਡੇ ਤੱਕ ਕਰ ਲਿਆ। ਉਹ ਬਹੁਤ ਰੋਵੇ ਆ ਕੇ ਮਾਮ ਕੋਲੇ, ਇੰਨਾ ਜ਼ਿਆਦਾ ਰੋਵੇ। ਉਹਦੇ ਲਈ ਫਲਾਵਰ ਲੈ ਕੇ ਆਈ,
ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜੇ ਮੁੰਡਾ ਹੁਣੇ ਹੀ ਕਹਿ ਰਿਹਾ ਵਾ ਵੀ ਮੈਂ ਨਹੀਂ ਕਰਾਉਣਾ, ਤੁਹਾਡਾ ਬਾਅਦ ਵਿੱਚ ਵੀ ਕੀ ਹੋਊਗਾ, ਵੀ ਇਹ ਬੱਚੇ ਹੋ ਗਏ, ਉਹਨਾਂ ਦੀ ਵੀ ਲਾਈਫ ਖਰਾਬ ਹੋ ਜਾਣੀ ਕਿ। ਜੇ ਫਿਰ ਕੁੜੀ ਉਹ ਕਹਿੰਦੀ ਮੈਂ ਤਾਂ ਸੁਸਾਈਡ ਕਰ ਲੂੰਗੀ ਜੇ ਵੀ ਤੂੰ ਮੇਰੇ ਨਾਲ ਨਾ ਕੀਤੀ। ਬਹੁਤ ਜ਼ਿਆਦਾ ਉਹਨੇ ਜਿੱਦਾਂ ਇਮੋਸ਼ਨਲੀ ਬਲੈਕਮੇਲ ਕੀਤਾ, ਬਹੁਤ ਵਿਚਾਰੀ ਰੋਂਦੀ ਸੀ, ਝੱਲੀ ਨਹੀਂ ਸੀ ਜਾਂਦੀ ਗੀ। ਪਰ ਮੈਨੂੰ ਤਾਂ ਐਂ ਲੱਗਾ ਵੀ ਜਿਵੇਂ ਉਹ ਪਿੱਛੇ ਹੀ ਪੈ ਗਈ, ਪਰ ਗਲਤੀ ਮੁੰਡੇ ਦੀ ਵੀ ਸੀਗੀ। ਉਹ ਪਹਿਲਾਂ ਬਸ ਡੇਟ ਡੂਟ ਕਰਨ ਲਈ ਉਹ ਫਿਰਦਾ ਸੀਗਾ, ਵਿਆਹ ਕਰਾਉਣ ਲਈ ਸੀਰੀਅਸ ਨਹੀਂ ਸੀਗਾ ਉਹ। ਤੇ ਤਾਂ ਕਰਕੇ ਮੈਨੂੰ ਥੋੜੀ ਸਟੋਰੀ ਉਹੀ ਰਿਲੇਟਡ ਲੱਗਦੀ ਹੈ ਇਹਨਾਂ ਦੀ ਸਾਡੇ ਆ। ਤੁਹਾਡੇ ਨਾਲ ਮਤਲਬ ਉਹ ਤੁਹਾਨੂੰ ਇਨਸਿਸਟ ਕੀਤਾ ਕਿ ਮਿਲਣਾ ਰਹੇ ਜਾਂ ਟੈਲ ਟਰੂ ਪਬਲਿਕ ਨੂੰ ਕਿ ਉਹਨੇ ਤੁਹਾਨੂੰ ਪ੍ਰਪੋਜ਼ ਕਿਵੇਂ ਕੀਤਾ ਸੀਗਾ? ਤੇ ਮਤਲਬ ਅਸੀਂ ਮਿਲੇ ਸੀਗੇ ਤੇ ਇੱਕ ਦੂਜੇ ਨਾਲ ਗੱਲਾਂ ਕਰੀਆਂ ਤੇ ਪ੍ਰਪੋਜ਼ ਤੇ ਬਸ ਇੰਸਟਾਗ੍ਰਾਮ ਲਈ ਤੇ ਉਹ ਸਿੱਧਾ ਹੋ ਗਏ। ਤੇ ਫੋਨ ਤੁਸੀਂ ਮੰਗਿਆ ਸੀ ਉਹਦਾ? ਹਾਂਜੀ, ਟੈਲੀਫੋਨ ਤੁਸੀਂ ਮੰਗਿਆ ਉਹਦਾ? ਨਹੀਂ, ਮੈਂ ਹੀ ਮੰਗੀ ਤੇ ਗੱਲਾਂ ਕਰ ਰਹੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਇੰਸਟਾਗ੍ਰਾਮ ਮੈਂ ਕਿਹਾ ਮੇਰੀ ਲੈ ਲਓ ਤੇ ਉਹਨਾਂ ਨੂੰ ਨਹੀਂ, ਉਹਨਾਂ ਨੇ ਆਪਣੀ ਦੇਤੀ ਤੇ ਐਕਸਚੇਂਜ ਕਰਕੇ ਤੇ ਅਗਲੀ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੈਂ ਇਹਨੂੰ ਹਰਜਿੰਦਰ ਨੂੰ ਕਹਿਣਾ ਆ ਵੀ ਦੇਖ ਲਓ ਵੀ ਮੇਰੀ ਵੀ 28 ਸਾਲ ਦੀ ਉਮਰ ਹੀ ਆ, ਮੈਂ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ। ਬ੍ਰਦਰ ਅੱਜ ਜੇ ਤੂੰ ਡਿਸੀਜਨ ਲੈ ਸਕਦਾ ਆ, ਜੇ ਤੁਸੀਂ ਸੋਚ ਲਓ ਵੀ ਜੇ ਤੁਸੀਂ ਉਹਨੂੰ ਛੱਡਣਾ ਹੈ ਤਾਂ ਅੱਜ ਡਿਸੀਜਨ ਲੈ ਲਓ, ਹਨਾ। ਕੱਲ ਨੂੰ ਤੁਸੀਂ ਜਾ ਕੇ ਇਨ ਫਿਊਚਰ ਫੇਰ ਤੁਹਾਡੇ ਕੋਲ ਤੁਹਾਡਾ ਕੋਈ ਡਿਸੀਜਨ ਤੁਸੀਂ ਚੇਂਜ ਕਰਦੇ ਆ ਜਾਂ ਤੁਹਾਨੂੰ ਲੱਗਦਾ ਵੀ ਮੈਂ ਪੰਜਾਬੀ ਕੁੜੀ ਨਾਲ ਵਿਆਹ ਕਰਾਉਣਾ ਆ, ਤਾਂ ਬ੍ਰਦਰ ਅੱਜ ਸੋਚ ਲਾ। ਅੱਜ ਸਾਰਾ ਕੁਝ ਪਹਿਲਾਂ ਹੀ ਤੋਂ ਉਹਦੇ ਤੋਂ ਅੱਡ ਹੋਇਆ ਵਾ, ਅੱਜ ਤੁਹਾਡਾ ਲਿਪੜਦਾ ਤਾਂ ਨਿਮੇੜ ਲਓ। ਕੱਲ ਨੂੰ ਜੇ ਤੂੰ ਕੁੜੀ ਨਾਲ ਫੇਰ ਤੁਸੀਂ ਇਕੱਠੇ ਹੋ ਕੇ ਫੇਰ ਤੁਸੀਂ ਅਲੱਗ ਹੋਵੋਗੇ ਤਾਂ ਕੁੜੀਆਂ ਦੇ ਹਰਟ ਆ ਜਿਹੜੇ ਉਹ ਬਹੁਤ ਸੌਫਟ ਹੁੰਦੇ ਆ, ਉਹਨੇ ਫੇਰ ਅਗੇਨ ਉਹੀ ਸਿਚੁਏਸ਼ਨ 'ਚ ਜਿਵੇਂ ਕੱਲ ਉਹ ਰੋਂਦੀ ਸੀ ਕਰਲਾਉਂਦੀ ਸੀ ਸੇਮ ਉਹਨੇ ਬੈਕ ਉੱਥੇ ਫੇਰ ਚਲੀ ਜਾਣਾ। ਬ੍ਰਦਰ ਰਿਕੁਐਸਟ ਆ ਤੂੰ ਅੱਜ ਡਿਸੀਜਨ ਲੈ ਲਾ, ਸਾਰੀ ਲਾਈਫ ਲਈ ਤੇਰਾ ਉਹੀ ਰਵੇ। ਥੈਂਕ ਯੂ। ਯੂ ਟੇਕ ਯਰ ਟਾਈਮ, ਤੁਸੀਂ ਡਿਸੀਜਨ ਲੈਣ ਲਈ ਸਮਾਂ ਲੈ ਲਓ। ਹਾਂ ਯੂ ਕੈਨ ਨੋ ਪ੍ਰੋਬਲਮ ਤੇ ਮੈਂ ਡਿਸੀਜਨ ਲਈ ਟਾਈਮ ਲੈ ਲਾਂਗਾ ਹੋਰ ਕੋਈ ਤੇ ਮੈਂ ਬਾਕੀ ਹੋਰ ਵੀ ਗੱਲ ਕਰ ਲਾਂਗਾ ਤੇ ਮੈਂ ਤੁਸੀਂ ਮਤਲਬ ਆਪਣਾ ਡਿਸੀਜਨ ਜਿਹੜਾ ਪੈਂਡਿੰਗ ਰੱਖ ਰਹੇ ਹੋ ਮਤਲਬ ਆਪਣੇ ਘਰ ਦੇ ਨਾਲ ਵੀ ਗੱਲ ਕਰ ਲਾਂਗਾ ਤੇ ਜੀ ਹਾਂ ਜੋ ਤੁਹਾਡੇ ਮਨ ਵਿੱਚ ਹੈ ਜੋ ਹੈ ਵੈਰੀ ਗੁੱਡ ਜੀ ਬਿਲਕੁਲ। ਤੇ ਇੱਕ ਵਾਰੀ ਅਸੀਂ ਇਹਨਾਂ ਦੇ ਪੇਰੈਂਟਸ ਨਾਲ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਜੀ। ਇੱਕ ਕਮਰਸ਼ੀਅਲ ਲੈਣੇ ਤੇ ਜੀ ਹਾਜ਼ਰ ਹਾਂ ਜੀ। ਬ੍ਰਦਰ ਪਲੀਜ਼ ਅੱਜ ਡਿਸੀਜਨ ਲਓਗੇ ਤਾਂ ਵਧੀਆ ਲਓਗੇ ਕਿਉਂਕਿ ਕੁੜੀਆਂ ਬਹੁਤ ਜ਼ਿਆਦਾ ਸੌਫਟ ਹਾਰਟਡ ਹੁੰਦੀਆਂ ਨੇ। ਥੈਂਕ ਯੂ। ਸਾਡੇ ਲੀਗਲ ਪੈਨਲ ਨੇ ਸਾਨੂੰ ਪਰਮਿਸ਼ਨ ਹੁਣ ਦਿੱਤੀ ਹੈ ਕਿ ਯੂ ਕੈਨ ਗੋ ਹੈਡ ਵਿਦ ਪ੍ਰੋਸੀਡ ਕਰੋ, ਇਸ ਨੂੰ ਫਰੀडम ਆਫ ਸਪੀਚ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਲੀਗਲ ਪੈਨਲ ਵੱਲੋਂ ਸਾਨੂੰ ਪਰਮਿਸ਼ਨ ਮਿਲ ਚੁੱਕੀ ਹੈ। ਲੀਗਲ ਪੈਨਲ ਦੇ ਦੌਰਾਨ ਅਸੀਂ ਐਡਵਾਈਸ ਲੈਂਦੇ ਹਾਂ ਔਰ ਫਰੀडम ਆਫ ਸਪੀਚ ਦੇ ਵਿੱਚ ਪੂਰੀ ਫਰੀडम ਹੈ ਇਹਨਾਂ ਨੂੰ ਆਪਣੀ ਗੱਲ ਰੱਖਣ ਦੀ। ਸੋ ਫਰੀडम ਆਫ ਸਪੀਚ ਸਾਨੂੰ ਲੀਗਲ ਪੈਨਲ ਵਾਲਿਆਂ ਨੇ ਪਰਮਿਸ਼ਨ ਦਿੱਤੀ ਹੈ, ਤੁਹਾਡੇ ਕੋਲ ਪੂਰੀ ਫਰੀडम ਹੈ ਔਰ ਤੁਸੀਂ ਗੱਲ ਰੱਖਣ ਦੀ। ਔਰ ਅਸੀਂ ਇਹ ਗੱਲ ਤੁਸੀਂ ਰੱਖੋ, ਆਪਣੇ ਵਿਚਾਰ ਦਿਓ ਖੁੱਲ੍ਹ ਕੇ ਔਰ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਮਨ ਵਿੱਚ ਕਹਿ ਸਕਦੇ ਹੋ। ਔਰ ਅਸੀਂ ਦੱਸੀਏ ਕਿ ਅਸੀਂ ਤੁਹਾਡੀ ਇੰਟਰਵਿਊ ਨੂੰ ਕੰਡਕਟ ਕਰ ਰਹੇ ਹਾਂ ਅਤੇ ਨਾਲ ਅਸੀਂ ਹਰ ਇਲੈਕਟ੍ਰੋਨਿਕ ਡਿਵਾਈਸ ਤੇ ਰਿਲੇ ਕਰ ਰਹੇ ਹਾਂ, ਤੁਸੀਂ ਸਾਨੂੰ ਪਰਮਿਸ਼ਨ ਦੇ ਰਹੇ ਹੋ। ਹਾਂਜੀ ਥੈਂਕ ਯੂ ਸੋ ਮਚ। ਸੋ ਤੁਸੀਂ ਪ੍ਰੋਸੀਡ ਅਸੀਂ ਕਰਨ ਲੱਗ ਤੋਂ ਪਹਿਲਾਂ ਜਾਣਨਾ ਚਾਹਾਂਗੇ ਬਿਨਾਂ ਪ੍ਰੈਸ਼ਰ ਤੁਹਾਡੇ ਕੋਲ ਪੂਰੀ ਫਰੀडम ਹੈ ਫਰੀडम ਆਫ ਸਪੀਚ ਸ਼ੋ ਦੇ ਵਿੱਚ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਔਰ ਤੁਹਾਡੇ ਆਪਣੇ ਵਿਚਾਰ ਨੇ ਔਰ ਸਾਡਾ ਸਟੇਸ਼ਨ ਦਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ ਔਰ ਤੁਹਾਡੇ ਲਈ ਅਸੀਂ ਪਰਮਿਸ਼ਨ ਲੈ ਚੁੱਕੇ ਹਾਂ ਟੂ ਪ੍ਰੋਸੀਡ ਆਲ ਇਲੈਕਟ੍ਰੋਨਿਕ ਡਿਵਾਈਸ। ਜੀ ਹਾਂ ਅੱਛਾ ਜੀ ਤੁਸੀਂ ਅਸੀਂ ਗੱਲਬਾਤ ਕਰੀਏ। ਇਹ ਸਾਡਾ ਗੋਲਡ ਸਪਾਂਸਰ ਅੱਜ ਦੇ ਬਣੇ ਨੇ ਨਿਊ ਸਿਟੀ ਜਨਰਲ ਕੰਟਰੈਕਟਰ ਵਾਲੇ। ਖਿਆਲ ਰੱਖੋ ਘਰ ਦਾ ਕੋਈ ਵੀ ਕੰਮ ਹੋਣ ਵਾਲਾ ਹੋਵੇ, ਸ਼ਾਵਰ ਬਣਾਉਣਾ ਹੋਵੇ, ਘਰ ਦੀ ਕਿਚਨ ਬਣਾਉਣੀ ਹੋਵੇ, ਬੇਸਮੈਂਟ ਬਣਾਉਣੀ ਹੋਵੇ ਜਾਂ ਯੂਨਿਟ ਲਿਆ ਹੋਵੇ ਉਹਨੂੰ ਤਿਆਰ ਕਰਾਉਣਾ ਹੋਵੇ ਤਾਂ ਨਿਊ ਸਿਟੀ ਜਨਰਲ ਕੰਟਰੈਕਟਰ ਨੂੰ ਹੀ ਯਾਦ ਰੱਖਣਾ, ਕੰਮ ਵਧੀਆ ਕਰਦੇ ਨੇ। ਸੋ ਨੰਬਰ ਹੈ 647 641 3300 ਤੇ ਫੋਨ ਕਰ ਸਕਦੇ ਹੋ 647 641 3300। ਸੋ ਤੁਸੀਂ ਸਾਹਿਬ ਪਲੀਜ਼ ਪ੍ਰੋਸੀਡ ਕਰੋ ਕੁਝ ਕਾਲ। ਹਾਂਜੀ ਫਰੀडम ਆਫ ਸਪੀਚ ਸ਼ੋ ਜਿਹੜਾ ਆ ਸਾਨੂੰ ਲੇਟ ਪਰਮਿਸ਼ਨ ਮਿਲੀ ਹੈ, ਸਾਡੀ ਪਹਿਲਾਂ ਉਹ ਇੰਟਰਵਿਊ ਸੀ। ਕਾਲਰਸ ਗੋ ਹੈਡ ਪਲੀਜ਼। ਸਿੱਧੂ ਸਾਹਿਬ ਕਾਲ ਦਿਓਗੇ ਸਾਨੂੰ? ਹਾਂਜੀ ਬੋਲੋ ਜੀ, ਰੁਪਿੰਦਰ ਬੋਲੋ। ਹਾਂਜੀ ਭਾਜੀ ਮੈਂ ਅਗੇਨ ਪਰ ਮੈਂ ਸਾਰਿਆਂ ਨਾਲ ਐਗਰੀ ਹਾਂ ਪਰ ਤੁਸੀਂ ਸਾਰੇ ਹੀ ਇਹਨੂੰ ਬਲੇਮ ਕਰ ਰਹੇ ਹੋ ਬੱਚੇ ਨੂੰ। ਮੈਂ ਮੰਨਦੀ ਹਾਂ ਪਰ ਇਹਨੂੰ ਇੰਨੀ ਸਮਝ ਨਹੀਂ ਸੀ, ਛੋਟਾ ਸੀ ਜਦੋਂ ਇਹਨਾਂ ਨੇ ਰਿਲੇਸ਼ਨ ਬਣਾਏ ਸੀ। ਇਹਨਾਂ ਨੂੰ ਮੈਂ ਵੀ ਸਿੱਧੂ ਜੀ ਐਂਡ ਤੁਸੀਂ ਜੀ ਅੰਡਰਸਟੈਂਡ ਕਰਦੇ ਇਹਨਾਂ ਨੂੰ ਐਪ ਟੂ ਪ੍ਰੀਕਾਸ਼ਨਸ ਵਗੈਰਾ ਵਰਤਣੇ ਚਾਹੀਦੀਆਂ ਸੀ। ਯੂ ਗਾਈਜ਼ ਅੰਡਰਸਟੈਂਡ ਰਾਈਟ। ਪਰ ਇਹਨਾਂ ਨੇ ਚਲੋ ਗਲਤੀ ਕੀਤੀ ਆ, ਹੁਣ ਸਾਰੇ ਇਹਨੂੰ ਕਹਿ ਰਹੇ ਆ। ਤੁਹਾਨੂੰ ਪਤਾ ਕਿ ਇਹਨਾਂ ਨੂੰ ਇਸ ਨੂੰ ਇਕੱਲੇ ਨੂੰ ਮਤ ਬਲੇਮ ਕਰੋ। ਯੂ ਨੋ ਯੰਗ ਬੱਚੇ ਆ, ਕੁਛ ਵੀ ਕਰ ਸਕਦੇ ਆ। ਯੂ ਨੋ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਆਪਣੀ ਫਰੀडम ਰੱਖਣੀ ਹੈ ਹਰਜਿੰਦਰ। ਔਰ ਹਾਂਜੀ ਅਗਲੀ ਕਾਲ ਹੈ ਸੋਤਾ ਸਾਹਿਬ ਲਾਈਨ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੈਂ ਭਾਜੀ ਇਹਨਾਂ ਨੂੰ ਇਹ ਕੁਐਸਚਨ ਕਰਨਾ ਚਾਹੁੰਦੀ ਹਾਂ। ਦੱਸੋ ਜਦੋਂ ਤਾਂ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਉਹ ਕਦੋਂ ਹਸਪੀਟਲ ਗਈ ਆ ਰਾਈਟ ਕੁੜੀ, ਤੇ ਵੀ ਬਾਅਦ ਚ ਉਹਨਾਂ ਨੇ ਬੱਚੇ ਦੀ ਫੋਟੋ ਭੇਜੀ ਆ। ਫਿਰ ਦੇਖੋ ਰਾਤ ਨੂੰ 2:30 ਵਜੇ
ਕੁੜੀ ਨੇ ਉੱਥੋਂ ਇਹਨੂੰ ਫੋਨ ਕੀਤਾ ਰਾਈਟ। ਫਿਰ ਉਹਨੇ ਪਹਿਲਾਂ ਕਿਉਂ ਨਹੀਂ ਇਹਨੂੰ ਫੋਨ ਕੀਤਾ ਵੀ ਹਾਂ ਮੈਂ ਹਸਪੀਟਲ ਜਾ ਰਹੀ ਹਾਂ, ਮੇਰੇ ਬੇਬੀ ਹੋ ਰਿਹਾ ਵਾ। ਤੇ ਹੁਣ ਦੇਖੋ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਇਹਨੇ ਰਾਤ ਨੂੰ ਮਿਡਨਾਈਟ ਫੋਨ ਕਰਕੇ ਇਹਨੂੰ ਬੁਲਾ ਰਹੀ ਆ ਰਾਈਟ। ਉਹਦੇ ਵਿੱਚ ਵੀ ਕਸੂਰ ਹੈਗਾ ਆ ਜੀ, ਇਹਨਾਂ ਦੋਨਾਂ ਦੇ ਵਿੱਚ ਹੀ ਫਾਲਟ ਹੈਗਾ ਆ। ਤਾਂ ਹੁਣ ਇਹ ਕਹਿ ਰਿਹਾ ਕਿ ਮੈਂ ਉਹਨੂੰ ਰੱਖਣਾ ਚਾਹੁੰਦਾ ਆ। 9 ਮਹੀਨੇ ਤੱਕ ਇਹਨੂੰ ਨਹੀਂ ਸੀ ਪਤਾ ਵੀ ਮੇਰੀ ਵਾਈਫ ਪ੍ਰੈਗਨੈਂਟ ਆ, ਮੈਂ ਉਹਦੀ ਟੇਕ ਕੇਅਰ ਕਰਨੀ ਆ। ਮੇਰਾ ਬੱਚਾ ਹੋ ਗਿਆ 2 ਮਹੀਨਿਆਂ ਦਾ, ਮੈਂ ਜਾ ਕੇ ਦੇਖਣਾ ਆ। ਨਾ ਇਹਨਾਂ ਦੀ ਫੈਮਿਲੀ ਨੇ ਉਹਨੂੰ ਦੇਖਿਆ, ਨਾ ਇਹਨਾਂ ਨੇ ਦੇਖਿਆ। ਤੇ ਹੁਣ ਇਹ ਕਿੱਦਾਂ ਕਹਿ ਰਿਹਾ ਕਿ ਵੀ ਅਸੀਂ ਇਕੱਠੇ ਰਹਿਣਾ। ਤੁਸੀਂ ਬੱਚਾ ਜਿਹੜਾ ਪਲਾਨ ਕੀਤਾ ਸੀ ਜਾਂ ਫਿਰ ਕੋਈ ਐਕਸੀਡੈਂਟਲੀ ਹੋ ਗਿਆ ਬੱਚਾ? ਇਹ ਮਤਲਬ ਟੈਲੀਮੀਟਰੋ ਨਹੀਂ, ਇਹ ਪਲਾਨ ਹੀ ਸੀ ਤੁਹਾਡਾ। ਪਲਾਨ ਸੀ ਬੱਚਾ ਲੈਣਾ? ਆਈ ਸੀ। ਸੋ ਜੇ ਪਤਾ ਪਲਾਨ ਸੀਗਾ ਤਾਂ ਫਿਰ ਤੁਸੀਂ ਮੈਨੂੰ ਦੱਸੋ ਕਿ ਡਿਲੀਵਰੀ ਵੇਲੇ ਤੁਸੀਂ ਕਿਉਂ ਨਹੀਂ ਗਏ ਹਸਪੀਟਲ? ਯੂ ਟੈਲ ਮੀ ਨਾਓ, ਇਟਸ ਯੂਰ ਫਾਲਟ। ਪ੍ਰੋਬਲਮ ਸੀਗੀ ਤੇ ਪ੍ਰੋਬਲਮ ਦੇ ਕਰਕੇ ਨਹੀਂ ਜਾਇਆ ਗਿਆ। ਤੇ ਨਹੀਂ ਇੱਕ ਅੱਛਾ ਪ੍ਰੋਬਲਮ ਨਹੀਂ ਜਾਇਆ ਗਿਆ, ਪਰ ਉਸ ਤੋਂ ਬਾਅਦ ਵੀ ਤੁਸੀਂ ਬੱਚਾ ਦੇਖਣੇ ਨਹੀਂ ਗਏ? ਹੈਲਥ ਤੁਸੀਂ ਬੱਚਾ ਦੇਖਿਆ ਅੱਜ 4:30 ਵਜੇ ਆ ਤੇ ਉਦੋਂ ਪ੍ਰੋਬਲਮ ਚੱਲ ਰਹੀ ਸੀ ਤੇ ਉਦੋਂ ਬਾਅਦ ਮਿਲਿਆ ਨਹੀਂ ਗਿਆ। ਤੇ ਇਸ ਤਰ੍ਹਾਂ ਸੀ ਪਲਾਨ ਸੀ ਬੱਚਾ ਬਣਾਉਣ ਦੀ। ਇਹ ਟਰੂ ਹੈ ਹਾਂਜੀ, ਹਾਂਜੀ। ਪੂਰੇ ਪਲਾਨ ਦੇ ਨਾਲ ਤੁਸੀਂ ਬੱਚਾ ਬਣਾਇਆ। ਉਸ ਡਿਲੀਵਰੀ ਵੇਲੇ ਗਏ ਨਹੀਂ ਗਏ, ਬੱਚਾ ਦੇਖਿਆ ਨਹੀਂ ਗਿਆ। ਬੱਚਾ ਦੇਖਿਆ ਵੀ ਅੱਜ ਤੜਕੇ ਸਵੇਰ ਦੇ 5 ਵਜੇ ਆ, ਅਰਾਊਂਡ 5 ਵਜੇ ਟਾਈਮ। ਹਾਂਜੀ, ਫੋਟੋ ਰਾਹੀਂ ਤੁਸੀਂ ਦੇਖਿਆ ਬੱਚਾ। ਹਾਂਜੀ, ਪਲਾਨ ਸੀ ਬੱਚਾ ਬਣਾਉਣਾ, ਹਸਪੀਟਲ ਗਏ ਨਹੀਂ। ਆਈ ਡੋਂਟ ਨੋ ਕਿ ਸਿੱਧੂ ਸਾਹਿਬ ਵਾਟਸ ਕੁਕਿੰਗ, ਆਈ ਕੁਡ ਅੰਡਰਸਟੈਂਡ। ਹਾਂਜੀ, ਮਤਲਬ ਕੈਨ ਆਈ ਲਾਈਕ ਕੁਐਸਚਨ ਹਿਮ? ਯੈਸ ਯੂ ਕੈਨ। ਜੀ ਓਕੇ ਵੀਰ, ਬੜੀ ਸਟ੍ਰੇਟ ਗੱਲ ਕਰਦੇ ਆ। ਸੱਚ ਜੋ ਹੈ ਉਹ ਦੱਸੀ। ਕਿਤੇ ਪਲਾਨ ਇਹ ਤਾਂ ਨਹੀਂ ਸੀ ਕਿ ਠੀਕ ਹੈ ਚਲੋ ਪਹਿਲਾਂ ਗਰਲਫ੍ਰੈਂਡ ਬਣੀ ਆਪਣੇ, ਇੱਕ ਮੈਂ ਪੰਜਾਬੀਆਂ 'ਚ ਨਹੀਂ ਕਹੂੰਗਾ, ਇੰਡੀਵਿਜੂਅਲ ਦੀ ਮੈਂ ਗੱਲ ਕਰੂੰਗਾ। ਕਈ ਵਾਰੀ ਹੁੰਦਾ ਕਿ ਗੋਰੀ ਸਹੇਲੀ ਬਣ ਗਈ ਜਾਂ ਮੇਰੀ ਗਰਲਫ੍ਰੈਂਡ ਹੈ, ਬੜਾ ਪ੍ਰਾਊਡ ਹੁੰਦਾ ਕਿ ਆਪਣੇ ਨਾਲ ਗੋਰੀ ਦੀ ਗੱਲਬਾਤ ਹੈ। ਫਿਰ ਉਸ ਤੋਂ ਬਾਅਦ ਚ ਚਲੋ ਤੁਹਾਡਾ ਰਿਲੇਸ਼ਨ ਬਣਿਆ, ਬੱਚਾ ਹੋ ਗਿਆ। ਫਿਰ ਕਿਤੇ ਇਹ ਤਾਂ ਨਹੀਂ ਮਾਈਂਡ 'ਚ ਆਇਆ ਕਿ ਚਲੋ ਹੁਣ ਬੱਚੇ ਵਾਲੀ ਖੇਡ ਤਾਂ ਹੋ ਗਈ, ਮਤਲਬ ਕਿ ਤੁਹਾਡੇ ਤੋਂ ਹੋ ਗਈ, ਮਿਸਟੇਕਨਲੀ ਹੋ ਗਈ ਹੈ ਨਾ, ਤੇ ਕਿਤੇ ਚੱਲ ਹੁਣ PR ਤਾਂ ਲੈ ਲਈਏ, ਫਿਰ ਵਿਆਹ ਹੀ ਕਰਾ ਲਈਏ। ਵਿਆਹ ਕਰਾ ਲਿਆ ਕਾਲੀ ਚ, ਘਰਦਿਆਂ ਨੂੰ ਵੀ ਨਹੀਂ ਦੱਸਿਆ, ਚਲੋ PR ਵਾਲਾ ਪਾਰਟ ਹੋ ਜਾਏ, ਡਨ। ਫਿਰ ਵਿਆਹ ਤੋਂ ਬਾਅਦ ਚ ਤੁਹਾਨੂੰ ਆਈਆਂ ਪ੍ਰੋਬਲਮਸ। ਫਿਰ ਤੁਸੀਂ ਕਿਹਾ ਕਿਹੜਾ ਵੇਖਦਾ ਆਪਾਂ ਨੂੰ, ਤੇ ਆਪਾਂ ਤਿੱਤਰ ਹੋ ਜਾਂਦੇ ਆ। ਫਿਰ ਤੁਹਾਨੂੰ ਪਤਾ ਉਹ ਪ੍ਰੈਗਨੈਂਟ ਹੈ, ਉਹਨੇ ਹਸਪੀਟਲ ਜਾਣਾ, 2 ਮਹੀਨੇ ਦਾ ਨਿਆਣਾ ਲੈ ਕੇ। ਅਸੀਂ ਤੁਹਾਡੇ ਨਾਲ ਪਹਿਲਾਂ ਤਾਂ ਅਸੀਂ ਨਿਆਣਾ ਵੇਖ ਲਿਆ, ਤੁਸੀਂ ਕੱਲ ਵੇਖਿਆ ਹਜੇ। ਇਹ ਕਿਤੇ ਐਂ ਤਾਂ ਨਹੀਂ ਸੀ ਵੀ ਚਲੋ ਹੁਣ ਨਿਆਣਾ ਤਾਂ ਹੋ ਹੀ ਗਿਆ, ਵਿਆਹ ਕਰਾ ਕੇ PR ਹੀ ਲੈ ਲਗੇ। ਸਰ ਸਭ ਕਰੈਕਟ ਯੂ, ਕੱਲ ਨਹੀਂ ਅੱਜ ਸਵੇਰੇ ਦੇਖਿਆ ਸਰ। ਅੱਜ ਸਵੇਰੇ, ਸੌਰੀ ਜੀ, ਅੱਜ ਸਵੇਰੇ, ਸੌਰੀ, ਮਾਫੀ ਚਾਹੁੰਦੇ ਜੀ। I don't know। ਸੋ ਵੀਰ ਜੀ, ਲਾਈਕ ਹਰਜਿੰਦਰ, ਫਿਰ ਤੁਹਾਡੇ ਘਰਦਿਆਂ ਨੂੰ ਪਤਾ ਕਿ ਉਹਨਾਂ ਦੇ ਪੋਤਾ ਹੋ ਗਿਆ ਹੁਣ? ਹਾਂਜੀ, ਉਹਨਾਂ ਨੂੰ ਪਤਾ ਹੈ। ਤੇ ਜਿਹੜਾ ਇਹਦਾ ਹਰਸ਼ਦੀਪ ਰੱਖਿਆ, ਤੁਹਾਡੇ ਬੇਟੇ ਦਾ ਨਾਮ ਕੀ ਹੈ? ਹਾਂਜੀ, ਹਰਸ਼ਦੀਪ ਸਿੰਘ। ਹਾਂ, ਮਾਈਕ ਦੇ ਨੇੜੇ ਹੋ ਕੇ ਬੋਲੋ। ਹਰਸ਼ਦੀਪ ਜੀ। ਤੇ ਇਹ ਹਰਸ਼ਦੀਪ ਤੁਸੀਂ ਰੱਖੇ, ਉਹਨੇ ਰੱਖਿਆ ਮਿਸ਼ੈਲ ਨੇ? ਉਹਨੇ ਰੱਖਿਆ ਜੀ। ਹਾਂਜੀ, ਉਹਨੇ ਰੱਖਿਆ ਜੀ। ਯਾਰ ਮੁੰਡਾ ਹੋਇਆ, ਚਾਹ ਹੁੰਦਾ, ਲੋਕ 2-2 ਸਾਲ ਲੋਹੜੀਆਂ ਵੰਡਦੇ ਰਹਿੰਦੇ ਆ। ਤੁਹਾਨੂੰ ਨਾਂ ਨਹੀਂ ਪਤਾ, ਤੁਸੀਂ ਮੁੰਡਾ ਨਹੀਂ ਵੇਖਿਆ। ਹਰਜਿੰਦਰ, ਵੀ ਆਰ ਗਰੋਨ ਅਪ ਮੈਨ। ਆਈ ਨੋ ਸਿੱਧੂ ਸਾਹਿਬ, ਆਈ ਐਮ ਕਰੈਕਟ ਜੀ। ਲੋਹੜੀ ਤਾਂ ਹਲੇ ਆਉਣੀ, ਕਿਉਂਕਿ ਬੱਚਾ 2 ਮਹੀਨੇ ਦਾ ਹਲੇ। ਲੋਹੜੀ ਤਾਂ ਹਲੇ ਜਨਵਰੀ ਵਿੱਚ ਆਉਣੀ ਹੈ ਨਾ, ਕਿਉਂਕਿ 13 ਜਨਵਰੀ ਨੂੰ ਲੋਹੜੀ ਸਾਲ ਵਿੱਚ ਇੱਕ ਵਾਰੀ ਆਉਂਦੀ ਹੈ। ਹੀ ਇਜ਼ ਰਾਈਟ। ਪਰ ਬਾਸੀ ਸਾਹਿਬ, ਜਦੋਂ ਕਿਸੇ ਦੇ ਮੁੰਡਾ ਹੁੰਦਾ ਜੀ, ਉਦੋਂ ਤੋਂ ਅਗਲੇ ਲੋਹੜੀਆਂ ਲਾਉਣ ਲੱਗ ਜਾਂਦੇ ਆ। ਆਈ ਨੋ, ਖੁਸ਼ੀ ਬਣਦੀ। ਆਈ ਅੰਡਰਸਟੈਂਡ। ਠੀਕ ਹੈ, ਮੈਂ ਅੰਡਰਸਟੈਂਡ ਕਰਦਾ ਕਿ ਵੀਰ ਦੀ ਉਮਰ ਛੋਟੀ ਸੀ, ਪਰ ਛੋਟੀ ਵੀ ਨਹੀਂ, 21 ਸਾਲ ਹੋ ਗਈ ਹੈ ਜੀ, ਹੈਨਾ। ਹੁਣ ਨਾ ਕਿ ਇਹ ਬੱਚਾ ਨਹੀਂ, ਹੁਣ ਇਹ ਲਾਈਕ ਬਾਪ ਹੈ ਨਾ, ਹੁਣ ਇਹਨੂੰ ਆਪਾਂ ਬੱਚਾ ਨਹੀਂ ਕਹਿ ਸਕਦੇ। ਵੀ ਟੇਕ ਨੈਕਸਟ ਕਾਲ ਪਲੀਜ਼। ਹਾਂਜੀ, ਅਗਲੀ ਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਲਰ ਤੁਸੀਂ ਲਾਈਨ ਤੇ ਹੋ, ਨੈਕਸਟ ਕਾਲ ਪ੍ਰੋਸੀਡ ਕਰੋ ਪਲੀਜ਼। ਹਾਂਜੀ, ਕਾਲਰ 915 ਨੰਬਰ, ਗੋ ਹੈਡ ਪਲੀਜ਼। ਕਾਲਰ ਤੁਸੀਂ ਲਾਈਨ ਤੇ ਹੋ ਜੀ। ਤੁਸੀਂ ਜਦੋਂ ਕਾਲ ਕਰਦੇ ਹੋ, ਤੁਸੀਂ ਹੁਣ ਕਾਲ 915 248 8515 ਲਾਈਨ ਤੇ ਹੋ ਜੀ। ਇਹ ਵੀ ਲਾਈਨ ਡ੍ਰੌਪ ਕਰ ਦਿਓ। ਹਾਂਜੀ, ਅਗਲੀ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਮੈਂ ਕਹਿਣਾ ਚਾਹੁੰਦੀ ਕਿ ਹੁਣ ਸਾਰੇ ਵੱਡੇ ਹੋ ਰਹੇ ਆ ਨਾ, ਤੇ ਇਹਨਾਂ ਦੀ ਉਮਰ ਕਿੰਨੀ, 21 ਸਾਲ, ਹੁਣ ਤਾਂ ਅਡਲਟ ਹੋ ਚੁੱਕੇ ਆ। ਤੇ ਉਤੋਂ ਤੁਸੀਂ ਬੇਬੀ ਪਲਾਨ ਕੀਤਾ ਸੀਗਾ, ਸੋ ਤੁਹਾਨੂੰ ਪਤਾ ਸੀ ਕਿ ਕਿਹੜੀਆਂ ਰਿਸਪੌਂਸਿਬਿਲਿਟੀਜ਼ ਆਉਂਦੀਆਂ ਵਾ ਜਦੋਂ ਆਪਾਂ ਬੇਬੀ ਪਲਾਨ ਕਰਦੇ, ਕਿਉਂਕਿ ਇਹ ਬਹੁਤ ਵੱਡਾ ਸਟੈਪ ਆ ਤੁਹਾਡੀ ਲਾਈਫ ਦਾ ਕਿ ਤੁਸੀਂ ਆਪਣਾ ਨਿਆਣਾ ਰੱਖਣਾ ਲੈਣਾ ਹੋਣਾ ਵਾ ਤੁਹਾਡਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਰਿਸਪੌਂਸਿਬਿਲਿਟੀ। ਇਹ ਤਾਂ ਆਮ ਇਸ ਟਾਈਮ ਦੇ ਜ਼ਮਾਨੇ ਦੇ ਵਿੱਚ ਇਹ ਆਮ ਗੱਲਾਂ ਵਾ ਕਿ ਕਿਹੜੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ। ਤੇ ਇਸ ਟਾਈਮ ਕੁੜੀ ਉਹ ਮਿਸਬਿਹੇਵ ਕਰਦੀ ਪਈ, ਕਿਉਂਕਿ ਮੇਬੀ ਉਹ ਡਿਪਰੈਸ਼ਨ 'ਚ ਹੋ ਸਕਦੀ ਆ। ਉਹਦੇ ਪਹਿਲਾ ਬੇਬੀ ਆ, ਨਾ ਉਹ ਤੋਂ ਐਕਸਪੀਰੀਅੰਸ ਆ ਕਿ ਬੇਬੀ ਨੂੰ ਕਿੱਦਾਂ ਟੇਕ ਕੇਅਰ ਕਰੀਦਾ ਵਾ, ਨਾ ਉਹਦੇ ਕੋਲ ਆਈ ਥਿੰਕ ਉਹਦੇ ਕੋਲ ਨੌਕਰੀ ਵੀ ਹੈ ਨਹੀਂ। ਸੋ ਉਹ ਤੋਂ ਡਿਪਰੈਸ਼ਨ ਹੈ ਕਿ ਮੈਂ ਕਿੱਦਾਂ ਆਪਣੇ ਨਿਆਣੇ ਨੂੰ, ਕੱਲੀ ਸਿੰਗਲ ਮਦਰ ਹੋ ਗਏ, ਉਹਨੂੰ ਮੈਂ ਪ੍ਰੋਵਾਈਡ ਕਰੂੰਗੀ ਤੇ ਕਿੱਦਾਂ ਮੈਂ ਉਹਦੀ ਟੇਕ ਕੇਅਰ ਕਰੂੰਗੀ। ਸੋ ਤਾਂ ਵੀ ਉਹ ਡਿਪਰੈਸ਼ਨ 'ਚ ਹੋ ਸਕਦੀ ਹੈ, ਕਿਉਂਕਿ ਇਸ ਟਾਈਮ ਦੇ ਵਿੱਚ ਉਹ ਨਵੇਂ ਕਿਸੇ ਘਰ ਦੇ ਵਿੱਚ ਰਹਿ ਰਹੀ। ਮਿਹਰਬਾਨੀ, ਥੈਂਕ ਯੂ ਸੋ ਮਚ ਕਾਲਰ। ਅੱਛਾ, ਤੁਹਾਨੂੰ ਪਤਾ ਕਿ ਤੁਹਾਡੀ ਵਾਈਫ ਦੀ ਏਜ ਜਿਹੜੇ 14-15 ਸਾਲ ਦਾ ਤੁਹਾਡਾ ਫਰਕ ਹੈ? ਹਾਂਜੀ। ਅੱਛਾ, ਮਿਹਰਬਾਨੀ। ਅਗਲੀ ਕਾਲ ਪ੍ਰੋਸੀਡ ਕਰੋ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ, ਬੋਲੋ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਲੜਕਾ ਹੈ ਨਾ,
ਜੀ ਜੀ ਇਹਨੇ ਸਿਰਫ ਇੱਕੋ ਹੀ ਮਕਸਦ ਲਈ ਪੱਕਾ ਹੋਣ ਲਈ ਉਹ ਲੜਕੀ ਦੂਜੀ ਕੰਟਰੀ ਨਾਲ ਵਿਆਹ ਕਰਾਇਆ। ਇਹ ਛੱਡ ਕੇ ਉਹਨੂੰ ਭੱਜਣਾ ਚਾਹੁੰਦਾ ਹੈ। ਦੂਜੀ ਕੰਟਰੀਆਂ ਦੀਆਂ ਲੜਕੀਆਂ ਫੇਰ ਵੀ ਕੋਈ ਵੀ ਬੱਚੇ ਫੇਰ ਵੀ ਭੋਲੇ ਭਾਲੇ ਆ, ਉਹ ਇਹਦੇ ਜਾਲ 'ਚ ਫਸ ਗਈ ਹੈ। ਇਹਨਾਂ ਦੀ ਪਾਲਿਸੀ ਇਹ ਹੁੰਦੀ ਹੈ ਸਾਡੇ ਲੋਕਾਂ ਦੀ ਵੀ ਅਸੀਂ ਆ ਕੇ ਵਿਆਹ ਕਰਾ ਕੇ ਉੱਥੇ ਪੱਕੇ ਹੁੰਦੇ ਛੱਡ ਦੇਵਾਂਗੇ। 1 ਸਾਲ ਤੋਂ ਵੱਧ ਇਹਨੂੰ ਰਾਜ ਰਹਿੰਦੇ ਨੂੰ ਹੋ ਗਿਆ, ਹੁਣੇ ਉਹਦਾ ਪਤਾ ਲੱਗਾ। ਦੇਖੋ ਜੀ ਮੈਂ ਬਾਰ-ਬਾਰ ਉਹੀ ਗੱਲਾਂ ਕਰਦਾ, ਚੰਗਾ ਨਹੀਂ ਲੱਗਦਾ। ਤੇ ਇਹਨੇ ਬੱਚੇ ਨੂੰ ਇਹਨੇ ਉਹ ਲੜਕੀ ਦਾ ਭੇਦ ਪਾਣਗੇ, ਉਹਦੇ ਕਲਚਰ ਨਾਲ ਹੀ ਰਹਿਣਾ ਚਾਹੀਦਾ ਹੀ ਜਦ ਇਹਨੂੰ ਵਿਆਹ ਕਰਾਇਆ ਉਹਦੇ ਨਾਲ। ਆਕੇ ਨੈਕਸਟ ਕਾਲ ਨੰਬਰ 5 ਪਲੀਜ਼। ਨੰਬਰ 5 ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਕੰਮ ਕਰੇ ਤਾਂ ਪ੍ਰਨੀਤ ਲਾਈਨ ਤੇ ਤੁਸੀਂ ਸਾਨੀ ਸਾਹਿਬ? ਹਾਂਜੀ ਭਾਜੀ, ਬੱਚੇ ਨੂੰ ਨਾ ਬੱਚੇ ਦਾ ਖਰਚਾ ਦੇਣਾ ਪੈਣਾ, ਤਾਂ ਉਹਦੀ ਵਾਈਫ ਜੇ ਕੰਮ ਨਾ ਕਰੇ ਨਾ ਇਹਨੂੰ ਖਰਚਾ ਦੇਣਾ ਪੈਣਾ ਉਹਨਾਂ ਦਾ 18 ਸਾਲ ਤੱਕ। ਭਾਜੀ ਉਹ ਤਾਂ ਗੱਲ, ਉਹ ਤਾਂ ਪਤਾ ਖਰਚਾ ਦੇਣਾ ਪੈਣਾ। ਠੀਕ ਹੈ ਜੀ, ਮਿਹਰਬਾਨੀ ਜੀ। ਪਰ ਇਸ ਬੱਚੇ ਨੂੰ ਪਤਾ ਨਹੀਂ ਹੋਣਾ। ਕਾਲਾ ਜੀ ਅੱਛਾ ਅਗਲੀ ਕਾਲ ਨੰਬਰ 6 ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਗੱਲ ਕਰੋ ਇਹਨਾਂ ਨਾਲ। ਹਾਂਜੀ ਇਹ ਮੁੰਡਾ ਦੇਖੋ ਜੀ ਅਟੈਕ ਕਰਦਾ ਜਦੋਂ ਇਹਨੂੰ ਕੋਈ ਕੁਝ ਕਹਿੰਦਾ ਹੈ, ਵੈਸੇ ਇਹ ਬੋਲਦਾ ਨਹੀਂਗਾ, ਇਹ ਝੂਠ ਬੋਲ ਰਿਹਾ ਹੈ। ਇਹ ਬੱਚਿਆਂ ਵਰਗਾ ਸਾਡੇ, ਅਸੀਂ ਇਹ ਨਹੀਂ ਕਹਿੰਦੇ ਬੱਚੇ ਤੂੰ ਅਟੈਕ ਨਾ ਕਰ ਸਾਰੀ ਪਬਲਿਕ ਦੇ ਉੱਤੇ। ਜਦੋਂ ਵੀ ਕੋਈ ਤੈਨੂੰ ਕੁਐਸਚਨ ਪੁੱਛਦਾ ਤੂੰ ਪਹਿਲਾਂ ਤਾਂ ਗੂੰਗਾ ਬਣ ਕੇ ਬੈਠਾ ਹੈ, ਬੋਲਦਾ ਨਹੀਂਗਾ। ਨਾ ਤੂੰ ਇੱਥੇ ਬੋਲਣ ਆਇਆ, ਇੰਟਰਵਿਊ ਦੇਣ ਨਹੀਂ ਆਇਆਗਾ, ਤੇ ਨਾ ਹੀ ਤੂੰ ਕੁਝ ਕਹਿਣਾ ਮੈਂ ਬੋਲਣਾ ਨਹੀਂ ਚਾਹੁੰਦਾ, ਮੈਂ ਕੁਝ ਦੱਸਣਾ ਨਹੀਂ ਚਾਹੁੰਦਾ। ਅਗਰ ਕੋਈ ਵਿਸ਼ਾਲ ਦੇ ਵਿੱਚ ਗਲਤੀ ਹੈ ਤੂੰ ਖੁੱਲ ਕੇ ਬੋਲਦਾ ਕਿਉਂ ਨਹੀਂਗਾ? ਤੇ ਦੂਜੀ ਗੱਲ ਹੈ ਕਿ ਇੰਨਾ ਬੱਚਾ ਤਾਂ ਤੂੰ ਹੈ ਨਹੀਂਗਾ, ਤੇ ਝੂਠ ਤੇ ਝੂਠ ਤੇ ਝੂਠ ਬੋਲੀ ਜਾਂਦਾ ਤੂੰ। ਲੋਕਾਂ ਨੂੰ ਗੁੱਸਾ ਚੜਦਾ ਘਰੇ ਬੈਠ ਕੇ, ਕਿਉਂਕਿ ਝੂਠ ਬੋਲਣ ਤਾਂ ਤੂੰ ਇੱਥੇ ਆਇਆ ਨਹੀਂ, ਤੂੰ ਸਫਾਈ ਦੇਣ ਆਇਆ। ਤੂੰ ਆਪਦੇ ਸੱਚ ਦੱਸ, ਸੱਚ ਤੇ ਖੜ। ਵੀਰ ਜੀ ਮੈਨੂੰ ਲੱਗਦਾ ਇਸ ਬੱਚੇ ਨੇ ਨਹੀਂ ਰਹਿਣਾ ਉਹਦੇ ਨਾਲ। ਮਿਹਰਬਾਨੀ ਜੀ। ਨੰਬਰ ਫਸਟ ਕੀ ਕਹਿਣਾ ਚਾਹੁੰਦੇ ਭੈਣ ਜੀ, ਤੁਸੀਂ ਜਵਾਬ ਦਿਓ। ਤੇ ਇਹ ਝੂਠ ਜਿਹੜਾ ਕਹਿੰਦੇ ਨੇ, ਝੂਠ ਪੁੱਛਣਾ ਚਾਹੁੰਦਾ ਮੈਂ ਵੀ ਕਾਹਦਾ ਝੂਠ ਬੋਲਿਆ। ਹਾਂਜੀ ਅਗਲੀ ਕਾਲ ਪਲੀਜ਼। ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ। ਬੋਲੋ ਸਰ ਪ੍ਰੋਸੀਡ। ਭਾਈ ਮੈਂ ਭਾਜੀ ਇਹਨੂੰ ਕਹਿਣਾ ਚਾਹੁੰਦਾ, ਬਾਈ ਜਿਹੜਾ ਝੂਠ ਸੱਚ ਜੋ ਵੀ ਆ, ਇਹ ਗੱਲ ਮੈਂ ਸਹੀ ਕਰ ਰਿਹਾ ਸੀ। ਤੂੰ ਇੰਟਰਵਿਊ ਦੇਣ ਨਹੀਂ ਆਇਆ ਬਾਈ, ਤੂੰ ਆਪ ਦਾ ਜਿਹੜਾ ਬਾਰ-ਬਾਰ ਕਹੀ ਜਾਂਦਾ ਕਿਸੇ ਨੂੰ ਪਤਾ ਨਹੀਂ, ਜੱਜ ਨਾ ਕਰੋ, ਜੱਜ ਨਾ ਕਰੋ। ਤੈਨੂੰ ਭਾਜੀ ਨੇ ਵੀ 2-3 ਵਾਰੀ ਪੁੱਛਿਆ ਵੀ ਤੂੰ ਗੱਲ ਦੱਸ, ਤੂੰ ਤਾਂ ਮੂੰਹ ਤੇ ਕਹਿੰਦਾ ਵੀ ਮੈਂ ਡਿਸਕਲੋਜ਼ ਨਹੀਂ ਕਰਨਾ। ਉਹ ਤਾਂ ਸਾਰਾ ਕੁਝ ਦੱਸ ਗਈ, ਤੂੰ ਵੀ ਦੱਸ ਯਾਰ। ਤੂੰ ਆਪਣਾ ਪੱਖ ਰੱਖਣਾ ਵੀ ਮੇਰੇ ਨਾਲ ਆਹ ਕੁਝ ਹੋਇਆ, ਜਾਂ ਉਹਨੇ ਤੈਨੂੰ ਕੁਝ ਕਿਹਾ, ਕੁਝ ਗਲਤ ਕੀਤਾ, ਤੂੰ ਦੱਸ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਹਰਜਿੰਦਰ ਤੁਸੀਂ ਐਟਲੀਸਟ ਸਮਥਿੰਗ ਓਪਨ ਕਰੋ ਹੈ ਨਾ ਆਪਣਾ ਮਾਈਂਡ ਵਿੱਚ, ਜੇ ਮਨ ਦੀ ਭੜਾਸ ਲੋਕਾਂ ਨੂੰ ਦੱਸੋ ਕਿ ਆਹ ਕਾਰਨ ਕਰਕੇ ਮੈਂ ਡਿਲੀਵਰੀ ਵੇਲੇ ਹਸਪੀਟਲ ਨਹੀਂ ਗਿਆ ਤੇ ਬੱਚਾ ਨਹੀਂ ਸੀ ਦੇਖਿਆ, ਕੀ ਕਾਰਨ, ਜਸਟ ਟੈਲ them। ਤੇ ਮੈਂ ਉਹਨਾਂ ਨੂੰ ਦੱਸਦਾ ਹੀ ਕਿ ਟਰਸਟੇਸ਼ਨ ਸੀ ਤੇ ਗੱਲ ਤੇ ਪ੍ਰੋਬਲਮ ਸੀ। ਪਤਾ ਨਹੀਂ ਲੱਗ ਰਿਹਾ ਵੀ ਇਹ ਭਾਜੀ ਦਾ ਸ਼ੋਅ ਕਿੱਥੇ ਤੱਕ ਜਾਂਦਾ ਹੈ। ਇਹ ਆਸਟ੍ਰੇਲੀਆ, ਇਹ ਪੂਰੇ ਵਰਲਡ ਵਿੱਚ ਜਿੱਥੇ ਪੰਜਾਬੀ ਬੈਠੇ ਆ। ਪਰ ਬਸ ਸਾਹਿਬ ਇੱਥੇ ਮੈਂ ਹੈਰਾਨ ਆ, ਮੈਂ ਵੀਰ ਜੀ ਨੇ ਜਿਹੜੇ ਨੰਬਰ 1 ਤੇ 716 ਵਾਲੇ ਲਾਈਨ ਤੇ ਨੇ, ਇਹ ਕਹਿੰਦੇ ਕਿ ਸ਼ੋਅ ਕਿੱਥੇ ਜਾਂਦਾ। ਹਰਜਿੰਦਰ ਦੀ ਜਵਾਨੀ ਇਹਨਾਂ ਦੇ ਪੇਰੈਂਟਸ ਨੇ ਵੀ ਦੇਖਿਆ। ਲਾਈਕ ਮੈਂ ਪੇਰੈਂਟਸ ਨੂੰ ਗਲਤ ਨਹੀਂ ਕਹੂੰਗਾ। ਦਲੇਰ ਸਿੰਘ ਜੀ ਬੜਾ ਸੋਹਣਾ ਨਾਂ ਤੁਹਾਡੇ ਡੈਡ ਦਾ, ਤੇ ਬੜੇ ਸੋਹਣੇ ਮਤਲਬ ਕਿ ਅਸੀਂ ਪਤਾ ਕੀਤਾ ਪਰਸਨਲ ਲੈਵਲ ਤੇ, ਬੜੇ ਵਧੀਆ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ। ਪਰ ਇੱਕ ਸਵਾਲ ਆ, ਜੇ ਤੁਹਾਡੇ ਪੇਰੈਂਟਸ ਨੇ ਵੀ ਸ਼ੋਅ ਦੇਖਿਆ, ਹਾਲਾਂਕਿ ਉਹਨਾਂ ਨੇ ਸਾਨੂੰ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਦੂਜੀ ਗੱਲ ਇਹ ਵੀ ਆ ਕਿ ਹੁਣ ਤੁਸੀਂ ਹਜੇ ਵੀ ਨਹੀਂ ਕੁਝ ਆਪਣੇ ਇਰਾਦੇ ਕਲੀਅਰ ਕਰ ਰਹੇ, ਸੋ ਚੰਗੀ ਗੱਲ ਨਹੀਂ ਵੀਰ ਜੀ ਇਹ। ਤੇ ਮੈਂ ਦੇਖੋ ਜੀ, ਮੈਂ ਇਰਾਦੇ ਸਾਰੇ ਤੁਹਾਨੂੰ ਦੱਸਣੇ, ਇਰਾਦੇ ਕਲੀਅਰ ਕਰ ਰਿਹਾ, ਮੈਂ ਤੁਹਾਨੂੰ ਦੱਸ ਰਿਹਾ, ਤੇ ਪਲੈਨਿੰਗ ਕਰਾਂਗੇ, ਤੇ ਬਾਕੀ ਮੈਂ ਘਰ ਦੇ ਨਾਲ ਵੀ ਕਰਾਂਗਾ, ਤੇ ਜਿਸ ਤਰ੍ਹਾਂ ਹੋਗਾ। ਤੇ ਇੱਕ ਲਾਸਟ ਮੇਰਾ ਸਵਾਲ ਜਿਹੜਾ ਸੀ ਮਿਸ਼ੈਲ ਦੇ ਅਕੋਰਡਿੰਗਲੀ, ਉਹਨੇ ਜਿਹੜੀ ਸਾਨੂੰ ਸਾਡੇ ਲੀਗਲ ਪੈਨਲ ਕੋਲ ਸਟੇਟਮੈਂਟ ਦਿੱਤੀ ਕਿ ਜਦੋਂ ਹਰਜਿੰਦਰ ਨੂੰ ਪਤਾ ਲੱਗਿਆ ਸੀ ਬੱਚੇ ਦਾ, ਤਾਂ ਤੁਸੀਂ ਉਹਨੂੰ ਕੋਈ ਥ੍ਰੈਟ ਵਗੈਰਾ ਵੀ ਕੀਤੇ ਸੀ? ਜਦੋਂ ਉਹ ਕਹਿੰਦੀ ਸੀ ਮੈਂ ਇੰਡੀਆ ਚੱਲ ਜੂੰਗੀ ਜਾਂ ਕੁਝ ਕਰੂੰ, ਤਾਂ ਤੁਸੀਂ ਉਹਨੂੰ ਕੋਈ ਮਾਰਨ ਦੀ ਧਮਕੀ ਜਾਂ ਕੁਝ ਹੋਰ ਵੀ ਕੀਤਾ ਸੀ ਉਹਦੇ ਮੁਤਾਬਕ? ਨਹੀਂ, ਮੈਂ ਕੋਈ ਧਮਕੀ ਨਹੀਂ ਦਿੱਤੀ, ਕੋਈ ਥ੍ਰੈਟ ਨਹੀਂ ਕੀਤਾ ਹੈਗਾ, ਕਿਉਂਕਿ ਸਾਡੇ ਕੋਲੇ ਔਨ ਰੈਕੋਰਡ ਪਈਆਂ ਉਹ ਸਾਰੀਆਂ ਗੱਲਾਂ। ਉਹਨੇ ਉਹਦੇ ਔਨ 에ਅਰ ਵੀ ਕਿਹਾ ਸੀ ਕਿ ਉਹ ਕਹਿ ਰਹੀ ਸੀ ਕਿ ਕਹਿੰਦੇ ਕਿ ਮੈਂ ਪੀਸ ਚ ਕੱਟ ਕਰਕੇ ਤੈਨੂੰ ਐਂ ਕਰ ਦੂੰ, ਜਿਹੜਾ ਕਿ ਅਸੀਂ ਨਹੀਂ ਕਹਿਣਾ ਚਾਹੁੰਦੇ ਹਾਂ। ਤੇ ਉਹ ਕਹਿੰਦੀ ਸੀਗੀ ਵੀ ਮੈਨੂੰ ਹਰਟ ਕਰਨਗੇ, ਉਹਨੇ ਕੋਈ ਐ ਨਹੀਂ ਕੀਤਾ ਹੈਗਾ, ਕੋਈ ਥ੍ਰੈਟ ਨਹੀਂ ਹੈਗਾ। ਤੇ ਉਹ ਕਹਿ ਰਹੀ ਹੈ ਵੀ ਤੁਹਾਨੂੰ ਵੀ ਹਰਟ ਹੋ ਸਕਦੀ ਹੈ, ਮੈਂ ਜੇ ਜਾਵਾਂਗੀ ਹਰਟ ਹੋ ਸਕਦੀਆਂ ਇਨ ਫਿਊਚਰ ਦੇ ਵਿੱਚ। ਉਹਦੇ ਵਿੱਚ ਕੋਈ ਮੇਰਾ ਥ੍ਰੈਟ ਨਹੀਂ ਹੈਗਾ, ਕੁਝ ਨਹੀਂ ਹੈਗਾ। ਦੈਟਸ ਵਾਟ ਸ਼ੀ ਸੈਡ। ਹਾਂਜੀ ਆਈ ਸੀ। ਅਗਲੀ ਕਾਲ ਪ੍ਰੋਸੀਡ ਕਰੋ ਪਲੀਜ਼। ਹਾਂਜੀ ਜਜਮੈਂਟ ਕਮਿਊਨਿਟੀ ਦੀ ਹੈ ਔਰ ਸਾਡੇ ਫਰੀडम ਆਫ ਸਪੀਚ ਦੇ ਸ਼ੋਅ ਦੇ ਵਿੱਚ ਸਾਡੇ ਗੈਸਟ ਨੇ, ਔਰ ਜਜਮੈਂਟ ਤੁਸੀਂ ਕਰਨੀ ਆ। ਔਰ ਦੱਸ ਇੱਕ ਫਰੀडम ਮੋਬਾਈਲ ਜੋ ਕਿ 20 GB ਡਾਟਾ ਨਾਲ ਐਪਲ ਦਾ ਫੋਨ ਫ੍ਰੀ ਦੇ ਰਿਹਾ, ਅਤੇ ਮਹੀਨੇ ਨੂੰ ਬਿੱਲ $60। ਏਅਰਪੋਰਟ ਕੁਆਟਰ ਨੁੱਕਰ ਤੇ ਫਰੀडम ਮੋਬਾਈਲ ਵੱਲੋਂ ਇਹ ਪ੍ਰੋਗਰਾਮ ਅਸੀਂ ਗੋਲਡ ਸਪਾਂਸਰ ਤੌਰ ਤੇ ਸਪਾਂਸਰ ਕਰ ਰਹੇ ਹਾਂ। ਹਾਂ ਸਵੀਟ ਮੈਲ ਦੇ ਸੁੱਖਾ ਜੀ ਕਹਿੰਦੇ ਨੇ ਕਿ ਆਓ ਮਿੱਠੀਆਂ ਮਠਿਆਈਆਂ ਖਾਓ ਅਤੇ ਆਰਡਰ ਆਨਲਾਈਨ ਕਰੋ ਤੇ ਕਰਾਓ sweetmel.ca। ਇਹਨਾਂ ਕੋਲ 4 ਮਾਲ ਟਰੱਕ ਨੇ ਅਤੇ ਵੀਕਐਂਡ ਤੇ 15 ਡਰਾਈਵਰ ਹੁੰਦੇ ਨੇ ਜਿਹੜੇ ਕਿ ਖਾਣਾ ਫਟਾਫਟ ਗਰਮ ਤੁਹਾਡੇ ਘਰਾਂ ਵਿੱਚ ਪਹੁੰਚਾਉਂਦੇ ਨੇ। ਸਵੀਟਮੈਲ 416-689-91 ਜਾਂ sweetmel.ca। ਜੀ ਹਾਂ, ਇਸ ਤੋਂ ਇਲਾਵਾ ਇਹ ਪ੍ਰੋਗਰਾਮ ਸਪਾਂਸਰਡ ਮਹਿੰਦਰਾ ਜੁਐਲਰ ਅਤੇ ਊਰਾ ਡੈਪਟ ਸੋਲਿਊਸ਼ਨ।
अच्छा जी, कॉलर गो हेड प्लीज। हाँ जी जय भाई, सत श्री अकाल जी सर, आप जी आ गया, गो हेड। ਵੀਰੇ ਮੈਂ ਦੇਖੋ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਗੱਲ ਮੈਂ ਰਿਮਾਈਂਡ ਕਰਨਾ ਚਾਹੀਦਾ ਭਾਜੀ, अर्ਲੀ 90s ਦੇ ਵਿੱਚ ਯੂਰਪ ਦੇ ਵਿੱਚ ਵੀ ਆਪਣੇ ਬੰਦਿਆਂ ਦੇ ਇਹੋ ਕੰਮ ਰਿਹਾ ਸੀ। ਜਦੋਂ अर्ਲੀ 90s ਦੇ ਵਿੱਚ ਆਪਣੇ ਬੰਦੇ ਯੂਰਪ ਵਿੱਚ ਆਉਣੇ ਸ਼ੁਰੂ ਹੋਏ ਤੇ ਗੋਰੀਆਂ ਪਿੱਛੇ ਪਿੱਛੇ ਆਪਣੇ ਬੰਦਿਆਂ ਦੇ ਫਿਰਦੀਆਂ ਸੀ। ਅੱਜ ਦੀ ਜਿਹੜਾ ਕੰਮ ਵੀਰ ਨੇ ਕੀਤਾ ਇਹੋ ਹੀ ਉਹਨਾਂ ਨੇ ਕਰ ਕਰਕੇ ਜਨਾਨੀਆਂ ਦੇ ਨਿਆਣੇ ਬਣਾ ਕੇ ਛੱਡ ਦਿੱਤੇ, ਵਿਆਹ ਕਰਾ ਕੇ ਨਿਆਣੇ ਬਣਾ ਕੇ ਛੱਡ ਕੇ ਮੁੜ ਕੇ ਇੰਡੀਆ ਜਾ ਕੇ ਵਿਆਹ ਕਰਾ ਲਏ। ਅੱਜ ਦੀ ਤਰੀਕ ਦੇ ਵਿੱਚ ਗੋਰੀਆਂ ਆਪਣੇ ਬੰਦਿਆਂ ਦੇ ਮੂੰਹ ਤੇ ਥੁੱਕਦੀਆਂ ਉੱਥੇ। ਤੇ ਮੇਰਾ ਵੀਰ ਮੈਂ ਤੈਨੂੰ ਇਹ ਗੱਲ ਕਹਿਣਾ ਚਾਹੁੰਦਾ, ਛੋਟੇ ਵੀਰ ਗਲਤੀ ਚਾਹੇ ਤੇਰੀ ਹੈ ਚਾਹੇ ਉਹਦੀ ਹੈ, ਕਿਸੇ ਦੀ ਹੋਵੇ, ਪਰ ਜਿਹੜਾ ਜਵਾਕ ਹੈ ਨਾ ਵੀਰੇ, ਜਿਹੜਾ ਛੋਟਾ ਜਿਹਾ ਬੱਚਾ ਜਿਹੜਾ ਬੇਜ਼ੁਬਾਨ ਹੈ ਇਸ ਵੇਲੇ, ਉਹਨੂੰ ਜ਼ੁਬਾਨ ਨਹੀਂ ਲੱਗੀ ਹੈ ਜੀ, ਉਹਨੂੰ ਤੇਰੀ ਵੀ ਲੋੜ ਹੈ ਮੇਰੇ ਵੀਰ, ਤੇ ਉਹਨੂੰ ਆਪਣੀ ਮਾਂ ਦੀ ਵੀ ਲੋੜ ਹੈ। ਤੂੰ ਇੱਕ ਸਕਿੰਟ ਵਾਸਤੇ ਇਮੇਜਿਨ ਕਰਕੇ ਦੇਖ ਕਿ ਤੇਰਾ ਪਿਓ ਤੇਰੀ ਮਾਂ ਨੂੰ ਜਦੋਂ ਤੂੰ ਜੰਮਿਆ ਸੀ ਉਦੋਂ ਛੱਡ ਜਾਂਦਾ, ਜਾਂ ਜੋ ਤੂੰ ਕਰਨ ਡਿਆ ਉਹ ਇਹੋ ਕਰਦਾ, ਫਿਰ ਤੂੰ ਉਹਦੇ ਬਾਰੇ ਕੀ ਸੋਚਦਾ? ਇਸ ਚੀਜ਼ ਨੂੰ ਮੇਰਾ ਵੀਰ ਜ਼ਰੂਰ ਪੱਖ ਤੇ ਰੱਖ ਕੇ ਸੋਚੀ। ਅੱਗੋਂ ਤੇਰੀ ਮਰਜ਼ੀ ਹੈ, ਪਰ ਜਾਂਦੇ ਨੂੰ ਬਾਹਰ ਸਾਰਿਆਂ ਨੂੰ ਇੱਕੋ ਜਿਹੇ ਹੁੰਦੇ ਵੀਰੇ, ਵੀ ਜੇ ਤੇਰੇ 'ਚ ਕਸੂਰ ਹੋਇਆ ਤੇ ਲਾਈਫ ਦੇ ਵਿੱਚ ਤੂੰ ਜ਼ਰੂਰ ਘਾਟਾ ਖਾਏਗਾ ਇਸ ਗੱਲ ਤੋਂ। ਤੇ ਮੇਰਾ ਵੀਰ ਉਹ ਜਵਾਕ ਨੂੰ ਤੇਰੀ ਬਹੁਤ ਲੋੜ ਆ, ਪਲੀਜ਼ ਬੀ ਦੇਅਰ। ਪਤਾ ਨਹੀਂ ਕਿਹ 'ਚ ਗਲਤੀ ਹੈ, ਤੇਰੇ 'ਚ ਗਲਤੀ ਹੈ ਜਾਂ ਉਹ ਕੁੜੀ 'ਚ ਗਲਤੀ ਹੈ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਮੈਂ ਜੱਜ ਨਹੀਂ ਕਰ ਸਕਦਾ। थैंक यू सो मच जी, थैंक्स। ठीक है इरशाद, आगे दो अगली कॉल प्लीज, प्रोसीड करो। हाँ सत श्री अकाल जी। ਬਾਸੀ ਸਾਹਿਬ जी बोलो जी बोलो। ਹਾਂਜੀ ਬਾਸੀ ਸਾਹਿਬ, ਤੁਸੀਂ ਬਹੁਤ ਭੋਲੇ ਜਿਹੇ ਹੈਗੇ ਆ ਦੋਨੋਂ ਜਣੇ, ਸਿੱਧੂ ਵੀ ਤਾਂ ਤੁਸੀਂ ਵੀ ਨਾ। ਇਹਨਾਂ ਦੀ ਪਹਿਲਾਂ ਹੀ ਪਲੈਨਿੰਗ ਸੀਗੀ ਵੀ ਤੂੰ ਇੱਕ ਵਾਰੀ ਮੂਵ ਹੋ ਤਾਂ ਮੈਂ ਆਪੇ ਤੇਰੇ ਮਗਰ ਆ ਜਾਊਂਗਾ। ਮੂਵ ਕਿਦਾ ਮਤਲਬ ਕਿ ਉਸ ਘਰ ਵਿੱਚ ਚਲ ਜਾ ਸੀ। ਜਿਹੜੇ ਸਾਡੇ ਪੰਜਾਬੀ ਲੋਕ ਆ ਇਹਨਾਂ ਦਾ ਦਿਲ ਬਹੁਤ ਬੜਾ ਨਾ, ਜਗ੍ਹਾ ਬੈਠਣ ਨੂੰ ਦੇਂਦੇ ਆ, ਸਾਡੇ ਹੋਣ ਨੂੰ ਆਪੇ ਲੱਭ ਲੈਂਦੇ ਆ। ਇੰਨੇ ਭੋਲਾ ਵੀ ਨਹੀਂ ਜੋਗਿੰਦਰ ਬਾਸੀ ਤੇ ਨਾ ਇਹ ਨਹੀਂ ਆ। ਨੋ ਆਮ ਸੌਰੀ, ਇਹ ਚੀਜ਼ ਨਿਕਲ ਨਹੀਂ ਵਿੱਚੋਂ, ਨਹੀਂ ਉਹਦੇ ਕੋਲ ਜੋਬ ਹੈ ਨਾ ਉਹਦੇ ਕੋਲ। ਆਈ ਨੋ, ਪਰ ਇੰਨੇ ਭੋਲੇ ਨਹੀਂ। ਨੋ ਇੰਨਾ ਭੋਲਾ ਨਹੀਂ ਮੈਂ, 39 ਸਾਲ ਵਿੱਚ ਭੋਲਾ ਨਹੀਂ ਚਲਾ ਰਿਹਾ ਮੈਂ। ਇੰਨੇ ਸਾਲਾਂ ਤੋਂ ਜ਼ਿੰਦਗੀ ਵਿੱਚ ਇਹਨਾਂ ਮੈਨੂੰ ਭੋਲਾ ਸਮਝੋ, ਭੋਲਾ ਭਾਲਾ ਚਿਹਰਾ ਮੇਰਾ ਜ਼ਰੂਰ ਹੈਗਾ, ਪਰ ਇਹਨਾਂ ਨਹੀਂ। ਇਹ ਟਰੂ ਐਂਡ ਫੈਕਟ ਹੈ ਕਿ ਇਹਨਾਂ ਦੀ ਕੋਈ ਲੋਕ ਮਹਿਸੂਸ ਕਰ ਰਹੇ ਨੇ ਕਿ ਤੁਸੀਂ ਇੱਕ ਡਰਾਮਾ ਖੇਡਿਆ ਆ ਔਰ ਕਿ ਕੋਈ ਸ਼ੈਲਟਰ ਲੈਣਾ ਸੀਗਾ ਤੇ ਤੁਸੀਂ ਉੱਥੇ ਜਾਣਾ ਸੀਗਾ। ਨੋ ਇਜ਼ ਨੋਟ ਰਾਈਟ। ਇਹ ਮੈਂ ਕਹਿ ਸਕਦਾ ਗਰੰਟੀ ਤੌਰ ਤੇ। ਵਿਸ਼ਾਲ ਜੀ ਤੁਹਾਡੀ ਜਜਮੈਂਟ ਇਜ਼ देयर, ਪਰ ਫਰੀडम ਆਫ ਸਪੀਚ ਦੀ ਕਾਲਰ ਦੀ ਜਜਮੈਂਟ ਦੀ ਅਸੀਂ ਰਿਸਪੈਕਟ ਕਰਦੇ। 40 ਸਾਲ ਤੁਹਾਨੂੰ ਹੋ ਗਏ ਤੇ ਜਿੱਥੋਂ ਇਹ ਪੜ੍ਹ ਕੇ ਆਇਆ ਜੀ ਉੱਥੇ ਮੈਂ ਪੜਾਉਂਦਾ ਸੀ, ਮੇਰਾ ਆਪਦਾ ਸਕੂਲ ਸੀਗਾ ਜੀ। ਇਦਾਂ ਦੇ ਕੋਈ 4-500 ਪੂਰੀ ਇਨਵੈਸਟੀਗੇਟ ਕਰਕੇ ਅਸੀਂ ਸਟੋਰੀ ਲੈ ਕੇ ਆਏ ਹਾਂ ਔਰ ਵੀ ਡਿਡ ਇਟ, ਔਰ ਇਹ ਬਿਲਕੁਲ ਗਲਤ ਹੈ। ਔਰ 2:30 ਵਜੇ ਫੋਨ ਆਉਂਦਾ ਹੈ, ਤੁਹਾਡੇ ਫੋਨ ਕਾਲ ਤੇ ਮੈਨੂੰ ਹੱਸ ਆ ਰਿਹਾ। ਹਾਂਜੀ, ਪਰ ਮੈਂ ਹੱਸਾਂਗਾ ਨਹੀਂ। ਅੱਛਾ ਅਗਲੀ ਕਾਲ ਪਲੀਜ਼। ਕਮਾਲ ਦੇ ਲੋਕ ਨੇ। ਹਾਂਜੀ ਤੁਸੀਂ ਜਜਮੈਂਟ ਆਪਣੀ ਜਿਹੜੀ ਆ ਹਾਂਜੀ ਮੇਰੇ ਉੱਪਰ ਮਤਲਬ ਥੋਪੋ ਨਾ। ਹਾਂਜੀ ਕਾਲਰ ਗੋ ਹੈਡ, ਪ੍ਰੋਸੀਡ ਕਰੋ। ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕਾਲ ਡਿਸਕਨੈਕਟ ਕਰ ਦਿਓ ਕਿਉਂਕਿ ਇਹ ਕਾਲਰ ਕਾਲ ਨਹੀਂ ਕਰਦੇ, ਬੋਲਦੇ ਨਹੀਂ। ਬੋਲੋ ਟੋਰਾਂਟੋ ਕਾਲਰ, ਬੋਲੋ ਜੀ। ਹੈਲੋ ਜੀ, ਕੈਰੀ ਔਨ ਮੈਡਮ। ਹਾਂਜੀ ਸਰ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਇਹਨਾਂ ਨੂੰ ਕਿ ਇਹਨਾਂ ਦੀ ਹੁਣ ਰਿਸਪੌਂਸਿਬਿਲਿਟੀ ਬਣਦੀ ਆ ਬੱਚੇ ਦੇ, ਪਰ ਕੋਈ ਜਿੱਦਾਂ ਹੁਣ ਬੱਚਾ ਹੋ ਗਿਆ ਵਾਈਫ ਦੇ ਰਿਗਾਰਡਿੰਗ, ਬਟ ਹੁਣ ਇਹ ਆ ਕਿ ਇਹਨਾਂ ਨੂੰ ਕੁਝ ਵੀ ਜੋ ਡਿਸੀਜਨ ਲੈਣਾ ਵਾ ਬਿਲਕੁਲ ਸੋਚ ਸਮਝ ਕੇ ਲੈਣ, ਕਿਉਂਕਿ ਇਹ ਸਿਚੁਏਸ਼ਨ ਬਾਰ-ਬਾਰ ਲਾਈਫ ਚ ਆਵੇ, ਇਟਸ ਨਾਟ ਅ ਗੁੱਡ ਰਾਈਟ ਇਹਨਾਂ ਲਈ ਵੀ ਔਰ ਉਹ ਲੇਡੀ ਲਈ ਵੀ। ਥੈਂਕ ਯੂ ਸੋ ਮਚ ਜੀ। ਅਗਲੀ ਕਾਲ ਪ੍ਰੋਸੀਡ ਕਰੋ ਜੀ। ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ। ਹਾਈ ਸਤਿ ਸ਼੍ਰੀ ਅਕਾਲ ਵਾਸੀ ਜੀ। ਮੈਂ ਕੁਐਸਚਨ ਮੁੰਡੇ ਨੂੰ ਪੁੱਛਣਾ ਸੀਗਾ ਵੀ ਉਹਦੇ ਇਨ-ਲਾਜ਼ ਕਿੱਥੇ ਆ, ਉਹ ਕੁੜੀ ਨੂੰ ਸਪੋਰਟ ਕਰਦੇ ਆ ਤੇ ਉਹ ਮਿਲਿਆ ਇਨ-ਲਾਜ਼ ਨੂੰ ਉਹਨਾਂ ਦਾ? ਜੀ ਵੈਰੀ ਗੁੱਡ ਕੁਐਸਚਨ। ਅਸੀਂ ਪੁੱਛਿਆ ਰੀਜ਼ਨ ਕੀਤਾ ਤੁਹਾਡੇ ਇਨ-ਲਾਜ਼ ਬਾਰੇ ਤੁਹਾਨੂੰ ਪਤਾ ਕੁਛ ਇਸ ਲੜਕੀ ਦੇ ਮਾਂ-ਬਾਪ ਕਿੱਥੇ ਰਹਿੰਦੇ ਆ? ਯੂ ਹੈਵ ਐਨੀ ਆਈਡੀਆ? ਤੇ ਮੇਰਾ ਬ੍ਰੈਂਪਟਨ ਦੇ ਵਿੱਚ ਨਹੀਂ। ਉਹ ਤੂੰ ਮਿਲਿਆ ਉਹਨਾਂ ਨੂੰ ਕਦੇ? ਤੇ ਇਹਨਾਂ ਦੀ ਮਦਰ ਨੂੰ ਮਿਲਿਆ ਸੀ ਮੈਂ ਇੱਕ ਵਾਰ ਮਿਲਿਆ ਸੀ। ਮਦਰ ਕਿਦਾਂ, ਸ਼ੀ ਇਜ਼ ਹੈਪੀ ਵਿਦ ਯੂ? ਆਈ ਉਹ ਹੈਪੀ ਨੇ। ਅੱਛਾ ਓਕੇ ਜੀ। ਨੈਕਸਟ ਕਾਲ ਪਲੀਜ਼। ਇਫ ਓਕੇ ਅਗਲੀ ਕਾਲ ਪ੍ਰੋਸੀਡ ਕਰੋ। ਕਾਲਰ ਬੋਲੋ ਜੀ। ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਜੀ ਕੈਰੀ ਔਨ ਪਲੀਜ਼। ਬਾਸੀ ਸਾਹਿਬ ਇਹ ਲੜਕੇ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਜੀ। ਕੈਰੀ ਔਨ ਜਲਦੀ ਕਰੋ ਸਰ। ਹਾਂਜੀ ਬਾਸੀ ਸਾਹਿਬ ਇਹ ਲੜਕੇ ਨੂੰ ਮੈਂ ਪੁੱਛਣਾ ਚਾਹੁੰਦਾ, ਮਾਇੰਡ ਨਾ ਕਰੇ ਕਿ ਜੇ ਉਸ ਲੜਕੀ ਦੀ ਜਗ੍ਹਾ ਆਪਣੀ ਭੈਣ ਹੋਵੇ ਤੇ ਉਹਦੇ ਨਾਲ ਇਸ ਤਰ੍ਹਾਂ ਕੋਈ ਕਰੇ ਤੇ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਉਸ ਜਗ੍ਹਾ ਤੇ ਇਹ ਚੁੱਪ ਕਰਕੇ ਜੋ ਵੀ ਇਹ ਤੋਂ ਗਲਤੀ ਹੋਈ ਆ ਉਹਨੂੰ ਐਕਸੈਪਟ ਕਰੇ ਤੇ ਅੱਗੇ ਆਪਣੀ ਲਾਈਫ ਹੈ ਜਿਹੜੀ ਉਹ ਲੜਕੀ ਦੇ ਨਾਲ ਰਹਿਣਾ ਸ਼ੁਰੂ ਕਰੇ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਥੈਂਕ ਯੂ ਜੀ। ਅਗਲੀ ਕਾਲ ਪਲੀਜ਼। ਨੈਕਸਟ ਕਾਲ। ਯੂ ਹੈਵ ਐਨ ਕਮੈਂਟ? ਅਗਲੀ ਕਾਲ ਪਲੀਜ਼। ਸਿੱਧੂ ਸਾਹਿਬ ਨੈਕਸਟ ਕਾਲ। ਹਾਂਜੀ ਬੋਲੋ ਜੀ। ਹਾਂਜੀ ਬੋਲੋ ਜੀ। ਹਾਂਜੀ ਬਸ ਸਾਹਿਬ ਇੱਕੋ ਹੀ ਗੱਲ ਕਹਿਣਾ ਚਾਹੂੰਗਾ, ਜਦੋਂ ਆਪਾਂ ਕਿਤੇ ਬਾਹਰਲੀ ਜਗ੍ਹਾ ਤੇ ਜਾਂਦੇ ਨਾ ਆਪਣਾ ਪੰਜਾਬ ਛੱਡ ਕੇ, ਤੇ ਉਹ ਲੋਕੀ ਬਾਹਰਲੇ ਲੋਕੀ ਜਿਹੜੇ ਹੁੰਦੇ ਉਹ ਸਿਰਫ ਇੱਕ ਬੰਦਾ ਜੱਜ ਨਹੀਂ ਕਰਦੇ, ਉਹ ਪੂਰੀ ਹੋਲ ਕਮਿਊਨਿਟੀ ਜੱਜ ਕਰਦੇ ਆ। ਤੇ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਥੋੜਾ ਜਿਹਾ ਸੋਚ ਸਮਝ ਕੇ ਕਰਿਆ ਕਰੋ ਜੋ ਵੀ ਕਰਦੇ ਆ, ਤੇ ਵਧੀਆ ਗੱਲ ਆ। ਬਾਕੀ
ਮਿਹਰਬਾਨੀ, ਥੈਂਕ ਯੂ। ਨੈਕਸਟ ਕਾਲ ਪਲੀਜ਼ ਪ੍ਰੋਸੀਡ ਕਰੋ। ਅਗਲੀ ਕਾਲ ਮਨਦੀਪ ਲਾਈਨ, ਤੁਸੀਂ ਬੋਲੋ। ਸਤਿ ਸ਼੍ਰੀ ਅਕਾਲ ਜੀ ਬਾਦਸ਼ਾਹ ਸਾਹਿਬ। ਜੀ ਸਰ ਬੋਲੋ, ਹੁਕਮ ਕਰੋ। ਬਾਦਸ਼ਾਹ ਸਾਹਿਬ, ਇਹ ਮੁੰਡਾ ਮੈਨੂੰ ਗਲਤ ਲੱਗਦਾ ਜੀ। ਇਹ ਮੁੰਡੇ ਨੇ ਸਾਰਾ ਕੁਝ ਜੋ ਕੁਝ ਵੀ ਕੀਤਾ, ਪਹਿਲਾਂ ਇਹਨੇ ਉਹਦੇ ਨਾਲ ਫਰੈਂਡਸ਼ਿਪ ਕੀਤੀ। ਇਹ ਕਹਿੰਦਾ ਇਹਨੇ ਆਪ ਪ੍ਰਪੋਜ਼ ਕੀਤਾ ਹਨਾ ਇੰਸਟਾਗ੍ਰਾਮ ਤੇ ਜੀ, ਤੇ ਇਹਨੇ ਆਪਣੀ ਇੰਜੋਇਮੈਂਟ ਲਈ ਸਾਰਾ ਕੁਝ ਕੀਤਾ ਹੈ ਤੇ ਕੁੜੀ ਇਹਦੇ ਪਿਆਰ 'ਚ ਪੈ ਗਈ ਜੀ। ਕੁੜੀ ਦੇਖੋ ਗੁਰਦੁਆਰੇ ਜਾਂਦੀ ਹੈ, ਉਹ ਕਹਿੰਦੀ 11 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਸੇਵਾ ਕਰਦੀ ਸੀ, ਤੇ ਉਹਨੇ ਸਿੱਖੀ ਦੀ ਬਾਣੀ ਪੜ੍ਹੀ, ਬਾਣੀ ਕੰਠ ਕੀਤੀ ਹਨਾ ਉਹਨੇ ਕੁੜੀ ਨੇ ਜੀ ਜੀ, ਤੇ ਉਹ ਆਪਣੇ ਬੱਚੇ ਨੂੰ ਵੀ ਸਿੱਖੀ ਸਰੂਪ 'ਚ ਲਿਆਉਣਾ ਚਾਹੁੰਦੀ ਹੈ। ਮੈਂ ਤੁਹਾਡਾ ਜਦੋਂ ਪਿਛਲੀ ਵਾਰੀ ਕੁੜੀ ਆਈ ਸੀ, ਉਹ ਕਹਿੰਦੀ ਕਿ ਤੁਹਾਡਾ ਧਰਮ ਆ, ਤੁਸੀਂ ਬਹੁਤ ਜ਼ਿਆਦਾ ਲੱਕੀ ਆ, ਤੁਸੀਂ ਇਸ ਧਰਮ 'ਚ ਪੈਦਾ ਹੋਏ ਹਨਾ, ਸਿੱਖ ਧਰਮ ਵਿੱਚ ਜੀ। ਤੇ ਇਹ ਮੁੰਡੇ ਨੇ ਹਜੇ ਤੱਕ, ਇਸ ਮੁੰਡੇ ਦੀ ਗੱਲਾਂ ਤੋਂ ਮੈਨੂੰ ਇੱਕ ਵਾਰੀ ਵੀ ਨਹੀਂ ਲੱਗਾ ਕਿ ਇਹ ਮੁੰਡਾ ਸਿੰਸੀਅਰ ਆ। ਇਹਨੇ ਆਪਣੇ ਬੈਨੀਫਿਟ ਲਈ ਉਹਨੂੰ ਯੂਜ਼ ਕੀਤਾ ਕੁੜੀ ਨੂੰ। ਕੁੜੀ ਦੀ ਮੈਨੂੰ ਨਹੀਂ ਲੱਗਦਾ ਕਿ, ਤੇ ਕੁੜੀ ਹੁਣ ਜਿਵੇਂ ਹੁਣ ਉਹਨਾਂ ਦੀ ਕਾਲ ਆਈ ਹਨਾ ਜਿੱਥੇ ਰਹਿੰਦੀ ਹੈ ਕਿ ਸਮਾਨ ਤੋੜਦੀ ਪਈ ਆ, ਤੁਸੀਂ ਸੋਚ ਕੇ ਵੇਖੋ ਕਿ ਕੁੜੀ ਇਹਦੇ ਪਿਆਰ 'ਚ ਆ ਹਨਾ। ਇਹ ਜਦੋਂ ਬੇਬੀ ਹੋਣਾ ਸੀ, ਜਦੋਂ ਉਹ ਪ੍ਰੈਗਨੈਂਟ ਸੀ, ਉਦੋਂ ਵੀ ਇਸ ਮੁੰਡੇ ਨੇ ਉਹਦੀ ਕੇਅਰ ਨਹੀਂ ਕੀਤੀ, ਤੇ ਕਿੰਨੀ ਫਰਸਟ੍ਰੇਟ ਹੋਊਗੀ ਉਹ। ਜਦੋਂ ਬੇਬੀ ਹੋਣਾ ਸੀ ਉਦੋਂ ਕੱਲੀ ਕੁੜੀ ਹਸਪੀਟਲ 'ਚ ਰਹੀ ਹੈ, ਇਹ ਉਹਦੇ ਕੋਲੇ ਗਿਆ ਨਹੀਂ ਹਾਂਜੀ। ਤੇ ਹੁਣ ਕੁੜੀ ਦੇ ਦਿਮਾਗ 'ਚ ਕਿੰਨੀ ਫਰਸਟ੍ਰੇਸ਼ਨ ਹੋਊਗੀ ਜਿਹੜਾ ਉਹ ਸਮਾਨ ਤੋੜਦੀ ਪਈ ਹੈ, ਕੀ ਕੁਝ ਹੋਊਗਾ। ਤੁਸੀਂ ਕੋਈ ਲੇਡੀ, ਮੇਰੀ ਭੈਣ ਕੋਈ ਕਾਲ ਕਰੇ ਤੇ ਦੱਸੇ ਕਿ ਕੀ ਬੀਤਦੀ ਆ। ਮਿਹਰਬਾਨੀ ਜੱਸੀ, ਉਹ ਪਰਿਵਾਰ ਨਾਲ ਜੁੜ ਰਹੇ, ਰੇਡੀਓ ਨਾਲ ਜੁੜ ਰਹੋ, ਅਸੀਂ ਬਹੁਤ ਜਲਦੀ ਗੱਲਬਾਤ ਕਰਾਂਗੇ। ਅੱਛਾ ਅਗਲੀ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੋਲੋ ਸਰ, ਬੋਲੋ। ਬਸ ਸਤਿ ਸ਼੍ਰੀ ਅਕਾਲ ਜੀ। ਬਾਈ ਸਾਹਿਬ ਮੈਂ ਆਪਣੇ ਹਰਜਿੰਦਰ ਜੀ ਨਾਲ ਗੱਲ ਕਰਨਾ ਚਾਹੁੰਦਾ। ਬੋਲ, ਗੱਲ ਕਰੋ ਨਹੀਂ ਜਲਦੀ, ਟਾਈਮ ਵੇਸਟ ਹੋ ਰਿਹਾ, ਬੋਲੋ ਜੀ। ਹਰਜਿੰਦਰ ਜੀ ਰਾਮ ਰਾਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾਭੇ ਤੋਂ ਬੋੜਾਗੜ ਤੋਂ ਮੁੰਡਾ, ਮੈਂ ਸਿੱਲੇ ਤੋਂ ਗੱਲ ਕਰ ਰਿਹਾ। ਅੱਛਾ ਜੀ। ਬੋੜਾਗੜ ਸਮਝ ਗਏ ਭਾਜੀ? ਹਾਂਜੀ ਹਾਂਜੀ। ਭਾਜੀ ਤੁਸੀਂ ਇੱਥੇ ਕਿਹੜੀ ਚੱਕਰ 'ਚ ਫਸੇ ਹੋ? ਨਾ ਤੁਹਾਨੂੰ ਕਮਿਊਨਿਟੀ ਕੋਈ ਦੇਣਾ, ਨਾ ਕੁਛ ਅਸੀਂ ਮੀਡੀਆ ਨੂੰ। ਓਕੇ ਜੀ, ਬੰਦ ਕਰ ਦਿਓ ਲਾਈਨ ਨੂੰ, ਇਸ ਨੂੰ ਡਿਸਕਨੈਕਟ ਕਰ ਦਿਓ ਸਰ ਜੀ। ਸੋ ਇਸ ਲਾਈਨ ਨੂੰ ਫਾਰ ਐਵਰ ਸਟਾਪ ਕਰ ਦਿਓ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਬੋਲੋ। ਇਹ ਕਾਲਰ ਕਹਿ ਰਹੇ ਸੀ ਨਾ ਤੁਹਾਨੂੰ ਕਮਿਊਨਿਟੀ ਨੇ ਦੇਣਾ ਤੇ ਨਾ ਲਾਈਕ ਮੀਡੀਆ ਨੇ ਦੇਣਾ। ਵੀਰ ਮੈਂ ਇੱਕ ਗੱਲ ਕਹਿਣੀ ਚਾਹੂੰ, ਜਿੱਦੇ ਮੁੰਡੇ ਦੀ ਨਾ ਹਰਜਿੰਦਰ ਦੀ ਘਰ ਵਾਲੀ ਰੋਡ ਤੇ ਸੀ 2 ਮਹੀਨਿਆਂ ਦਾ ਨਿਆਣਾ ਲੈ ਕੇ, ਤੇ ਉਹਨੂੰ ਕਮਿਊਨਿਟੀ ਨੇ ਘਰ ਦਿੱਤਾ, ਤੇ ਇੱਕ ਮੀਡੀਆ ਪਲੇਟਫਾਰਮ ਸੀ, ਅਸੀਂ ਬਹੁਤ ਛੋਟੇ ਆ, ਕਮਿਊਨਿਟੀ ਵੱਡੀ ਆ, ਅਸੀਂ ਉਹਨੂੰ ਘਰ ਦਿੱਤਾ ਲੈ ਕੇ, ਅਸੀਂ ਨਹੀਂ ਦਿੱਤਾ, ਕਮਿਊਨਿਟੀ ਨੇ ਦਿੱਤਾ। ਫਿਰ ਇਹ ਜਿਹੜਾ 2 ਮਹੀਨੇ ਆਪਦੇ ਬੱਚੇ ਨੂੰ, ਨਵੇਂ ਜੰਮੇ ਮੁੰਡੇ ਨੂੰ, ਉਹ ਵੀ ਲੋਕ ਤਾਂ ਇੱਥੇ ਧੱਕੇ ਮਾਰਦੇ, ਮੁੰਡੇ ਮੰਗਦੇ, ਮਿੰਨਤਾਂ ਕਰਦੇ ਆ, ਤਰਲੇ, ਤੇ ਸਾਧਾਂ ਦੇ ਚੱਕਰਾਂ 'ਚ ਹੀ ਫਸ ਜਾਂਦੇ। ਕਮਿਊਨਿਟੀ ਸੀ ਜਿਨ੍ਹਾਂ ਨੇ ਇਹਨਾਂ ਦਾ ਮਿਲਾਪ ਕਰਾਇਆ। ਇਹਨੂੰ ਪੁੱਛੋ ਕਿ ਜਿੱਦੇ ਦਾ ਬੱਚਾ ਹੈ ਉਹਦੇ ਦਾ ਮਿਲਣ ਆਇਆ ਸੀ। ਇਦਾਂ ਦੇ ਬੰਦੇ ਕਹਿ ਰਹੇ ਨੇ ਕਮਿਊਨਿਟੀ ਕੀ ਦਿੰਦੀ ਆ। ਇਹ ਆਸਟ੍ਰੇਲੀਆ ਤੋਂ ਕਾਲਰ ਨੂੰ ਬੇਨਤੀ ਹੈ ਕਿ ਪਲੀਜ਼ ਨੈਕਸਟ ਟਾਈਮ ਅਸੀਂ ਲੀਗਲ ਪੈਨਲ ਰਾਹੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਡਾਇਲ ਆਊਟ ਨਹੀਂ ਕਰ ਸਕਦੇ ਨੰਬਰ। ਸੌਰੀ ਟੂ ਸੇ, ਕਮਿਊਨਿਟੀ ਨੂੰ ਬਦਨਾਮ ਕਰਨੇ ਕੈਨੇਡਾ ਨੂੰ। ਕੈਨੇਡੀਅਨ ਕਮਿਊਨਿਟੀ ਜਿਹੜੀ ਹੈ ਰਿਸਪੈਕਟਡ ਹੈ। ਕੈਨੇਡੀਅਨ ਕਮਿਊਨਿਟੀ ਨੇ ਹੀ ਸ਼ੈਲਟਰ ਦਿਵਾਇਆ। ਸਾਡੇ ਸੁਣਨ ਵਾਲੇ ਲੱਖਾਂ ਪਰਿਵਾਰਾਂ, ਕਰੋੜਾਂ ਜਿਹੜੇ ਪਰਿਵਾਰ ਨੇ, ਉਹਨਾਂ ਨੇ ਬਲੈਸਿੰਗਸ ਨੇ ਕਮਿਊਨਿਟੀ ਨੂੰ। ਤਾਂ ਇਹ ਬਾਰ-ਬਾਰ ਫੋਨ ਕਰਕੇ ਮੇਰੇ ਖਿਆਲ ਕਿ ਇਸ ਕਾਲਰ ਨੂੰ ਆਈ ਹੈਵ ਦ ਨੰਬਰ, ਆਈ ਵਿਲ ਕਾਲ ਹਿਮ ਬੈਕ। ਹਾਂਜੀ ਅਗਲੀ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਬਾਈ ਹੁਣਾਂ ਨੂੰ ਇੱਕ ਸੁਜੈਸ਼ਨ ਹੀ ਦਊਂਗਾ ਇਹਨਾਂ ਨੂੰ ਕਿ ਬਈ ਤੂੰ ਹੁਣ ਚਲੋ ਜਿੱਦਾਂ ਵੀ ਆ, ਜੋ ਹੋਣਾ ਸੀ ਉਹ ਹੋ ਗਿਆ ਹਨਾ, ਕਿ ਤੂੰ ਹੁਣ ਇਹਨਾਂ ਨੂੰ ਲੈ ਕੇ ਇੰਡੀਆ ਚੱਲ ਜਾ। ਮੇਰੇ ਖਿਆਲ ਨਾਲ ਸਭ ਤੋਂ ਬੈਸਟ ਚੀਜ਼ ਇਹੀ ਆ ਹੁਣ ਤੇਰੇ ਲਈ, ਇੰਡੀਆ ਚੱਲ ਜਾ। ਉੱਥੇ ਨਾਲੇ ਤਾਂ ਬੇਬੀ ਦੀ ਪਰਵਰਿਸ਼ ਵਧੀਆ ਹੋ ਜਾਏਗੀ, ਤੇ ਨਾਲੇ ਕੁੜੀ ਦਾ ਥੋੜਾ ਡਿਪਰੈਸ਼ਨ ਦੇ ਵਿੱਚੋਂ ਨਿਕਲ ਆਊਗੀ, ਨਾਲੇ ਤੂੰ ਘਰ ਦੇ ਵਿੱਚ ਆਏਗਾ, ਤੇ ਆਪ ਹੀ ਉੱਥੋਂ ਫਾਈਲ ਲਾ ਕੇ ਤੇ ਜਦੋਂ ਵਧੀਆ ਸਬੱਬ ਬਣਿਆ ਤੇ ਉਦੋਂ ਆ ਜਾ। ਮਿਹਰਬਾਨੀ। ਗੁੱਡ ਸੈਸ਼ਨ। ਨੈਕਸਟ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਬੋਲੋ ਕਾਲਰ। ਹਾਂਜੀ ਬਾਸੀ ਸਾਹਿਬ, ਮੈਨੂੰ ਇਹ ਲੱਗ ਰਿਹਾ ਜੀ ਕਿ ਜਿਵੇਂ ਹਰਜਿੰਦਰ ਸਿੰਘ ਦੀ ਉਮਰ ਹਲੇ 21 ਹੈ ਜੀ, ਤੇ ਇਹ ਮਤਲਬ ਕਨਫਿਊਜ਼ ਲੱਗ ਰਿਹਾ ਹੈ। ਇਹ ਮੈਂਟਲੀ ਵੀ ਪ੍ਰੀਪੇਅਰ ਨਹੀਂ ਹੈ ਕਿ ਹੀ ਇਜ਼ ਐਗਰੀ ਟੂ ਕੀਪ ਹਰ ਔਰ ਨੋ। ਥੈਂਕ ਯੂ ਸੋ ਮਚ। ਅਗਲੀ ਕਾਲ ਥੋੜੀ ਕਨਫਿਊਜ਼ਨ ਹੈ ਜੀ। ਓਕੇ ਉਹ ਇਜ਼ ਦ ਕਾਲਰ, ਗੋ ਹੈਡ ਪਲੀਜ਼। ਬਸ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਸਰ। ਕਿ ਮੈਂ ਇਹਨੂੰ ਮੁੰਡੇ ਨੂੰ ਇਹੀ ਕਹਿਣਾ ਚਾਹਾਂਗਾ ਵੀ ਇੱਕ ਤਾਂ ਦੋਨੋਂ ਛੋਟੀ ਉਮਰ ਦੇ ਨੇ, ਤੇ ਜੇ ਉਹਦੇ ਨਾਲ ਟਰਸਟ ਇਸ਼ੂ ਸੀਗੇ, ਫਿਰ ਇਹਨਾਂ ਨੇ ਉਹਦੇ ਨਾਲ ਵਿਆਹ ਕਿਉਂ ਕੀਤਾ ਤੇ ਬੇਬੀ ਕਿਉਂ ਕੀਤਾ? ਪਹਿਲੀ ਗੱਲ ਇਹ ਹੈ। ਤੇ ਉਹ ਕੁੜੀ ਵੀ ਚੰਗੀ ਸੀ, ਕੱਲ ਅਸੀਂ ਸ਼ੋਅ ਪੂਰਾ ਸੁਣਿਆ, ਤੇ ਉਹ ਚਾਹੁੰਦੀ ਤਾਂ ਕੋਈ ਐਕਸ਼ਨ ਤੁਸੀਂ ਬੇਬੀ ਪਲਾਨ ਕੀਤਾ ਹੈ। ਹਾਂਜੀ ਫਿਰ ਤੁਸੀਂ ਕਹਿੰਦੇ ਸਾਨੂੰ ਇਹ ਪ੍ਰੋਬਲਮ ਇਸ਼ੂ ਸੀਗਾ, ਜਿਸ ਕਰਕੇ ਇਹ ਦੋ ਚੀਜ਼ਾਂ ਕਨਫਿਊਜ਼ ਕਰ ਰਹੀਆਂ ਮੈਨੂੰ। ਹਰਜਿੰਦਰ ਬੇਬੀ ਪਲਾਨ ਸੀ ਤੁਹਾਡਾ ਦੋਨਾਂ ਦਾ? ਹਾਂਜੀ। ਪਰ ਉਹ ਆਪਣੇ ਮਤਲਬ ਕਿ ਜਿਵੇਂ ਪੰਜਾਬੀ ਭਾਈਚਾਰੇ ਦੀ ਗੱਲ ਕਰਾਂ, ਆਪਣੇ ਤੁਹਾਨੂੰ ਇਸ ਗੱਲ ਦਾ ਪਤਾ ਕਿ ਬੇਬੀ ਜਿਹੜਾ ਵਿਆਹ ਤੋਂ ਬਾਅਦ ਚੋਂ ਪਲਾਨ ਕਰੀਦਾ? ਹਾਂਜੀ। ਫਿਰ ਤੁਸੀਂ ਪਹਿਲਾਂ ਹੀ ਕਿਵੇਂ ਕਰ ਗਏ? ਕੋਈ ਇਹ ਬੇਬੀ ਲੈ ਕੇ ਫਿਰ ਤੁਸੀਂ ਵਿਆਹ ਕੀਤਾ ਰਜਿਸਟਰ? ਹਾਂਜੀ।
ਤੇ ਪਹਿਲਾਂ ਕਰਨਾ ਕਰਿਆ ਸੀਗਾ ਜੀ ਤੇ ਉਧਰ ਹੋਇਆ ਨਹੀਂਗਾ ਤੇ ਬਾਅਦ ਚ ਕੀਤਾ ਹੈ। ਨਹੀਂ ਹੋਇਆ ਬਾਅਦ ਚ? ਆਈ ਕਨਫਿਊਜ਼। ਤੁਸੀਂ ਪਹਿਲਾਂ ਤੁਹਾਡੀ ਰਜਿਸਟਰ ਜਿਹੜੀ ਮੈਰਿਜ ਆ ਪ੍ਰੈਗਨੈਂਸੀ ਤੋਂ ਬਾਅਦ ਹੋਈ ਆ? ਹਾਂਜੀ ਹਾਂਜੀ। ਸੋ ਇਟ ਮੀਨਸ ਕਿ ਤੁਸੀਂ ਪਹਿਲਾਂ ਬੱਚਾ ਲੈਣ ਦੀ ਕੋਸ਼ਿਸ਼ ਕਰ ਲਿਆ, ਆਪਾਂ ਬੱਚਾ ਲੈ ਲਈਏ ਫਿਰ ਵਿਆਹ ਆਪਾਂ ਹਰਜਿੰਦਰ ਸਾਫ਼ ਸਪਸ਼ਟ ਆ ਵੀਰ ਗੱਲ, ਤੂੰ ਹੁਣ ਝੂਠ ਬੋਲ ਰਿਹਾ ਕਿ ਪਹਿਲਾਂ ਝੂਠ ਸੀ ਜਾਂ ਇਹ ਸਾਰਾ ਝੂਠ ਦੀ ਬੁਨਿਆਦ ਚੱਲ ਰਹੀ ਸੀ ਤੇ ਅੱਜ ਕਹਾਣੀ ਨਹੀਂ ਕਸੂਤੀ ਹੋ ਗਈ ਕਿ ਅੱਗੋਂ ਨਾ ਪਿੱਛੋਂ ਆਪਣੇ ਤੋਂ ਲੋਟ ਹੀ ਨਹੀਂ ਆ ਰਹੀ। ਤੁਸੀਂ ਦੇਖੋ ਨਾ, ਤੁਹਾਡੇ ਸਿਸਟਰ ਹੈ ਨਹੀਂ, ਮੈਂ ਤੁਹਾਡੇ ਘਰੇ ਮਾਤਾ ਹੈ ਨਾ, ਤੁਹਾਨੂੰ ਵੀ ਪਤਾ ਆਪਣੀ ਤੁਹਾਡੀ ਮਾਮੇ ਦੀ, ਭੂਆ ਦੀ, ਚਾਚੇ ਦੀ, ਕਿਸੇ ਦੀ ਕੁੜੀ ਹੋਊ ਨਾ, ਵਿਆਹ ਤੋਂ ਬਾਅਦ ਚੋਂ ਆਪਣੇ ਪਲਾਨ ਹੁੰਦੇ ਆ ਬੇਬੀ। ਮੇਰਾ ਨਹੀਂ ਵਿਆਹ ਹੋਇਆ, ਤੁਹਾਡਾ ਹੋਇਆ, ਮੈਂ ਵੀ ਤੁਹਾਡੇ ਵਾਂਗੂ 26 ਸਾਲ ਉਮਰ ਹੈ ਮੇਰੀ ਹਜੇ, ਬਟ ਮੈਨੂੰ ਇੰਨਾ ਪਤਾ ਮੈਂ ਵੀ ਆਪਦੀ ਭੈਣ ਦਾ ਆਪਣੇ ਹੱਥੀਂ ਵਿਆਹ ਕੀਤਾ। ਬੇਬੀ ਨਹੀਂ ਪਲਾਨ ਹੁੰਦੇ ਮੇਰੇ ਵੀਰ। ਇੰਨੇ ਨਾ ਝੂਠ ਬੋਲ ਕਿ ਕੱਲੂ ਜੇ ਕੋਈ ਕੱਲੂ ਹੋਰ ਸਿਆਪਾ ਸੇੜਿਆ ਗਿਆ ਕਿ ਤੇਰੇ ਨਾਲ ਕੋਈ ਖੜੇ ਹੀ ਨਾ, ਤੇਰਾ ਪਹਿਲਾਂ ਹੀ ਇੱਥੇ ਹੈ ਨਹੀਂ ਕੋਈ, ਵਿਆਹ ਤੂੰ ਮਾਪਿਆਂ ਨੂੰ ਬਿਨਾਂ ਦੱਸੇ ਕਰਾ ਲਿਆ, ਬੇਬੀ ਤੂੰ ਬਿਨਾਂ ਦੱਸੇ ਪਲਾਨ ਕਰ ਲਿਆ। ਝੂਠ ਤੇ ਝੂਠ, ਕਈ ਵਾਰੀ ਨਾ ਇੱਕ ਝੂਠ ਬੋਲਦੇ ਉਹਨੂੰ ਕਵਰ ਕਰਨ ਲਈ ਲੱਖ ਝੂਠ ਬੋਲਣੇ ਪੈਂਦੇ ਆ। ਇੱਕ ਸੱਚ ਤੇ ਖੜ ਵੀਰ, ਸਲਾਹ ਦਿੰਨੇ ਆ ਤੈਨੂੰ। Okay, we are just taking 2 more calls, nothing after that. Freedom of speech show ਦੇ ਵਿੱਚ ਪੂਰੀ freedom ਹੈ। I'm just taking on 2 calls. ਅਸੀਂ ਇੱਕ ਤਰ੍ਹਾਂ ਕਾਲ ਲਵਾਂਗੇ 10 ਨੰਬਰ 3 ਨੰਬਰ 5 ਐਂਡ ਨੰਬਰ 6 ਕਾਲ ਤੋਂ ਬਾਅਦ ਬੰਦ ਕਰ ਦਿਓ ਆਪਣੇ freedom of speech show ਨੂੰ ਪਲੀਜ਼, ਕਿਉਂਕਿ ਅਸੀਂ ਅਗਲਾ ਸ਼ੋ ਪੇਸ਼ ਕਰਨਾ। 10-30 ਸੈਕਿੰਡ ਦੇ। ਨਹੀਂ, ਮੈਂ ਕੁਝ ਗੱਲ ਨਹੀਂ ਕਰੀ ਜਾਂਦਾ, ਕਿਉਂਕਿ ਮੈਂ ਰੇਡੀਓ ਸੁਣ ਨਹੀਂ ਰਿਹਾ। ਤੁਹਾਡੀ ਐਪਸ ਦੇ ਉੱਤੇ 2 ਸਕਿੰਟ ਚੱਲਦੀ ਹੈ ਔਰ ਆਵਾਜ਼ ਬੰਦ ਹੋ ਜਾਂਦੀ ਹੈ। ਮੈਨੂੰ ਪਤਾ ਨਹੀਂ ਲੱਗਾ ਕੀ ਪ੍ਰੋਬਲਮ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਆਈ ਡੋਂਟ ਨੋ ਐਪ ਤੇ ਕੋਈ ਪ੍ਰੋਬਲਮ ਆ ਰਹੀ ਹੈ। ਹਾਂਜੀ, ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਬੋਲੋ। ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ। ਇਹ ਮੁੰਡੇ ਦਾ ਕਸੂਰ ਆ, ਉਹਨੂੰ ਕੁੜੀ ਨੂੰ ਪਹਿਲਾਂ ਉਦੋਂ ਕਹਿੰਦਾ ਸੀ, ਕੱਲ ਕੁੜੀ ਕਹਿੰਦੀ ਸੀ ਮੈਨੂੰ ਇਹਨੇ ਆਪਣੀ ਪਹਿਲਾਂ ਉਮਰ ਝੂਠੀ ਦੱਸੀ, ਇਹਨੇ 25 ਸਾਲ ਲੱਗਿਆ ਹਨਾ, ਇਹਦੀ ਕਿਉਂ ਵੀ ਇਹਦੀ 21 ਸਾਲ ਉਮਰ। ਇਹ ਬਸ PR ਲੈਣ ਦੇ ਕਰਕੇ ਕਰਦਾ ਪਿਆ। ਇਹਨੂੰ ਕਹਿ ਦੋ ਵੀ ਕਾਕਾ ਭਾਵੇਂ ਬੱਚਾ ਕਰ ਭਾਵੇਂ ਕੁਝ ਕਰ, PR ਤੇਰਾ ਉਦਾਂ ਵੀ ਸ਼ਿਕਾਇਤ ਹੋ ਕੇ ਡਿਪੋਰਟ ਹੋ ਸਕਦਾ। ਅਗਲੀ ਕਾਲ, ਲਾਸਟ ਕਾਲ ਆਫ ਦ ਸ਼ੋ ਲਵਾਂਗੇ ਅਸੀਂ। ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਹਾਂਜੀ, ਮੈਂ ਸਰ ਉਸ ਦਿਨ ਉਹਦੀਆਂ ਵਿਸ਼ਾਲ ਦੀਆਂ ਵੀ ਸੁਣੀਆਂ ਸੀ ਸਾਰੀਆਂ ਗੱਲਾਂ, ਇਹਦੀ ਵੀ ਸੁਣ ਰਹੀ ਹਾਂ ਸਰ। ਇਹ ਮੈਨੂੰ ਗਲਤ ਜਿਹਾ ਲੱਗਦਾ ਹੈਗਾ। ਬਾਕੀ ਸਰ ਥੋੜੀ ਪ੍ਰੋਬਲਮ ਬੱਚੇ ਤੋਂ ਬਾਅਦ ਨਾ ਮਦਰ ਨੂੰ ਆ ਜਾਂਦੀ ਹੈ ਸਰ, ਡਿਪਰੈਸ਼ਨ ਚ ਚਲੇ ਜਾਂਦੀ ਹੈ ਕਈ ਵਾਰੀ, ਪੋਸਟਮਾਰਟਮ ਜਿਹਨੂੰ ਡਿਪਰੈਸ਼ਨ ਕਹਿੰਦੇ ਆ, ਉਹਦੇ ਚ ਸਾਰੋ ਚਲੇ ਜਾਂਦੀ ਹੈ। ਕਈ ਵਾਰੀ ਜਦੋਂ ਬੱਚੇ ਨੂੰ ਔਰਤ ਮਤਲਬ ਜਨਮ ਦਿੰਦੀ ਹੈ ਉਸ ਤੋਂ ਬਾਅਦ ਫਿਰ ਕੋਈ ਵੀ ਬੋਡੀ ਵਿੱਚ ਕੋਈ ਵੀ ਪ੍ਰੋਬਲਮ ਆ ਸਕਦੀ ਹੈ। ਹਾਂਜੀ ਹਾਂਜੀ ਹਾਂਜੀ, ਹਾਰਮੋਨਲ ਚੇਂਜਸ ਨਾਲ ਨਾ ਉਹਨੂੰ ਕੋਈ ਵੀ ਪ੍ਰੋਬਲਮ ਆ ਸਕਦੀ ਹੈ। ਤਾਂ ਹੀ ਉਹ ਉਧਰ ਵੀ ਦੇਖੋ ਅਵਤਾਰ ਸਿੰਘ ਜੀ ਦੇ ਘਰ ਇਸ ਤਰ੍ਹਾਂ ਕਰ ਰਹੀ ਹੈ ਸਰ। ਲੈਟਸ ਸੀ ਕਿ ਅਸੀਂ ਮੂਵ ਕਰਦੇ ਅਵਤਾਰ, ਅਸੀਂ ਉਸ ਘਰ ਜਾ ਰਹੇ ਬਹੁਤ ਜਲਦੀ। ਨੰਬਰ 5 ਲਾਉਂਗੇ, ਲਾਸਟ ਕਾਲ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ, ਬੋਲੋ। ਹਾਂਜੀ, ਸਤਿ ਸ਼੍ਰੀ ਅਕਾਲ ਬੇਟਾ ਜੀ। ਜੀ ਬੋਲੋ, ਕੀ ਕਹਿਣਾ ਚਾਹੁੰਦੇ? ਯੂਅਰ ਲਾਸਟ ਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬੇਟਾ। ਇਹਨੂੰ ਬੱਚੇ ਨੂੰ ਕਹੋ ਕਿ ਜੋ ਤੇਰੇ ਮਨ 'ਚ ਹੈਗੀ ਹੈ ਗੱਲ ਕਹੋ, ਜ਼ਾਹਿਰ ਕਰ ਆਪਣੇ ਮਨ ਦੀ ਵੀ ਗੱਲ। ਜੀ ਹਾਂਜੀ, ਮਿਹਰਬਾਨੀ। ਹਰਜੀਤ ਬਰਾੜ। ਹਾਂਜੀ, ਥੈਂਕ ਯੂ। ਹਾਂਜੀ ਹਰਜੀਤ ਬੋਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਬੋਲੋ। ਯੂਅਰ ਲਾਸਟ ਕਾਲ। ਮੈਂ ਲਾਸਟ ਕਹਿ ਰਿਹਾ। ਹਾਂਜੀ ਹਾਂਜੀ ਭਾਜੀ। ਭਾਜੀ ਮੈਂ ਇਹ ਗੱਲ ਕਹਿਣੀ ਸੀਗੀ ਕਿ ਤੁਸੀਂ ਪਲੀਜ਼ ਉਹਨੂੰ ਜੇ ਅੱਜ ਤਾਂ ਵੈਸੇ ਟਾਈਮ ਹੋ ਗਿਆ ਵਿਸ਼ਾਲ ਨੂੰ ਜੇ ਲਾਈਨ ਤੇ ਲਿਆ ਕੇ ਕਰ ਸਕਦੇ, ਜਾਂ ਉਹਨਾਂ ਦੀ ਘਰ ਦੀ ਸਿਚੁਏਸ਼ਨ ਕੀ ਹੈ, ਜਿਨ੍ਹਾਂ ਨੇ ਇੰਨੀ ਵੱਡੀ ਸ਼ੈਲਟਰ ਦਿੱਤੀ, ਉਹਨਾਂ ਦੀ ਅੱਜ ਘਰ ਦੀ ਸਿਚੁਏਸ਼ਨ ਕੀ ਹੈ, ਸਮਥਿੰਗ ਕੁਝ ਹੋ ਨਾ ਜਾਵੇ, ਕਿਉਂਕਿ ਇਹਨਾਂ ਦਾ ਤਾਂ ਚੱਲਦਾ ਹੀ ਰਹਿਣਾ ਭਾਜੀ। ਪਲੀਜ਼ ਤੁਸੀਂ ਉਹਨਾਂ ਦੀ ਹੈਲਪ ਕਰੋ। ਹੁਣੇ ਜਾ ਰਹੇ ਸੀ ਉਸ ਘਰ ਨੂੰ ਬਹੁਤ ਜਲਦੀ। ਜੀ ਬਿਲਕੁਲ ਜੀ, ਉਹਨਾਂ ਨੂੰ ਵੀ ਲਾਈਨ ਤੇ ਲਿਆ ਰਹੇ ਹਾਂ ਤੇ ਕੱਲ ਨੂੰ ਅਸੀਂ ਹਰਜਿੰਦਰ ਦੇ ਪੇਰੈਂਟਸ ਨਾਲ ਵੀ ਗੱਲ ਕਰਾਂਗੇ ਕੱਲ ਨੂੰ। ਅੱਛਾ ਹਰਜਿੰਦਰ, ਤੁਸੀਂ ਆਪਣੀ ਇੱਛਾ ਦੇ ਮੁਤਾਬਕ ਲੋਕਾਂ ਦੇ ਨਾਲ ਵਿਚਾਰਾਂ ਦੇ ਵਿੱਚ ਵਿਚਾਰ ਰਲਾਏ ਨੇ, ਡਿਲੀਵਰ ਕੀਤੇ ਨੇ ਔਰ ਇਲੈਕਟ੍ਰੋਨਿਕ ਡਿਵਾਈਸ ਤੇ ਜਾ ਚੁੱਕੇ ਨੇ, ਤੁਸੀਂ ਪਰਮਿਸ਼ਨ ਲੈ ਚੁੱਕੇ ਆ। ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ, ਕੋਈ ਐਸਾ ਦੁਨੀਆ ਵਿੱਚ ਦੱਸੋ ਜਿਹਨੇ ਗਲਤੀ ਨਹੀਂ ਕੀਤੀ। ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਮੋੜ ਤੇ ਗਲਤੀ ਕਰ ਰਹੇ ਨੇ। ਵੱਡੇ ਵੱਡੇ ਲੋਕ, ਵੱਡੇ ਵੱਡੇ ਲੀਡਰ, ਇੱਥੋਂ ਸਾਡੇ ਕੈਨੇਡਾ ਦੇ 3 ਵਾਰੀ ਗਲਤੀ ਕਰਕੇ ਮਾਫੀ ਮੰਗ ਚੁੱਕੇ ਨੇ ਪ੍ਰਾਈਮ ਮਿਨਿਸਟਰ। ਐਗਜ਼ਾਮਪਲ ਮੈਂ ਦੇ ਰਿਹਾ। ਹਾਂਜੀ, ਹੁਣ ਤੁਸੀਂ ਮੈਨੂੰ ਦੱਸੋ ਕਿ ਅੰਤ ਦੇ ਵਿੱਚ ਤੁਹਾਡਾ ਕੀ ਫੈਸਲਾ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਆਪਣੇ ਇਕੱਠੇ ਰਹਿਣ ਦਾ, ਜਾਂ ਫਿਰ ਤੁਸੀਂ ਹਾਲੇ ਫੈਸਲਾ ਪੈਂਡਿੰਗ ਰੱਖਣਾ ਚਾਹੁੰਦੇ ਹੋ? ਤੁਸੀਂ ਹਾਲੇ ਸੋਚ ਵਿਚਾਰ ਕਰਨੀ ਆਪਣੇ ਆਪ ਨਾਲ, ਲੋਕਾਂ ਦੇ ਵਿਚਾਰ ਸੁਣ ਕੇ ਤੁਹਾਡੇ ਮਾਈਂਡ ਚੇਂਜ ਹੋਇਆ ਹੋਵੇ। ਅੰਤ ਵਿੱਚ ਕੀ ਕਹਿਣਾ ਚਾਹੁੰਦੇ? ਆਈ ਗਿਵ ਯੂ 1 ਮਿੰਟ ਪਲੀਜ਼। ਤੇ ਮੈਂ ਦੇਖੋ ਜੀ ਸੋਚਾਂਗਾ ਤੇ ਆਪਣੇ ਪੇਰੈਂਟਸ ਨਾਲ ਵੀ ਗੱਲ ਕਰਾਂਗਾ ਤੇ ਸਾਰੇ ਡਿਸੀਜਨ ਮੈਂ ਲਵਾਂਗਾ ਆਪਣੇ ਪੇਰੈਂਟਸ ਤੇ ਆਪਣੀ ਮਰਜ਼ੀ ਨਾਲ। ਆਪਣੀ ਮਰਜ਼ੀ ਨਾਲ। ਸੋ 2:30 ਵਜੇ ਤੁਹਾਡੀ ਵਾਈਫ ਦਾ ਫੋਨ ਆਉਣਾ, 2:30 ਵਜੇ ਤੁਸੀਂ ਖੇਡ ਰਹੇ ਹੋ। ਖੈਰ ਐਨੀਵੇ ਤੁਹਾਡੀ ਉਮਰ ਹੈ। ਉਸ ਤੋਂ ਬਾਅਦ ਤੁਸੀਂ 5:30 ਵਜੇ ਅਰਲੀ ਕਿਸੇ ਦੇ ਘਰ ਚਲ ਜਾਣਾ, ਪਰ ਤੁਸੀਂ ਉਹ ਘਰ ਵਾਲੇ ਦੇ ਨਾਲ ਗੱਲ ਕਰਕੇ ਗਏ ਹੋ, ਆਪਣੇ ਆਪ ਨਹੀਂ ਗਏ। ਹਾਂਜੀ, ਉਹ ਘਰ ਵਾਲੇ ਵੀ ਮੰਨਦੇ ਨੇ ਅਤੇ ਤੁਸੀਂ ਹੁਣ ਘਰ ਵਾਲੇ ਰੱਖਣ ਨੂੰ ਤਿਆਰ ਨਹੀਂ। ਉਹ ਕਹਿੰਦੇ ਕਿ ਅਸੀਂ ਸ਼ੈਲਟਰ ਦਿੱਤਾ ਸੀ ਕੁੜੀ ਅਤੇ ਬੱਚੇ ਨੂੰ, ਨਾ ਕਿ ਤੁਹਾਨੂੰ ਦਿੱਤਾ। ਤੇ ਤੁਸੀਂ ਉੱਥੇ ਮਤਲਬ ਜਾਣ ਨੂੰ ਤਿਆਰ ਨਹੀਂ ਹੋ। ਤੇ ਦੇਖੋ ਜੇ ਤਾਂ ਉਹਨਾਂ ਦਾ ਰਾਏ ਬਣਦੀ ਹੈ ਜਾਂ ਕਿਸ ਤਰ੍ਹਾਂ ਵੀ ਦੱਸ ਦੇਣ ਮੈਨੂੰ, ਤੇ ਮੈਨੂੰ ਫਿਲਹਾਲ ਜੇ ਉਹ ਕਹਿੰਦੇ ਸੀ ਨਹੀਂ ਠੀਕ ਲੱਗਦਾ ਕੋਈ ਗੱਲ ਨਹੀਂ ਹੋਰ ਦੇਖ ਲਾਂਗੇ, ਤੇ ਮੈਂ ਤਾਂ ਜਸਟ ਉੱਥੇ
ਪ੍ਰੋਬਲਮ ਸੋਲਵ ਕਰਨੀ ਸੀ ਤੇ ਜਸਟ ਤਾਂ ਗਿਆ ਸੀ ਮੈਂ ਉੱਥੇ। ਕੋਈ ਉਹਨਾਂ ਸ਼ੈਲਟਰ ਨਹੀਂ ਤੇ ਮੇਰੇ ਕੋਲ ਆਪਦਾ ਰੂਮ ਹੈਗਾ ਤੇ ਮੈਨੂੰ ਕੋਈ ਲੋੜ ਨਹੀਂ ਸੀ ਜਾਣ ਦੀ ਉੱਥੇ। ਆਈ ਸੀ। ਸੋ ਹੁਣ ਤੁਸੀਂ ਆਪਣਾ ਜਿਹੜਾ ਆ ਇਹ ਹੁਣ ਵਾਈਫ ਨੂੰ ਲੱਭਣ ਦੇ ਵਾਸਤੇ ਤੁਸੀਂ ਕਮਿਊਨਿਟੀ ਚਾਹੁੰਦੇ ਕਿ ਤੁਹਾਨੂੰ ਕੋਈ ਕਮਰਾ ਦੇ ਦੇਵੇ, ਬੇਸਮੈਂਟ ਦੇ ਦੇਵੇ, ਤੁਸੀਂ ਇਕੱਠੇ ਰਹਿਣ ਨੂੰ ਤਿਆਰ ਹੋ? ਹਾਂਜੀ, ਕੁਝ ਵੀ ਦੇ ਸਕਦੀ ਹੈ, ਜਿਹੜੀ ਵੀ ਹੈਲਪ ਕਰ ਸਕਦੇ ਕਰ ਸਕੇ। ਆਈ ਸੀ। ਸੋ ਤੁਸੀਂ ਜੇ ਸਾਨੂੰ ਕੋਈ ਪੁੱਛੇ ਤੁਹਾਡਾ ਨੰਬਰ ਕਿਸੇ ਨੂੰ ਬੇਸਮੈਂਟ ਆਪਣੀ ਦੇਣੀ ਹੋਵੇ, ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਨੰਬਰ ਜਿਹੜਾ ਕਿਸੇ ਪਰਿਵਾਰ ਨੂੰ ਜੇ ਸਾਨੂੰ ਪੁੱਛੇ ਤਾਂ ਅਸੀਂ ਨੰਬਰ ਦੇ ਸਕਦੇ ਹਾਂ ਤੁਹਾਡਾ? ਤੇ ਮੈਂ ਤੁਹਾਨੂੰ ਦੇ ਦਾਂਗਾ ਜੀ, ਜਾਂ ਤੁਸੀਂ ਮੈਨੂੰ ਦੇ ਦਿਓ ਤੇ ਕੰਟੈਕਟ ਕਰ ਲਾਂਗੇ। ਮਿਹਰਬਾਨੀ। ਸੋ ਤੁਸੀਂ ਕਮਿਊਨਿਟੀ ਰੰਤ ਵਿੱਚ ਕੀ ਕਹਿਣਾ ਚਾਹੁੰਦੇ? ਐਨੀ ਕੁਐਸਚਨ ਯੂ ਰੇਜ਼ ਮਿਸਟਰ ਸਿੱਧੂ, ਪਲੀਜ਼ ਗੋ ਹੈਡ। ਜੀ ਬਿਲਕੁਲ ਜੀ, ਜਾਂਦੇ ਜਾਂਦੇ ਮੈਂ ਹਰਜਿੰਦਰ ਵੀਰ, ਦੇਖ ਮੇਰਾ ਛੋਟਾ ਭਰਾ, ਤੂੰ ਇੱਕ ਸਲਾਹ ਤੈਨੂੰ ਮੈਂ ਦੇਣੀ ਚਾਹੂੰਗਾ ਕਿ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਜਿਵੇਂ ਮੈਨੂੰ ਲੱਗੂ ਮੈਂ ਫੈਮਿਲੀ ਨਾਲ ਸਲਾਹ ਕਰੂੰ, ਵੇਲਾ ਸਲਾਹ ਦੇਣ ਦਾ ਲੰਘ ਚੁੱਕਾ, ਪਲਾਨ ਜਾਂ ਸਲਾਹ ਕਰਨ ਦਾ ਟਾਈਮ ਨਹੀਂ, ਸਟੈਂਡ ਲੈਣ ਦਾ ਵੇਲਾ ਹੁਣ। ਅੱਗੇ ਵਾਲੀ ਲਾਈਫ ਤੇਰੀ ਸਮੱਸਿਆ 'ਚ ਨਾ ਆਵੇ, ਸਟੈਂਡ ਲੈ ਵੀਰ। ਪਲਾਨ ਜਿਹੜੇ ਹੋਣੇ ਸੀ, ਸਲਾਹਾਂ ਹੋਣੀਆਂ ਸੀ, ਹੋ ਚੁੱਕੀਆਂ। ਜਿਹੜੀ ਵਿਪਤਾ ਪੈ ਚੁੱਕੀ ਉਹਨੂੰ ਹੁਣ ਆਪਾਂ ਨਿਮੇੜੀਏ, ਹੈ ਨਾ। ਸਟੈਂਡ ਲੈਣ ਦਾ ਵੇਲਾ। ਅਸੀਂ ਚਾਹਾਂਗੇ ਇਹ ਜਿਹੜਾ ਸਟੂਡੀਓ ਹੈ BBC ਟੋਰਾਂਟੋ ਜਿਹੜਾ ਆ, ਇਹ ਟੁੱਟੇ ਹੋਏ ਦਿਲਾਂ ਨੂੰ ਅਤੇ ਇਹ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜਦਾ ਹੈ ਔਰ ਅਸੀਂ ਕਈ ਪਰਿਵਾਰਾਂ ਦੇ ਰਿਸ਼ਤੇ ਜੋੜੇ ਆ। ਸੋ ਮੇਰੀ ਕੋਸ਼ਿਸ਼ ਹੈ ਕਿ ਜਾਣੇ ਅਣਜਾਣੇ ਹੋਈ ਗਲਤੀਆਂ ਸਾਨੂੰ ਵੀ ਕਈ ਵਾਰ ਅਫਸੋਸ ਹੁੰਦਾ ਕਿਉਂ ਹੋ ਰਿਹਾ, ਔਰ ਤੁਸੀਂ ਕੋਸ਼ਿਸ਼ ਕਰਨਾ ਕਿ ਆਪਣੇ ਮਾਂ ਪਿਓ ਜਿਹੜਾ ਤੁਹਾਡਾ ਬੜਾ ਸਿਆਣਾ ਹੈ, ਅਸੀਂ ਫਾਈਂਡ ਆਊਟ ਕੀਤਾ, ਬੜੀ ਰਿਸਪੈਕਟ ਹੈ ਤੁਹਾਡੇ ਫਾਦਰ, ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ, ਔਰ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਚੰਗੀ ਸਲਾਹ ਦੇਣਗੇ। ਜੋ ਸਮਾਂ ਬੀਤ ਚੁੱਕਾ ਹੈ ਉਹ ਅਸੀਂ ਦੁਬਾਰਾ ਜਿਹੜਾ ਨਾ ਉਸ ਸਮੇਂ ਨੂੰ ਖਰੀਦ ਸਕਦੇ ਹਾਂ, ਨਾ ਮੈਂ ਕਿਸ ਤਰ੍ਹਾਂ ਉਹਦੇ ਵਿੱਚ ਚੇਂਜਸ ਲੈ ਸਕਦੇ ਹਾਂ, ਪਰ ਨਵੇਂ ਸਮੇਂ ਦੇ ਵਿੱਚ ਅਸੀਂ ਬਹੁਤ ਕੁਝ ਤਬਦੀਲ ਕਰ ਸਕਦੇ ਹਾਂ। ਔਰ ਸਮੁੱਚੀ ਭਾਈਚਾਰਾ ਜਿਹੜਾ ਕਮਿਊਨਿਟੀ ਜਿਹੜੀ ਆ ਉਹ ਇਹ ਚਾਹੇਗੀ ਤੁਹਾਡੇ ਤੋਂ ਕਿ ਤੁਸੀਂ ਇੱਕ ਬੱਚੇ ਨੂੰ ਪਲਾਨ ਨਾਲ ਲਿਆ ਆ ਤਾਂ ਲੁੱਕ ਆਊਟ ਵੀ ਤੁਸੀਂ ਉਹਦੀ ਕਰੋ। ਚੰਗਾ ਲੱਗੇਗਾ। ਫੋਰਗੇਟ ਅਬਾਊਟ ਕਿ ਤੁਹਾਡੇ ਨਾਲ ਪਿਛਲੇ ਸਮੇਂ ਵਿੱਚ ਕੀ ਹੋਇਆ, ਇੱਥੇ ਦੀ ਗੱਲਾਂ ਇੱਥੇ ਛੱਡ ਕੇ ਜਾਓ। ਲੋਕਾਂ ਨੇ ਸੁਝਾਅ ਦਿੱਤੇ ਨੇ, ਤੁਹਾਡੀ ਜ਼ਿੰਦਗੀ ਵਿੱਚ ਇਹ ਨਹੀਂ ਸੋਚਣਾ ਕਿ ਲੋਕਾਂ ਨੇ ਤੁਹਾਨੂੰ ਕੁਛ ਕਿਹਾ। ਹਮੇਸ਼ਾ ਹੀ ਕਈ ਵਾਰੀ ਜ਼ਿੰਦਗੀ ਵਿੱਚ ਜਿਹੜੀ ਘੂਰ ਆ, ਜ਼ਿੰਦਗੀ ਵਿੱਚ ਬਹੁਤ ਵੱਡਾ ਪਰਿਵਰਤਨ ਅਤੇ ਅੱਛਾ ਪਰਿਵਰਤਨ ਜਿਹੜਾ ਲੈ ਕੇ ਆਉਂਦੀ ਆ। ਔਰ ਇਹ ਰੇਡੀਓ ਟੈਲੀਵਿਜ਼ਨ ਜਿਹੜਾ ਆ ਕਮਿਊਨਿਟੀ ਦਾ ਆ ਔਰ ਕਮਿਊਨਿਟੀ ਸ਼ੋਅ ਹੈ, ਇਹਦੇ ਵਿੱਚ ਤੁਸੀਂ ਸਾਡੇ ਗੈਸਟ ਸੀਗੇ ਔਰ ਤੁਸੀਂ ਆਪਣੇ ਵਿਚਾਰ ਰੱਖੇ ਨੇ। ਕੁਝ ਗੱਲਾਂ ਮੈਂ ਮੰਨਦਾ ਕਿ ਕਈ ਵਾਰੀ ਸਾਂਝੀ ਅਸੀਂ ਨਹੀਂ ਕਰ ਸਕਦੇ ਓਪਨ, ਜਿਹੜੇ ਕਿ ਤੁਸੀਂ ਸੰਕੋਚ ਕੀਤੀਆਂ ਨੇ, ਬਟ ਮੈਂ ਇਹੀ ਕਹਾਂਗਾ ਕਿ ਜੋ ਹੋਇਆ ਇਹ ਪਲਾਨ ਨਾ ਹੋਇਆ, ਤੁਸੀਂ ਪਲਾਨ ਨਾ ਬੇਬੀ ਲਿਆ, ਉਸ ਤੋਂ ਬਾਅਦ ਤੁਹਾਡੀ ਕੋਈ ਅਣਬਣ ਹੋ ਗਈ ਆ, ਕਿਵੇਂ ਹੋਈ ਆ, ਕਿਤੋਂ ਹੋਈ ਆ, ਉਹਨਾਂ ਨੂੰ ਛੱਡਦੇ ਹੋਏ ਅਸੀਂ ਅੱਗੇ ਲੈ ਰਹੇ ਹਾਂ। ਅੱਜ ਤੁਹਾਨੂੰ ਆਉਣ ਵਾਲੇ ਸਮੇਂ ਦੀ ਮੁਬਾਰਕਬਾਦ ਦੇਣੀ ਚਾਹਾਂਗੇ ਕਿ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਤੁਹਾਡਾ ਫਿਊਚਰ ਪਲਾਨ ਆ, ਜਿਹੜਾ ਡਿਸੀਜਨ ਤੁਸੀਂ ਲੈਣਾ ਉਹ ਚੰਗਾ ਲਓਗੇ ਆਪਣੇ ਬੱਚੇ ਲਈ ਵੀ ਤੇ ਆਪਣੇ ਵਾਸਤੇ ਵੀ, ਆਪਣੇ ਪੇਰੈਂਟਸ ਲਈ ਵੀ ਅਤੇ ਸਾਡੇ ਸਮਾਜ ਲਈ ਵੀ। ਤੁਸੀਂ ਇੱਕ ਪੂਰੇ ਸਿੱਖੀ ਰੂਪ ਵਿੱਚ ਹੋ ਔਰ ਸਿੱਖੀ ਦਾ ਸਤਿਕਾਰ ਅਸੀਂ ਕਰਦੇ ਹਾਂ, ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਹਰ ਧਰਮ ਦੇ ਸੁਣਨ ਵਾਲੇ ਲੋਕ ਸੀ। ਬੜੀ ਮਿਹਰਬਾਨੀ ਹਰਜਿੰਦਰ। ਐਟ ਦੀ ਐਂਡ ਯੂ ਕੈਨ ਗਿਵ ਯੂਰ ਕਲੋਜ਼ਿੰਗ ਰਿਮਾਰਕਸ। ਕੀ ਕਮਿਊਨਿਟੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਔਰ ਇਸ ਚੈਨਲ ਨੂੰ ਕੁਝ ਕਹਿਣਾ ਚਾਹੁੰਦੇ ਹੋ? ਇਸ ਚੈਨਲ ਦੇ ਕੁਝ ਤਬਦੀਲੀ ਤੁਹਾਡੇ ਲਈ ਇਸ BBC ਟੋਰਾਂਟੋ ਚੈਨਲ ਦੇ ਕਰਕੇ ਤੁਸੀਂ ਆਪਣੇ ਬੱਚੇ ਨੂੰ ਦੇਖਣ ਆਏ ਹੋ, ਡਸਨਟ ਮੈਟਰ ਸਵੇਰ ਨੂੰ ਦੇਖਿਆ ਜਾਂ ਕੁਝ ਦੇਖਿਆ, ਤੁਸੀਂ ਕੀ ਫਰਕ ਸਮਝਦੇ ਹੋ ਇਸ ਚੈਨਲ ਦਾ? ਤੇ ਫਰਕ ਇਦਾਂ ਹੀ, ਚਲੋ ਤੇ ਫਾਇਦਾ ਹੋ ਜਾਂਦਾ। ਤੇ ਤੁਹਾਨੂੰ ਇਸ ਚੈਨਲ ਤੇ ਖਬਰ ਆਉਣ ਦੇ ਨਾਲ ਫਾਇਦਾ ਹੋਇਆ? ਹਾਂਜੀ, ਫਾਇਦਾ ਹੋਇਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ। ਅਸੀਂ ਵਾਪਸ ਆ ਰਹੇ ਹਾਂ।